ਕਿਹਾ ਨਹੀਂ ਤੁਸੀਂ ਰੈਸਟ ਕਰੋ। ਮੈਂ ਕਿਹਾ ਨਹੀਂ ਮੈਂ ਆਵਾਂਗਾ। ਬਾਠ ਸਾਹਿਬ ਤੁਸੀਂ ਤੇ ਕਹਿ ਰਹੇ ਹੋ ਹੀ ਚਾਹੁੰਦੇ ਹੋ ਹਰ ਪ੍ਰੋਗਰਾਮ ਤੇ ਜੀਵਨ ਬੰਦੀ ਤੇ ਨਜ਼ਰ ਨਾ ਆਵੇ। ਮੇਰਾ ਕਿਹੜਾ ਯਾਦ ਲੱਗਿਆ ਕਿ ਜਿੰਨਾ ਚਿਰ ਮੈਂ ਹੈ ਵਾਂ ਤੇ ਪੰਜਾਬੀ ਦਾ ਕੰਮ ਮੈਂ ਕਰਦਾ ਰਹਿਣਾ ਤੇ ਤੁਰਨਾ ਰਹਿੰਦਾ ਰਹਿਣਾ। ਸੋ ਗੱਲ ਕਰਨ ਦਾ ਮਤਲਬ ਇਹ ਹੈ ਕਿ ਇਹਨਾਂ ਨਾਲ ਜਿਹੜੀਆਂ ਮੇਰੀਆਂ ਮਾਪਤਾਂ ਨੇ ਉਹ ਐਵੇਂ ਦੀਆਂ ਤੇ ਇਹਨਾਂ ਨੇ ਮੈਂ ਹੁਣ ਦੋ ਤਿੰਨ ਚੀਜ਼ਾਂ ਜਿਹੜੀਆਂ ਨੇ ਚਲੋ ਇੱਕ ਸੀ ਬਾਹੂ ਸਾਹਿਬ ਦੇ ਜਿਹੜਾ ਇੱਥੋਂ ਤੱਕ ਪਹੁੰਚਣ ਦਾ ਜਾਂ ਸੂਫੀ ਗਾਇਕੀ ਦਾ ਵੀ ਮਕਸਦ ਹੈ ਉਹ ਕਹਿੰਦੇ ਨੇ ਕਿ ਸਾਰੇ ਕਰ ਲੋ ਏਕਾ ਮਾਂ ਬੋਲੀ ਨੂੰ ਵਧਾਉਣਾ ਵਾ। ਸਾਰੇ ਕਰ ਲੋ ਏਕਾ ਮਾਂ ਬੋਲੀ ਨੂੰ ਵਧਾਉਣਾ ਵਾ। ਲੰਘ ਗਿਆ ਜੇ ਵੇਲਾ ਮੁੜ ਕੇ ਹੱਥ ਨਾ ਆਉਣਾ ਵਾ। ਗੱਲ ਸੁਣ ਲਓ ਮੇਰੀ ਇੱਕ ਭਰਾਵੋ, ਪੰਜਾਬੀ ਬਾਲਾਂ ਨੂੰ ਪੜਾਵੋ। ਸ਼ਹਿਰ ਸ਼ਹਿਰ ਤੇ ਪਿੰਡ ਪਿੰਡ ਐਲਾਨ ਕਰਾਉਣਾ ਵਾ। ਸਾਰੇ ਕਰ ਲੋ ਏਕਾ ਮਾਂ ਬੋਲੀ ਨੂੰ ਵਧਾਉਣਾ ਵਾ। ਕਹਿੰਦੇ ਨੇ ਜਿੰਨੀਆਂ ਮਰਜ਼ੀ ਬੋਲੋ ਬੋਲੀਆਂ ਪੰਜਾਬੀ ਨਾ ਭੁੱਲਣਾ। ਮਾਂ ਬੋਲੀ ਬਣ ਦਿਲ ਦਿਮਾਗ ਦਾ ਬੂਹਾ ਨਹੀਂ ਜੇ ਖੁੱਲਣਾ। ਵਾਹ 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 ਕੀ ਬਾਤ ਹੈ। ਮਾਂ ਬੋਲੀ ਦਾ ਪਿਆਰ ਤੇ ਲੂਣੂ ਵਿੱਚ ਸੁਣਾ ਵਾ। ਸਾਰੇ ਕਰ ਲੋ ਏਕਾ ਮਾਂ ਬੋਲੀ ਨੂੰ ਵਧਾਉਣਾ ਵਾ। ਤੇ ਕਹਿੰਦੇ ਨੇ ਕਿ ਬਾਹੂ ਬੁੱਲਾ ਨਾਨਕ ਮਾਂ ਬੋਲੀ ਦੇ ਪਿਆਰੇ ਨੇ। ਵਾਰਿਸ ਸ਼ਾਹ ਤੇ ਸ਼ਾਹ ਹੁਸੈਨ ਪੰਜਾਬੀ ਦੇ ਤਾਰੇ ਨੇ। ਅਸਲਮ ਬਾਹੂ ਸ਼ੇਖ ਫਰੀਦ ਦਾ ਇਹ ਫਰਮਾਉਣਾ ਵਾ। ਸਾਰੇ ਕਰ ਲੋ ਏਕਾ ਮਾਂ ਬੋਲੀ ਨੂੰ ਵਧਾਉਣਾ। बहुत अच्छे बहुत अच्छे। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜਨਾਬ ਤੁਹਾਡੇ ਪੰਛੀ ਸਾਹਿਬ। ਤੁਸੀਂ ਸਾਡੀ ਇਸ ਗੁਜ਼ਾਰਿਸ਼ ਨੂੰ ਵੀ ਮੰਨ ਲਿਆ ਕਿ ਟਾਈਮ ਘੱਟ ਹੈ, ਜ਼ਰਾ ਗੱਲਬਾਤ ਮੁਕਤਸਰ ਰੱਖੀਏ। ਬਾਕੀ ਤੁਹਾਡੀਆਂ ਯਾਦਾਂ, ਤੁਹਾਡਾ ਸਫ਼ਰ, ਤੁਹਾਡਾ ਪੰਛੀ ਸਾਹਿਬ ਨਾਲ ਜਿਹੜੀ ਆਪਣਾ ਬਾਹੂ ਸਾਹਿਬ ਦੀ ਜਿਹੜੀ ਮੁਹੱਬਤ ਹੈ ਇਹ ਤੇ ਜ਼ਾਹਿਰ ਹੈ ਕਿ ਛੁਪੀ ਨਹੀਂ ਹੈ, ਬਹੁਤ ਜ਼ਿਆਦਾ ਹੈ। ਤੇ ਖੈਰ ਹੋਵੇ ਕਿ ਪਤਾ ਲੱਗ ਗਿਆ ਸਾਨੂੰ ਕਿ ਅਸੀਂ ਉਹਨਾਂ ਕੋਈ ਪ੍ਰੋਗਰਾਮ ਬਾਹੂ ਸਾਹਿਬ ਸਭ ਨਾ ਦਿੰਦੇ ਹੁੰਦੇ ਤੁਹਾਨੂੰ ਆਖਦੀ ਇਹ ਪ੍ਰੋਗਰਾਮ ਬੰਦ ਹੋ ਗਿਆ। ਚਲੋ ਅੱਛੀ ਗੱਲ ਹੈ। तो जी मैं साढ़े बड़े प्यारे मित्र शायद दोस्त जनाब अजे हुणे होने इन्होंने प्रमोशन मिली है ते इन्हां दी चूंकि शोभा तदरीस नाल वाबस्ता ने ते इन्हां दी तरक्की हुई है। इन्हां मुबारकबाद देने होया कोट राधा कृष्ण तो तशरीफ ले जनाब मलिक इरशाद साहब नूं गुजारिश करांगा तुसीं आओ और असलम साहब बाबू साहब मुबारकबाद दिओ। जनाब मलिक इरशाद साहब बिस्मिल्लाह। जनाब साहब सदर दी इजाजत नाल जनाब असलम बाहू साहब के हवाले नाल कि अदबी गुलशन का ये फुल है जिहड़ा ना सिर्फ अपनी शायरी बल्कि अपनी मिठी आवाज़ के जरिए पंजाब पूरे दे विच बड़ी सोहनी वाशना खिला रहा। यकीन ते मैं इन्हां नूं एक होर कि ਜਿਹੜੇ ਵੀ ਪ੍ਰੋਗਰਾਮ 'ਚ ਜਿੱਥੇ ਵੀ ਮਿਲੇ ਨੇ ਬੜੇ ਖੇਡਦੇ ਹੋਏ ਮੁਖੜੇ ਦੇ ਨਾਲ ਤੇ ਆਜਜ਼ੀ ਦੇ ਨਾਲ ਮਿਲੇ ਨੇ। ਤੇ ਜਿਹੜਾ ਬੰਦਾ ਐਵੇਂ ਆਜਜ਼ ਹੋਏ, ਪਿਆਰ ਮੁਹੱਬਤ ਵੰਡ ਰਿਹਾ ਹੋਏ ਤੇ ਵੱਡਿਆਂ ਦਾ ਅਦਬ ਕਰ ਰਿਹਾ ਹੈ, ਉਹ ਫਿਰ ਅੱਲਾਹ ਤਾਲਾ ਉਹਨੂੰ ਉੱਤੇ ਮੰਜ਼ਿਲ ਤੇ ਲੈ ਜਾਂਦਾ ਹੈ। ਮੇਰੀ ਤਰਫੋਂ ਇਹਨਾਂ ਨੂੰ ਇਹਨਾਂ ਦੀ ਇਸ नवी किताब माशाअल्लाह हक दी बोली बोल ये नाले हक दी बोली बोलते रहंदे ने ते नाले इसदा प्रचार करते हैं। ते जिहड़ा बंदा हक हमेशा वो उनका सुनिया देवेगा हक ते चलेगा उन्होंने कदे भी हार नहीं आ सकती। मेरे वालों इन्हां नूं इस अपनी बड़ी सोहनी किताब ते ढेर बधाइयां। अस्सलाम वालेकुम। बहुत शुक्रिया, बड़ी मेहरबानी मलिक इरशाद साहब। असलम बाहू साहब लिखते ने हक दी बोली बोलदे विच कि इश्क दा भांबड़ रब दे नाल मिला देंदा। इश्क दा भांबड़ रब दे नाल मिला देंदा। यार दे मुखड़े विचों रब विखा देंदा। ते यार दे वल्ले नजर टिका के बैठा रहो। वाह वाह वाह, बहुत अच्छा जी। यार दे वल्ले नजर टिका के बैठा रहो। अखियां दे विच अखियां पा के बैठा रहो। और पहला इश्क खुदा ने कीता नबी माशूक बनाया। अपने बंदियां नू उस आपे इश्क दा वल सिखाया। वांग शमस दे खल लहा के बैठा रहो।
ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰਹੋ। ਲਓ ਜੀ, ਇਸ ਤੋਂ ਬਾਅਦ ਮੈਂ ਜਿਸ ਸ਼ਖਸੀਅਤ ਨੂੰ ਬੁਲਾ ਜਾ ਰਿਹਾ, ਵੈਸੇ ਤੇ ਉਹ ਮਾਹਿਰ ਕਾਨੂੰਨ ਵੀ ਨੇ, ਵਕੀਲ ਵੀ ਨੇ, ਲੇਕਿਨ ਇਸ ਦੇ ਨਾਲ ਸ਼ਾਇਰਾ ਬਹੁਤ ਅੱਛੀਆਂ ਨੇ, ਬਹੁਤ ਅੱਛਾ ਲਿਖੀਆਂ ਨੇ। ਵਾਹਵਾ ਸਾਰੀਆਂ ਕਿਤਾਬਾਂ ਨੇ ਉਹਨਾਂ ਦੀਆਂ, ਉਰਦੂ ਪੰਜਾਬੀ ਲਿਖੀਆਂ ਨੇ, ਤਸਵੁਫ ਤੇ ਵੀ ਮਾਸ਼ਾਅੱਲਾ ਲਿਖੀਆਂ ਨੇ। ਮੇਰੀ ਮੁਰਾਦ ਜਨਾਬ ਅਨਮੋਲ ਗੋਬਰ ਸਾਹਿਬਾ, तो तुसी तशरीफ जाओ और अपने विचार साझे करो। तालियां ने इस्तकबाल करो अनमोल गौर साहब। बिस्मिल्लाहिर्रहमानिर्रहीम। असलम बाहू मेरे निक्के वीर ते मैनू अपने सगे वीरां नाल जोड़िया जाए। असलम बाहू नूं ते मैं इहदी कहांगी कि ये मेरे सगे वीरां वर्गे उन्हां दे नाल दे निक्के वीर ते और इन्हां दी किताब हक दी बोली बोल बहुत वधिया रूहानी ते सकाफती ते इहदे विच उन्हां ने मौजूआती शायरी भी कीती, अपने पिंड वरन का भी हवाला दिता, जंडियाला शेर खान का भी हवाला दिता ते कसीदा मौला अली अलैहिस्सलाम और इस तरह सोने आका हजरत मुहम्मद मुस्तफा सल्लल्लाहु अलैहि वसल्लम दे जेहड़े अनोखे तरीके नाल तारीफ कीती आ। क्योंकि मैं 2-3 टोटे ही जोड़े इन्होंने गलों के पेश करूँगी, क्योंकि एदा वेला जोड़ा वा ना ये मुकिया सीगा ते शुरू हुई तकरीबन, तो इस वास्ते मैं बहुतियां गल्लां नहीं करूँगी। तो मेरा जोड़ा ये है कि ये मजमून लिखिया होया ते इन्होंने हटड़ी चो बोल पिया यार, यानी इन्होंने जेड़ी भी रूहानी शायरी ये विच कीती आ ते बड़ी डूंघियाई नाल कीती आ और इन्होंने उहदे विच बहुत ज़्यादा यानी खुब के जिवें बंदा मराकबे च चला जाता किसी आलम दे विच किसी वक्त वेले विच, ते इस तरह इन्होंने ना काफ़ी जगह ते रूहानी शायरी कीती आ जिहदी वड्डी मिसाल हटली मुमताज भाई उन्होंने भी शेर पढ़े ते हटली चो बोल पिया यार, ये पढ़ोगे किताबां तुहाडे हत्थ होणगीआं ते दिल अर्श मुअल्ला रब दा है, दिल अर्श मुअल्ला रब दा है, कर दिल दी खूब सफाई, ये नफ्स ना तेरा यार मियां कर इहदे नाल लड़ाई। ते असलम बाहू वीर होना मैं बहुत सारिया बधाइयां दिन्नी आ ते इन्हां वास्ते मेरा बहुत ज़्यादा दुआवां दा परागा। ते इन्हां दी अगली किताब जिहड़ी आ मैं, क्योंकि मेरा जिहड़ा मजमून आ जिहड़ी मैं लिखिया वा इहदी जिहड़ा उनवान आ ओह है रूह दी आवाज़, ते इन्हां दी अगली किताब जिहड़ी आ रही है ओहदा नाम ही है रूह दी आवाज़। ते मेरी दुआ है कि इन्हां दी रूह दी आवाज़ जिहड़ी आ इह रूहानियत दे विच बेपनाह अपना नाम पैदा करे। ते इन्हां वास्ते बहुत बधाइयां। ते सैयद मुजाहिर मुहम्मद मुजाहिर हाशमी सरकार, दाता अली हजवेरी सरकार दे खानदानी मुबारका मेरे वास्ते बहुत ज़्यादा इज्जत एहतराम, क्योंकि इन्हां दे विच भी मैनूं दाता पाक ही नज़र आउंदे आ। ते मैं बहुत खुश हाँ और कि तशरीफ ले आए और इत्थे इस तकरीब का मान वधाया। ते अलियास घुमन होरां दा भी बहुत शुक्रिया कि उन्होंने और मुमताज़ मलिक भाई ने और भट्ट साहब होरां ने ये मौका दिता। ते मैं इसे ते अपनी गलबात खत्म करूँगी, क्योंकि मुमताज़ भाई अल्लाह हाफिज़।
बहुत बताया। बहुत शुक्रिया, मेहरबानी। ਅਸੀਂ ਪਹਿਲਾਂ ਤੇ ਜਦੋਂ ਕਿਬਲਾ ਸ਼ਾਹ ਜੀ ਔਰ ਜ਼ਾਹਿਦ ਹਸਨ ਸਾਹਿਬ ਸਭ ਤੋਂ ਪਹਿਲੇ ਆਏ 3 ਵਜੇ, ਬਲਕਿ 3 ਵਜੇ ਤੋਂ ਵੀ ਥੋੜ੍ਹੀ ਦੇਰ ਪਹਿਲੇ ਆ ਗਏ, ਫਿਰ ਸ਼ਾਹ ਜੀ ਆਏ, ਸ਼ਾਹ ਨਵਾਜ਼ ਭਾਈ। ਅਸੀਂ ਉਹੀ ਗੱਲ ਕਰ ਰਹੇ ਸਾਂ ਕਿ ਜਿਹੜਾ ਅਸੀਂ ਤੇ ਮੇਜ਼ਬਾਨ ਆ ਨਾ, ਤੇ ਯਕੀਨ ਜਾਣੋ ਸਵੇਰ ਦੇ ਕਿਧਰੇ ਨਹੀਂ ਗਏ, ਇੱਥੇ ਬੈਠੇ ਹੋਏ ਆ ਕਿ ਪ੍ਰੋਗਰਾਮ ਹੈ। ਤੇ ਦਿਲ ਤੇ ਇਹ ਕਰਦਾ ਹੈ ਕਿ ਪ੍ਰੋਗਰਾਮ ਆਪਣੇ ਟਾਈਮ ਤੇ ਸ਼ੁਰੂ ਹੋਵੇ, ਤੁਸੀਂ ਸਾਰੇ ਆਪਣੇ ਆਪਣੇ ਟਾਈਮ ਤੇ ਆਓ ਔਰ ਫਿਰ ਸੋਹਣੇ ਤਰੀਕੇ ਨਾਲ ਸੋਹਣੇ ਢੰਗ ਨਾਲ ਹੀ ਇਖਤਤਾਮ ਨਾਲ ਤੇ ਪਹੁੰਚੇ। ਬਹਰਹਾਲ ਹੁਣ ਪਿਛਲੀਆਂ ਗੱਲਾਂ ਨੂੰ ਕੀ ਬੋਲਣਾ। ਇਮਰਾਨ ਭੱਟ ਸਾਹਿਬ ਬਹੁਤ ਸ਼ੁਕਰੀਆ, ਮਿਹਰਬਾਨੀ ਨਾਲ, ਮਾਸ਼ਾਅੱਲਾ ਬੜੇ ਸਾਡੇ ਪਿਆਰੇ ਮਿੱਤਰ ਵੀਰ ਨੇ, ਤਸ਼ਰੀਫ ਲਿਆਏ ਨੇ, ਮਨੋ ਰੂਹ ਜੀ ਆਇਆਂ ਨੂੰ। ਇਸ ਤੋਂ ਬਾਅਦ ਮੈਂ ਜਿਸ ਸ਼ਖਸੀਅਤ ਨੂੰ ਬੁਲਾਉਣ ਜਾ ਰਿਹਾ ਹਾਂ, ਅਜੇ ਹੁਣੇ ਨਹੀਂ, ਉਹ ਵੀ ਸ਼ੋਭਾ ਦਰਸੋ ਤਦਰੀਸ ਤੋਂ ਦੇ ਆਪਣਾ ਤੋਂ ਰਿਟਾਇਰ ਹੋਏ ਨੇ ਔਰ ਫਿਰ ਉਸ ਤੋਂ ਬਾਅਦ ਲਿਖਾਰੀ ਬੜੇ ਚੰਗੇ ਨੇ ਔਰ ਬ੍ਰਾਡਕਾਸਟਰ ਬਹੁਤ ਅੱਛੇ ਨੇ। ਮੇਰੀ ਮੁਰਾਦ ਜਨਾਬ मोहम्मद मुनीर खान शेरवानी तो यार बड़े नुकसान करते थे बहुत ਇਹ ਉਹਨਾਂ ਨੂੰ ਵੀ ਪਹਿਲੀ ਵਾਰੀ ਪਤਾ ਲੱਗਾ। हाँ जी, मुनीर खान शेरवानी साहब वास्ते तालियां बजाओ। ਸਟੇਜ ਤੇ ਬੈਠੀਆਂ ਮੌਜੂਦਾ ਸ਼ਖਸੀਅਤਾਂ ਦੀ ਇਜਾਜ਼ਤ ਨਾਲ ਸਭ ਤੋਂ ਪਹਿਲਾਂ ਰਹੀ ਵਧਾਈਆਂ ਹੋਣ ਕਿਤਾਬ ਦੀਆਂ ਸੰਭਾਉ ਸਾਹਿਬ ਨੂੰ। ਕਿਤਾਬ ਛਪੀ ਤੇ ਫੌਰਨ ਹੀ ਜੀ ਇਹਨਾਂ ਨੇ ਤਕਸੀਮ ਕਰਨੀ ਸ਼ੁਰੂ ਕਰ ਦਿੱਤੀ, ਕਿਤਾਬ ਵੰਡਣੀ, ਤੇ ਉੱਥੋਂ ਮੁਬਾਰਕਬਾਦਾਂ ਜਿਹੜੀਆਂ ਫੋਟੋਆਂ ਖਿੱਚ ਕੇ ਸ਼ੇਅਰ ਕਰਦੇ ਰਹੇ। ਅਸੀਂ ਵੇਖਦੇ ਰਹੇ ਸੀ ਕਿ ਪਤਾ ਨਹੀਂ ਉਹ ਸਾਡੇ ਤੱਕ ਕਦੋਂ ਕਿੱਦਾਂ ਪਹੁੰਚਦੇ ਨੇ, ਤੇ ਪਹੁੰਚਦੇ ਪਹੁੰਚਦੇ ਪਰਸੋਂ ਪਹੁੰਚੇ। ਟਾਈਮ ਬਹੁਤ ਥੋੜ੍ਹਾ ਦਿੱਤਾ ਇਹਨਾਂ ਨੇ। ਤੇ ਮੈਂ ਮਤਲਬ ਇੱਕ ਪੰਜਾਬੀ ਦਰਬਾਰ ਲਈ ਸਕ੍ਰਿਪਟ ਵੀ ਲਿਖਣਾ ਸੀ ਸਾਲ ਵਿਚਾਰ ਦਾ, ਪਹਿਲਾਂ ਮੈਂ ਰਾਤ ਉਹ ਲਿਖਿਆ, ਕੱਲ ਫਿਰ ਸਾਰਾ ਦਿਨ ਕਿਤਾਬ ਪੜ੍ਹੀ, ਫਿਰ ਇਹਨਾਂ ਦੇ ਬਾਰੇ ਕੁਝ ਵਿਚਾਰ ਲਿਖੇ। ਤੇ ਹੁਣ ਤੁਸੀਂ ਮੁਖਤਸਰ ਦੀ ਗੱਲ ਕਰੋਗੇ, ਤੁਸੀਂ ਮੁਖਤਸਰ ਕਰੋ, ਛਾਪ ਦਿਆਂਗੇ ਤੁਹਾਡੇ ਨਾਮ ਤੇ ਇਹ ਭੁਲੇਖਾ। 2-4 ਮਿੰਟ ਦੀ ਗੱਲ ਹੈ, ਮੈਂ ਫਟਾਫਟ ਆਪਣਾ ਪੇਸ਼ ਕਰ ਦੇਣਾ। ਤੇ ਜਨਾਬ ਇਕਬਾਲ ਬਹੁਤ ਆਪਣਾ ਸੋਰੀ ਜੀ ਅਸਲਮ ਬਹੁਤ ਸਾਹਿਬ ਜਨਾਬ ਸਤਰੰਗੀ ਸ਼ਾਇਰੀ ਇਹਨਾਂ ਦੀ, ਤੇ ਇਹਨਾਂ ਦੀ ਸਤਰੰਗੀ ਸ਼ਾਇਰੀ ਦੇ ਉੱਤੇ ਸ਼ੁਰੂ ਦੇ ਵਿੱਚ ਜਿਹੜੇ ਨਾ 7 ਪੰਜਾਬੀ ਦੇ ਮਹਾਨ ਵਿਦਵਾਨ ਸੂਝਵਾਨ ਤੇ ਬੁੱਧੀਜੀਵੀ, ਉਹ ਜਿਨ੍ਹਾਂ ਵਿੱਚ ਜਨਾਬ ਲਿਆਸ ਘੁੰਮਣ ਸਾਹਿਬ, ਜਨਾਬ ਮੁਦੱਸਰ ਇਕਬਾਲ ਬਖਸ਼ ਸਾਹਿਬ, ਰਣਜੀਤ ਸਿੰਘ ਰਾਣਾ ਜੀ, ਅਜਾਇਬ ਸਿੰਘ ਚੱਠਾ ਜੀ, ਅਨੀਸ ਅਹਿਮਦ ਜੀ, ਤੇ ਡਾਕਟਰ ਸੁਬਰਾ ਸਦਫ ਜੀ, ਤੇ ਅਨਮੋਲ ਗੋਹਰ ਜੀ, ਇਹਨਾਂ ਨੇ ਵੀ ਸਭ ਤੋਂ ਪਹਿਲਾਂ ਇਹਨਾਂ ਦੇ ਸ਼ੁਰੂ ਦੇ ਵਿੱਚ ਆਪਣੇ ਆਪਣੇ ਮਜ਼ਮੂਨ ਪੇਸ਼ ਕੀਤੇ, ਆਪਣੀ ਰਾਏ ਦਿੱਤੀ ਹੈ। ਤੇ ਸਾਰੇ ਸ਼ਹਿਰੀ ਸੂਝਵਾਨ ਨੇ ਤੇ ਅਸੀਂ ਪੇਂਡੂ ਸੂਝਵਾਨ ਹੈਗੇ ਹਾਂ, ਤੇ ਅਸੀਂ ਵੀ ਕੁਝ ਇਸ ਚੀਜ਼ ਦੇ ਉੱਤੇ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਕਿ ਸਾਨੂੰ ਇਹਨਾਂ ਨੇ ਪ੍ਰਬੰਧਕਾਂ ਨੇ ਮੌਕਾ ਦਿੱਤਾ ਹੈ। ਮਿੱਤਰੋ, ਹੱਕ ਦੀ ਬੋਲੀ ਬੋਲਣਾ ਜਿਹੜੀ ਹੈ ਕਿਸੇ ਵੀ ਦੌਰ ਦੇ ਵਿੱਚ ਇੱਕ ਜੁਰਤ ਵਾਲਾ ਤੇ ਅਨਮੁੱਲਾ ਤੇ ਕੁਰਬਾਨੀਆਂ ਲੈਣ ਵਾਲਾ ਕਾਰਜ ਰਿਹਾ ਹੈ। ਇਹ ਵਾਕਈ ਇੱਕ ਔਖਾ ਕੰਮ ਹੈ, ਤੇ ਇਸ ਦੀ ਪ੍ਰੇਰਨਾ ਜਿਹੜੀ ਹੈ ਉਹ ਬਾਊ ਸਾਹਿਬ ਨੇ ਆਪਣੀ ਕਿਤਾਬ ਦੇ ਵਿੱਚ ਦਿੱਤੀ। ਪੰਜਾਬੀ ਦੇ ਸੂਫੀ ਸ਼ਾਇਰ ਜਿੰਨੇ ਵੀ ਹੋਏ ਨੇ, ਬਾਬਾ ਫਰੀਦ ਗੰਜ ਸ਼ਕਰ, ਸੁਲਤਾਨ ਬਾਊ ਸਾਹਿਬ, ਸ਼ਾਹ ਹੁਸੈਨ, ਬੁੱਲੇ ਸ਼ਾਹ, ਵਾਰਿਸ ਸ਼ਾਹ, ਤੇ ਮੀਆਂ ਮੁਹੰਮਦ ਬਖਸ਼ ਸਾਹਿਬ, ਤੇ ਗੁਲਾਮ ਫਰੀਦ ਮਿੱਠਣ ਪੋਟੀ, ਸਾਰਿਆਂ ਨੇ ਹੱਕ ਦੀ ਬੋਲੀ ਬੋਲੀ। ਉਹਨਾਂ ਦੇ ਪੈਰਾਂ ਦੇ ਪੈਰ ਧਰਦੀਆਂ ਜਿਹੜਾ ਨਾਰੀ ਅਸਲਮ ਬਾਊ ਸਾਹਿਬ ਨੇ ਆਪਣੀ ਹੱਕ ਦੀ ਬੋਲੀ ਜਿਹੜੀ ਉਹ ਬੋਲੀ ਹੈ, ਤੇ ਇੱਕ ਰਾਜਪੂਤ ਹੀ ਹੱਕ ਦੀ ਬੋਲੀ ਬੋਲ ਸਕਦਾ ਹੈ। ਮੁਹੰਮਦ ਅਸਲਮ ਬਾਊ ਸਾਹਿਬ ਨੇ ਰਵਾਇਤੀ ਨਜ਼ਮ ਤੇ ਗਜ਼ਲ ਨੂੰ ਛੱਡ ਕੇ ਆਪਣੇ ਲਈ ਪ੍ਰਗਟਾਵੇ ਦਾ ਜੋ ਰਾਹ ਚੁਣਿਆ ਉਹ ਵਾਕਈ ਸਲਾਹੁਣਯੋਗ ਹੈ। ਉਹਨਾਂ ਨੇ ਗੀਤ ਦੇ ਅੰਗ ਵਿੱਚ ਆਪਣੇ ਵਿਚਾਰ ਪੇਸ਼ ਕਰਕੇ ਸਾਬਤ ਕੀਤਾ ਹੈ ਕਿ ਅਗਰ ਬੰਦੇ ਦੇ ਵਿੱਚ ਕੋਈ ਖੂਬੀ ਜਾਂ ਸਲਾਹੀਅਤ ਹੈ ਤੇ ਉਹ ਕਿਸੇ ਵੀ ਰੰਗ ਵਿੱਚ ਆਪਣੇ ਦੌਰ ਦੇ ਵਿੱਚ ਹੋ ਰਹੀਆਂ ਘਟਨਾਵਾਂ ਜਿਹੜੀਆਂ ਲੋਕਾਂ ਦੇ ਜ਼ਿਹਨਾਂ ਉੱਤੇ ਅਸਰ ਪਾਉਂਦੀਆਂ ਨੇ, ਉਹਨਾਂ ਨੂੰ ਬੜੇ ਅੱਛੇ ਤਰੀਕੇ ਦੇ ਨਾਲ ਉਹ ਸੋਹਣੇ ਲਫ਼ਜ਼ਾਂ ਨਾਲ ਪੇਸ਼ ਕਰ ਸਕਦਾ ਹੈ। ਅਸਲਮ ਬਾਊ ਸਾਹਿਬ ਦੀ ਕਿਤਾਬ ਜਿਹੜੀ ਹੱਕ ਦੀ ਬੋਲੀ, ਉਹਦੇ ਵਿੱਚ ਮੈਂ ਤੇ ਜਿਸ ਤਰ੍ਹਾਂ ਸ਼ੁਰੂ ਕਿਹਾ ਕਿ ਇਹ ਸਤਰੰਗੀ ਸ਼ਾਇਰੀ ਹੈ, ਲੇਕਿਨ 5 ਰੰਗ ਜਿਹੜੇ ਨੇ ਬਹੁਤ ਹੀ ਉਗੜਵੇਂ ਨੇ, ਜਿਨ੍ਹਾਂ ਵਿੱਚ ਅਕੀਦਾ ਤੌਹੀਦ ਦਾ ਰੰਗ, ਮੁਗਲੇ
ਜਿਹੜੇ ਨੇ ਉਹ ਸਾਰੇ ਹੀ ਪਾਏ ਜਾਂਦੇ ਨੇ ਮੁੱਢਲੇ ਅਕੀਦਿਆਂ ਵਿੱਚ। ਅਕੀਦਾ ਤੌਹੀਦ, ਅਕੀਦਾ ਰਿਸਾਲਤ ਔਰ ਅਕੀਦਾ ਆਖਰਤ ਜਿਹੜਾ ਹੈ ਇਹ ਬੜਾ ਬਹੁਤ ਜ਼ਿਆਦਾ ਉਗੜਨਾ ਹੈ। ਉਹਦੇ ਨਾਲ ਨਾਲ ਹੀ ਜਿਸ ਤਰ੍ਹਾਂ ਉਹਨਾਂ ਦੀਆਂ ਨਜ਼ਮਾਂ ਜਿਹੜੀਆਂ ਨੇ ਉਹ ਦੱਸਦੀਆਂ ਨੇ ਸਾਨੂੰ ਆਓ ਸੱਚੇ ਰੱਬ ਨੂੰ ਮਨਾਈਏ, ਰੱਬ ਦਾ ਨਾਮ ਚਿਤਾਰ ਬੰਦਿਆ। ਇਸੇ ਤਰ੍ਹਾਂ ਨਾਤਾਂ ਨੇ, ਫਿਰ ਆਪਣਾ ਹਜ਼ਰਤ ਅਲੀ ਦੀ ਮਨਕਬਤ, ਯਾਨੀ ਕਿ ਇੱਕ ਮੁਹੱਬਤ ਦਾ ਇਜ਼ਹਾਰ ਹੈ। ਇਮਾਮ ਹੁਸੈਨ ਦੇ ਰਜ਼ੀ ਅੱਲਾਹ ਤਆਲਾ अन्हु ਦੇ ਹਵਾਲੇ ਨਾਲ ਕਰਬਲ ਦੀ ਗੱਲ ਹੈ, ਰੰਗ ਕਾਰ ਹੁਸੈਨ ਦਾ। ਇਹ ਨਜ਼ਮਾਂ ਤੋਂ ਸਾਬਤ ਹੁੰਦਾ ਹੈ ਕਿ ਅਕੀਦੇ ਦੇ ਲਿਹਾਜ਼ ਨਾਲ ਬੜੇ ਇਹਨਾਂ ਦੇ ਮਜ਼ਬੂਤ ਨੇ। ਦੂਸਰਾ ਰੰਗ ਜਿਹੜਾ ਇਹਨਾਂ ਨੇ ਪੇਸ਼ ਕੀਤਾ ਉਹ ਹਕੀਕੀ ਇਸ਼ਕ ਦੀ ਪ੍ਰੇਰਨਾ ਹੈ। ਜਿਸ ਤਰ੍ਹਾਂ ਕਿ ਅਸੀਂ ਦੇਖਦੇ ਹਾਂ ਪਹਿਲੇ ਜਿੰਨੇ ਵੀ ਸੂਫੀ ਸ਼ਾਇਰ ਹੋਏ ਨੇ ਉਹਨਾਂ ਨੇ ਆਪਣੀ ਸ਼ਾਇਰੀ ਦੇ ਵਿੱਚ ਪਹਿਲੇ ਮਜਾਜ਼ੀ ਇਸ਼ਕ ਨੂੰ ਪੇਸ਼ ਕੀਤਾ ਤੇ ਇਸ ਇੱਕ ਰਸਤਾ ਦੱਸਿਆ ਹੈ ਇਸ਼ਕ ਹਕੀਕੀ ਵੱਲ ਜਾਣ ਦਾ। ਲੇਕਿਨ ਬਾਬੂ ਸਾਹਿਬ ਨੇ ਇਸ ਤੋਂ ਹਟ ਗਿਆ, ਉਹ ਸਿੱਧਾ ਇਸ਼ਕ ਹਕੀਕੀ ਬੰਦੇ ਦੀ ਤਵੱਜੋ ਦਿਵਾਉਂਦੇ ਨੇ। ਉਹ ਕਹਿੰਦੇ ਨੇ ਕਿ ਨਹੀਂ, ਵਾਰਿਸ ਸ਼ਾਹ ਨੇ ਵੀ ਇੱਥੋਂ ਤੱਕ ਲਿਖ ਦਿੱਤਾ ਕਿ ਵਾਰਿਸ ਇਸ਼ਕ ਹਕੀਕੀ ਦੀ ਲੈਣ ਲਜ਼ਤ ਪਹਿਲਾਂ ਚੱਕ ਕੇ ਲੂਣ ਮਜਾਦੀਆਂ ਦਾ। ਲੇਕਿਨ ਇਹਨਾਂ ਦੀਆਂ ਨਜ਼ਮਾਂ ਜਿਹੜੀਆਂ ਨੇ ਉਹ ਸਿੱਧਾ ਹਕੀਕੀ ਇਸ਼ਕ ਵਾਲੀ ਪ੍ਰੇਰਨਾ ਦਿੰਦੀਆਂ ਨੇ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਨਜ਼ਮਾਂ ਦੇ ਨਾਮ ਹੀ ਉਹਨਾਂ ਦੇ ਇਸ਼ਕ ਦਾ ਬਾਜ਼ਾਰ ਹੈ ਕਿ ਆਜਾ ਇਸ਼ਕ ਦਾ ਲੱਗਿਆ ਬਾਜ਼ਾਰ ਸਜਣਾ, ਔਰ ਇਸ਼ਕ ਦਾ ਭਾਂਬੜ ਰੱਬ ਦੇ ਨਾਂ ਨਾਲ ਮਿਲਾ ਦਿੰਦਾ, ਲੰਮੀਆਂ ਰਾਵਾਂ ਇਸ਼ਕ ਦੀਆਂ। ਇਹਨਾਂ ਸਾਰੀਆਂ ਨਜ਼ਮਾਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤੇ ਇਹਦੇ ਵਿੱਚ ਟਕਰਾਓ ਜਿਹਾ ਇੱਕ ਪੈਦਾ ਹੁੰਦਾ ਹੈ। ਯਾਨੀ ਕਿ ਸ਼ਾਇਰ ਇੰਝ ਲੱਗਦਾ ਜਿਵੇਂ ਉਹਦਾ ਵੀ ਪਿਆ ਲੇਕਿਨ ਇਸ਼ਕ ਵਾਲੇ ਪਾਸੇ ਲੈ ਕੇ ਵੀ ਜਾ ਰਿਹਾ। ਜਦੋਂ ਗੌਰ ਕਰਨਾ ਹੈ ਤਾਂ ਇੱਕੋ ਹੀ ਨਤੀਜਾ ਨਿਕਲਦਾ ਹੈ ਕਿ ਅਸਾਂ ਇਸ਼ਕ ਕਰਨਾ ਹੈ, ਔਰ ਕਰਨਾ ਕੀ ਹੈ, ਇਸ਼ਕ ਹਕੀਕੀ ਕਰਨਾ। ਤੀਸਰਾ ਰੰਗ ਜਿਹੜਾ ਸਭ ਤੋਂ ਬਹੁਤ ਜ਼ਿਆਦਾ ਵਿੱਚ ਭਾਰੂ ਇਸ ਕਿਤਾਬ ਦੇ ਉਹ ਹੈਗਾ ਆਪਣੇ ਮੁਲਕ ਨਾਲ, ਆਪਣੇ ਦੇਸ਼ ਨਾਲ ਮੁਹੱਬਤ, ਦੇਸ਼ ਭਗਤੀ ਦਾ ਰੰਗ ਹੈ। ਆਪਣੇ ਦੇਸ਼ ਨਾਲ ਮੁਹੱਬਤ ਅਸਲੋਂ ਬਹੁਤ ਹੀ ਸ਼ਾਇਰੀ ਵਿੱਚ ਬਹੁਤ ਹੀ ਜ਼ਿਆਦਾ ਭਾਰੀ। ਸਮਝ ਲਓ ਕਿ ਕਿਤਾਬ ਦਾ ਅੱਧਾ ਹਿੱਸਾ ਜਿਹੜਾ ਨਾ ਉਹ ਦੇਸ਼ ਭਗਤੀ ਦੇ ਉੱਤੇ ਇਹਨਾਂ ਲਿਖਿਆ ਹੋਇਆ। ਸਭ ਤੋਂ ਪਹਿਲੇ ਆਪਣੇ ਪਿੰਡ ਦੀ ਗੱਲ ਕਰਦੇ ਨੇ, ਪਿੰਡ ਵਰਨਾ। ਮੇਰਾ ਖਿਆਲ ਹੈ ਇਸ ਤੋਂ ਪਹਿਲਾਂ ਕਿਸੇ ਵੀ ਪੰਜਾਬੀ ਸ਼ਾਇਰ ਨੇ ਆਪਣੇ ਪਿੰਡ ਦੀ ਤਾਰੀਫ ਵਿੱਚ ਕਦੀ ਨਜ਼ਮ ਨਹੀਂ ਲਿਖੀ ਹੋਣੀ। ਇਹਨਾਂ ਨੇ ਪਿੰਡ ਆਪਣੇ ਦਾ ਨਾਮ ਵਰਨਾ, ਉਹਦੇ ਉੱਤੇ ਨਜ਼ਮ ਲਿਖੀ ਹੈ। ਕਹਿੰਦੇ ਨੇ ਕਿ ਸਾਰੀ ਦੁਨੀਆ ਤੋਂ ਸੋਹਣਾ ਲੱਗੇ ਮੈਨੂੰ ਆਪਣਾ ਪਿੰਡ ਵਰਨਾ, ਭਾਵੇਂ ਸਾਰੀ ਦੁਨੀਆ ਸੋਹਣੀ ਅਸੀਂ ਦੁਨੀਆ ਨੂੰ ਕੀ ਕਰਨਾ, ਤੇ ਸਾਰੀ ਦੁਨੀਆ ਤੋਂ ਸੋਹਣਾ ਲੱਗੇ ਮੈਨੂੰ ਆਪਣਾ ਪਿੰਡ ਵਰਨਾ। ਫਿਰ ਉਹ ਆਪਣੇ ਇਲਾਕੇ ਦੀ ਜੰਡਿਆਲਾ ਸ਼ੇਰ ਖਾਨ ਦੀ ਜਿਹੜੀ ਤਾਰੀਫ ਕਰਦੇ ਨੇ। ਮੈਂ ਮੁਕਤਸਰ ਦੇ ਅੱਗੇ ਚੱਲਦਾ ਰਹਿਣਾ ਤਾਂ ਕਿ ਜਲਦੀ ਜਿਹੜੀ ਉਹ ਗੱਲਬਾਤ ਜਿਹੜਾ ਆਪਣੇ ਅੰਜਾਮ ਨੂੰ ਪਹੁੰਚੇ। ਇਸ ਤੋਂ ਬਾਅਦ ਫਿਰ ਪਾਕਿਸਤਾਨ ਨਾਲ ਮੁਹੱਬਤ ਦੀ, ਪੰਜਾਬ ਨਾਲ ਮੁਹੱਬਤ ਦੀ, ਪੰਜਾਬ ਦੇ ਨਾਲ ਮੁਹੱਬਤ ਤੋਂ ਬਾਅਦ ਫਿਰ ਉਹ ਆਪਣੀ ਮਾਂ ਬੋਲੀ ਦੀ ਗੱਲ ਕਰਦੇ ਨੇ। ਇਹ ਇੰਨੇ ਉਗੜਵੇਂ ਰੰਗ ਨੇ ਔਰ ਇਹਨਾਂ ਦੇ ਮੁਹੱਬਤ ਦਾ ਇਜ਼ਹਾਰ ਬਹੁਤ ਜ਼ਿਆਦਾ ਦਿਲਾਂ ਦੇ ਉੱਤੇ ਅਸਰ ਕਰਨ ਵਾਲਾ। ਜਿਵੇਂ ਕਿ ਨਜ਼ਮਾਂ ਨੇ ਬੱਲੇ ਉਹ ਪੰਜਾਬ ਸੋਹਣਿਆ, ਕੋਈ ਪੱਤੀਆਂ ਗੁਲਾਬ ਦੀਆਂ, ਇਹਨਾਂ ਵਿੱਚ ਜਜ਼ਬਾ ਬੜੇ ਜੋਸ਼ ਭਰੇ ਅੰਦਾਜ਼ ਨਾਲ ਮਿਲਦਾ। ਕਿਤਾਬ ਤੁਹਾਡੇ ਹੱਥ ਵਿੱਚ ਹੁੰਦੀ ਸੀ, ਤੁਸੀਂ ਨਾਲ ਵੇਖਦੇ ਜਾਂਦੇ। ਮੈਂ ਸਾਰੀ ਕਿਤਾਬ ਨੂੰ ਤਰਤੀਬ ਨਾਲ ਜਿਹੜਾ ਨਾ ਪੜ੍ਹ ਕੇ ਤੇ ਉਹਦੇ ਵਿੱਚੋਂ ਇਹ ਨੋਟਸ ਬਣਾਏ। ਉਸ ਤੋਂ ਬਾਅਦ ਜਿਹੜਾ ਅਸਲ ਬਹੁਤ ਹੀ ਸ਼ਾਇਰੀ ਵਿੱਚ ਮਾਂ ਬੋਲੀ ਜਿਹੜਾ ਮੁਹੱਬਤ ਮਿਲਦੀ ਹੈ। ਕੁਝ ਨਜ਼ਮਾਂ ਐਸੀਆਂ ਵਿੱਚ ਮੈਂ ਵੇਖੀਆਂ ਕਿ ਜਿਨ੍ਹਾਂ ਦੀਆਂ ਲੱਗਦੀਆਂ ਨੇ ਜਿਵੇਂ ਸੂਫੀ ਸ਼ਾਇਰ ਜਿਹੜੇ ਸਾਡੇ ਨੇ, ਵੱਡੇ ਸੂਫੀ ਸ਼ਾਇਰ ਬਾਬਾ ਫਰੀਦ ਗੰਜ ਸ਼ਕਰ ਨੇ, ਸ਼ਾਹ ਹੁਸੈਨ ਨੇ, ਬੁੱਲੇ ਸ਼ਾਹ ਨੇ, ਉਹਨਾਂ ਦੇ ਕੁਝ ਸ਼ੇਰਾਂ ਨੂੰ ਇੰਝ ਜਿਸ ਤਰ੍ਹਾਂ ਉਹਨਾਂ ਦੀ ਤਸ਼ਰੀਹ ਕੀਤੀ ਹੈ। ਉਹ ਨਜ਼ਮਾਂ ਪੜ੍ਹ ਕੇ ਇੰਝ ਸਾਡੇ ਦਿਲ ਦੇ ਵਿੱਚ ਸ਼ੇਰ ਆ ਜਾਂਦੇ ਨੇ ਕਿ ਸਾਨੂੰ ਉਹ ਸ਼ੇਰਾਂ ਦੀ ਜਿਹੜੀ ਸਮਝ ਨਹੀਂ ਆਈ ਉਹ ਆ ਜਾਂਦੀ ਹੈ। ਮਿਸਾਲ ਤੌਰ 'ਤੇ ਇੱਕ ਉਹਨਾਂ ਦਾ ਸ਼ੇਰ ਹੈ ਕਿ ਉਹਨਾਂ ਦੀ ਨਜ਼ਮ ਇਹਨਾਂ ਦੀ, ਤੇਰਾ ਸਭ ਸੰਸਾਰ ਨਹੀਂ ਮਿਟ ਕੇ ਤੇਰਾ ਸਭ ਸੰਸਾਰ। ਹੁਣ ਅਸੀਂ ਬਾਬਾ ਫਰੀਦ ਦੀ ਇੱਕ ਸ਼ੇਰ ਹੈਗਾ ਕਿ ਫਰੀਦਾ ਖਾਕ ਨਾ ਨਿੰਦੀਏ ਖਾਕੋ ਜੇਠ ਨਾ ਪੋਏ, ਜਿਉਂਦਿਆਂ ਪੈਰਾਂ ਹੇਠਾਂ ਮੋਇਆ ਉੱਪਰ ਹੋਏ। ਮੁਹੰਮਦ ਹਸਨ ਬਹੁਤ ਇੱਕ ਨਜ਼ਮ ਹੈ, ਜਾਗ ਮੁਸਾਫਰ ਜਾਗ ਨਾਮ ਧਿਆਨ ਹੈ ਤੂੰ। ਬੁੱਲੇ ਸ਼ਾਹ ਦੀ ਇੱਕ ਕਾਫੀ ਹੈ ਕਿ ਉੱਠ ਜਾਗ ਖਰਾੜੇ ਮਾਰ ਨਹੀਂ, ਤੇ ਸ਼ਾਹ ਹੁਸੈਨ ਦੀ ਕਾਫੀ ਹੈ ਰਾਤੀ ਸੋਵੇਂ ਦਿਨੇ ਫਿਰੇ ਤੂੰ ਵੱਤੀ। ਇਹਨਾਂ ਦੀ ਇੰਝ ਲੱਗਦਾ ਜਿਵੇਂ ਬੜੀ ਖੂਬਸੂਰਤ ਤਸ਼ਰੀਹ ਕੀਤੀ ਗਈ ਹੈ। ਮੁਹੰਮਦ ਹਸਨ ਬਹੁਤ ਦੀ ਸ਼ਾਇਰੀ ਦਾ ਚੌਥਾ ਰੰਗ ਜਿਹੜਾ ਉਹ ਬਹੁਤ ਹੀ ਗੂੜਾ ਹੈ। ਉਹ ਆਪਸ ਦੇ ਵਿੱਚ ਮਜ਼ਹਬੀ ਹਮਦਰਦੀ, ਇਹ ਮਜ਼ਹਬਾਂ ਨੂੰ ਇੱਕ ਦੂਸਰੇ ਦੇ ਕੋਲ ਲਿਆਉਣ ਵਾਸਤੇ
ਇਹਨਾਂ ਨੇ ਬਹੁਤ ਜ਼ਿਆਦਾ ਸੋਚ ਵਿਚਾਰ ਦੇ ਨਾਲ ਕੁਝ ਨਜ਼ਮਾਂ ਲਿਖੀਆਂ ਨੇ, ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਸਾਡੇ ਕਿਉਂਕਿ ਧਰਤੀ ਪੰਜਾਬ ਦੀ ਹੈ, ਇੱਥੇ ਮੁਸਲਮਾਨਾਂ ਦੇ ਦੂਸਰੀ ਵੱਡੀ ਕੌਮ ਜਿਹੜੀ ਉਹ ਸਿੱਖ ਹੈ, ਉਹਨਾਂ ਦੇ ਗੁਰੂ ਸਾਹਿਬਾਨ ਉਹਨਾਂ ਦੇ ਕੌਮ ਨਾਲ ਇਹ ਆਪਣੀ ਮੁਹੱਬਤ ਦਾ ਪ੍ਰਗਟਾਵਾ ਕਰਦੇ ਨੇ ਤੇ ਇੱਕ ਦੂਸਰੇ ਨੂੰ ਨੇੜੇ ਲਾਉਣ ਵਾਸਤੇ ਇਹਨਾਂ ਨੇ ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕੀਤੇ ਨੇ। ਆਪਣਾ ਪੰਜਵਾਂ ਰੰਗ ਜਿਹੜਾ ਸਭ ਤੋਂ ਯਾਨੀ ਹਰ ਰੰਗ ਹੀ ਬਹੁਤ ਚੜ੍ਹ ਕੇ ਹੈ। ਇਹਦੇ ਵਿੱਚ ਉਹਨਾਂ ਨੇ ਕੀ ਕੀਤਾ ਜੀ, ਆਪਣੇ ਇਨਸਾਨ ਦੇ ਆਮ ਜਿਹੜੇ ਅਖਲਾਕ ਨੇ ਉਹਨਾਂ ਨੂੰ ਬਿਹਤਰ ਬਣਾਉਣ ਵਾਸਤੇ ਬਹੁਤ ਸਾਰੀਆਂ ਨਜ਼ਮਾਂ ਜਿਹੜੀਆਂ ਨੇ ਉਹਨਾਂ ਨੇ ਕੀਤੀਆਂ ਨੇ, ਸ਼ਾਮਲ ਲਿਖੀਆਂ ਹੋਈਆਂ ਨੇ। ਗੱਲ ਤੇਰੇ ਮਤਲਬ ਦੀ, ਅਮਲਾਂ ਦੀ ਕਿਤਾਬ, ਆਓ ਰੁੱਖ ਲਗਾਈਏ ਛਾਵਾਂ ਲਈ, ਦੁਸ਼ਮਣੀ, ਇਹ ਦੁਸ਼ਮਣੀ ਹੁੰਦੀ ਅੱਗ, ਨਾ ਅੱਗ ਬਾਲ ਬੰਦਿਆ, ਬਣ ਜਾ ਬੰਦਾ ਰੱਬ ਦਾ ਬੰਦਿਆ। ਇਸ ਤਰ੍ਹਾਂ ਦੀਆਂ ਨਜ਼ਮਾਂ ਜਿਹੜੀਆਂ ਨੇ ਬਹੁਤ ਹੀ ਜਿਹਨਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਨੇ, ਮੁਤਅਸਰ ਕਰਨ ਵਾਲੀਆਂ ਨੇ। ਇੱਕ ਨਜ਼ਮ ਮੈਂ ਬਹੁਤ ਖੂਬਸੂਰਤ ਲਿਖੀ ਹੈ ਇਲਿਆਸ ਘੁੰਮਣ ਸਾਹਿਬ ਉਹਨਾਂ ਦੀ ਤਾਰੀਫ ਵਿੱਚ, ਔਰ ਬਾਕੀ ਸਾਡਾ ਸਾਰਾ ਦਿਲ ਕਰਦਾ ਹੈ ਕਿ ਇਲਿਆਸ ਘੁੰਮਣ ਦੀ ਵਾਸਤੇ ਸਾਰੇ ਸ਼ਾਇਰ ਇੱਕ ਨਜ਼ਮ ਲਿਖਣ। ਅਸੀਂ ਸਮਝ ਰਹੇ ਹਾਂ ਕਿ ਘੁੰਮਣ ਸਾਹਿਬ ਨੇ ਸਾਨੂੰ ਸਾਰਿਆਂ ਨੂੰ, ਜਿੰਨੇ ਵੀ ਅਸੀਂ ਰਾਈਟਰ ਹੈਗੇ ਆ, ਉਹ ਜਿਹੜਾ ਕੋਈ ਨਹੀਂ ਨਾ ਤੁਰਨਾ ਚਾਹੁੰਦਾ ਉਹਨੂੰ ਧਰੀਕ ਕੇ ਅੱਗੇ ਲੈ ਕੇ ਜਾ ਰਹੇ ਨੇ ਕਿ ਖਿੱਚ ਕੇ ਲਿਆਓ, ਜਿਹੜੇ ਪਿੱਛਾ ਲਮਕਦੇ ਨੇ ਉਹਨਾਂ ਨੂੰ ਵੀ ਖਿੱਚਦੇ ਨੇ ਅੱਗੇ ਨੂੰ। ਔਰ ਇਸ ਵਾਸਤੇ ਉਹਨਾਂ ਦੀ ਸ਼ਖਸੀਅਤ ਸਾਡੇ ਪੰਜਾਬੀ ਦੀ ਤਹਿਰੀਕ ਵਿੱਚ ਬਾਕੀ ਮੋਤਬਰ। ਕਿਤਾਬ ਤਰਤੀਬ ਦੇਣ ਲੱਗਾ ਵੀ ਕੁਝ ਚੀਜ਼ਾਂ ਮੈਂ ਨਜ਼ਰ ਆਈਆਂ ਨੇ, ਜਿਸ ਤਰ੍ਹਾਂ ਕਿ ਇੱਕ ਨਜ਼ਮ ਹੈ ਕਿ ਇਸ਼ਕ ਦਾ ਬਾਜ਼ਾਰ ਆ ਜਾ, ਇਸ਼ਕੇ ਦਾ ਲੱਗਿਆ ਬਾਜ਼ਾਰ ਸੱਜਣਾ। ਇਹ ਦੋ ਵਾਰੀ ਵਿੱਚ ਹੋ ਗਈ ਹੈ ਸ਼ਾਮਲ, ਸਫਾ ਨੰਬਰ 54 ਉੱਤੇ ਤੇ 120 ਤੇ ਦੋ ਦਫਾ ਹੋ ਗਈ ਹੈ। ਅਗਲੀ ਐਡੀਸ਼ਨ ਵਿੱਚ ਅਮੀਰ ਅਲੀ ਸਾਹਿਬ ਇਸ ਸਹੀ ਕਰਵਾ ਦੇਣਗੇ। ਅੱਛਾ, ਕਿਤਾਬ ਦੀ ਅਖੀਰੀ ਇੱਕ ਨਜ਼ਮ ਹੈ ਨਵਾਂ ਨੂਰੀ ਕਹਿਦਾ। ਮੈਨੂੰ ਨਹੀਂ ਇਸ ਚੀਜ਼ ਦੀ ਸਮਝ ਆਈ, ਮੈਂ ਪੜ੍ਹੀ ਬੜੀ ਗੌਰ ਨਾਲ ਕਿ ਉਹ ਜਗਤ ਸਭਾ ਜਿਹੜੀ ਉਹ ਕਿਹੜਾ ਨੂਰੀ ਕਹਿਦਾ ਪੇਸ਼ ਕਰ ਗਿਆ ਤੇ ਜਗਤ ਸਭਾ ਦਾ ਨੂਰੀ ਕਹਿਦਾ ਇਲਮ ਖਿਲਾਵੇਗਾ, ਕਿਵੇਂ ਖਿਲਾਵੇਗਾ, ਬਹੁਤ ਸਾਰੇ ਦੱਸ ਸਕਦੇ ਨੇ। ਇਹਦੀ ਮੈਨੂੰ ਸਮਝ ਨਹੀਂ ਆਈ। ਇਸ ਤੋਂ ਇਲਾਵਾ ਇੱਕ ਬਹੁਤ ਸਾਰੀ ਨਜ਼ਮ ਲਿਖੀ ਹੈ, 4 ਸ਼ੇਰ ਨੇ ਉਰਦੂ ਵਿੱਚ। ਇਹ ਵੱਖਰਾ ਵੀ ਇੱਕ ਮਜਮੂਆ ਪੇਸ਼ ਕਰਦੇ ਉਹਦੇ ਵਿੱਚ ਉਹ ਉਰਦੂ ਦੀ 4 ਸ਼ੇਰਾਂ ਨੂੰ ਸ਼ਾਮਲ ਕਰ ਸਕਦੇ ਸਨ। एक का नाम है आरजू। गुलाम आले नबी हूँ, मेरी पहचान हो जाए, कबर में इज्जत और तौकीर का सामान हो जाए। मैनू ये पढ़ के बड़ी हैरानी हुई कि अल्लाह ताला तो सारे जबाना की गल सुनता है, तो जे ना आरजू करनी सी रसोई करनी सी तो पंजाबी ही कर लेंदे, तो अल्लाह ने तो अल्लाह के रसूल ने कबूल कर लेनी। अच्छा जी, बुक सर एक मिनट रहेगी गल। एक साढ़े बड़े राइटर ने और लेकिन उर्दू ने मुमताज मुफ्ती साहब ने पंजाबी अपना एक लिखी हुई किताब लबैक, वो एक वाकया बयान करते हैं, कहते हैं कि मैं हज से गया, लबैक वाकई उन्होंने हज की तफसीर है। वो कहते हैं भी एक माई जी है ना, वो रहमत एक छत के उस पर नाला लगा हुआ इतने, मैं तो गया नहीं है, बाकी जिन्हें गए उन्हें वेख्या होना। तो रहमत का एक परनाला है, तो थले बह के इन्होंने पंजाबी के कहती भी या अल्लाह मीह पा रहमत का परनाला, मेरे उत्ते बारिश पेगी तो मैं इतों हिलना है। तो ये कहता कि प्रोफैसर गया इस्लामाबाद कायदन यूनिवर्सिटी तो, वो आंदा वेखो माई दी अकल, यह पंजाबी दही करने लागे, अल्लाह भला सुनता है नहीं। वो बैठी रही, कहते सुबह सुबह बह गई फजर की नमाज तो बाद जोर हो गई, वो आंदी मैं इत्थे ही रहना, नमाज भी इत्थे पढ़ांगी। असर का टाइम होया तो बदल आ गए, बारिश हुई। कहता वही प्रोफैसर भजा गया तो उस परनाले के थले जाके सिर वालन की कोशिश करे, होर लोग ही भज जाए। कहता सानू एहसास होया भी नहीं कि बाहर जबान से सुनना। तो इस वास्ते गुजारिश है कि तुसी शब्द बनवाओ ते अगली पंजाबी करो। ਇਹ ਜਿਹੜੀ ਗੱਲ ਤੁਸੀਂ ਕੀਤੀ ਕਿ ਉਰਦੂ ਦੀ ਨਾਤ ਜਿਹੜੀ ਸ਼ਾਮਿਲ ਹੋਈ ਆ, ਉਹ ਉਹਨਾਂ ਦੀ ਉਰਦੂ ਦੀ ਸ਼ਾਇਰੀ ਦੀ ਕਿਤਾਬ ਆ ਤੇ ਉਹ ਗਲਤੀ ਦੇ ਨਾਲ ਜਿਹੜੀ ਆ ਨਾ ਇਹਦੇ ਵਿੱਚ ਆ ਗਈ, ਕੱਢ ਦਿੱਤੀ ਗਈ ਸੀ ਲੇਕਿਨ ਵਿੱਚ ਆ ਗਈ। ਨਹੀਂ, ਉਹਦਾ ਜਵਾਬ ਮੈਂ ਆ ਕੇ ਦਿੰਦਾ ਜੀ। जी जी, मैं कुछ गल्लां बता दी नहीं, जेह्ड़ी असल गल आ मैं दसूंगा, जरूर करना कि साडी अपना
ਬਹੁਤ ਖੂਬਸੂਰਤ ਸ਼ਾਇਰੀ ਹੈ। ਬਾਕੀ ਸਾਡੀ ਗੁਜ਼ਾਰਿਸ਼ ਹੈ ਕਿ ਅੱਗੋਂ ਇਹ ਆਪਣਾ ਸਿਲਸਿਲਾ ਜਾਰੀ ਰੱਖਣਗੇ ਤੇ ਇਸ ਤਰ੍ਹਾਂ ਦੀ ਖੂਬਸੂਰਤ ਸ਼ਾਇਰੀ ਸਾਡੇ ਪੰਜਾਬੀਆਂ ਨੂੰ ਮਿਲਦੀ ਰਹੇਗੀ। ਬਹੁਤ बहुत शुक्रिया, बड़ी मेहरबानी। उस्ताद तो फिर उस्ताद ही होगा, वो दसना तो है ना असी उस्ताद। अच्छा, बहुत कुछ चीज़ें ऐसी होंगी ना बंदा कोल बा के कागज भी डाल देता। अच्छा बिस्मिल्लाह, ये भी एक तरीका होता है जी। मैं बड़ी मोहब्बत नाल खुश आमदीद के ना पहला तो भाई नाज साहब तशरीफ ले आए ने, बड़ी मेहरबानी, बड़ी मोहब्बत नाल तुसी आए हो नाल साडे दोस्त भाई ने, उन्हां दा बहुत शुक्रिया। खुश रहो, सलामत रहो। इस तो बाद जनाब साढ़े बड़े प्यारे मित्र दोस्त जनाब जिन्होंने एक किताब भी छापी और इस तो इलावा होर भी बहुत सारिया किताबां लिखियां भी और किताबां छापियां भी। अदबी महाफिल और अदबी तकरीब जड़ियां ने वो माशाल्लाह आप इस जाते ने बड़े प्यारे मित्र ने साढ़े मेरे थे, यानी कि यार जाने ने और अज तो नहीं कुछ साल तो साड़ी मुलाकात है। बड़े प्यारे बड़े मित्र सोने दोस्त जनाब अनीस अहमद साहब, तालियां नाल इस्तकबाल करो ना जी। बहुत शुक्रिया मुमताज़ मलिक साहब। मुमताज़ मलिक साहब मेरे बहुत पुराने मित्र ने, इत्थे जिन्ने दोस्त बैठे ने उन्हां च शायद सब तो पुराने ने। ते जिस वेले भी कोई तकरीब होंदी है तो मैं गल शुरू करना तो मेरा पहले ही कुर्ता खिंचना शुरू कर देंगे। इस वास्ते और मैं भी ढीठ हाँ जिन्ना मर्जी खिंचता रहा मैं गल पूरी करके जनाब सदर साहब भट्ट साहब अज पंजाबी जुबान तहरीक ते पंजाबी यूनियन के प्रबंध हेठ हक की बोली बोल इसकी मुख विखाली बैठक हुई है। ये किताब छापन का एजाज़ मैनू हो रहा है। मोहम्मद असलम बाहू जी इन्हां नाल मेरी पहली मुलाकात इस हाल च इस गुजारे हुई। बड़े चंगे लगे जो इन्होंने आके सूफियाना कलाम गाया तो होर ज़्यादा चंगे लगे कि इस वास्ते कि ये सारिਆਂ ਦੇ दिल ਦੀ ਗੱਲ इन्होंने मैं जोड़े मैं प्रोग्राम करना उन्होंने प्रोग्रामों से बुलाना शुरू कर दिता तो तशरीफ लिया सन। तो साढ़े पैरों का जोड़ा हाल है तुहानूं पता ही है कि असीं सारिਆਂ ਨੂੰ जोड़ा ना वो असीं मुफ्त खो रहे हैं। मुफ्त खोरे हैं जोड़े प्रोग्राम कराने वाले होंगे ने खास तौर पर वो मुफ्त खोरे होंगे ने कि बंदा बहुत दूरों आता है मुहब्बत नाल आंदा है लेकिन असीं उन्होंने किराया नहीं दे सकते। तो तशरीफ लिया सन। मैं उन्होंने कहा कि मैं किराया देने जोगा कोई नहीं, मैं बस प्रोग्राम तुसीं तशरीफ लियाना है। फिर विच कुछ इहो जिहे प्रोग्राम हो गए जिहदे च कुछ किताबां बाहर दियां सन तो मेरा हाथ पै गया तो मैं उन्होंने कहा मैं कहा जी ये साढ़े भाई की खिदमत करो कि ये दूरों आते हैं उन्होंने पेट्रोल के पैसे तुसीं किताब ऐसे हाल दे विच इन्होंने एक दिन मैंने कहा कि भाजी किताब छपवानी है। मैं कहा जी मैं ताबेदार हाँ हाज़र हाँ। तो तुहाडी जिहड़ी किताब है इस किताब का जिन्ना खर्चा आएगा कागज़ के उत्ते लिख के वो मैं तुहाडे अगे रखांगा। इहदे चों मैं एक पैसा भी मुनाफा लवां तो मेरे वास्ते हराम है। किताबां छपदियां रहिंदियां ने। 1990 तो मैं प्रिंटिंग प्रेस सी मेरा मैं गुजरात चैंबर ऑफ कामर्स का मैंबर सी। समाजी हैसीयत सी, सियासी हैसीयत है सी, कारोबारी हैसीयत है सी। मेरे को शायर दोस्त आते सन तो मैं वो कहते सन कि किताब छाप दिओ। एक दो किताबां उधार छापियां तो फिर उस तो बाद जो मैं इस गल का पता लग गया कि किताब उधार नहीं छापनी मुनाफा ना। मैं जिन्नियां किताबां फिर छापियां उन्होंने चो थोड़ा बहुत मुनाफा लै लेना क्योंकि प्रेस का काम सी, प्रिंटिंग प्रेस का तो ਉਹਦੇ ਨਾਲ खर्चा मेरा वाह टुरिया होया सी। अल्लाह ताला ने रोज़ी दी हुई सी। तो मैं कहता सी कि जिस वेले प्रिंटिंग प्रेस के उत्ते अगर मेरे किसी भाई की खिदमत हो जाए तो बहुत चंगी गल है। इस वास्ते मैं जिस वेले मलकवाल जिला मंडी बहाउद्दीन च है सन उस वेले भी मैं तकरीबन कोई 150-200 किताबां जड़ियां ना इस पैकेज से छापियां ने कि मुनाफा ना लेना किताब छाप दें। और लाहौर आ गया 2013-14 च इत्थे जिहड़ा बच्चों को कहा कि प्रेस लाने वो बच्चे कहते जी असीं ये काम नहीं करना। मैं अगर तुसीं नहीं करना तो मैं भी नहीं करना। मैं सिर्फ जड़ा ना मैं घर का खर्चा तुसीं चलाना घर का खर्चा वो चलाने मैं किताबां छाप रहा तो शाही कर और पैसे की लालच कोई नहीं। जिंदगी जी है बड़ी सोहनी गुजारी है तो उसकी वजह तो जड़ियाँ किताबां मेरे को आंदियां ने मेरे को जिन्ना तजर्बा है कि मेरे को प्रिंटिंग प्रेस का तजर्बा है
ਕੰਪੋਜ਼ਿੰਗ ਦਾ ਤਜਰਬਾ ਹੈ, ਡਿਜ਼ਾਈਨਿੰਗ ਦਾ ਤਜਰਬਾ ਹੈ, ਬਾਈਂਡਿੰਗ ਦਾ ਤਜਰਬਾ ਹੈ, ਸਭ ਕੰਮ ਆਪਣੇ ਹੱਥ ਨਾਲ ਕੀਤੇ ਹੋਏ ਨੇ। ਇਸ ਵਾਸਤੇ ਮੈਨੂੰ ਕਿਤਾਬ ਦਾ ਪਤਾ ਹੁੰਦਾ ਹੈ ਕਿ ਇਹ ਕਿਤਾਬ ਇਸ ਤਰ੍ਹਾਂ ਛਪੇਗੀ ਤੇ ਇਸ ਤਰ੍ਹਾਂ ਸਸਤੀ ਛਪੇਗੀ। ਕਾਰਨ ਹੱਕ ਦੀ ਬੋਲੀ ਬੋਲ ਇਸ ਤੇ ਆਉਂਦੇ ਆ। ਇਸ ਦਾ ਸਭ ਤੋਂ ਪਹਿਲਾ ਲਫ਼ਜ਼ ਜਿਹੜਾ ਨਾ ਸੂਫੀਆਨਾ ਪੰਜਾਬੀ ਕਲਾਮ। ਸੂਫੀ ਕੀ ਹੈ? ਸੂਫੀ ਜਿਹੜਾ ਹੈ ਉਹ ਸੂਫ ਤੋਂ ਹੈ। ਸੂਫ ਜਿਹੜਾ ਨਾ ਪੇੜ ਦੀ ਉਸ ਦਾ ਲਿਬਾਸ ਬਣਿਆ ਹੋਇਆ ਉਹਨੂੰ ਕਹਿੰਦੇ ਨੇ। ਫਿਰ ਥੋੜਾ ਜਿਹਾ ਅੱਗੇ ਸੂਫੀਆਨਾ ਕਲਾਮ ਕੀ ਹੈ? ਸੂਫੀਜ਼ਮ ਕੀ ਹੈ? ਸੂਫੀਜ਼ਮ ਜਿਹੜਾ ਹੈਗਾ ਉਹ ਰੂਹਾਨੀ ਤੌਰ ਤੇ ਆਪਣੇ ਆਪ ਨੂੰ ਅੱਲਾਹ ਤਾਲਾ ਦੇ ਸਪੁਰਦ ਕਰ ਦੇਣਾ, ਬਾਤਨੀ ਤੌਰ ਤੇ ਆਪਣੇ ਆਪ ਨੂੰ ਅੱਲਾਹ ਤਾਲਾ ਦੇ ਸਪੁਰਦ ਕਰ ਦੇਣਾ, ਅਖਲਾਕੀ ਤੌਰ ਤੇ ਆਪਣੇ ਆਪ ਨੂੰ ਅੱਲਾਹ ਤਾਲਾ ਦੇ ਸਪੁਰਦ ਕਰ ਦੇਣਾ। ਫਿਰ ਅਗਰ ਇੱਕ ਕਦਮ ਹੋਰ ਅੱਗੇ ਵੇਖੋ ਕਿ ਮਸਜਿਦ ਨਬੀ ਦਾ ਮੰਜ਼ਰ ਹੈ, ਉਸ ਦੇ ਵਿੱਚ ਇੱਕ ਚਬੂਤਰਾ ਬਣਿਆ ਹੋਇਆ ਹੈ, ਉਸ ਦੇ ਉੱਤੇ ਅਸਾਬ ਸੂਫ ਉਹ ਸਾਬੀ ਜਿਹੜੇ ਨੇ ਉਹ ਉੱਥੇ ਬੈਠੇ ਰਹਿੰਦੇ ਸਨ, ਉਹ ਭੁੱਖੇ ਰਹਿੰਦੇ ਸਨ, ਤਸੇ ਰਹਿੰਦੇ ਸਨ, ਪਾਣੀ ਨਹੀਂ ਪੀਂਦੇ ਸਨ, ਰੋਟੀ ਨਹੀਂ ਮਿਲਦੀ ਸੀ ਉਹਨਾਂ ਨੂੰ, ਉਹਨਾਂ ਤੇ ਵਸ਼ੀਤਾਰੀ ਹੋ ਜਾਂਦੀ ਸੀ। ਲੇਕਿਨ ਉਹ ਉਸੇ ਜਗ੍ਹਾ ਤੇ ਮੌਜੂਦ ਰਹਿੰਦੇ ਸਨ, ਦਰਬਾਰ 'ਚ ਮੌਜੂਦ ਰਹਿੰਦੇ ਸਨ। ਇੱਕ ਪਤਾ ਨਹੀਂ ਕਿਸ ਵੇਲੇ ਹਜ਼ੂਰ ਪਾਕ ਤਾਲੀਮ ਫਰਮਾਨ, ਇੰਝ ਨਾ ਹੋਵੇ ਕਿ ਅਸੀਂ ਕਿਧਰੇ ਗਏ ਹੋਈਏ ਤੇ ਉਹਨਾਂ ਦੇ ਤਾਲੀਮ ਤੋਂ ਅਸੀਂ ਮਹਿਰੂਮ ਰਹਿ ਜਾਈਏ। ਤੇ ਉੱਥੋਂ ਜਿਹੜਾ ਨਾ ਸੂਫੀਜ਼ਮ ਜਿਹੜਾ ਉਹ ਨਿਕਲਿਆ ਕਿ ਆਪਣੇ ਆਪ ਨੂੰ ਅੱਲਾਹ ਤਾਲਾ ਦੇ ਸਪੁਰਦ ਕਰ ਦੇਣਾ, ਰੂਹਾਨੀ ਤੌਰ ਤੇ ਸਪੁਰਦ ਕਰ ਦੇਣਾ। ਔਰ ਸੂਫੀਆਨਾ ਕਲਾਮ ਜਿਹੜਾ ਹੈ ਇਹ ਵੀ ਆਪਣੇ ਆਪ ਨੂੰ ਅੱਲਾਹ ਤਾਲਾ ਦੇ ਹਵਾਲੇ ਕਰਕੇ ਲਿਖਿਆ ਗਿਆ ਕਲਾਮ ਜਿਹੜਾ ਹੁੰਦਾ ਹੈ। ਉੱਥੋਂ ਜੋ ਅੱਲਾਹ ਤਾਲਾ ਦੀ ਇਨਾਇਤ ਹੁੰਦੀ ਹੈ ਉਹ ਕਲਾਮ, ਜੋ ਗੱਲਾਂ ਮਿਲਦੀਆਂ ਨੇ ਰੂਹਾਨੀ ਤੌਰ ਤੇ, ਉਹ ਲਿਖਿਆ ਜਾਂਦਾ ਹੈ। ਮੁਹੰਮਦ ਅਸਲਮ ਬਾਹੂ ਸਾਹਿਬ ਇਹਨਾਂ ਦੇ ਨਾਮ ਦੇ ਨਾਲ ਹੀ ਬਾਹੂ ਹੈ। ਅੱਲਾਹੁ ਲਾ ਇਲਾਹਾ ਇਲਾਹੂ ਬਾਹੂ, ਤੇ ਇਹਨਾਂ ਦੇ ਨਾਮ ਦੇ ਨਾਲ ਜਿਹੜਾ ਨਾ ਬਾਹੂ ਹੈ, ਤੇ ਇਹ ਅੱਲਾਹ ਇਹਨਾਂ ਦੀ ਤਾਰ ਜਿਹੜੀ ਹੈ ਨਾ ਅੱਲਾਹ ਤਾਲਾ ਦੇ ਨਾਲ ਜੁੜੀ ਹੋਈ ਹੈ। ਕਿਤਾਬ ਦੇ ਉੱਤੇ ਤੁਸੀਂ ਟਾਈਟਲ ਦੇਖ ਰਹੇ ਹੋ। ਅਸੀਂ ਸਾਰੇ ਅੱਜ ਕੱਲ੍ਹ ਜਿਹੜਾ ਨਾ ਇੱਕ ਬਿਮਾਰੀ ਦਾ ਸ਼ਿਕਾਰ ਹਾਂ ਕਿ ਅਸੀਂ ਹਰ ਵੇਲੇ ਜਿਹੜਾ ਨੈੱਟ ਨਾਲ ਜੁੜੇ ਰਹਿੰਦੇ ਹਾਂ, ਸੋਸ਼ਲ ਮੀਡੀਆ ਨਾਲ ਜੁੜੇ ਰਹਿੰਦੇ ਹਾਂ, ਫੇਸਬੁੱਕ ਨਾਲ ਜੁੜੇ ਰਹਿੰਦੇ ਹਾਂ ਖਾਸ ਤੌਰ ਤੇ, ਔਰ ਉਹਦੇ ਉੱਤੇ ਆਪਣੀਆਂ ਚੀਜ਼ਾਂ ਅਪਲੋਡ ਕਰਦੇ ਰਹਿੰਦੇ ਹਾਂ। ਐਸੀਆਂ ਚੀਜ਼ਾਂ ਜਿਹੜੀਆਂ ਨਹੀਂ ਵੀ ਅਪਲੋਡ ਕਰਨ ਵਾਲੀਆਂ ਹੁੰਦੀਆਂ ਸ਼ੌਕ 'ਚ ਅਪਲੋਡ ਕਰ ਦਿੰਦੇ ਹਾਂ। ਦੂਸਰਿਆਂ ਦੀਆਂ ਚੀਜ਼ਾਂ ਦੇਖਦੇ ਹਾਂ, ਗੈਰ ਜ਼ਰੂਰੀ ਤੌਰ ਤੇ ਵਕਤ ਵੀ ਜ਼ਾਇਆ ਕਰਦੇ ਹਾਂ, ਲੇਕਿਨ ਉਹਦੇ 'ਚ ਬਹੁਤ ਸਾਰੇ ਸਮੇਂ ਐਸੇ ਹੁੰਦੇ ਨੇ ਜਿਹੜੇ ਸਾਡੇ ਵਾਸਤੇ ਕਾਰਾਮਦ ਸਾਬਤ ਹੁੰਦੇ ਨੇ। ਮੈਂ ਫੇਸਬੁੱਕ ਦੇਖ ਰਿਹਾ ਸੀ ਤੇ ਉਸ ਦੇ ਉੱਤੇ ਮੈਨੂੰ ਇਹ ਟਾਈਟਲ ਨਜ਼ਰ ਆਇਆ। ਮੈਂ ਦੇਖਿਆ ਕਿ ਬੰਦਾ ਕੌਣ ਹੈ, ਤੇ ਉਹ ਜਿਸ ਵੇਲੇ ਮੈਂ ਬੰਦਾ ਦੇਖਿਆ ਉਹ ਡੇਰਾ ਗਾਜ਼ੀ ਖਾਨ ਦਾ ਇੱਕ ਆਰਟਿਸਟ ਹੈ ਸੀ, ਸ਼ਹਿਰੋਜ਼ ਉਸ ਦਾ ਨਾਮ ਹੈ। ਤੇ ਮੈਂ ਉਹਦੇ ਫੇਸਬੁੱਕ ਤੇ ਉਹਨੂੰ ਮੈਸੇਜ ਕੀਤਾ ਕਿ ਮੇਰੇ ਨਾਲ ਮੈਂ ਤੁਹਾਡੇ ਨਾਲ ਰਾਬਤਾ ਕਰਨਾ, ਮੇਰਾ ਇਹ ਨੰਬਰ ਹੈ ਤੇ ਮੈਂ ਜਿਹੜਾ ਨੂੰ ਤੁਸੀਂ ਰਿੰਗ ਕਰੋ। ਤੇ ਫੇਸਬੁੱਕ ਦੇ ਉੱਤੇ ਇੰਨੀਆਂ ਝੂਠੀਆਂ ਗੱਲਾਂ ਹੁੰਦੀਆਂ ਨੇ, ਫੇਸਬੁੱਕ ਦੇ ਉੱਤੇ ਇੰਨੇ ਝੂਠੀਆਂ ਗੱਲਾਂ ਤੇ ਇਤਨੇ ਝੂਠੇ ਕੰਮ ਹੁੰਦੇ ਨੇ ਕਿ ਕੋਈ ਇੱਕ ਬੰਦਾ ਉਂਝ ਉਹਦਾ ਫਰੈਂਡ ਹੁੰਦਾ, ਲੇਕਿਨ ਉਹਦੇ ਨਾਲ ਰਾਬਤਾ ਅਗਰ ਕਰਨਾ ਪਵੇ ਤੇ ਉਹ ਰਾਬਤਾ ਨਹੀਂ ਕਰਦਾ। ਹੋਵੇ ਕਿ ਸਾਡਾ ਈਜ਼ੀ ਪੈਸੇ ਦਾ ਸਾਰਾ ਲੋਡ ਉੱਠ ਜਾਏ, ਸਾਡਾ ਬੈਂਕ ਅਕਾਊਂਟ ਉੱਠ ਜਾਏ, ਹਰ ਵੇਲੇ ਅਸੀਂ ਡਰੇ ਰਹਿੰਦੇ ਹਾਂ, ਠਠਮਰੇ ਰਹਿੰਦੇ ਹਾਂ। ਉਹਨੇ ਵੀ ਮੇਰੇ ਨਾਲ ਰਾਬਤਾ ਕੋਈ ਨਾ ਕੀਤਾ। ਮੈਂ ਕਿਹਾ ਵੀ ਇਹ ਟਾਈਟਲ ਤੇ ਮੈਂ ਲੈਣਾ ਹੈ, ਤੇ ਅਗਰ ਮੈਂ ਇਹ ਟਾਈਟਲ ਉਂਝ ਚੁੱਕ ਕੇ ਲਾ ਲੈਣਾ ਉਹਨੂੰ ਪਤਾ ਵੀ ਨਹੀਂ ਲੱਗਣਾ। ਤੇ ਲੇਕਿਨ ਇਹ ਬੇਈਮਾਨੀ ਹੈ। ਇੱਕ ਸੂਫੀਆਨਾ ਰੰਗ ਦੀ ਕਿਤਾਬ ਹੈ, ਉਹਦੇ ਉੱਤੇ ਅਗਰ ਇਹ ਟਾਈਟਲ ਮੈਂ ਲਾਵਾਂਗਾ ਤੇ ਅਗਰ ਇਸ ਤਰ੍ਹਾਂ ਲਾਵਾਂਗਾ ਤੇ ਬੇਈਮਾਨੀ ਹੋ ਜਾਏਗੀ। ਮੈਂ ਉਹਨੂੰ ਫਿਰ ਆਪਣੀਆਂ ਫੋਟੋਆਂ ਕਰੀਆਂ, ਆਪਣੀਆਂ ਵੀਡੀਓ ਕਰੀਆਂ ਕਿ ਮੈਂ ਜਨਾਬ ਸ਼ਾਇਰ ਹਾਂ, ਅਦੀਬ ਹਾਂ, ਮੈਂ ਟੈਲੀਵਿਜ਼ਨ ਤੇ ਪ੍ਰੋਗਰਾਮ ਕਰਦਾ, ਮੇਰੀ ਇਹ ਵੀਡੀਓ ਕਲਿੱਪ ਨੇ ਤੇ ਮੈਂ ਤੁਹਾਡੇ ਨਾਲ ਰਾਬਤਾ ਕਰਨਾ ਚਾਹੁੰਦਾ। ਉਹਨੇ ਮੈਨੂੰ ਫੋਨ ਕਰ ਲਿਆ। ਮੈਂ ਉਹਨੂੰ ਕਿਹਾ ਕਿ ਯਾਰ ਮੈਂ ਇੱਕ ਕਿਤਾਬ ਛਾਪਣਾ ਚਾਹੁੰਦਾ ਸੂਫੀ ਰੰਗ ਦੀ, ਉਸ ਦੇ ਉੱਤੇ ਨਾ ਇਹ ਟਾਈਟਲ ਮੈਨੂੰ ਤੇਰਾ ਬੜਾ ਪਸੰਦ ਆਇਆ। ਤੇ ਇਹਨਾਂ ਨੇ ਜਿਹੜੀ ਮੈਨੂੰ ਫੋਟੋ ਭੇਜੀ, ਉਹ ਫੋਟੋ ਵੀ ਇਹਨਾਂ ਨੇ ਲਾਲ ਰੰਗ ਦੀ ਮੈਨੂੰ ਭੇਜ ਦਿੱਤੀ। ਉਹ ਮੈਂ ਖੂੰਟੀ ਜਿਸ ਵੇਲੇ ਉਹਦੇ ਨਾਲ ਰੱਖ ਕੇ ਮੋਬਾਈਲ ਦੇ ਨਾਲ ਰੱਖ ਕੇ ਵੇਖੀ, ਮੈਂ ਕਿਹਾ ਤੇ ਰੰਗ ਬੜਾ ਮੈਚ ਕਰਦਾ ਹੈ। ਤੇ ਉਹਨੇ ਜਿਸ ਵੇਲੇ ਰਾਬਤਾ ਕੀਤਾ, ਮੈਂ ਕਿਹਾ ਯਾਰ ਇਹ ਜਿਹੜੀ ਤੇਰੀ ਫੋਟੋ ਨਾ ਮੈਨੂੰ ਚਾਹੀਦੀ ਹੈ, ਮੈਂ ਇੱਕ ਕਿਤਾਬ ਛਾਪਣੀ ਹੈ, ਦੱਸ ਕਿੰਨੇ ਪੈਸੇ ਲੈਣੇ। ਮੈਂ ਕਿਹਾ ਇਹ ਸੂਫੀਆਨਾ ਕਲਾਮ ਹੈ ਤੇ ਸਾਡੇ ਦੋਸਤ ਨੇ ਅਸਲਮ ਬਾਹੂ, ਇਹਨਾਂ ਦੇ ਵੀ ਜਿਹੜੇ ਲਿੰਕ ਹੈ ਸਨ, ਮੈਂ ਉਹਨੂੰ ਭੇਜ ਦਿੱਤੇ। ਉਹਨੇ 10 ਮਿੰਟ ਬਾਅਦ ਜਵਾਬ ਦਿੱਤਾ। ਉਹਨੇ ਕਿਹਾ ਜੀ ਮੈਂ ਕੋਈ ਪੈਸੇ ਨਹੀਂ ਲੈਣਾ, ਤੁਹਾਨੂੰ ਇਜਾਜ਼ਤ ਹੈ, ਤੁਸੀਂ ਇਹਨੂੰ ਜਿਸ ਮਰਜ਼ੀ ਇਸਤੇਮਾਲ ਕਰੋ। ਇਸ ਤਰ੍ਹਾਂ ਇਹ ਟਾਈਟਲ ਛਪ ਗਿਆ। ਟਾਈਟਲ ਛਪਣ ਤੋਂ ਬਾਅਦ ਇਹਨਾਂ ਦਾ ਜਿਹੜਾ ਕਲਾਮ ਹੈ ਉਹ ਸਾਰਾ ਮੈਂ ਆਪਣੇ ਹੱਥ ਨਾਲ ਕੰਪੋਜ਼ ਕੀਤਾ। ਇੱਥੇ ਤਾਰਫ ਕਰਾਇਆ ਗਿਆ ਕਿ ਅਲੀ ਅਹਿਮਦ ਪਬਲਿਸ਼ਰ, ਮੈਂ ਇਹੋ ਜਿਹਾ ਪਬਲਿਸ਼ਰ ਹਾਂ ਜਿਹੜਾ ਕੰਪੋਜ਼ਿੰਗ ਵੀ ਆਪ ਕਰਦਾ ਹੈ, ਟਾਈਟਲ ਡਿਜ਼ਾਈਨ ਵੀ ਆਪ ਕਰਦਾ ਹੈ, ਪ੍ਰੈਸਾਂ ਤੇ ਵੀ ਆਪ ਜਾਂਦਾ ਹੈ, ਤੇ ਸਾਰੇ ਕੰਮ ਆਪ ਹੁੰਦੇ ਨੇ। ਤੇ ਇਹ ਕਿਉਂ ਹੁੰਦੇ ਨੇ? ਇਸ ਵਾਸਤੇ ਕਿ ਮੈਨੂੰ ਲਫ਼ਜ਼ਾਂ ਨਾਲ ਮੁਹੱਬਤ ਹੈ, ਮੈਨੂੰ ਕਿਤਾਬਾਂ ਨਾਲ ਮੁਹੱਬਤ ਹੈ। ਮੇਰੀਆਂ ਆਪਣੀਆਂ ਕਿਤਾਬਾਂ
7 ਛਪ ਗਈਆਂ ਨੇ ਤੇ 12 13 14 ਕਿਤਾਬਾਂ ਛਪਣ ਵਾਲੀਆਂ ਪਈਆਂ ਨੇ। ਤੇ ਜਿਸ ਵੇਲੇ ਮੈਂ ਕਿਸੇ ਦੀ ਵੀ ਕਿਤਾਬ ਛਾਪਣਾ ਮੈਨੂੰ ਆਪਣੀ ਕਿਤਾਬ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਇਹ ਕਿਤਾਬ ਜਿਹੜੀ ਹੈ ਨਾ ਮੇਰੇ ਹੱਥੋਂ ਨਿਕਲ ਕੇ ਅੱਗੇ ਗਈ ਹੈ। ਤੇ ਹੱਕ ਦੀ ਬੋਲੀ ਬੋਲ ਇਸ ਦੇ ਜਿਹੜਾ ਕਲਾਮ ਹੈ ਉਹ ਅੱਲਾ ਨਾਲ ਜੁੜਿਆ ਹੋਇਆ ਕਲਾਮ ਹੈ, ਰੂਹ ਨਾਲ ਜੁੜਿਆ ਹੋਇਆ ਕਲਾਮ ਹੈ, ਦਿਲ ਨਾਲ ਜੁੜਿਆ ਹੋਇਆ ਕਲਾਮ ਹੈ। ਇਹਦੇ 'ਚ ਤਾਰਫ ਸ਼ੇਰਵਾਨੀ ਸਾਹਿਬ ਜਿਹੜੇ ਨੇ ਇਹਨਾਂ ਨੇ ਭਰਪੂਰ ਤਾਰਫ ਕਰਾਇਆ, ਹਾਲਾਂਕਿ ਅਜੇ ਮੁਮਤਾਜ਼ ਸਾਹਿਬ ਜਿਹੜੇ ਨਾ ਬਾਰ-ਬਾਰ ਉਹਨਾਂ ਨੂੰ ਇਸ਼ਾਰਾ ਕਰ ਰਹੇ ਸਨ ਕਿ ਯਾਰ ਬਸ ਕਰ। ਸ਼ੇਰਵਾਨੀ ਸਾਹਿਬ ਜਿਹੜੇ ਨੇ ਉਹ ਬੜੇ ਵੱਡੇ ਲਿਖਾਰੀ ਨੇ। ਇਹ ਪੰਜਾਬੀ ਦਰਬਾਰ ਪ੍ਰੋਗਰਾਮ ਹੈ ਰੇਡੀਓ ਪਾਕਿਸਤਾਨ ਲਾਹੌਰ ਦਾ, ਉਹਦੇ 'ਚ ਇਹ ਵੀ ਲਿਖਦੇ ਹੁੰਦੇ ਸਨ ਅੱਜ ਤੋਂ 10 ਸਾਲ ਪਹਿਲੇ। ਇਹ ਹੁਣ ਵੀ ਲਿਖ ਰਹੇ ਨੇ, ਮੈਂ ਵੀ ਲਿਖਦਾ ਸਾਂ ਤੇ ਬੋਲਦਾ ਸਾਂ। ਇਹ ਪਤਾ ਨਹੀਂ ਕਿਹੜੇ ਨਾਂ ਤੋਂ ਬੋਲਦੇ ਨੇ, ਮੈਂ ਰਮੇਸ਼ ਕੁਮਾਰ ਦੇ ਨਾਂ ਤੋਂ ਬੋਲਦਾ ਸਾਂ। ਤੇ ਉੱਥੇ ਇਹ ਅਜੇ ਵੀ ਉੱਥੇ ਕੰਮ ਕਰ ਰਹੇ ਨੇ, ਲੇਕਿਨ ਮੈਂ ਦੌੜ ਆਇਆ। ਮੈਂ ਹਿੰਦੁਸਤਾਨ ਜਾਣਾ ਹੁੰਦਾ ਸੀ ਤੇ ਮੈਂ ਕਿ ਇੰਝ ਨਾ ਹੋਵੇ ਕਿ ਮੈਂ ਉੱਧਰ ਜਾਵਾਂ ਮੇਰੀ ਆਵਾਜ਼ ਸਕੈਨ ਹੋ ਜਾਏ, ਉਹ ਫੜ ਕੇ ਮੈਨੂੰ ਜੇਲ੍ਹ 'ਚ ਪਾ ਲੈਣ ਤੇ ਮੈਂ ਉੱਥੇ ਦਾ ਹੀ ਰਹਿ ਜਾਵਾਂ। ਮੈਨੂੰ 22 ਸਾਲ ਹੋ ਗਏ ਨਾ, ਹਾਲੇ ਤੱਕ ਨਹੀਂ ਹੋਇਆ ਜੀ। ਤੇ ਇਹ ਜਿਸ ਵੇਲੇ ਗੱਲ ਕਰ ਰਹੇ ਸਨ ਨਾ, ਅੱਲਾ ਦੀ ਕਸਮ ਹੈ ਸਭ ਤੋਂ ਬਹੁਤਾ ਖਤਰਾ ਮੈਨੂੰ ਇਹਨਾਂ ਕੋਲੋਂ ਹੀ ਸੀ ਕਿ ਮੈਂ ਉੱਥੇ ਬੈਠਾ ਕੰਬ ਰਿਹਾ ਸੀ ਕਿ ਮੈਂ ਕਿ ਪਤਾ ਨਹੀਂ ਕੀ ਫੜਨਗੇ ਕਿਤਾਬ 'ਚੋਂ। ਇਹਨਾਂ ਨੇ ਕੁਝ ਚੀਜ਼ਾਂ ਫੜੀਆਂ ਨੇ। ਉਰਦੂ ਵਾਲੀ ਗਜ਼ਲ ਜਿਹੜੀ ਹੈ ਉਹ ਮੈਂ ਇਹਨਾਂ ਨੂੰ ਕਿਹਾ ਸੀ ਕਿ ਬਹੁਤ ਜੀ ਇੱਕ ਗਜ਼ਲ ਹੈ ਕੱਢ ਦਿਓ ਇੱਥੇ, ਤੁਸੀਂ ਪੰਜਾਬੀ ਪਾ ਦਿਓ। ਇਹਨਾਂ ਨੇ ਕਿਹਾ ਚੱਲਣ ਦਿਓ, ਤੇ ਮੈਂ ਵੀ ਕਿਹਾ ਚਲੋ ਇਹ ਕਹਿ ਰਹੇ ਚੱਲਣ ਦਿਓ ਤੇ ਚੱਲਣ ਦਿਓ। ਤੇ ਉਹ ਇਸ ਤਰ੍ਹਾਂ ਚੱਲ ਗਈ ਹੈ। ਉਹਦੇ 'ਚ ਕੋਈ ਐਸੀ ਬਦਨੀਤੀ ਨਹੀਂ ਹੈ। ਅਗਰ ਉੱਥੇ ਪੰਜਾਬੀ ਕਲਾਮ ਆ ਜਾਂਦਾ ਜ਼ਿਆਦਾ ਸੋਹਣਾ ਹੋ ਜਾਣਾ ਸੀ, ਲੇਕਿਨ ਅਗਰ ਉਰਦੂ ਵੀ ਆ ਗਈ ਹੈ ਤਾਂ ਵੀ ਸੋਹਣਾ, ਕੋਈ ਗੱਲ ਨਹੀਂ, ਮਸਲਾ ਨਹੀਂ ਹੈ। ਇਹ ਜਿਸ ਵੇਲੇ ਗੱਲ ਕਰ ਰਿਹਾ ਸਨ ਮੈਂ ਕੰਬ ਰਿਹਾ ਸਾਂ। ਮੈਂ ਕਿ ਪਤਾ ਨਹੀਂ ਵਿੱਚੋਂ ਕਿਹੜੀਆਂ ਖਾਮੀਆਂ ਗਲਤੀਆਂ ਕੁਤਾਈਆਂ ਮੈਨੂੰ ਨਜ਼ਰ ਆ ਰਹੀਆਂ ਨੇ। ਬਾਅਦ 'ਚ ਪਤਾ ਲੱਗਾ ਕਿ ਇਹਦੇ 'ਚ ਇਹ ਖਾਮੀ, ਇਹਦੇ 'ਚ ਇਹ ਖਾਮੀ, ਇਹਦੇ 'ਚ ਇਹ ਖਾਮੀ ਹੈ। ਸਾਰੀਆਂ ਚੀਜ਼ਾਂ ਮੇਰੀਆਂ ਨਜ਼ਰ 'ਚ ਨੇ। ਉਹਦੀ ਵਜ੍ਹਾ ਹੈ ਕਿ ਮੈਂ ਆਪ ਸ਼ਾਇਰ ਹਾਂ, ਲਿਖਾਰੀ ਹਾਂ ਤੇ ਪਬਲਿਸ਼ਰ ਹਾਂ। ਹਰ ਚੀਜ਼ ਦਾ ਮੈਨੂੰ ਕਿਤਾਬ ਦਾ ਪਤਾ ਹੈ ਕਿ ਇਸ ਕਿਤਾਬ 'ਚ ਇਹ ਖੂਬੀ ਹੈ ਤੇ ਇਹ ਨੁਕਸ ਹੈ। ਇਸੇ ਤਰ੍ਹਾਂ ਸ਼ਾਇਰੀ ਦੇ ਵਿੱਚ ਕਿਸੇ ਜਗ੍ਹਾ ਤੇ ਕੰਪੋਜ਼ਿੰਗ ਦੀ ਗਲਤੀ ਹੋ ਗਈ ਹੈ। 2-3 ਬੰਦੇ ਕੰਪੋਜ਼ ਕਰਨ ਵਾਲੇ ਸਨ। ਮੇਰੀ ਤਬੀਅਤ ਵੀ ਉਹਨਾਂ ਦਿਨਾਂ 'ਚ ਨਾਸਾਜ਼ ਹੈ ਸੀ, ਜਿਹਦੀ ਵਜ੍ਹਾ ਤੋਂ ਮੈਂ ਪੂਰੇ ਟਾਈਮ ਨਾਲ ਉਹਨੂੰ ਕੰਪੋਜ਼ਿੰਗ ਨਹੀਂ ਕਰ ਸਕਿਆ। ਬਹੁਤ ਸਾਰੀਆਂ ਗਲਤੀਆਂ ਰਹਿ ਗਈਆਂ ਨੇ। ਤੇ ਅਸਲਮ ਬਾਹੂ ਸਾਹਿਬ ਜਿਹੜੇ ਨੇ ਇਹ ਸਿਰਫ ਇਹਨਾਂ ਨੂੰ ਲੋਕ ਜਿਹੜੇ ਨਾ ਸ਼ਾਇਰ ਘੱਟ ਸਮਝਦੇ ਨੇ। ਕਈ ਲੋਕ ਇਹਨਾਂ ਨੂੰ ਸ਼ਾਇਰ ਸਮਝਦੇ ਨੇ। ਉਸ ਦੀ ਵਜ੍ਹਾ ਕਿ ਇਹਨਾਂ ਨੇ ਗਾਇਕੀ ਦੇ ਵਿੱਚ ਇੰਨਾ ਵੱਡਾ ਨਾਮ ਬਣਾ ਲਿਆ ਕਿ ਇਹਨਾਂ ਨੂੰ ਬਸ ਅਸਲਮ ਬਾਹੂ ਦਾ ਜਿਸ ਵੇਲੇ ਨਾਮ ਆਉਂਦਾ ਬੰਦੇ ਕਹਿੰਦੇ ਨੇ ਸੂਫੀ ਗਾਇਕੀ। ਇਹਨਾਂ ਦੀ ਸੂਫੀ ਗਾਇਕੀ ਪਹਿਚਾਣ ਬਣ ਗਈ ਹੈ। ਅੱਜ ਇਹਨਾਂ ਦੀ ਕਿਤਾਬ ਹੱਕ ਦੀ ਬੋਲੀ ਬੋਲ ਤੁਹਾਡੇ ਸਾਹਮਣੇ ਪਈ ਹੈ ਕਿ ਜਿਸ ਵੇਲੇ ਤੁਸੀਂ ਪੜ੍ਹੋਗੇ ਤੇ ਇਹਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਗਾਇਕ ਵੱਡਾ ਹੈ ਜਾਂ ਲਿਖਣ ਵਾਲਾ ਵੱਡਾ ਹੈ। ਲਿਖਣ ਵਾਲਾ ਹਮੇਸ਼ਾ ਵੱਡਾ ਹੁੰਦਾ ਹੈ। ਉਸਦਾ ਕਿਸੇ ਵੀ ਕਿਤਾਬ ਦੇ ਵਿੱਚ ਇੱਕ ਲਫ਼ਜ਼ ਵੀ ਲਿਖ ਦਿੱਤਾ ਜਾਏ ਕਿਤਾਬ ਤੋਂ ਹਟ ਕੇ ਵੀ ਉਹ ਜ਼ਾਇਆ ਨਹੀਂ ਜਾਂਦਾ। ਕਿਤਾਬ ਜਿਹੜੀ ਹੈ ਔਰ ਲਫ਼ਜ਼ ਜਿਹੜੇ ਨੇ ਇਹ ਇਨਸਾਨ ਦੀ ਪਹਿਚਾਣ ਬਣਦੇ ਨੇ। ਅੱਜ ਦੇ ਸਮੇਂ 'ਚ ਬਣ ਜਾਣੀ, ਅੱਜ ਤੋਂ 100 ਸਾਲ ਬਾਅਦ ਬਣ ਜਾਣੀ। ਇਹ ਹੱਕ ਦੀ ਬੋਲੀ ਬੋਲ ਇਹ ਇੱਕ ਸੂਫੀਆਨਾ ਕਲਾਮ ਦੀ ਤਾਰੀਖੀ ਦਸਤਾਵੇਜ਼ ਹੈ। ਇਹ ਦਸਤਾਵੇਜ਼ ਨਾਲ ਦਾ ਕਲਾਮ ਮਹਿਫੂਜ਼ ਹੋ ਗਿਆ। ਅੱਜ ਦੇ ਸਮੇਂ 'ਚ ਲੋਕ ਇਹਨੂੰ ਪੜ੍ਹਨਗੇ ਤੇ ਕਹਿਣਗੇ ਕਿ ਹਾਂ ਇਸ ਤਰ੍ਹਾਂ ਹੈ। ਫਿਰ ਇਹਨਾਂ ਦੇ ਕਲਾਮ ਦੀ ਬਹੁਤ ਵੱਡੀ ਖੂਬੀ ਹੈ ਕਿ ਸ਼ੇਰਵਾਨੀ ਸਾਹਿਬ ਨੇ ਜਿਸ ਤਰ੍ਹਾਂ ਜ਼ਿਕਰ ਕੀਤਾ ਹੈ ਕਿ ਇਹ ਆਪਣੇ ਦੀਨ ਨਾਲ ਜੁੜੇ ਹੋਏ ਨੇ। ਇਹ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨਾਲ ਜੁੜੇ ਹੋਏ ਨੇ। ਦਿਲੀ ਤੌਰ ਤੇ ਇਸ ਤਰ੍ਹਾਂ ਜੁੜੇ ਹੋਏ ਨੇ ਕਿ ਬਸ ਲੱਗਦਾ ਕਿ ਇਹਨਾਂ ਤੋਂ ਵੱਡਾ ਜਿਹੜਾ ਨਾ ਉਹਨਾਂ ਦਾ ਗੁਲਾਮ ਕੋਈ ਨਹੀਂ। ਅਹਿਲੇ ਬੈਤ ਨਾਲ ਜੁੜੇ ਹੋਏ ਨੇ। ਔਰ ਫਿਰ ਇਹ ਆਪਣੀ ਮਿੱਟੀ ਨਾਲ ਇਹਨਾਂ ਇਸ ਤਰ੍ਹਾਂ ਜੁੜ ਕੇ ਟੁਰਦੇ ਨੇ, ਗੱਲ ਕਰਦੇ ਨੇ ਕਿ ਇੰਝ ਪਤਾ ਲੱਗਦਾ ਕਿ ਇਹਨਾਂ ਤੋਂ ਵੱਡਾ ਮੁਹਿੱਬ ਵਤਨ ਕੋਈ ਨਹੀਂ। ਇੱਕ ਨਜ਼ਮ ਮੇਰੇ ਕੋਲ ਆਈ, ਉਹਦੇ 'ਚ ਇਹਨਾਂ ਨੇ ਪਤਾ ਨਹੀਂ ਰਾਣਿਆਂ ਦਾ ਜ਼ਿਕਰ ਕੀਤਾ ਹੋਇਆ ਸੀ ਕਿ ਰਾਣੇ ਕਲਾਸ਼ਨਕੋਫ ਨੇ, ਰਾਣੇ ਤੋਪਾਂ ਨੇ, ਰਾਣੇ ਮਜ਼ਾਇਲ ਨੇ, ਪਤਾ ਨਹੀਂ ਕੀ ਇਹਨਾਂ ਨੇ ਜ਼ਿਕਰ ਕੀਤਾ ਹੋਇਆ ਸੀ। ਉਹ ਜਿਸ ਵੇਲੇ ਪ੍ਰੂਫ ਵਾਸਤੇ ਮੁਸਬਦਾ ਗਿਆ, ਦੁਬਾਰਾ ਵਾਪਸ ਆਇਆ ਤੇ ਉਹ ਰਾਣਿਆਂ ਦਾ ਵਿੱਚੋਂ ਜ਼ਿਕਰ ਇਹਨਾਂ ਨੇ ਕੱਢ ਦਿੱਤਾ। ਉਹ ਮੈਂ ਕਿਹਾ ਜਨਾਬ ਕਿ ਰਾਣਿਆਂ ਦਾ ਜ਼ਿਕਰ ਕਿਉਂ ਕੱਢ ਦਿੱਤਾ? ਕਹਿੰਦੇ ਨਹੀਂ ਇੱਥੇ ਜਿਹੜਾ ਨਾ ਜ਼ਾਤ ਆ ਜਾਂਦੀ ਹੈ। ਮੈਂ ਆਪਣੀ ਜ਼ਾਤ ਮਾਰ ਦਿੱਤੀ, ਮੈਂ ਆਪਣੀ ਜ਼ਾਤ ਮਾਰ ਦਿੱਤੀ ਹੈ। ਉਸ ਦੀ ਜਗ੍ਹਾ ਤੇ ਇਹਨਾਂ ਨੇ ਪਾਕਿਸਤਾਨ ਨਾਲ ਜੁੜੀ ਹੋਈ ਇੱਕ ਗੱਲ ਮਿਸਰੇ ਤਬਦੀਲ ਕਰਨੇ ਸਨ। ਉਹ ਮਿਸਰੇ ਤਬਦੀਲ ਕਰਕੇ ਇਹਨਾਂ ਨਾਲ ਪਾਕਿਸਤਾਨ ਨਾਲ ਜੁੜੀ ਹੋਈ ਗੱਲ ਇਹਨਾਂ ਨੇ ਕਰ ਦਿੱਤੀ। ਹਜ਼ੂਰ ਪਾਕ ਨੇ ਵੀ ਫਰਮਾਇਆ ਕਿ ਆਪਣੀ ਮਿੱਟੀ ਨਾਲ ਮੁਹੱਬਤ ਕਰੋ ਔਰ ਆਪਣੀ ਮਿੱਟੀ ਦੇ ਵਫਾਦਾਰ ਰਹੋ। ਇਹਨਾਂ ਨੇ ਆਪਣੀ ਮਿੱਟੀ ਨਾਲ ਮੁਹੱਬਤ ਦਾ ਜ਼ਿਕਰ ਕੀਤਾ ਹੈ। ਇਹਨਾਂ ਨੇ ਆਪਣੀ ਮਿੱਟੀ ਦੇ ਨਾਲ ਵਫਾ ਦਾ ਜ਼ਿਕਰ ਕੀਤਾ ਹੈ। ਇਹ ਆਪਣੀ ਮਿੱਟੀ ਨਾਲ ਵਫਾਦਾਰ ਨੇ। ਔਰ ਜਿਸ ਵੇਲੇ ਇਹਨਾਂ ਦਾ ਕਲਾਮ ਦੇਖੀ ਜਾਏ ਤੇ ਉਹਦੇ 'ਚ ਕਈ ਜਗ੍ਹਾ ਤੇ ਇੰਝ ਲੱਗਦਾ ਕਿ ਇਹ ਵਾਹੀ ਨੇ। ਅੱਲਾਹ ਤਾਲਾ ਦੀ ਵਹਦਾਨੀਅਤ ਤੇ ਇਸ ਤਰ੍ਹਾਂ ਜ਼ਿਕਰ ਕਰਦੇ ਨੇ, ਪਤਾ ਲੱਗਦਾ ਕਿ ਇਹ ਵਹਾਬੀ ਨੇ। ਫਿਰ ਕਈ ਵਾਰੀ ਲੱਗਦਾ ਕਿ ਇਹ ਅਹਿਲੇ ਹਦੀਸ ਨੇ।
ਇਸ ਤਰ੍ਹਾਂ ਜੁੜ ਕੇ ਜਿਹੜਾ ਨਾ ਉਹ ਯਾ ਅੱਲਾ ਯਾ ਰੱਬ ਯਾ ਰੱਬ ਯਾ ਰੱਬ ਕਰਦੇ ਨੇ। ਜਿਸ ਵੇਲੇ ਹਜ਼ੂਰ ਪਾਕ ਦਾ ਜ਼ਿਕਰ ਹੁੰਦਾ ਹੈ ਪਤਾ ਲੱਗਦਾ ਕਿ ਇਹਨਾਂ ਤੋਂ ਵੱਡਾ ਤਾਂ ਸੁन्नी ਕੋਈ ਨਹੀਂ। ਜਿਸ ਵੇਲੇ ਅਹਿਲੇ ਬੈਤ ਦਾ ਜ਼ਿਕਰ ਆਉਂਦਾ ਪਤਾ ਲੱਗਦਾ ਹੈ ਕਿ ਇਹ ਤਾਂ ਸ਼ੀਏ ਨੇ। ਇਹ ਸਾਡੇ ਇੱਕ ਸਿੰਬਲ ਬਣ ਗਏ ਨੇ ਨਾ ਕਿ ਸੁन्नी ਵਹਾਬੀ ਸ਼ੀਆ ਅਹਿਲੇ ਹਦੀਸ। ਇਹਨਾਂ ਨੂੰ ਜਿਹੜੇ ਰੰਗ 'ਚ ਵੀ ਦੇਖਿਆ ਇਹ ਜਿਹੜਾ ਨਾ ਉਸ ਦੇ ਨਾਲ ਇਸ ਤਰ੍ਹਾਂ ਜੁੜ ਕੇ ਰਿਆਜ਼ਤ ਇਹਨਾਂ ਨੇ ਕੀਤੀ ਹੈ ਕਿ ਇਹ ਪਤਾ ਲੱਗਦਾ ਹੈ ਕਿ ਬਸ ਇਹ ਇਸੇ ਮਸਲਕ ਦੇ ਨੇ। ਲੇਕਿਨ ਸਭ ਤੋਂ ਵੱਡਾ ਮਸਲਕ ਇਨਸਾਨੀਅਤ ਹੈ। ਇਹ ਇਨਸਾਨੀਅਤ ਨਾਲ ਜੁੜੇ ਹੋਏ ਨੇ। ਇਹ ਮੁਹੱਬਤ ਦੀ ਗੱਲ ਕਰਦੇ ਨੇ, ਇਹ ਇਨਸਾਨ ਦੀ ਗੱਲ ਕਰਦੇ ਨੇ, ਇਹ ਸਮਾਜ ਦੀ ਗੱਲ ਕਰਦੇ ਨੇ, ਇਹ ਮੁਆਸ਼ਰੇ ਦੀ ਗੱਲ ਕਰਦੇ ਨੇ, ਇਹ ਧਰਤੀ ਦੀ ਗੱਲ ਕਰਦੇ ਨੇ, ਇਹ ਲੋਕਾਂ ਦੀ ਗੱਲ ਕਰਦੇ ਨੇ, ਇਹ ਅਦਬ ਦੀ ਗੱਲ ਕਰਦੇ ਨੇ। ਜਿਹੜੀ ਗੱਲ ਵੀ ਇਹਨਾਂ ਨੇ ਕੀਤੀ ਹੈ ਇਹ ਇਹਨਾਂ ਨੇ ਬਿਲਕੁਲ ਆਪਣੇ ਜਜ਼ਬਾਤ 'ਚ, ਆਪਣੇ ਰੂਹ ਦੇ ਅੰਦਰ, ਆਪਣੇ ਦਿਲ ਦੇ ਅੰਦਰ ਉਹਦੇ ਨਾਲ ਮਸ਼ਵਰਾ ਕਰਕੇ ਰੂਹ ਦੇ ਅੰਦਰ ਡੁੱਬ ਕੇ ਇਹਨਾਂ ਨੇ ਲਿਖੀ। ਤੇ ਜਨਾਬ ਬਹੁਤ ਬਹੁਤ ਵਧਾਈਆਂ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹੱਕ ਦੀ ਬੋਲੀ ਬੋਲ ਇਹ ਕਿਤਾਬ ਮੈਂ ਛਾਪੀ ਹੈ। ਮੈਂ ਕੋਈ ਆਪਣਾ ਪਹਿਲੇ ਅਰਜ਼ ਕਰ ਦਿੱਤਾ ਵੱਡਾ ਪਬਲਿਸ਼ਰ ਨਹੀਂ। ਤੇ ਬਹੁਤ ਬਹੁਤ ਵਧਾਈਆਂ ਪੰਜਾਬ ਹਾਊਸ ਨੂੰ ਕਿ ਇਹਨਾਂ ਨੇ ਅੱਜ ਇਸ ਕਿਤਾਬ ਦਾ ਪ੍ਰਬੰਧ ਕੀਤਾ ਹੈ। ਬਹੁਤ ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ, ਮਿਹਰਬਾਨੀ ਅਨੀਸ ਸਾਹਿਬ। ਤੁਸੀਂ ਦੱਸਿਆ ਕਿ ਪਬਲਿਸ਼ਰ ਵੀ ਹੋ, ਸਾਰਾ ਕੁਝ ਹੋ ਤੁਸੀਂ, ਲੇਕਿਨ ਸਾਬਤ ਹੋਇਆ ਕਿ ਤੁਸੀਂ ਅੱਛੇ ਮਾਰਕੀਟਰ ਵੀ ਹੋ। ਤੁਸੀਂ ਮੌਕਾ ਜਾ ਨਹੀਂ ਦਿੱਤਾ ਮਾਰਕੀਟਿੰਗ ਦਾ। ਨਹੀਂ ਚੰਗਾ, ਠੀਕ ਹੈ, ਸਹੀ ਹੈ। ਅੱਛਾ ਜੀ, ਖੈਰ ਪ੍ਰੋਗਰਾਮ ਨੂੰ ਅਸੀਂ ਥੋੜਾ ਜਿਹਾ ਜ਼ਰਾ WhatsApp ਨੇ ਜਿਵੇਂ ਹੁਕਮ ਦਿੱਤਾ ਕਿ ਇੰਜ ਕਰੀਏ ਕਿ ਜਿਹੜੀਆਂ ਵੱਡੀਆਂ ਹਸਤੀਆਂ ਨੇ, ਜ਼ਾਹਿਦ ਹਸਨ ਸਾਹਿਬ ਇਹ ਦੋਨੋਂ ਕਿਤਾਬਾਂ ਦੀ ਗੱਲ ਕਰ ਲੈਣਾ ਨਾ, ਇਕੱਠੇ ਕਰ ਲੈਣਗੇ। ਉਸ ਤੋਂ ਬਾਅਦ ਸ਼ਾਹ ਜੀ ਨੇ, ਜ਼ਾਹਿਦ ਪੱਟੀ ਸਾਹਿਬ ਨੇ, ਜ਼ਾਹਿਦ ਨਾਸਰ ਸਾਹਿਬ ਨੇ, ਅਸੀਂ ਇਹਨਾਂ ਕੋਲੋਂ ਇਕੱਠੀ ਹੀ ਗੱਲਬਾਤ ਸੁਣਾਂਗੇ। ਤੇ ਹੁਣ ਅਸੀਂ ਆਨੇ ਆ ਅੱਜ ਦੀ ਇਸ ਤਕਰੀਬ ਜਿਹੜੀ ਸਾਡੀ ਮੁਹੰਮਦ ਅਸਲਮ ਬਾਹੂ ਸਾਹਿਬ ਦੀ ਕਿਤਾਬ ਦੀ ਤਕਰੀਬ ਹੈ, ਹੱਕ ਦੀ ਬੋਲੀ ਬੋਲ। ਤੇ ਬਿਲਾ ਤਾਖੀਰ ਫਿਰ ਅਸੀਂ ਇੱਥੇ ਬੁਲਾਉਣਾ ਚਾਹਾਂਗੇ ਮੁਹੰਮਦ ਅਸਲਮ ਬਾਹੂ ਸਾਹਿਬ ਨੂੰ ਕਿ ਉਹ ਆਉਣ ਔਰ ਆਪਣੀ ਗੱਲਬਾਤ ਸਾਂਝੀ ਕਰਨ। ਤੁਹਾਡੇ ਸਭ ਦੀ ਤਾਲੀਆਂ 'ਚ ਮੁਹੰਮਦ ਅਸਲਮ ਬਾਹੂ ਸਾਹਿਬ, ਤਾਲੀਆਂ ਨਾਲ ਇਸਤਕਬਾਲ ਕਰੋ। ਇਹਨਾਂ ਦੇ ਸੋਹਣੇ ਸੁਚੱਜੇ ਔਰ ਬਿਹਤਰੀਨ ਕੰਮ ਤੇ ਇਹਨਾਂ ਨੂੰ ਮੁਬਾਰਕਬਾਦ, ਸ਼ਾਬਾਸ਼ ਇਹਨਾਂ ਨੂੰ, ਔਰ ਇਹਨਾਂ ਵਾਸਤੇ ਢੇਰ ਵਧਾਈਆਂ। ਇੱਕ ਵਾਰ ਫਿਰ ਤਾਲੀਆਂ ਵਜਾਓ ਜ਼ਰਾ ਜੀ, ਤੁਹਾਨੂੰ ਬਜਾਏ ਮਤ ਬਿਸਮਿਲ੍ਲਾਹ। औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। सारे सज्जनों ते मित्रों ਨੂੰ अस्सलाम वालेकुम वरहमतुल्लाह। मेरे वास्ते बहुत ही बड़े मान की गल है कि अज इतने अजीम लोग मेरी इस छोटी जी काविश दे वास्ते इकट्ठे होए। मैं सारे का दिल तो शुक्रिया अदा करदा। और बड़े 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 स्टार जिन्होंने दे विच इमरान शौकत साहब भी तशरीफ फरमा ने, और नदीम इकबाल बाहू साहब, और यासिर अफजल भाईजान। और मैं बहुत ही ज़्यादा मशहूर हाँ पंजाब हाउस का, जनाब मुदस्सिर इकबाल भट्ट साहब और जनाब मोहतरम इज्जत माब इलियास घुमन साहब। मैनू तकरीबन 15-20 साल हो गए कलाम पढ़दे, और लाहौर दे विच बहुत ज़्यादा आके प्रोग्राम पढ़े, तकरीबन देखियां, जलसे जुलूस, पंजाबी दे हवाले नाल काम देखिया। और इस 20 साल दे अरसे तो बाद जिहड़ी गल दा मैं निचोड़ कढ़िया कि पंजाबी दे हवाले दे नाल अगर कोई बंदा लीडर है तो वो मैनू ये दो बंदे नज़र आए, ते उन्हां दे नाम है इस वास्ते ये चढ़ावा किताब जिहड़ी ना जी वो पेश की। इस किताब के अंदर एक नज़म उर्दू दे विच आ कि गुलामे आले नबी मेरी पहचान हो जाए।
ਮੈਂ ਸੋਚਿਆ ਅਨੀਸ ਸਾਹਿਬ ਨੇ ਮੈਨੂੰ ਕਿਹਾ ਕਿ ਬਾਬੂ ਸਾਹਿਬ ਇਹ ਜਿਹੜੀ ਨਾ ਜੀ ਤੁਸੀਂ ਉਰਦੂ ਵਿੱਚ ਲਿਖੀ ਆ ਤੇ ਜਿਹੜਾ ਇਹ ਵਿੱਚੋਂ ਮਤਲਬ ਸਕਿਪ ਕਰਨੀ ਪਏਗੀ। ਮੈਂ ਕਿਹਾ ਜੀ ਜ਼ਿੰਦਗੀ ਦਾ ਪਤਾ ਕੋਈ ਨਹੀਂ ਤੇ ਇਹ ਗੱਲ ਜਿਹੜੀ ਹੈ ਨਾ ਮੈਂ ਵਿੱਚੋਂ ਇਹ ਕੱਟਣੀ ਨਹੀਂ ਚਾਹੁੰਦਾ ਕਿ ਗੁਲਾਮੇ ਆਲੇ ਨਬੀ ਹੂੰ ਮੇਰੀ ਪਹਿਚਾਨ ਹੋ ਜਾਏ। ਅਗਲੀ ਕਿਤਾਬ ਦਾ ਮੌਕਾ ਮਿਲੇ ਨਾ ਮਿਲੇ, ਦੁਬਾਰਾ ਗੱਲ ਇਹ ਲਿਖਣ ਦਾ ਮੌਕਾ ਮਿਲੇ ਨਾ ਮਿਲੇ, ਮਾਸ਼ਾਅੱਲਾ। ਇਸ ਵਾਸਤੇ ਅਸੀਂ ਉਹਨੂੰ ਉਰਦੂ ਹੁੰਦਿਆਂ ਹੋਇਆ ਵੀ ਇਸ ਕਿਤਾਬ ਦੇ ਵਿੱਚੋਂ ਬਾਹਰ ਨਹੀਂ ਕੱਢਿਆ। ਕੋਈ ਗੱਲ ਠੀਕ, ਬਹੁਤ ਸਹੀ। ਬਿਲਕੁਲ ਠੀਕ, ਸਹੀ ਗੱਲ। ਤੇ ਇਸ ਕਿਤਾਬ ਦੇ ਵਿੱਚੋਂ ਕੋਈ ਚੰਦ ਲਾਣਾ ਮੈਂ ਜਨਾਬ ਦੇ ਬਿਸਮਿਲ੍ਲਾ ਬਿਸਮਿਲ੍ਲਾ। ਪੇਸ਼ ਕਰ ਦੇਣਾ ਇਹਨੇ ਤਾਂ ਕਿਉਂਕਿ ਸੁਣਨਾ ਹੋਰ ਕੀ ਸੁਣਨਾ। ਵਕਤ ਬਹੁਤ ਕਮ ਹੈ ਜੀ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਸੱਚੇ ਰੱਬ ਦੀ ਕਸਮ, ਸੱਚੇ ਰੱਬ ਦੀ ਕਸਮ, ਝੂਠ ਮੈਂ ਨਹੀਂ ਬੋਲਦਾ। ਅੱਲਾ ਵਾਲਿਆਂ ਦੇ ਮੁਖ ਵਿੱਚੋਂ ਅੱਲਾ ਬੋਲਦਾ। ਅੱਲਾ ਵਾਲਿਆਂ ਦੇ ਮੁਖ ਵਿੱਚੋਂ ਅੱਲਾ ਬੋਲਦਾ। ਕੁਲ ਹੂ ਅੱਲਾਹੂ ਆਹਦ, ਜੋ ਸਭ ਤੇ ਕਰਮ ਕਮਾਵੇ। ਪੱਥਰ ਦੇ ਵਿੱਚ ਕੀੜਿਆਂ ਨੂੰ ਵੀ ਰੋਜ਼ੀ ਆਪ ਪਹੁੰਚਾਵੇ। ਕੁਲ ਹੂ ਅੱਲਾਹੂ ਆਹਦ, ਜੋ ਸਭ ਤੇ ਕਰਮ ਕਮਾਵੇ। ਪੱਥਰ ਦੇ ਵਿੱਚ ਕੀੜਿਆਂ ਨੂੰ ਵੀ ਰੋਜ਼ੀ ਆਪ ਪਹੁੰਚਾਵੇ। ਭੇਤ ਆਪਣਾ ਹਰ ਇੱਕ ਅੱਗੇ ਉਹ ਨਹੀਂ ਖੋਲਦਾ। ਅੱਲਾ ਵਾਲਿਆਂ ਦੇ ਮੁਖ ਵਿੱਚੋਂ ਅੱਲਾ ਬੋਲਦਾ। ਅੱਲਾ ਵਾਲਿਆਂ ਦੇ ਮੁਖ ਵਿੱਚੋਂ ਅੱਲਾ ਬੋਲਦਾ। ਤੇ ਵਿੱਚ ਕਰਬਲਾ ਦੇ ਕੀਤਾ ਅੱਲਾ ਵਾਲਿਆਂ ਕਮਾਲ। ਬਾਜ਼ੂ ਕਲਮ ਕਰਾਏ ਦਿੱਤੇ ਨਿੱਕੇ ਨਿੱਕੇ ਬਾਲ। ਵਿੱਚ ਕਰਬਲਾ ਦੇ ਕੀਤਾ ਅੱਲਾ ਵਾਲਿਆਂ ਕਮਾਲ। ਬਾਜ਼ੂ ਕਲਮ ਕਰਾਏ ਦਿੱਤੇ ਨਿੱਕੇ ਨਿੱਕੇ ਬਾਲ। ਚੜ ਕੇ ਨੇਜ਼ੇ ਉੱਤੇ ਸੌਦਾ, ਚੜ ਕੇ ਨੇਜ਼ੇ ਉੱਤੇ ਭੇਤ ਹੱਕ ਵਾਲੇ ਖੋਲਦਾ। ਅੱਲਾ ਵਾਲਿਆਂ ਦੇ ਮੁਖ ਵਿੱਚੋਂ ਅੱਲਾ ਬੋਲਦਾ। ਅੱਲਾ ਵਾਲਿਆਂ ਦੇ ਮੁਖ ਵਿੱਚੋਂ ਅੱਲਾ ਬੋਲਦਾ। ਹੁਣ ਸੱਚਿਆਂ ਦਾ ਦਰ ਮੱਲ ਕੇ ਬਹਿ ਜਾ, ਹੋ ਜਾਵੇਗਾ ਸੱਚਾ। ਸੱਚੇ ਪਾਰ ਲਗਾ ਦੇਵਣਗੇ, ਅੰਦਰੋਂ ਹੋ ਜਾ ਪੱਕਾ। ਸੱਚਿਆਂ ਦਾ ਦਰ ਮੱਲ ਕੇ ਬਹਿ ਜਾ, ਹੋ ਜਾਵੇਗਾ ਸੱਚਾ। ਸੱਚੇ ਪਾਰ ਲਗਾ ਦੇਵਣਗੇ, ਅੰਦਰੋਂ ਹੋ ਜਾ ਪੱਕਾ। ਅਸਲਮ ਬਾਹੂ ਸੱਚੇ ਸੁੱਚੇ ਬੋਲ ਬੋਲਦਾ। ਅੱਲਾ ਵਾਲਿਆਂ ਦੇ ਮੁਖ ਵਿੱਚੋਂ ਅੱਲਾ ਬੋਲਦਾ। ਅੱਲਾ ਵਾਲਿਆਂ ਦੇ ਮੁਖ ਵਿੱਚੋਂ ਅੱਲਾ ਬੋਲਦਾ। ਇਸ ਕਿਤਾਬ ਦੇ ਅੰਦਰ ਮਾਂ ਬੋਲੀ ਪੰਜਾਬੀ ਦੇ, ਪੰਜਾਬ ਦੇ, ਪਾਕ ਵਤਨ ਦੇ ਔਰ ਹਰ ਕਿਸਮ ਦੇ ਜਿਹੜੇ ਨੇ ਜਿਹਦੇ ਵਿੱਚ ਕਲਾਮ ਨੇ। ਵਕਤ ਬਹੁਤ ਥੋੜਾ। ਮੇਰਾ ਵਸਦਾ ਰਹੇ ਪੰਜਾਬ, ਮੇਰੇ ਵਸਦੇ ਰਹਿਣ ਪੰਜਾਬੀ। ਨਹੀਂ ਰੀਸ ਕਰ ਸਕਦਾ ਕੋਈ ਮੇਰੇ ਪੰਜਾਬ ਦੀ, ਨਹੀਂ ਰੀਸ ਕਰ ਸਕਦਾ ਕੋਈ ਮੇਰੇ ਪੰਜ ਮਿੱਟੀ ਦੀ। ਮੇਰਾ ਵਸ ਜ਼ਿੰਦਾਬਾਦ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਖੈਰ ਹੋਵੇ ਤੁਹਾਡੀ। ਅਸਲ ਬਾਬੂ ਸਾਹਿਬ ਸਾਡੇ ਪਾਕਿਸਤਾਨ ਦਾ ਇੱਕ ਬਹੁਤ ਖੂਬਸੂਰਤ ਨਾਂ ਹੈ ਔਰ ਇਹ ਹਮੇਸ਼ਾ ਹੀ ਮੈਂ ਇਹਨਾਂ ਦੀ ਕਈ ਥਾਵਾਂ ਤੇ ਆਲਾ ਜ਼ਰਫੀ ਔਰ ਫਿਰ ਇਹਨਾਂ ਦੀ ਮਾਮਲਾ ਫੈਮਿਲੀ ਵੀ ਦੇਖੀ ਹੈ। ਅੱਗੇ ਪੰਚੀ ਸਾਹਿਬ ਗੱਲ ਕਰ ਰਹੇ ਸਨ, ਮੈਂ ਤਫਸੀਲੀ ਗੱਲ ਦੱਸਣੀ ਸੀ ਲੇਕਿਨ ਟਾਈਮ ਘੱਟ ਹੈ। ਮੈਂ ਬਸ ਮੁਖਤਸਰ ਜੀ ਗੱਲ ਦੱਸਣਾ ਕਿ ਇਸ ਪੈਸ਼ਨ ਇਹਨਾਂ ਦਾ ਇਹ ਇਸ ਫਨ ਨਾਲ ਇਹਨਾਂ ਨੂੰ ਇੰਨੀ ਮੁਹੱਬਤ ਹੈ ਕਿ ਇੱਕ ਦਫਾ ਰਾਤ ਦੇ ਟਾਈਮ ਇਹਨਾਂ ਤੇ ਇੱਕ ਬੜਾ ਪ੍ਰੋਗਰਾਮ ਤੋਂ ਬਾਅਦ ਜ਼ਿਆਦਾ ਬੜਾ ਸ਼ਦੀਦ ਵਾਲਾ ਇੱਕ ਅਟੈਕ ਹੋ ਗਿਆ ਇਹਨਾਂ ਤੇ। मतलब गड्डी भी तबाह हो गई, गोलियां इन्नियां लगियां कि आप भी जख्मी हो गए, नाल बाकी भी लोग जख्मी हो गए। अल्लाह ताला ने पूछ इनकी दी थी ते गड्डी सारी तबाह हो गई। 300 फायर होए जी उस गड्डी 300 फायर उस गड्डी ते होए
ਜਿਹੜੇ ਪੁਲਿਸ ਨੇ ਖੋਕੇ ਇਕੱਠੇ ਕੀਤੇ ਤੇ ਅੱਲਾਹ ਤਾਲਾ ਨੇ ਫਿਰ ਇਹਨਾਂ ਨੂੰ ਜ਼ਿੰਦਗੀ ਦਿੱਤੀ, ਮੇਰੇ ਮਾਲਕ ਨੇ ਕਰਮ ਕੀਤਾ ਇਹਨਾਂ ਤੇ ਇਹ ਸਾਰਾ ਉਸ ਤੋਂ ਬਾਅਦ ਵੀ ਸਫ਼ਰ ਨਹੀਂ ਰੁਕਿਆ। ਕੱਲਾ ਬੰਦਾ ਹਜੇ ਵੀ ਮਤਲਬ ਇਹ ਮੈਂ ਸਮਝਣਾ ਕਿ ਇਹ ਦਾਤ ਦੇਣੀ ਪਏਗੀ ਇਹਨਾਂ ਦੇ ਜਜ਼ਬੇ ਔਰ ਇਹਨਾਂ ਦੀ ਹਿੰਮਤ ਨੂੰ, ਕਿ ਇੱਥੋਂ ਇੱਕ ਮੈਸੇਜ ਜਾਂਦਾ ਹੈ ਸਾਡਾ। ਔਰ ਅਸਲਮ ਬਾਹੂ ਸਾਹਿਬ ਸ਼ੇਖੂਪੁਰੇ ਤੋਂ ਅੱਗੇ ਇੱਕ ਪਿੰਡ ਹੈ, ਜਿੰਨਾ ਇੱਥੇ ਲੌਟ ਸਫਰ ਇਹਨਾਂ ਸ਼ੇਖੂਪੁਰ ਤੋਂ ਅੱਗੇ ਵਾਲਾ ਪਿੰਡ ਹੈ। ਉੱਥੋਂ ਜਨਾਬ ਇਹ ਫਿਰ ਆਪਣੀ ਗੱਡੀ ਜਿਹੜੀ ਉਹਨੂੰ ਸਟਾਰਟ ਕਰਦੇ ਨੇ, ਜਨਾਬ ਪਹੁੰਚਦੇ ਨੇ ਤੇ ਫਿਰ ਰਾਤੀ ਵਾਪਸ ਵੀ ਪਹੁੰਚਣਾ, ਕਿਉਂਕਿ ਸਵੇਰੇ ਡਿਊਟੀ ਵੀ ਕਰਨੀ ਹੈ। ਡਿਊਟੀ ਅੱਜ ਕੱਲ੍ਹ ਇਹਨਾਂ ਦੀ ਚੁੱਕੇ ਅਜਨਿਆਲੇ ਵੇ, ਅੱਗੇ ਇਹਨਾਂ ਦੀ ਕਿਸੇ ਹੋਰ ਸ਼ਹਿਰ ਡਿਊਟੀ ਹੁੰਦੀ ਸੀ। ਮਹਿਕਮਾ ਡਾਕਖਾਨਾ ਦੇ ਵਿੱਚ ਇਹ ਮੁਲਾਜ਼ਮ ਨੇ ਤੇ ਬਾਹਰ ਲੈ ਲੈ ਕੇ ਬੜੇ ਕਮਿਟਡ ਇਨਸਾਨ ਨੇ, ਬਹੁਤ ਹੀ ਖੂਬਸੂਰਤ ਇਨਸਾਨ ਨੇ। ਅੱਲਾਹ ਤਾਲਾ ਇਹਨਾਂ ਨੂੰ ਮਜ਼ੀਦ ਕਾਮਯਾਬੀਆਂ ਔਰ ਬਰਕਤਾਂ عطا ਫਰਮਾਏ। ਭਰਪੂਰ ਵਧਾਈਆਂ ਔਰ ਭਰਪੂਰ ਤਾਲੀਆਂ ਇਹਨਾਂ ਵਾਸਤੇ। ਲਓ ਜੀ, ਅਸੀਂ ਆਪਣੇ ਇਸ ਪਹਿਲੇ ਸੈਸ਼ਨ ਦੇ ਅਖੀਰ ਤੇ ਆ ਚੁੱਕੇ ਹਾਂ। ਪਾਕਿਸਤਾਨ ਦਾ ਇੱਕ ਹੋਰ ਬੜਾ ਸੋਹਣਾ ਨਾਮ, ਬੜਾ ਖੂਬਸੂਰਤ ਨਾਮ, ਕਿ ਜਿਹਨੇ ਪੰਜਾਬੀ ਕਲਾਮ, ਪੰਜਾਬੀ ਜ਼ੁਬਾਨ, ਪੰਜਾਬੀ ਕਲਚਰ, ਪੰਜਾਬੀ ਸਕਾਫਤ ਨੂੰ ਨਾ ਸਿਰਫ ਪੂਰੇ ਪਾਕਿਸਤਾਨ ਕੀ ਬਲਕਿ ਪੂਰੀ ਦੁਨੀਆ ਦੇ ਵਿੱਚ ਰਿਪਰੈਜ਼ੈਂਟ ਕੀਤਾ। ਔਰ ਵੱਡੇ ਬਾਪ ਦਾ ਇੱਕ ਵੱਡਾ ਨਾਂ, ਵੱਡਾ ਪੁੱਤਰ ਕਿ ਜਿਹੜਾ ਆਪਣੀ ਵਿਰਾਸਤ ਨੂੰ ਲੈ ਕੇ ਚੱਲ ਰਿਹਾ ਹੈ। ਮੈਂ ਸਮਝਣਾ ਕਿ ਸਾਡੇ ਪੰਜਾਬੀਆਂ ਦਾ ਮਾਣ, ਸਾਡੇ ਸਭ ਦਾ ਮਾਣ ਸ਼ੌਕਤ ਅਲੀ, ਔਰ ਫਿਰ ਉਸ ਤੋਂ ਬਾਅਦ ਖੂਬਸੂਰਤ ਆਵਾਜ਼ ਔਰ ਉਸ ਖੂਬਸੂਰਤ ਪਹਿਚਾਨ ਨੂੰ, ਉਸ ਖੂਬਸੂਰਤ ਸੋਚ ਨੂੰ ਲੈ ਕੇ ਚੱਲਣ ਵਾਲੇ ਜਨਾਬ ਇਮਰਾਨ ਸ਼ੌਕਤ ਅਲੀ, ਭਰਪੂਰ ਆਲਿਆਂ ਨਾਲ ਇਸਤਕਬਾਲ ਕਰੋ। सुभान अल्लाह वल्हम्दुलिल्लाह वला इलाहा इल्लल्लाह वल्लाहु अकबर। सब तो पहला ते पंजाब हाउस ਨੂੰ ਸਿਰਾ ਜਨਾਬ ਦਸਰ ਇਕਬਾਲ ਭੱਟ ਸਾਹਿਬ, ਤੁਹਾਡੇ ਸਿਲਸਿਲਾ ਤੁਸੀਂ ਕਦੀ ਪਿੱਛੇ ਨਹੀਂ ਹਟੇ। ਤੁਸੀਂ ਹਮੇਸ਼ਾ ਆਪਣੇ ਸਾਰੇ ਮਾਮਲਾਤ ਨੂੰ ਇੱਕ ਪਾਸੇ ਰੱਖ ਕੇ ਤੇ ਪੰਜਾਬੀਅਤ ਨੂੰ, ਪੰਜਾਬੀ ਮਾਂ ਬੋਲੀ ਦੇ ਸਪੂਤ ਜਿਹੜੇ ਨੇ, ਉਹਨਾਂ ਦੀਆਂ ਕਾਵਿਸ਼ਾਂ ਤੇ ਉਹਨਾਂ ਦੇ ਜਿਹੜੇ ਕਾਰਨਾਮੇ ਨੇ, ਉਹਨਾਂ ਨੂੰ ਅੱਗੇ ਰੱਖਿਆ ਸਾਰੀ ਦੁਨੀਆ ਦੇ ਸਾਹਮਣੇ। ਰੱਬ ਤੁਹਾਨੂੰ ਸਲਾਮਤ ਰੱਖੇ, ਕੁਮਨ ਸਾਹਿਬ ਨੂੰ ਸਲਾਮਤ ਰੱਖੇ। ਜਨਾਬ ਮੇਰੇ ਸੋਹਣੇ ਵੀਰ ਮੁਹੰਮਦ ਅਸਲਮ ਬਾਬੂ ਸਾਹਿਬ ਜਿਹੜੇ ਨੇ, ਇਹਨਾਂ ਦਾ ਤੇ ਮੇਰਾ ਸਾਥ ਜਿਹੜਾ ਹੈ ਉਹ 34 ਸਾਲਾਂ ਦਾ। ਅਸੀਂ 1992 ਤੋਂ, ਮੈਨੂੰ ਯਾਦ ਹੈ ਗਵਰਨਮੈਂਟ ਕਾਲਜ ਲਾਹੌਰ ਦੀ ਸਟੇਜ ਤੋਂ ਮੈਂ ਜਦੋਂ ਕੰਪੀਟੀਸ਼ਨਸ ਦੇ ਵਿੱਚ ਜਾਣਾ ਸਾਂ, ਇਹ ਬਾਰਿਸ਼ਾ ਸਰਕਾਰ ਦੀ ਔਰ ਮੀਆਂ ਸਾਹਿਬ ਦਾ ਕਲਾਮ ਔਰ ਕਲਾਮੇ ਬਾਹੂ, ਤੇ ਉਹ ਜਿਸ ਵੇਲੇ ਨਿਕਲਿਆ ਤੇ ਫਿਰ ਮੇਰੇ ਵੀਰ ਦੇ ਨਾਲ ਉੱਥੇ ਮੇਰੀ ਜਿਹੜੀ ਸਾਂਝ ਹੋਈ ਨਾ, ਸਾਡੀ ਜਿਹੜੀ ਯਾਰੀ ਹੋਈ, ਉਹ 92 ਤੋਂ ਲੈ ਕੇ ਅਲਹਮਦੁਲਿਲਾ ਹੁਣ ਤੱਕ ਹੈ। ਔਰ ਮੈਂ ਕਹਿੰਦਾ ਕਿ ਤੁਸੀਂ ਇਹਦਾ ਟਾਈਟਲ ਹੱਕ ਦੀ ਬੋਲੀ ਨਾ ਵੀ ਰੱਖਦੇ, ਤੇ ਮੈਨੂੰ ਪਤਾ ਹੈ ਤੁਸੀਂ ਸ਼ੁਰੂ ਤੋਂ ਹੱਕ ਹੀ ਬੋਲਦੇ ਹੋ। ਦਰਵੇਸ਼ ਹੋ, ਤੁਹਾਡੀ ਸ਼ਾਇਰੀ ਵਿੱਚ ਵੀ ਜਿਹੜਾ ਬਜ਼ੁਰਗਾਂ ਦਾ ਉਹ ਜਿਹੜਾ ਕਲਾਮ ਨਜ਼ਰ ਆ ਰਿਹਾ ਹੈ ਨਾ, ਔਰ ਆਜਜ਼ੀ ਨਜ਼ਰ ਆ ਰਹੀ ਹੈ, ਇਨਕਸਾਰੀ ਨਜ਼ਰ ਆ ਰਹੀ, ਇਨਸਾਨੀਅਤ ਨਜ਼ਰ ਆ ਰਹੀ ਹੈ, ਉਹ ਕਲਾਮ ਦੇ ਵਿੱਚੋਂ ਛਲਕਦਾ ਹੈ, ਤੁਹਾਡੀ ਤਬੀਅਤ ਚੋਂ ਛਲਕਦਾ ਹੈ। ਬਾਕੀ ਰੱਬ ਤੁਹਾਨੂੰ ਮਜ਼ੀਦ ਇਜ਼्ज़त ਨਾਲ ਨਵਾਜ਼ੇ। ਮੈਂ ਦੋ ਚਾਰ ਬੋਲ ਉਹ ਚੁੱਕੇ ਆਪਣੇ ਆਪ ਹੀ ਸ਼ੌਕਤ ਅਲੀ ਸਾਹਿਬ ਵਿੱਚ ਆ ਜਾਂਦੇ ਨੇ। ਜਨਾਬ ਦਾ ਕਲਾਮ ਅਸਲਮ ਬਾਬੂ ਜੀ ਦਾ। ਓ ਬੱਲੇ ਓ ਪੰਜਾਬ ਸੋਹਣਿਆ, ਪੰਜਾ ਪਾਣੀਆਂ ਤੇ ਤੇਰੀ ਸਰਦਾਰੀ, ਬੱਲੇ ਓ ਪੰਜਾਬ ਸੋਹਣਿਆ, ਬੱਲੇ ਓ ਪੰਜਾਬ ਸੋਹਣਿਆ, ਪੰਜਾ ਪਾਣੀਆਂ ਤੇ ਤੇਰੀ ਸਰਦਾਰੀ, ਬੱਲੇ ਓ ਪੰਜਾਬ ਸੋਹਣਿਆ। ਉਹ ਤੇਥੋਂ ਮਾਰਦੇ ਆ ਦੁਨੀਆ ਸਾਰੀ, ਤੇਥੋਂ ਮਾਰਦੇ ਆ ਦੁਨੀਆ ਮੈਂ ਸਾਰੀ, ਬੱਲੇ ਓ ਪੰਜਾਬ ਸੋਹਣਿਆ, ਉਹ ਬੱਲੇ ਓ ਪੰਜਾਬ ਸੋਹਣਿਆ, ਤੇਰੇ ਬੱਲੇ ਓ ਪੰਜਾਬ ਸੋਹਣਿਆ, ਤੇਰੇ ਬਾਜ ਕਿਸੇ ਨਹੀਂ ਹੋਣਾ। ਮੈਂ ਚੁੱਕਿਆ ਆਪਣਾ ਗਲਾਸਿਸ ਭੁੱਲ ਗਿਆ, ਕਿਤੇ ਨਹੀਂ ਜਾਣਾ। ਆਈ ਸਾਈਡ ਇੰਨੀ ਵੀਕ ਹੋ ਚੁੱਕੀ ਹੈ ਤੇ ਬੜੇ ਲੋਕਾਂ ਦਾ ਚਸ਼ਮਾ ਲਾ ਲਿਆ। ਅੱਲਾਹ ਕਰੇ ਇਲਮ ਵੀ ਇਸੇ ਤਰ੍ਹਾਂ ਨਸੀਬ ਹੋ ਜਾਏ। ਤੁਸੀਂ ਇੱਥੇ ਕੀ ਬਾਤ ਹੈ। ਬੱਲੇ ਹੋ ਪੰਜਾਬ ਸੋਹਣਿਆ, ਤੇਰੇ ਬਾਜ ਕਿਤੇ ਨਹੀਂ ਜਾਣਾ, ਬੱਲੇ ਹੋ ਪੰਜਾਬ ਸੋਹਣਿਆ, ਮੈਂ ਜੀਵਨ ਤੇਰੇ ਨਾਲ ਲਾਣਾ, ਮੈਂ ਜੀਵਨ ਤੇਰੇ ਨਾਲ ਮਿਲਾਣਾ, ਬੱਲੇ ਓ ਪੰਜਾਬ ਸੋਹਣਿਆ, ਓ ਬੱਲੇ ਓ ਪੰਜਾਬ ਸੋਹਣਿਆ, ਬੱਲੇ ਓ ਪੰਜਾਬ ਸੋਹਣਿਆ,
ਤੇਰੀ ਪੱਗ ਦਾ ਜੋੜ ਨਾ ਕੋਈ, ਬੱਲਿਓ ਪੰਜਾਬ ਸੋਹਣਿਆ ਤੈਨੂੰ ਆਵੇ, ਬੱਲਿਓ ਪੰਜਾਬ ਸੋਹਣਿਆ ਤੇਰੀ ਦੁਨੀਆ ਵਿੱਚ ਸਰਦਾਰੀ, ਬੱਲਿਓ ਪੰਜਾਬ ਸੋਹਣਿਆ ਮੇਰੀ ਜਾਨ ਤੇਰੇ ਤੋਂ ਵਾਰੀ, ਮੇਰੀ ਜਾਨ ਤੇਰੇ ਤੋਂ ਵਾਰੀ, ਬੱਲਿਓ ਪੰਜਾਬ ਸੋਹਣਿਆ, ਬੱਲਿਓ ਪੰਜਾਬ ਸੋਹਣਿਆ ਤੇਰੀ ਪੱਗ ਦਾ ਜੋੜ ਨਾ ਕੋਈ, ਬੱਲਿਓ ਪੰਜਾਬ ਸੋਹਣਿਆ ਬਾਹੂਏ ਦੁਆ ਮੰਗਦਾ, ਬਾਹੂਏ ਦੁਆ ਮੰਗਦਾ ਤੈਨੂੰ ਆਵੇ ਨਾ ਥੋੜ ਕੋਈ, ਬੱਲਿਓ ਪੰਜਾਬ ਸੋਹਣਿਆ। ਰੱਬ ਤੁਹਾਨੂੰ ਲੰਬੀ ਉਮਰ ਬਖਸ਼ੇ, ਤੁਸੀਂ ਜੇ ਲਿਖਦੇ ਰਹੋ। ਤੇ ਅਲੀ ਸਾਹਿਬ ਤੁਹਾਡੇ ਰਿਜ਼ਕ ਚ ਵੀ ਪਾਕ ਪਰਵਰਦਿਗਾਰ ਬਹੁਤ ਜ਼ਿਆਦਾ ਵਸਤ ਦੇ, ਜਿਸ ਨਾਲ ਤੁਸੀਂ, ਇਹ ਤੁਹਾਡਾ ਵੱਡਾ ਪਨ ਹੈ ਕਿ ਤੁਸੀਂ ਮਾਂ ਬੋਲੀ ਦਾ ਪ੍ਰਚਾਰ ਕਰਨ ਲਈ ਜਿਸ ਨਾਲ ਕਿਤਾਬਾਂ ਛਾਪ ਰਹੇ ਹੋ, ਮਤਲਬ ਅਸੀਂ ਤੇ ਅੱਖਾਂ ਖੋਲੀਆਂ ਨੇ ਤੇ ਅਸੀਂ ਦਸਰ ਇਕਬਾਲ ਭੱਟ ਸਾਹਿਬ ਨੂੰ ਤੇ ਇਲਿਆਸ ਘੁੰਮਣ ਸਾਹਿਬ ਨੂੰ ਵੇਖਦੇ ਹਾਂ, ਤੇ ਉਸ ਘੇਰੇ ਦੇ ਵਿੱਚ ਤੁਹਾਡੇ ਵਰਗੇ ਵੀ ਸੋਹਣੇ ਲੋਕ ਸ਼ਾਮਲ ਨੇ ਅਲਹਮਦੁਲਿਲਾ। ਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਤੁਹਾਡੇ ਹੁੰਦਿਆਂ ਮੈਂ ਇਹ ਜੁਰਤ ਕਰ ਲੈਣਾ ਵਾ। ਸਦਾ ਬਾਬਾ ਸ਼ਾਦ ਰਹੋ। ਚਾਹ ਸ਼ੁਰੂ ਜਿਹੜਾ ਕਿਸੇ ਦੀ ਐਨਕ ਲਾਏ ਉਹ ਐਨਕ ਫਿਰ ਉਸੇ ਦੀ ਹੋ ਜਾਂਦੀ ਵਾਪਸ। ਉਹ ਨਜ਼ਰ ਜ਼ਿਆਦਾ ਕਮਜ਼ੋਰ ਹੋ ਜਾਏਗੀ ਉਹਨਾਂ ਦੀ। बहुत शुक्रिया मेहरबानी। ਇਹਨੂੰ ਵੀ ਲੱਭ ਜਾਂਦਾ ਤਾਂ ਫਿਰ ਤੇ ਕਮਾਲ। इमरान शौकत साहब वास्ते एक बारी तालियां हो जाओ। खैर होवे, बड़ी मेहरबानी, बहुत शुक्रिया। उच्चा करके मैं जावांगा जग ते बोल पंजाबी दा, घर घर वजदा लोग सुननगे एक दिन ढोल पंजाबी दा। मुदस्सर इकबाल भट्ट साहब बड़े भरपूर तालियां। अभी आप साहब की वारी सी, मैं ते एवें वारी लेना है। ते सब तो पहली गल तो बहुत शुक्रिया, एडी गर्मी इन्हें दोस्तों की मौजूदगी बहुत वैसे बरकत है। अच्छा, साडी अज की जी दूजी किताब है चौधरी मुतंजन, ਉਹਦੇ ਲਿਖਾਰੀ ਸਾਡੇ ਦਰਮਿਆਨ ਤਸ਼ਰੀਫ ਲੈ ਚੁੱਕੇ ਨੇ ਸਲੀਮ ਰਜ਼ਾ ਠਾਕਰ ਸਾਹਿਬ। ਅਦਬੀ ਹਲਕਿਆਂ ਦਾ ਬਹੁਤ ਵੱਡਾ ਨਾਮ ਹੈ, ਕੋਈ 30 ਅਰਸੇ ਤੋਂ ਨਸਰ ਨਜ਼ਮ ਔਰ ਕਈ ਦੂਜੇ ਸ਼ੋਬਿਆਂ 'ਚ ਆਪਣਾ ਕੰਮ ਕਰ ਰਹੇ ਨੇ। ਤੇ ਕਿਉਂਕਿ ਸਾਡੇ ਜਿਹੜੇ ਵੱਡੇ ਮੋਰੇ ਸਟੇਜ ਤੇ ਬੈਠੇ ਨੇ, ਉਹ ਮੇਰਾ ਖਿਆਲ ਸੀ ਕਿ ਉਹ ਕਿਉਂਕਿ ਅਸੀਂ ਉਹਨਾਂ ਨੂੰ ਮਹਿਫੂਜ਼ ਰੱਖੀਏ तो दोवां दे बारे च थोड़ी थोड़ी गल कर लेंगे। ते मैं बड़े ही एहतराम नाल गुजारिश करांगा जनाब सलीम रज़ा ठाकर साहब नूं कि वो स्टेज ते जरा उच्चे मंच ते आ जाओ। ठाकर साहब तुसीं अपना ज़ाहिर तशरीफ ले आओ ताकि बिस्मिल्लाह घुमन साहब ने पहला फुल पेश कर लो हम ताकि शगन पूरा हो जाए। पहला आ जाओ, तुसीं भी आओ। आओ सर। साडी अगली तकलीफ जेडी चौधरी मुतंजन किताब है उदा मुख वकाली करते सलीम रज़ा ठाकर साडे बेटा स्टेज ते आ चुके हैं। भरपूर तालियां दे नाल उन्हां नूं जी आए आखो। बहुत शुक्रिया, मेहरबानी। चौधरी इलियास घुमन साहब, मुदस्सर इकबाल भट्ट साहब और असलम बाबू साहब, शाह साहब सब ने फुल पेश कीते। चौधरी मुतंजन एक नावल है ਜਿਹੜਾ ਬਹੁਤ ਹੀ ਖੂਬਸੂਰਤ ਢੰਗ ਨਾਲ ਲਿਖਿਆ ਗਿਆ। ਯਕੀਨਨ ਤੁਸੀਂ ਇਹਨੂੰ ਵੇਖੋਗੇ, ਪੜ੍ਹੋਗੇ। ਤੇ ਮੈਂ ਕਿਉਂਕਿ ਕੁਝ ਦਿਨ ਪਹਿਲਾਂ ਜਦੋਂ ਲੰਡਨ ਜਾ ਰਿਹਾ ਸਾਂ ਤੇ ਮੈਨੂੰ ਠਾਕਰ ਸਾਹਿਬ ਨੇ ਕਿਹਾ ਉਹ ਮੇਰਾ ਨਾਵਲ ਇੱਕ ਲਿਖਿਆ ਪਿਆ, ਉਹ ਲਿਖੀ ਹੈ, ਮੈਂ ਤੁਹਾਨੂੰ ਛਾਪ ਦਿਓ। ਅੱਛਾ, ਉਹ ਲੰਡਨ ਜਾਣ ਤੋਂ ਪਹਿਲੇ ਅਸੀਂ ਛਾਪਤਾ, ਲੇਕਿਨ ਬਾਵਜੂਦ ਠਾਕਰ ਸਾਹਿਬ ਲੰਡਨ ਨਾ ਜਾ ਸਕੇ ਤੇ ਉਹ ਫਿਰ ਅੱਜ ਦਾ ਦਿਨ ਸੀ ਅਸੀਂ ਇੰਤਖਾਬ ਕੀਤਾ ਕਿ ਤਕਰੀਬਨ ਗੁਰਬਾਈ ਦਾ। ਤੇ ਬੜਾ ਮੁਤਬਰਕ ਦਿਨ ਹੈ ਕਿ ਇੱਕ ਬਾਬਾ ਤੇ ਇੱਕ ਨੌਜਵਾਨ ਦੋਵਾਂ ਦੀਆਂ ਦੋ ਕਿਤਾਬਾਂ ਜਿਹੜੀਆਂ ਨੇ ਉਹਨਾਂ ਦੇ ਤਕਰੀਬਨ ਰੁਮਾਈ ਦਾ ਅਸੀਂ ਯਾਦ ਕਰ ਲਿਆ। ਤਾਂ ਸੋ ਮੈਂ ਗੁਜ਼ਾਰਿਸ਼ ਕਰਾਂਗਾ ਸਭ ਤੋਂ ਪਹਿਲਾਂ ਕਿ ਇਹਦਾ ਮੁੱਖ ਵਹਾਲੀ ਕੱਟ ਕਰ ਲਈਏ ਪਹਿਲਾਂ। ਡਾਕਟਰ ਸਾਹਿਬ ਜੀ ਠੀਕ ਹੋ ਗਿਆ ਤਾਂ ਕਿ ਉਸ ਤੋਂ ਡਾਕਟਰ ਸਾਹਿਬ ਆ ਗਏ, ਕੋਈ ਡਾਕਟਰ ਸਾਹਿਬ ਫਿਰ ਗੁਫ਼ਤਗੂ ਕਰ ਲੈਣਗੇ। ਹਾਂ, ਇਹ ਰੱਖੋ ਵਿੱਚ ਜ਼ਰਾ ਤਾਂ ਕਿ ਅਸੀਂ ਸ਼ਗਨ ਪੂਰਾ ਕਰ ਲਈਏ ਤੇ ਬਾਕੀ ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ। रखो ये साथ से आप करेंगे
ऐसा जनाब कुमार साहब आओ ना दस्ते मुबारक डाल के ये सब रल के कहना पैना आहो आओ ना और यार राय साहब आज ये तो पूरा खुशी हो बिस्मिल्लाह ਲੋ ਜੀ ਸਾਡਾ ਅਗਲਾ ਜਿਹੜਾ ਨਾਵਲ ਜਿਹਦਾ ਮੁੱਖ ਵਿਖਾਰੀ ਹੋ ਰਿਹਾ ਹੈ, ਚੌਧਰੀ ਮੁਤੰਜਨ ਬੜੇ ਪਿਆਰੇ ਮਿੱਤਰ ਸਾਡੇ ਸਲੀਮ ਰਜ਼ਾ ਠਾਕਰ ਗੁਜਰਾਤ ਤੋਂ ਤਸ਼ਰੀਫ ਲਿਆਏ। ਆਓ ਜਨਾਬ ਵੀ ਆ ਜਾਓ, ਤੁਸੀਂ ਵੀ ਸੀਟ ਤੇ ਆ ਜਾਓ, ਇੱਧਰ ਆ ਜਾਓ। लो जी जरा जी ਤੁਹਾਡੀਆਂ ਭਰਪੂਰ ਤਾਲੀਆਂ ਨਾਲ ਹੋਣਗੀਆਂ। ਬਹੁਤ ਸ਼ੁਕਰੀਆ, ਮਿਹਰਬਾਨੀ। चौधरी मुतंजन पंजाबी नावल है जी, बड़ा खूबसूरत और इन्हें छापिया रिहान बलाल प्रिंटर यानी कि साडा पंजाब हाउस पंजाबी मीडिया ग्रुप बाबा फरीद बुक फाउंडेशन इथों ये छपिया है। 4 कलर ये नावल तुसी देखोगे मैं फोटो पेश कर रहा हूं जी, बिस्मिल्लाह जरूर करो सर। लो जी आओ जी, बहुत शुक्रिया, मेहरबानी। बिस्मिल्लाह मैं शुरू करूं जी ठीक हां बुलाओ जी हां ठीक है। ਲੋ ਜੀ ਸਾਡੇ ਅਗਲੇ ਸੈਸ਼ਨ ਚ ਅਸੀਂ ਤੁਹਾਨੂੰ ਖੁਸ਼ਾਮਦੀਦ ਕਹਿਣਾ, ਜਿਵੇਂ ਕਹਿੰਦੇ ਕਿ ਅਸੀਂ ਇਸ ਟਾਈਮ ਤੁਸੀਂ ਸਫ਼ਰ ਕਰ ਰਹੇ ਹੋ ਇੰਨੀ ਬੁਲੰਦੀ ਤੇ, ਔਰ ਇਸ ਵੇਲੇ ਅਸੀਂ ਇਸ ਜਗ੍ਹਾ ਤੇ ਪਹੁੰਚ ਗਏ ਆ ਤੇ ਬਿਲਕੁਲ ਅਸੀਂ ਵੀ ਪਹਿਲੇ ਸੈਸ਼ਨ ਤੋਂ ਬਾਅਦ ਦੂਸਰੇ ਸੈਸ਼ਨ ਦੇ ਵਿੱਚ ਆ ਗਏ ਆ। ਸਾਡੇ ਮੌਜੂਦ ਮਹਿਮਾਨਾਂ ਨੇ ਗ੍ਰਾਮੀ ਤਸ਼ਰੀਫ ਲਿਆ ਰਹੇ ਨੇ, ਨਾਲ ਨਾਲ ਅਸੀਂ ਉਹਨਾਂ ਨੂੰ ਵੈਲਕਮ ਕਵਾਂਗੇ, ਜੀ ਆਇਆਂ ਨੂੰ ਕਵਾਂਗੇ। ਇਸ ਟਾਈਮ ਤਸ਼ਰੀਫ ਲਿਆਏ ਨੇ ਜਨਾਬ ਡਾਕਟਰ ਅਬਦੁਲ ਗਫਾਰ ਰੰਧਾਵਾ ਸਾਹਿਬ, ਸਦਰ ਪੰਜਾਬੀ ਅਦਬੀ ਕੌਂਸਲ। ਤੁਸੀਂ ਤਸ਼ਰੀਫ ਲਿਆਏ, ਨਾਲ ਉਹਨਾਂ ਦੀ ਜਨਾਬ ਵਾਜਦ ਸਾਹਿਬ ਨੇ, ਵਾਜਦ ਸਲੀਮ ਸਾਹਿਬ, ਤੁਹਾਡਾ ਵੀ ਬਹੁਤ ਸ਼ੁਕਰੀਆ, ਮਿਹਰਬਾਨੀ ਜਨਾਬ। ਬਹੁਤ ਅੱਛੇ ਸ਼ਾਇਰ ਨੇ, ਪੰਜਾਬੀ ਸੇਵਕ ਨੇ ਸਾਡੇ ਮਿੱਤਰ, ਅਸੀਂ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਆ, ਜੀ ਆਇਆਂ ਨੂੰ ਕਹਿੰਦੇ ਆ। ਇਸ ਤੋਂ ਬਾਅਦ ਮਹਿਰ ਜੁਨੈਦ ਰਸ਼ੀਦ ਸਾਹਿਬ ਸਦਰ ਨੇ ਸੋਨਾ ਪਾਕਿਸਤਾਨ, और ਅਸੀਂ ਇਹਨਾਂ ਨੂੰ ਵੀ ਖੁਸ਼ਾਮਦੀਦ ਕਹਿੰਦੇ ਹਾਂ। ਬੜੀ ਮਿਹਰਬਾਨੀ ਜਨਾਬ, ਤੁਸੀਂ ਵੀ ਅੱਜ ਦੇ ਇਸ ਪ੍ਰੋਗਰਾਮ ਦੀ ਰੌਣਕ ਬਖਸ਼ੀ, ਆਪਣੇ ਕੀਮਤੀ ਟਾਈਮ ਵਿੱਚੋਂ ਟਾਈਮ ਦਿੱਤਾ। ਮੈਂ ਇਸ ਤੋਂ ਬਾਅਦ ਜਿਸ ਦੋਸਤ ਨੂੰ ਬੁਲਾਉਣ ਜਾ ਰਿਹਾ ਹਾਂ, ਆਵਾਜ਼ ਦੀ ਦੁਨੀਆ ਦੇ ਵਿੱਚ ਇੱਕ ਬੜਾ ਖੂਬਸੂਰਤ ਨਾਂ ਹੈ ਉਹ ਵੀ, ਔਰ ਅੱਜ ਕੱਲ ਉਹਨਾਂ ਦਾ ਕੰਮ ਤੁਹਾਨੂੰ ਸੋਸ਼ਲ ਮੀਡੀਆ ਤੇ ਨਜ਼ਰ ਆ ਰਿਹਾ ਹੈ। ਮੁxtਲਿਫ ਪ੍ਰੋਗਰਾਮ ਜਿਹੜੇ ਨੇ ਉਹ ਵੀ ਕਰਦੇ ਨਜ਼ਰ ਆ ਰਹੇ ਨੇ, ਕਦੀ ਕਿਸੇ ਪੰਜਾਬੀ ਪੋਡਕਾਸਟ ਵਿੱਚ ਬੈਠੇ ਹੁੰਦੇ ਨੇ, ਕਦੀ ਕਿਧਰੇ ਟੱਪੇ ਮਾਰੀਏ ਗਾ ਰਹੇ ਨੇ, ਤੇ ਕਦੀ ਕਿਧਰੇ ਜਨਾਬ ਅੱਜ ਕੱਲ ਜਿਹੜੇ ਸ਼ਾਇਦ ਸਾਡੇ ਮਸ਼ਹੂਰ ਸ਼ਾਇਰ ਨੇ ਉਹਨਾਂ ਦਾ ਕਲਾਮ ਗਾ ਰਹੇ ਹੁੰਦੇ ਨੇ। ਮੇਰੀ ਮੁਰਾਦ ਜਨਾਬ ਸਾਬਰ ਵਿਰਕ ਸਾਹਿਬ ਤੋਂ ਹੈ। ਸਾਬਰ ਵਿਰਕ ਸਾਹਿਬ ਤੁਸੀਂ ਆਓ। ਔਰ ਅਜੇ ਹੁਣੇ ਹੀ ਥੋੜੇ ਦਿਨ ਪਹਿਲਾਂ ਮੈਂ ਸੁਣ ਰਿਹਾ ਸਾਂ ਕਿ ਇਹਨਾਂ ਨੇ ਬਾਬਾ ਨਦੀਮ ਕਾਦਰੀ ਸਾਹਿਬ ਜਿਹੜੇ ਨੇ ਸਾਡੇ ਫੈਸਲਾਬਾਦ ਵਾਲੇ ਸ਼ਾਇਰ ਦੋਸਤ ਨੇ, ਇਹਨਾਂ ਦਾ ਕਲਾਮ ਇੱਕ ਸ਼ਾਮ ਸੈਨਾ ਦੇਖ ਲਿਆ ਸੀ, ਬਦਲੀ ਬੈਠੇ ਪੇਸ ਸਾਡੀ ਜਿੰਦ ਨਵਾਨੀ ਕੋ ਦੇਸੀ ਰੁਲ ਕੇ ਵਿੱਚ ਪਰਦੇਸ, ਉਹਨਾਂ ਦੀ ਇੱਕ ਨਜ਼ਮ ਹੈ ਧੀਆਂ ਦੇ ਹਵਾਲੇ ਨਾਲ, ਉਹ ਇਹਨਾਂ ਨੇ ਪੜ੍ਹੀ ਹੈ। ਔਰ ਮੈਂ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਆਓ, ਸਾਨੂੰ ਉਹ ਜ਼ਰੂਰ ਸੁਣਾਓ। ਤੇ ਕਿਵੇਂ ਆਓਗੇ ਤੁਸੀਂ, ਮੈਂ ਲੈਣ ਆਵਾਂ ਜਾਂ ਆ ਜਾਂਦੇ ਹੋ? ਤਾਲੀਆਂ ਨਾਲ ਇਸਤਕਬਾਲ ਕਰੋ ਜਨਾਬ ਸਾਬਰ ਵਿਰਕ ਸਾਹਿਬ। ਬਿਸਮਿਲ੍ਲਾਹ। ਸਾਡੇ ਬੜੇ ਪਿਆਰੇ ਮਿੱਤਰ ਨੇ ਜਨਾਬ, ਔਰ ਹਮੇਸ਼ਾ ਪੰਜਾਬ ਹਾਊਸ ਦਾ ਹਿੱਸਾ ਨੇ, ਸਾਡੀਆਂ ਜਿੰਨੀਆਂ ਵੀ ਤਕਰੀਬ ਹੁੰਦੀਆਂ ਨੇ ਸਾਡੇ ਨਾਲ ਹੁੰਦੇ ਨੇ। ਬੜੀ ਮਿਹਰਬਾਨੀ ਜੀ। ਬਿਸਮਿਲ੍ਲਾਹ ਆਓ। अस्सलाम वालेकुम सामने जी आना अपना बाबा नदीम हुसैन कादरी जी नज़म ਜਿਹੜੀ ਕਿ ਮੈਂ ਰਿਕਾਰਡਿੰਗ ਕਰਵਾਈ ਹੈ ਤੇ ਧੀਆਂ ਦਾ ਦੁੱਖ ਪੇਸ਼ ਕਰ। ਇੱਕ ਬਹੁਤ ਹੀ ਤਲਖ ਹਕੀਕਤ ਹੈ ਧੀਆਂ ਦੇ ਮਾਮਲੇ ਜੋ ਸਮਾਜਰੀ ਦੇ ਵਿੱਚ ਜੋ ਔਰਤ ਨਾਲ ਜੋ ਕੀਤਾ ਮੈਂ ਸਲੂਕ ਕੀਤਾ ਜਾਂਦਾ ਹੈ ਤੇ ਉਹਨੇ ਪੇਸ਼ ਕੀਤਾ ਹੈ। बाबल राज दुलारी सामे तेनू बहुत प्यारी सामे, बाबल राज दुलारी सामे तेनू बहुत प्यारी सामे, तेनू बहुत प्यारी सामे। एक ते चाड़ खिडौंदा सी तू
किन्ने लाड लडाउंदा सी तू मैनू राणो कहंदा सी तू मत्था चुम के वेंदा सी तू ओदी थार ते हाड़ ते पांबड़ मेरी खातर सहंदा सी तू तू ते कहंदा मान सी मैनू आखदा अपनी जान सी मैनू बाबल राज दुलारी सामे तेनू बहुत प्यारी सामे बहुत अच्छे मेरे दुख ते रो पैंदा सी मुड़का तेरा चो पैंदा सी अज केड़ी होनी चुल्ली मेरी शक्ल सियाणी भुल्ली बाबा लत की तैनू होया अखां विचों लौए चोया मेरे खेड खिडौने भुल्ले कैर क्रोध ते चखड़ चुले मैनू अज तू मारन लगे सारी खेड वगाड़न लगे तू ते लाड लड़ाए मैनू एने तीक पढ़ाए मैनू हुण जाहिल ते पल्ले पाने मैथों मेरा जीवन खोने झूठी मुठी गैरत पिछे मैनू फाए लाउना चाहने मैं भी ते इंसान अब्बा मेरे भी अरमान अब्बा मेरा वर भी प्यारा होवे पढ़िया लिखिया तारा होवे अकलमंद सुभाऊ होवे हदों वध कमाऊ होवे वेले दे नाल किंज रवांगी ऐनी औकड़ किंज सवांगी मैं भी ते इंसान अब्बा मेरे भी अरमान अब्बा मैं तेज नहीं करना अब्बा रोज रोज नहीं मरना अब्बा मैं ते तुर तो दुखड़े सहंदी फिर भी मुंह कुछ ना कहंदी मैनू जिंदा गढ़ दे रहने जंगलों दे विच छड़ दे रहने अज भी नाल कुरान विआवण जालम ए करतूत वखावण मैनू पैर दी जुत्ती आखण मैनू पैर दी जुत्ती आखण फिर भी मैं बुल्लां नू सीता शमला उच्चा तेरा कीता वंडी पैते हस बुलांदे विरसा अपने नाल लिखवांदे हिस्सा मेरा वीर ले जांदे फिर भी दिल ते तीर चलांदे अजे भी मैं अपरावां पिट्टी अजे भी मैं लहू दी चिट्टी मेरे देश दे परदानो चंगियो हमदर्द इंसानो मैनू ना इस हाल ते छड़ो इस हनेरे विचों कढो मैनू मेरा हक दो जींदी जाने ना दफनाओ रब रसूल दा मनो कहना छड़ दो पैर दी जुत्ती कहना यार नदीम दा एहो कहना यार नदीम दा एहो कहना तीनों पाओ इल्म दा गहना तीनों पाओ इल्म दा गहना तीनों पाओ इल्म दा गहना वाह 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 बहुत अच्छी बहुत अच्छी
ਸਾਬਰ ਵਿਰਕ ਸਾਹਿਬ ਬਹੁਤ ਅੱਛੇ। ਜਿੱਥੇ ਹੱਥ ਖਾਲੀ ਨੇ ਤੇ ਇੱਕ ਵਾਰੀ ਤਾਲੀਆਂ ਮਾਰ ਦਿਓ। ਕੀ ਬਾਤ ਹੈ। ਲਿਖਿਆ ਬਹੁਤ ਸੋਹਣਾ, ਲੇਕਿਨ ਤੁਸੀਂ ਉਹਨੂੰ ਨਿਭਾਇਆ ਵੀ ਬਕਵਾਸ। ਬਹੁਤ ਅੱਛੇ। ਇਹ ਰਿਕਾਰਡਡ ਜਦੋਂ ਤੁਸੀਂ ਸੁਣੋਗੇ ਤੁਹਾਨੂੰ ਹੋਰ ਅੱਛਾ ਲੱਗੇਗਾ, ਬੜਾ ਬਿਹਤਰ ਹੋਏਗਾ। ਜ਼ਾਹਿਰ ਸਾਊਂਡ ਅੱਛਾ, ਬਾਕੀ ਸਾਰੇ ਅਰੇਂਜਮੈਂਟ ਸਾਰੇ ਨਾਲ ਹੋਣ ਤੇ ਫਿਰ ਚੀਜ਼ ਅੱਛੀ ਹੋ ਜਾਂਦੀ। तो जी गलबात का सिलसिला शुरू करने चौधरी मुतंजन ये एक पंजाबी नावल है और सलीम रजा ठाकर साहब की तखलीक है। ਇਹਦੇ ਤੇ ਅਸੀਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਔਰ ਸਭ ਤੋਂ ਪਹਿਲਾਂ ਜਿਸ ਦੋਸਤ ਨੂੰ ਬੁਲਾ ਜਾ ਰਿਹਾ ਉਹ ਸੀਨੀਅਰ ਜਰਨਲਿਸਟ ਨੇ ਔਰ ਕੰਟੈਂਟ ਮੈਂ ਕਹਿੰਦਾ ਕਿ ਬਹੁਤ ਅੱਛਾ ਔਰ ਬੜਾ ਕਮਾਲ ਲਿਖਦੇ ਨੇ। ਉਸ ਤੋਂ ਇਲਾਵਾ ਉਹਨਾਂ ਦੀ ਖਿਦਮਾਤ ਸਹਾਫਤ ਵਾਸਤੇ ਪੰਜਾਬੀ ਜ਼ੁਬਾਨ ਵਾਸਤੇ ਵੀ ਬਹੁਤ ਜ਼ਿਆਦਾ ਨੇ। मैं बड़ी मोहब्बत में गुजारिश करांगा जनाब नदीम रजा साहब ਨੂੰ ਕਿ ਤੁਸੀਂ ਆਓ ਔਰ ਆਪਣੇ ਵਿਚਾਰ ਸਾਂਝੇ ਕਰੋ। ਤੁਸੀਂ ਤਾਲੀਆਂ ਨਾਲ ਇਸਤਕਬਾਲ ਕਰੋ ਸਾਡੇ ਬੜੇ ਪਿਆਰੇ ਮਿੱਤਰ ਜਨਾਬ ਨਦੀਮ रजा साहब। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਪੰਜਾਬ ਹਾਊਸ ਵਿੱਚ ਅੱਜ ਕੁਝ ਦਿਨਾਂ ਮਗਰੋਂ ਇਕੱਠ ਹੋ ਗਿਆ ਤੇ ਇਕੱਠ ਇਹਦਾ ਸੋਹਣਾ ਹੈ ਕਿ एक खास फिजा है जिदे मगरों गल करना औखा। साबर विरक साहब ने जिन्ना सोहना कलाम चुनिया ते जिवें उन्होंने पेश किया, इस तो पहला वीर इमरान इन्हां दोवां ने खास माहौल बना छड्डिया। जिस माहौल विचों जिस रंग विचों निकलना कोई सौखा काम नहीं है। मौसीकी वैसे भी तासुर का ना है, तासीर का ना है, जिहदे विच तासीर नहीं होंदी वो तखलीक अधूरी होंदी है। ते माशाअल्लाह इन्हां दोवां ने पहली मुबारकबाद दी इन्हां नूं। दूसरी मुबारकबाद असलम बाबू जी नूं कि मौसीकार या गायक उदों ही मुकम्मल होने दे नेड़े अपड़दा है जब उन्होंने शायरी की सूझबूझ होवे, सुनगुन होवे। जब तक वो शायरी या अदब या लिटरेचर तो जानू नहीं होंदा उदी गायकी कभी भी मुकम्मल या अजई नहीं होंदी जिहड़ी बराह रास्त दिल नाल हम कलाम होवे, जिहड़ी बराह रास्त रूह नाल गल करे। ते बाबू जी तुहानू भी ढेर मुबारक। तुसी बहुत सोहने गीत लिखे, नज़मां लिखियां, बहुत सोहनी किताब है। ते उस मगरों जिहड़ी नशिस्त है जिहड़ा इकट्ठ है चौधरी मुतंजन के नाम। मैं चूँकि शायरी ते हर शख्स जिहड़ा जरा भी दर्द दिल रखता है उहदी रूह ते उहदे दिल दे बड़ी नेड़े हुंदी, उहदे जज्बात का इजहार खाओ खुद लिखे या किते किसी होर दी शायरी चुन के बोले, आखे या बयान करे। शायरी हमेशा नसर तो बहुत घट अखरां दे विच इजहार करने का जरिया होती है। लेकिन किसी भी समाज के अदब की पछाण हमेशा नसर होती है। अज भी जब नोबेल या बुकर अवार्ड या इनाम मिलता है तो वो नसरी किताबों में मिलता है, वो कहानी दियां किताबों में मिलता है। शायरी शायद इस करके कि शायरी दे विच वो सच्चाइयां वो हकीकतां उस तरह खुल के राइटर पेश नहीं करता, कारी नूं वो गंढा आप खोलनियां पैंदियां। लिहाजा जो वुसत जो जो लिखत दे विच लिखारी दा हुनर वाज़े होके सामने आउंदा है या वो एक कैनवस दे उत्ते जिस तरह वो तकलीफ करदा है अपनी सोच नूं, अपने शऊर नूं, अपने ख्याल नूं जिस तरह वो तस्वीर बना के पेश करदा है ਉਹਦੇ ਵਿੱਚ ਨਸਰ ਹਮੇਸ਼ਾ ਇੱਕ ਕਦਮ ਅੱਗੇ ਰਹਿੰਦੀ ਹੈ। ਪੰਜਾਬੀ ਬੋਲੀ ਦੇ ਵਿੱਚ ਸਾਡੀ ਸ਼ਾਇਰੀ ਇਤਨੀ ਕੁ ਵਸੀ ਹੈ, ਇਤਨੀ ਕੁ ਬੁਲੰਦ ਪਾਇਆ ਹੈ, ਇਤਨੀ ਵੱਡੀ ਸ਼ਾਇਰੀ ਤਕਲੀਫ ਹੋਈ ਹੈ ਕਿ ਉਹਦੇ ਪਿੱਛੋਂ ਸਾਨੂੰ ਨਸਰ ਵਿਖਾਲੀ ਹੀ ਨਹੀਂ ਗਈ। ਬਹੁਤ ਅੱਛਾ ਕੰਮ ਹੋਇਆ, ਨਸਰ ਦੀ ਕਹਾਣੀ ਬਹੁਤ ਆਲਾ ਲਿਖੀ ਗਈ, ਲੇਕਿਨ ਇਸ ਦੇ ਬਾਵਜੂਦ ਸ਼ਾਇਰੀ ਦਾ ਕੱਦ ਕਾਠ ਇੰਨਾ ਜ਼ਿਆਦਾ ਸੀ। ਬਾਬਿਆਂ ਨੇ ਸ਼ਾਇਰੀ ਕੀਤੀ, ਕਹਾਣੀਆਂ ਵੀ जो जितना भी तकलीकात सन ਉਹਦੇ ਪਿੱਛੇ ਸਾਨੂੰ ਨਸਰ ਬਹੁਤ ਪਿੱਛੇ ਵਿਖਾਈ ਦਿੱਤੀ। ਇਲਿਆਸ ਘੁੰਮਣ ਹੋਰਾਂ ਨੇ ਬਹੁਤ ਵੱਡਾ ਕੰਮ ਕੀਤਾ। ਵੰਡ ਅਸੀਂ ਤੇ ਅੰਮ੍ਰਿਤਾ ਪ੍ਰੀਤਮ ਤੇ ਕੁਝ ਹੋਰ ਨਜ਼ਮਾਂ ਰਾਹੀਂ ਵੰਡ ਦੀ ਕਰਪੜੇ, ਲੇਕਿਨ ਜਿਵੇਂ ਇਲਿਆਸ ਘੁੰਮਣ ਹੋਰਾਂ ਨੇ ਸਾਨੂੰ ਦੱਸਿਆ ਕਿ ਪੰਜਾਬੀ ਦੀ ਕਹਾਣੀ ਜਿਹੜੀ ਪੰਜਾਬੀ ਦੇ ਵਿੱਚ ਜਿਸ ਵਕਤ
ਕੋਈ ਦੁੱਖ ਦਰਦ ਦਾ ਇਜ਼ਹਾਰ ਨਸਰੀ ਰਾਹੀਂ ਲੋਕਾਂ ਤੱਕ ਅੱਪੜਦਾ ਹੈ ਤਾਂ ਉਹ ਵੀ ਕੋਈ ਘੱਟ ਨਹੀਂ ਹੈ। ਫਿਰ ਜ਼ਾਹਿਦ ਹਸਨ ਜੀ ਸਟੇਜ ਤੇ ਬੈਠੇ ਨੇ, ਇਹਨਾਂ ਨੇ ਕਹਾਣੀਆਂ ਅਜਿਹੀਆਂ ਲਿਖੀਆਂ ਕਿ ਇੱਕ ਸ਼ਾਇਰੀ ਤੋਂ ਹਟ ਕੇ, ਪੰਜਾਬੀ ਸ਼ਾਇਰੀ ਤੋਂ ਹਟ ਕੇ ਮੇਰੇ ਜਿਹੇ ਲੋਕਾਂ ਨੂੰ, ਜਿਹੜੇ ਖਾਸ ਅਦਬੀ ਲੋਕ ਨਹੀਂ ਹਨ, ਉਹਨਾਂ ਨੂੰ ਨਸਰ ਨਾਲ ਵੀ ਮੁਹੱਬਤ ਹੋਣੀ ਸ਼ੁਰੂ ਹੋ ਗਈ। ਪਿਛਲੇ ਦਿਨ ਜਦ ਚੌਧਰੀ ਮੁਤੰਜਨ ਛਪ ਰਹੀ ਸੀ ਤੇ ਇਹਦੇ ਛਾਪੇ ਚੜਨ ਤੋਂ ਪਹਿਲਾਂ ਹੀ ਮੈਂ ਇਹਦਾ ਨੁਸਖਾ ਦੇਖਿਆ, ਕੁਝ ਚੀਜ਼ਾਂ ਪੜ੍ਹੀਆਂ, ਮਜ਼ਾ ਆਇਆ। ਉਦੋਂ ਤੀਕਰ ਤੇ ਮੇਰੀ ਰਾਏ ਇਹ ਸੀ ਕਿ ਨਾਵਲ ਅਮੂਮਨ ਇੰਜ ਲਿਖਿਆ ਨਹੀਂ ਜਾਂਦਾ। ਜਿਸ ਬੇਤਕਲਫੀ ਨਾਲ ਇਹਨਾਂ ਨੇ ਇਹ ਤਹਿਰੀਰ ਲਿਖੀ ਔਰ ਜਿਸ ਕਮਾਲ ਮਹਾਰਤ ਦੇ ਨਾਲ ਕਹਾਣੀ ਦੇ ਉੱਤੇ ਗ੍ਰਿਪ ਰੱਖੀ ਔਰ ਜਿਸ ਕਮਾਲ ਤਰੀਕੇ ਦੇ ਨਾਲ ਕਿਰਦਾਰ ਤਖਲੀਕ ਕੀਤੇ ਔਰ ਉਹਨਾਂ ਕਿਰਦਾਰਾਂ ਦਾ ਆਲ ਦੁਆਲਾ, ਉਹਦਾ ਪਸ ਮੰਜ਼ਰ, ਪੇਸ਼ ਮੰਜ਼ਰ, ਉਹਦਾ ਮੰਜ਼ਰਨਾਮਾ ਜਿਵੇਂ ਤਖਲੀਕ ਕੀਤਾ, ਉਹ ਬਹੁਤ ਘੱਟ ਹੁੰਦਾ ਹੈ। ਜੀਟੀ ਰੋਡ ਤੋਂ ਲੱਗ ਕੇ ਆਲ ਦੁਆਲੇ ਦੇ ਸ਼ਹਿਰ, ਕਸਬੇ, ਦਿਹਾਤ, ਉੱਥੋਂ ਦੀਆਂ ਰਸਮਾਂ ਰਿਵਾਜਾਂ, ਨਾਮ, ਲੋਕਾਂ ਦੇ ਇੱਕ ਦੂਜੇ ਨਾਲ ਮੁਕਾਲਮਾ ਕਰਨਾ, ਗੱਲਬਾਤ ਕਰਨਾ, ਸਾਨੂੰ ਪੂਰੇ ਦਾ ਪੂਰਾ ਇੱਕ ਵਸੇਬ ਇਸ ਕਹਾਣੀ ਦੇ ਵਿੱਚ, ਚੌਧਰੀ ਮੁਤੰਜਨ ਦੇ ਵਿੱਚ ਵਿਖਾਈ ਦਿੰਦਾ ਔਰ ਤੁਹਾਨੂੰ ਇੰਝ ਲੱਗਦਾ ਜਿਵੇਂ ਤੁਸੀਂ ਉਹਦੇ ਨਾਲ ਨਾਲ ਟੁਰ ਰਹੇ ਹੋ, ਤੁਸੀਂ ਉਸ ਕਹਾਣੀ ਦਾ ਹਿੱਸਾ ਹੋ, ਉਸ ਕਹਾਣੀ ਦੇ ਵਿੱਚ ਸ਼ਾਮਿਲ ਹੋ। ਜਾਂ ਫਿਰ ਇਹ ਕਹਿ ਲਵੋ ਕਿ ਕਿਸੇ ਵੀ ਲਿਖਾਰੀ ਦੀ ਨਿਰਾਜ ਉਹ ਹੁੰਦੀ ਹੈ ਜਿਸ ਵਕਤ ਉਹ ਕਾਰੀ ਨੂੰ ਆਪਣੀ ਕਹਾਣੀ ਦਾ ਹਿੱਸਾ ਬਣਾ ਲਵੇ, ਕਹਾਣੀ ਦਾ ਇੱਕ ਕਿਰਦਾਰ ਬਣਾ ਲਵੇ। ਮੈਨੂੰ ਤੇ ਕਮ ਅਜ਼ ਕਮ ਇਹ ਮਹਿਸੂਸ ਹੋਇਆ ਕਿ ਮੈਂ ਵੀ ਕਿਤੇ ਚੌਧਰੀ ਮੁਤੰਜਨ ਦੇ ਆਲੇ ਦੁਆਲੇ ਲਗਾ ਫਿਰਨਾ, ਕਦੀ ਉਹਦੀਆਂ ਗੱਲਾਂ ਸੁਣਨਾ, ਕਦੀ ਉਹਦੇ ਨਾਲ ਗੱਲਬਾਤ ਕਰਨਾ, ਕਦੀ ਕੋਈ ਸ਼ਿਕਾਇਤਾਂ ਉਹਦੀਆਂ ਹੁੰਦੀਆਂ ਨੇ, ਕਦੀ ਮੇਰੀਆਂ ਹੁੰਦੀਆਂ ਨੇ, ਤੇ ਬਹੁਤ ਸਾਰੇ ਲੋਕ ਜਿਹੜੇ ਮੇਰੇ ਆਲੇ ਦੁਆਲੇ ਵਸਦੇ ਨੇ, ਇਹ ਵੀ ਚੌਧਰੀ ਮੁਤੰਜਨ ਦੇ ਆਂਢ ਗੁਆਂਢ ਕਿਤੇ ਰਹਿੰਦੇ। ਪਹਿਲੀ ਰਾਏ ਇਹ ਸੀ ਕਿ ਕਹਾਣੀ ਇੰਜ ਤੇ ਕੋਈ ਨਹੀਂ ਲਿਖਦਾ। ਦੂਸਰੀ ਰਾਏ ਇਹ ਹੋਈ ਕਿਤਾਬ ਵੇਖਣ ਮਗਰੋਂ ਕਿ ਕਹਾਣੀ ਜਾਂ ਨਾਵਲ ਇੰਜ ਕੋਈ ਛਾਪਦਾ ਵੀ ਨਹੀਂ। खूबसूरत नावल, इतना खूबसूरत नावल कि एक ਹੁੰਦਾ ਹੈ ਨਾ ਜੀ ਸ਼ਕਲੋ ਸੂਰਤ ਸੋਹਣੀ ਹੋਵੇ ਤੇ ਉਹ ਵੇਖ ਕੇ ਤੇ ਤੁਹਾਡਾ ਦਿਲ ਆਪੇ ਹੀ ਬਾਹਰ ਨਿਕਲ ਜਾਂਦਾ ਹੈ ਤੇ ਜਿਸ ਵਕਤ ਸੀਰਤ ਵੀ ਅੱਛੀ ਹੋਵੇ। ਇਸ ਜਿਲਦ ਦੇ ਅੰਦਰ ਜੋ ਕਹਾਣੀ ਛੁਪੀ ਹੋਈ ਤੇ ਇਹ ਦੋ ਆਤਸ਼ਾ ਹੈ, ਇਹ ਸ਼ਰਾਬ ਦੇ ਵਿੱਚ ਸ਼ਰਾਬ ਮਿਲ ਕੇ ਨਸ਼ਾ ਜਿਹੜਾ ਦੁਬਾਲਾ ਕਰਨ ਵਾਲੀ ਗੱਲ ਹੈ। ਤੇ ਅਖੀਰ ਇੱਕ ਹੋਰ ਗੱਲ, ਕਿਸੇ ਵੱਡੇ ਲਿਖਾਰੀ ਤੋਂ ਪੁੱਛਿਆ, ਕਿਸੇ ਨਾਕਦੀਨ ਉਹਦੇ ਤੇ ਬੜੀ ਤਨਕੀਦ ਕਰਦੇ ਸਨ, ਨਕਾਦਾਂ ਦਾ ਲਿਖਾਰੀ ਨਹੀਂ ਸੀ, ਕਹਾਣੀਕਾਰ ਨਹੀਂ ਸੀ, ਉਹਦੇ ਤੋਂ ਪੁੱਛਿਆ ਕਿ ਅਗਰ ਇੱਕ ਬੁੱਕ ਸ਼ੈਲਫ ਦੇ ਵਿੱਚ ਦੁਨੀਆ ਦੇ ਵੱਡੇ ਲਿਖਾਰੀਆਂ ਦੀਆਂ ਕਿਤਾਬਾਂ ਹੋਣ ਤੇ ਤੁਹਾਡੀ ਕਿਤਾਬ ਕਿੱਥੇ ਹੋਵੇ? ਉਹਨੇ ਜਵਾਬ ਦਿੱਤਾ ਕਿ ਮੇਰੀ ਕਿਤਾਬ ਪੜ੍ਹਨ ਵਾਲੇ ਦੇ ਟੇਬਲ ਤੇ ਹੋਵੇ। ਇਸ ਕਿਤਾਬ ਬਾਰੇ ਅਸੀਂ ਆਖ ਸਕਦੇ ਹਾਂ ਕਿ ਇਹਦੇ ਵਿੱਚ ਤਾਸੀਰ ਵੀ ਹੈ ਔਰ ਕਾਰੀ ਨੂੰ ਆਪਣੇ ਨਾਲ ਲੈ ਕੇ ਟੁਰਨ ਦਾ ਜਿਹੜਾ ਹੁਨਰ ਹੈ, ਜਿਹੜਾ ਜਾਦੂ ਅਸਰ, ਇਹ ਦੋਨੋਂ ਚੀਜ਼ਾਂ। ਬਾਕੀ ਕਹਾਣੀ ਦੇ ਖੇਤਰ ਦਾ ਅਜੋਕੇ ਵੇਲੇ ਦਾ ਸਭ ਤੋਂ ਵੱਡਾ ਨਾਮ ਇਲਿਆਸ ਘੁਮਣ ਜੀ ਵੀ ਮੌਜੂਦ ਨੇ ਤੇ ਜਨਾਬ ਮੁਹਤਰਮ ਜ਼ਾਹਿਦ ਹਸਨ ਸਾਹਿਬ ਵੀ ਤੇ ਰਾਏ ਸਾਹਿਬ ਦੀ ਸ਼ਾਇਰੀ ਇਹਨਾਂ ਦੀ ਨਸਰ ਦੇ ਉੱਤੇ ਬੜਾ ਜ਼ੁਲਮ ਕਰਦੀ ਹੈ। ਇਹਨਾਂ ਦੀ ਨਸਰ ਅਸੀਂ ਸੁਣੀ ਵੀ ਹੈ, ਪੜ੍ਹੀ ਵੀ ਹੈ ਤੇ ਰਾਏ ਸਾਹਿਬ ਵੀ ਮਹਾਨ ਆਦਮੀ ਨੇ, ਅਸਲ ਤਬਸਰਾ ਤੇ ਉਹੀ ਕਰਨਗੇ। ਤੇ ਅਖੀਰ ਉੱਤੇ ਮੁਦੱਸਰ ਇਕਬਾਲ ਭੱਟ ਜੀ, ਬਿਲਾਲ ਮੁਦੱਸਰ ਭੱਟ, ਤੇ ਇਸ ਕਿਤਾਬ ਨੂੰ ਛਾਪੇ ਚਾੜਨ ਵਾਲੇ ਉਹ ਸਾਰੇ ਕਿਰਦਾਰ, ਅਲੀ ਕੈਸਰ, ਅਲੀ ਬਾਬਰ, ਇਹ ਸਭ ਦੇ ਸਭ ਸਰਾਨਯੋਗ ਨੇ, ਮੁਬਾਰਕਬਾਦ ਦੇ ਮੁਸਤਹਿਕ ਨੇ। ਕਿਉਂ ਜੀ? ਇਸ ਤੋਂ ਪਹਿਲਾਂ ਨਾਵਲ ਇਹੋ ਜਿਹਾ ਕੋਈ ਨਹੀਂ ਛਪਿਆ, ਇਹ ਪਹਿਲਾ ਨਾਵਲ ਹੈ ਔਰ ਉਹ ਵੀ ਪੰਜਾਬ ਹਾਊਸ ਬਾਬਾ ਫਰੀਦ ਬੁੱਕ ਫਾਊਂਡੇਸ਼ਨ ਦਾ ਕ੍ਰੈਡਿਟ ਹੈ ਕਿ ਇਹਨਾਂ ਨੇ ਛਾਪ ਕੇ ਇਸ ਨਾਵਲ ਦੇ ਨਾਲ ਨਾਲ ਆਪਣੇ ਆਪ ਨੂੰ ਵੀ ਬਹੁਤ ਸ਼ੁਕਰੀਆ। बहुत शुक्रिया, मेहरबानी। ਅਸੀਂ खुशामदीद कहने हैं साढ़े बड़े प्यारे मित्र जनाब डॉक्टर नज़र चौधरी साहब तशरीफ ले आए, उन्होंने नाल जनाब अफजल साहिर तशरीफ ले आए। बहुत शुक्रिया, मेहरबानी, खैर होवे। दीगर जिन्हें भी दोस्त अहबाब नाल ने सबका बहुत शुक्रिया, बड़ी मेहरबानी, खैर होवे जनाब, खुश रहो, सलामत रहो, तशरीफ रखो जी। लो जी, ਤੁਸੀਂ ਗੱਲਬਾਤ ਸੁਣੀ ਨਦੀਮ ਰਜ਼ਾ ਸਾਹਿਬ ਦੀ, ਔਰ ਨਦੀਮ ਰਜ਼ਾ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ ਕਿਤਾਬ ਦੇ ਹਵਾਲੇ ਨਾਲ, ਨਾਵਲ ਦੇ ਹਵਾਲੇ ਨਾਲ। ਕਹਿੰਦੇ ਨੇ ਕਿ ਜਦੋਂ ਕੋਈ ਕਿਸੇ ਨੂੰ ਨਵੀਂ ਕਿਤਾਬ ਮਿਲਦੀ ਹੈ ਨਾ, ਤੇ ਕਿਸੇ ਨੇ ਕਿਹਾ, ਕਿਸੇ ਵੱਡੇ ਬੰਦੇ ਨੇ ਕਿਹਾ ਜਦੋਂ ਨਵੀਂ ਕਿਤਾਬ ਮੈਨੂੰ ਮਿਲਦੀ ਹੈ
ਤੇ ਮੈਨੂੰ ਐਂ ਲੱਗਦਾ ਜਿਵੇਂ ਕੋਈ ਮੇਰਾ ਨਵਾਂ ਯਾਰ ਬਣ ਗਿਆ ਹੈ। ਉਹਨੇ ਕਿਸੇ ਨੇ ਸਵਾਲ ਕੀਤਾ ਨਾ ਕਿ ਤੂੰ ਪੁਰਾਣੀ ਕਿਤਾਬ ਫਿਰ ਨਾ ਕਿ ਜਦੋਂ ਪੁਰਾਣੀ ਕਿਤਾਬ ਪੜ੍ਹਨਾ ਫਿਰ ਇੰਝ ਲੱਗਦਾ ਜਿਵੇਂ ਕਿਸੇ ਪੁਰਾਣੇ ਵੈਲੀ ਨਾਲ ਸੱਜਣ ਨਾਲ ਬੜੀ ਦੇਰ ਬਾਅਦ ਮੁਲਾਕਾਤ ਹੋ ਰਹੀ ਹੈ। ਇਸ ਲਈ ਕਿਤਾਬ ਇੱਕ ਦੋਸਤ ਦੀ हैसियत लगती ਔਰ ਕਿਤਾਬ ਅਸੀਂ ਪੜ੍ਹਨ ਵਾਲੇ ਹੋ ਜਾਈਏ ਫਿਰ ਤੋਂ ਤੇ ਫਿਰ ਵੇਖਿਓ ਜੀ ਕਿੰਨੀ ਜ਼ਿੰਦਗੀ ਮਜ਼ੇਦਾਰ ਹੋ ਜਾਂਦੀ ਹੈ। ਤਾਂ ਜੀ ਬਿਲਾ ਤਾਖੀਰ ਅਸੀਂ ਗੱਲਬਾਤ ਦੇ ਸਿਲਸਿਲੇ ਨੂੰ ਜਾਰੀ ਰੱਖਦੇ ਹਾਂ। ਸਾਡੇ ਕੋਲ ਮੌਜੂਦ ਨੇ ਜਿਵੇਂ ਗਰੀਦੀਪ ਸਾਹਿਬ ਨੇ ਗੱਲ ਕੀਤੀ ਹੈ ਕਿ ਕਹਾਣੀ ਦੇ ਹਵਾਲੇ ਨਾਲ ਬਹੁਤ ਵੱਡਾ ਨਾਮ ਕਿ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਆਪਣੀ ਕਹਾਣੀ ਰਾਹੀਂ ਜਿਹੜਾ ਧੁਮਾ ਪਾਈਆਂ ਨੇ ਮਨੇ ਬਰਮਨੇ ਲਿਖਾਰੀ ਨੇ। ਅਜੇ ਹੁਣੇ ਹੀ ਮਾਨਚੈਸਟਰ ਦੇ ਵਿੱਚ WhatsApp ਦੇ ਨਾਲ ਜਿਹੜੀ ਸਾਡੀ ਦੂਜੀ ਆਲਮੀ ਪੰਜਾਬੀ ਕਾਨਫਰੰਸ ਸੀ ਉਹਦੇ ਵਿੱਚ ਸ਼ਾਮਲ ਸਨ, ਪੇਸ਼ ਸਨ ਔਰ ਪੰਜਾਬ ਹਾਊਸ ਦਾ ਹਿੱਸਾ ਨੇ। ਸਾਨੂੰ ਹਮੇਸ਼ਾ ਇਸ ਗੱਲ ਤੇ ਮਾਣ ਹੈ ਕਿ ਸਾਡੀ ਤਕਰੀਬ ਜਾਂ ਹਰ ਗੱਲ ਦੇ ਵਿੱਚ ਉਹ ਸਾਡੇ ਨਾਲ ਹੁੰਦੇ ਨੇ। ਮੈਂ ਕਿ ਮੇਰਾ ਮਾਣ ਕੀ ਬਲਕਿ ਸਾਡੇ ਸਾਰਿਆਂ ਦਾ ਮਾਣ ਜਨਾਬ ਪ੍ਰੋਫੈਸਰ ਜ਼ਾਹਿਦ ਹਸਨ ਸਾਹਿਬ, ਤੁਹਾਡੇ ਸਭ ਦੀ ਤਾਲੀਆਂ ਜਨਾਬ ਪ੍ਰੋਫੈਸਰ ਜ਼ਾਹਿਦ ਹਸਨ। बहुत शुक्रिया जनाब। असलम बाबू साहब ने ना मिठाई खवाती कि मेरी तकरीब तो हो गई है, अगे फिर कोई ना बोल सके, ठीक है ना। सो बिल्कुल जिस तरह के नदीम साहब ने कहा ना कि जी कुछ दिनों बाद तकरीब हो रही है पंजाब हाउस ते मैं समझना कि पंजाब हाउस ने भी और असलम बाबू साहब ने भी और दोस्तों ने बिल्कुल शायान शान अज की तकरीब है। बहुत सारे अहम जोड़े लोग ने मैं समझना कि पूरा पंजाब का एक कहना चाहिए कि माइंड जहनी जहन जोड़े ने वो इकट्ठे मौजूद ने। पहली मसला ये होया कि मैनू जो इनविटेशन भी मिले और पहली जी चीज़ भी मिली वो हाफिज साहब ने मैनू पेश करती बहुत पहले किताब असलम बाबू साहब की। तो हुणे उन्होंने ना एक जिक्र किया क्योंकि मेरे ज़हन में बार बार बहुत सारी चीज़ां जिहड़ियां ना चल रही सन कि कुछ अर्सा इन्हां ते पहले फायरिंग हुई और उन्होंने दस्सिया कि जी 300 खोल जिहड़े ने मिले। तो मैं सोच रहा सी मैं कि यार इन्नी ज़्यादा पंजाब नूं रिच कर रहे हैं साडे जिहड़े गायक ने और मेरे ज़हन ना सिद्धू मूसेवाले का भी नाम आ रहा सी। और इतफाक की गल है कि मैं उन्होंने सुनना जोड़ा है उसकी डैथ की खबर जो आई उस तो बाद यानी शुरू किया। सो साड़ी जी रवायत है ना जी ये गायकी की और शायरी की जी है फोक शायरी हो या दूसरी शायरी हो असी देखते हैं कि सानू सूफिया भी बहुत सारे ऐसे मिलते हैं। मतलब बहुत वड्डी मिसाल जी है कि शाह हुसैन दी है। जो तुम शाह हुसैन साहब दी काफियां पढ़ते हो तो उहदे नाल हर काफी का राग लिखा हुआ है कि एक काफी जी है इस राग में गाई जाएगी। और शाह हुसैन बारे जी किताबां लिखियां गई मुख्तलिफ चाहे पीर मुहम्मद दी सी या चाहे हकीकतुल फुकरा सी तो उहदे च भी ना उन्होंने कई जगह ते दस्सिया कि वो गाते भी रहते सन और नचते भी रहते सन। सो ये जी एक ट्रेडिशन सी साडी या जी एक रवायत सी पंजाब की वो हमेशा तो जारी सारी रही है। ये रवायत बहुत मजबूत सी साडे पंजाब विच। मसलन सूफिया का तो जिक्र किया असी जो सुनते हैं ना फोक गाते हैं आलम लुआर तो भावें उन्होंने शायरी है सी या नहीं वो अपना नाम इस्तेमाल कर लेंगे सन आलम है तेरा तेरा दुनिया ते काम की वो भी छड़ चलिया जिदे तन नाल दम सी दुनिया ते काम की एवें हर एक नूं नहीं सजन बनाई दा। सो उस तो बाद फिर साडे कोल मिसाल आउंदी है जी शौकत अली दी और उन्होंने शायरी भी की और उन्होंने गाया भी। लेकिन जी बहुत रिच जी सानू चीज़ मिल रही है और उसकी जरूरत है हमेशा तो। मतलब मैं तो इन्होंने तनाजुर की गल कर रहा कि तुसीं मशरकी पंजाब में देखते हो तो सब तुहानूं ना मिलते हैं। हुणे मैं नाम उसका लिया सिद्धू मूसेवाले का, फिर सतिंदर सरताज है, गुरदास मान है, हरभजन मान है, फिर जनाब वो काका है एक है, फिर जानी है दलजीत दोसांझ है। इतने ज्यादा लोग ने उन्होंने क्यों मेरा नहीं ख्याल कि कोई ज्यादा लोग जिहड़े ने दूसरे की शायरी पढ़ते हो तो ज्यादातर क्योंकि उन्होंने कोल जिहड़ा एक बंदा ना जी जानी वो तो कमाल ही है, म्यूजिशियन भी है, गायक भी है और होर भी बहुत सारे शायर भी है।
ਔਰ ਕਮਾਲ ਦੀ ਸ਼ਾਇਰੀ ਕਰਦਾ। ਸੋ ਸਾਡੇ ਕਲਚਰ ਨੂੰ, ਸਾਡੀ ਤਹਿਜ਼ੀਬ ਨੂੰ, ਸਾਡੀ ਜ਼ਬਾਨ ਨੂੰ ਇਨਰਿਚ ਕਰਨ ਵਾਸਤੇ ਇਹਨਾਂ ਜਿਹੇ ਲੋਕਾਂ ਦੀ ਬਹੁਤ ਜ਼ਰੂਰਤ ਹੈ। ਔਰ ਮੈਂ ਇਹ ਜਿਹੜੀ ਹੈ ਉਸ ਦਿਨ ਤੋਂ ਪੂਰੀ ਇਹਨਾਂ ਦੀ ਕਿਤਾਬ ਪੜ੍ਹ ਲਈ ਅਗਰ ਤੇ ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਯਾਨੀ ਦੇਖੋ ਨਾ ਇਹਦੇ 'ਚ ਉਹਨਾਂ ਨੇ ਛੱਲਾ ਵੀ ਆਪਣਾ ਲਿਖਿਆ, ਉਹਦੇ 'ਚ ਉਹਨਾਂ ਨੇ ਜੁਗਨੀ ਵੀ ਆਪਣੀ ਲਿਖੀ, ਔਰ ਉਹਦੇ 'ਚ ਹੀਰ ਦਾ ਕਿੱਸਾ ਜਿਹੜਾ ਹੈ ਔਰ ਵਾਰਿਸ ਸ਼ਾਹ ਬਾਰੇ ਵੀ ਲਿਖਿਆ। ਪੰਜਾਬ ਦੇ ਹਵਾਲੇ ਨਾਲ ਬਹੁਤ ਸਾਰੀਆਂ ਚੀਜ਼ਾਂ ਨੇ, ਰੰਗਲਾ ਪੰਜਾਬ ਜਿਹੜੀ ਇਹਨਾਂ ਦੀ ਨਜ਼ਮ ਹੈ, ਔਰ ਬੇਸ਼ੁਮਾਰ ਚੀਜ਼ਾਂ ਨੇ ਤਸਵੁਫ ਦੇ ਹਵਾਲੇ ਨਾਲ ਵੀ। ਮੇਰਾ ਖਿਆਲ ਹੈ ਕਿ ਜਿਵੇਂ ਜਿਵੇਂ ਖੁੱਲਦੇ ਜਾਣਗੇ ਨਾ ਤੇ ਆਪਣਾ ਜਿਹੜਾ ਵਿਜ਼ਨ ਹੈ ਔਰ ਆਪਣੀ ਜਿਹੜੀ ਸੋਚ ਉਹਨੂੰ ਕਰਨਗੇ ਤੇ ਮੇਰੇ ਖਿਆਲ ਹੈ ਕਿ ਸਾਨੂੰ ਇਨਸ਼ਾਅੱਲਾ ਸਾਡੇ ਪਾਕਿਸਤਾਨੀ ਪੰਜਾਬ ਵਿੱਚ ਵੀ ਉਸ ਤਰ੍ਹਾਂ ਦੇ ਲੋਕ ਜਿਹੜੇ ਨੇ ਉਹ ਮਿਲਣਗੇ ਜਿਹੜੇ ਕਿ ਬਹੁਤ ਅਹਿਮ ਕੰਮ ਕਰਨਗੇ। ਅੱਛਾ, ਦੂਸਰੀ ਗੱਲ ਹੈ ਕਿ ਮੈਂ ਜਿਹੜਾ ਨਾ ਪੜ੍ਹਦਾ ਜਿਹੜਾ ਹੈ ਉਹ ਨਹੀਂ ਕਰਨਾ ਚਾਹੀਦਾ, ਯਾਨੀ ਆਪਣਾ ਜਿਹੜਾ ਕੰਮ ਹੁੰਦਾ ਨਾ ਕਿ ਛੱਡ ਦਿੱਤਾ, ਕਿਉਂਕਿ ਮੇਰਾ ਨਾਂ ਨਹੀਂ ਸੀ ਉਹਦੇ ਸ਼ਾਮਿਲ ਉਹਨਾਂ ਦੇ ਨਾਵਲ ਵਿੱਚ। ਤੇ ਮੈਂ ਕਿ ਚਲੋ ਜੀ ਉਹ ਫਿਰ ਮੈਂ ਪੜ੍ਹਾਂਗਾ ਆਰਾਮ ਨਾਲ ਉਹਦੇ ਤੇ, ਲੇਕਿਨ ਕਿਉਂਕਿ ਉਹਨਾਂ ਦਾ ਕੰਮ ਪਹਿਲੇ ਪੜ੍ਹਿਆ। ਦੂਸਰੀ ਮੇਰੀ ਖਾਹਿਸ਼ ਬਹੁਤ ਜ਼ਿਆਦਾ ਸੀ ਕਿ ਸਾਡੇ ਉਸਤਾਦ ਮੁਹਤਰਮ ਨੇ ਸਈਦ ਬੂਟਾ ਸਾਹਿਬ, ਉਹਨਾਂ ਦਾ ਨਾਮ ਸੀ ਮੌਜੂਦ, ਤੇ ਅਸੀਂ ਹਮੇਸ਼ਾ ਉਹਨਾਂ ਤੋਂ ਸਿੱਖਦੇ ਹਾਂ। ਔਰ ਬਿਲਕੁਲ ਬਹੁਤ ਸਾਰੇ ਦੋਸਤ ਜਾਣਦੇ ਨੇ ਕਿ ਉਹ ਹਰ ਹਾਰੀ ਸਾਰੀ ਤੇ ਜਾਂ ਆਮ ਕਿਤਾਬ ਤੇ ਲਿਖਦੇ ਵੀ ਨਹੀਂ, ਨਾ ਗੱਲ ਕਰਦੇ ਨੇ। ਤੇ ਮੇਰਾ ਖਿਆਲ ਸੀ ਕਿ ਉੱਥੋਂ ਵੀ ਮੈਨੂੰ ਇੱਕ ਤਨਾਜ਼ੁਰ ਮਿਲੇਗਾ ਕਿ ਉਹ ਜਦੋਂ ਉਹਦੇ ਤੇ ਗੱਲਬਾਤ ਕਰਨਗੇ। ਲੇਕਿਨ ਮੈਂ ਕਾਫੀ ਨਾਵਲ ਪੜ੍ਹ ਲਿਆ ਤੇ ਹੁਣੇ ਜਿਹੜੀ ਸੀ ਅਸਲ ਵਿੱਚ ਨਜ਼ਮ ਸੁਣੀ ਵਿਰਕ ਸਾਹਿਬ ਦੀ ਆਵਾਜ਼ ਵਿੱਚ ਗੁਲਾਮ ਹੁਸੈਨ ਨਦੀਮ ਦੀ, ਤੇ ਇਹਦੇ ਅੰਦਰ ਵੀ ਨਾ ਬੇਸਿਕ ਬੁਨਿਆਦੀ ਜਿਹੜੀ ਚੀਜ਼ ਇਸ ਨਾਵਲ ਦੇ ਅੰਦਰ ਅਗਰਚੇ ਕਰੈਕਟਰ ਹੈਗਾ, ਔਰ ਇਹ ਦੋ ਤਰ੍ਹਾਂ ਦੇ ਲਿਖਣ ਦੇ ਤਰੀਕੇ ਹੁੰਦੇ ਨੇ। ਫਿਕਸ਼ਨ ਜਿਹੜਾ ਹਮੇਸ਼ਾ ਤੋਂ ਮਤਲਬ ਕਿ ਚੀਜ਼ ਰਹੀ ਹੈ ਮੌਜੂਦ ਕਿ ਇੱਕ ਹੁੰਦਾ ਹੈ ਕਿ ਇੱਕ ਜਿਹੜੀ ਸਮਾਜ ਦੀ ਜਿਹੜੀ ਉੱਪਰਲੀ ਸਤ੍ਹਾ ਹੈ, ਉੱਪਰਲੀ ਜਿਹੜੀ ਤਹਿ ਹੈ, ਯਾਨੀ ਉਹਦੀ ਜਿਹੜੀ ਖੱਲ ਹੈ ਉਹ, ਔਰ ਉਹਦਾ ਜਿਹੜਾ ਵਸਬ ਹੈ ਜਾਂ ਉਹਦੇ ਜਿਹੜੇ ਆਦਾਤ ਨੇ ਉਹ ਤੁਸੀਂ ਮੁਆਸ਼ਰੇ ਨੂੰ ਦਿਖਾਉਂਦੇ ਹੋ। ਉਸ ਤੋਂ ਬਾਅਦ ਸਾਡਿਆਂ ਜਿਹੜੀ ਟ੍ਰੈਡੀਸ਼ਨ ਚੱਲੀ ਉਹ ਸਾਡਿਆਂ ਮੌਜੂਦ ਹੋਏਗੀ, ਸੂਫੀਆ ਦੇ ਜ਼ਰੀਏ ਆਣੀ ਚਾਹੀਦੀ ਸਾਡੇ ਫਿਕਸ਼ਨ ਹੈ। ਲੇਕਿਨ ਉਹਦੇ ਬਹੁਤ ਵੱਡਾ ਇੱਕ ਰਾਈਟਰ ਜਿਹੜਾ ਕਿ ਬਹੁਤ ਘੱਟ ਉਮਰ ਵਿੱਚ ਮਰ ਗਿਆ, ਉਹਦਾ ਨਾਮ ਕਾਫਕਾ, ਔਰ ਉਸਨੇ ਆਪਣੇ ਅੰਦਰ ਦੀ ਜਿਹੜੀ ਇੱਕ ਆਪਣੀ ਸ਼ਖਸੀਅਤ ਹੈ, ਯਾਨੀ ਜਿਹੜਾ ਵਜੂਦ ਹੈ, ਉਹਦਾ ਬਾਤਨ ਜਿਹੜਾ, ਉਹਦੇ ਬਾਰੇ ਲਿਖਣ ਦੀ ਕੋਸ਼ਿਸ਼ ਕੀਤੀ। ਤੇ ਇਹ ਦੋ ਬਹੁਤ ਜ਼ਿਆਦਾ ਵੱਡੇ ਟ੍ਰੈਂਡਸ ਨੇ ਜਿਹੜੇ ਯਾਨੀ ਸਾਡੇ ਸਾਨੂੰ ਫਿਕਸ਼ਨ ਵਿੱਚ ਮਿਲਦੇ ਨੇ। ਤੇ ਜਿਤਨੀ ਚੀਜ਼ਾਂ ਮੈਂ ਹਾਲੀ ਇਹਨਾਂ ਦੀਆਂ ਪੜ੍ਹੀਆਂ ਨੇ, ਉਹ ਕਹਾਣੀ ਮੈਂ ਪੜ੍ਹ ਰਿਹਾ ਕਿਉਂਕਿ ਉਹਦੇ ਚੋਂ ਜਿਹੜਾ ਚੌਧਰੀ ਸਾਹਿਬ ਨੇ ਉਹ ਇੱਕ ਸ਼ਾਦੀ ਕਰਦੇ ਨੇ, ਫਿਰ ਦੂਸਰੀ ਕਰਦੇ ਨੇ, ਪਹਿਲੀ ਵੀ ਤਲਾਕ ਦੇ ਦਿੰਦੇ ਨੇ, ਦੂਸਰੀ ਨੂੰ ਵੀ ਲਿਖ ਦਿੰਦੇ ਨੇ, ਔਰ ਉਹ ਜਿਹੜੀ ਔਰਤ ਨੂੰ ਲਿਖਦੇ ਨੇ ਉਹ ਪ੍ਰੈਗਨੈਂਟ ਹੁੰਦੀ ਹੈ, ਔਰ ਕੁਛ ਅਰਸੇ ਬਾਅਦ ਜਿਹੜਾ ਉਹ ਬੱਚੀ ਪੈਦਾ, ਫਿਰ ਉਹ ਸਾਊਥ ਅਫਰੀਕਾ ਵਗੈਰਾ ਚਲੇ ਜਾਂਦੇ ਨੇ, ਉੱਥੇ ਵੀ ਸ਼ਾਦੀ ਕਰ ਲੈਂਦੇ ਨੇ, ਫਿਰ ਵਾਪਸ ਆ ਜਾਂਦੇ ਨੇ। ਤੇ ਫਿਰ ਜਦੋਂ ਬੱਚੀ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਕੰਡੀਸ਼ਨ ਵਿੱਚ ਜ਼ਿੰਦਗੀ ਗੁਜ਼ਾਰ ਰਹੀ ਹੈ ਜਾਂ ਗੁਜ਼ਾਰਦੀ ਹੈ, ਉਹ ਫਿਰ ਕੋਸ਼ਿਸ਼ ਕਰਕੇ ਜਦੋਂ ਵਾਲਿਦ ਨੂੰ ਮਿਲਦੀ ਹੈ ਤੇ ਫਿਰ ਵਾਲਿਦ ਦੀ ਜਿਹੜੀ ਉਹਦੀ ਤਬਾਹ ਹੈ ਜਾਂ ਉਹਦੀ ਜਿਹੜੀ ਨਫਸੀਆਤ ਹੈ ਜਾਂ ਜਿਹੜਾ ਉਹਦਾ ਮਿਜ਼ਾਜ ਉਹਦੇ ਤਬਦੀਲੀ ਆਉਂਦੀ ਹੈ। ਸੋ ਜਿਹੜੀ ਇੱਕ ਖੌਲ ਹੈ ਨਾ ਸਾਡੀ ਸੋਸਾਇਟੀ ਦਾ ਜਾਂ ਸਾਡੇ ਮੁਆਸ਼ਰੇ ਦਾ, ਉਹਦੇ ਚ ਇਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਤੇ ਬਹੁਤ ਹੱਦ ਤੱਕ ਕਾਮਯਾਬ ਹੋਇਆ। ਬਹੁਤ ਸ਼ੁਕਰੀਆ ਜੀ, ਬੜੇ ਮਿਹਰਬਾਨੀ। बहुत शुक्रिया, बड़ी मेहरबानी जनाब, खैर सलामत रहो। मैं साढ़े परौने भी ने, मेज़बान भी ने, वीर भी ने। असल पंजाबियों का ही तो वादा है ना, परौने हो के भी परौने नहीं है, तो हर थां अपनी अपनी लगती। तो पंजाब उस थां ऐसी है कि हर आने वाला बंदा ये उसकी अपनी ही थां है। इंज ही डॉक्टर अजहर चौधरी साहब तशरीफ ले आए ने, तो मैं चाहांगा इत्थे आउंदे रस्ते च एक फुलां दी रस्म है, व्हाट्सएप वो भी कर लैणगे, तो फिर उन्नी देर तक तुसीं इत्थे स्टेज वाली इस कुर्सी ते नेड़े आ जाओ। ਤੇ ਆਓ ਤੁਸੀਂ ਤਾਲੀਆਂ ਵਜਾਓ ਡਾਕਟਰ ਅਜ਼ਹਰ ਚੌਧਰੀ ਸਾਹਿਬ ਵਾਸਤੇ। ਇਹ ਲੰਡਨ ਤੋਂ ਆਏ ਨੇ ਬਿਲਕੁਲ ਜਨਾਬ, ਇਹ ਜਿਹੜੀ ਸਾਡੀ ਆਲਮੀ ਕਾਨਫਰੰਸ ਸੀ ਮਾਂਚੈਸਟਰ, ਉਹਦੇ ਵਿੱਚ ਵੀ ਇਹ ਨਾਲ ਸਨ, ਇੱਥੇ ਵੀ ਸਾਡੇ ਨਾਲ ਹੁੰਦੇ ਨੇ। ਤੇ ਬਹੁਤ ਸ਼ੁਕਰੀਆ, ਮਿਹਰਬਾਨੀ, ਤੁਸੀਂ ਤਸ਼ਰੀਫ ਲਿਆਏ ਹੋ। ਤੇ ਫੋਟੋ ਤੋਂ ਬਾਅਦ ਇੱਕ ਸਟੇਜ ਤੇ ਆਓ, ਇੱਥੇ ਆ ਜਾਓ। ਮਿਹਰਬਾਨੀ ਸਰ, शुक्रिया जनाब, बड़ी मेहरबानी।
ਅੱਛਾ ਜੀ, ਗੱਲਬਾਤ ਦਾ ਸਿਲਸਿਲਾ ਅੱਗੇ ਵਧਾ ਰਹੇ ਹਾਂ ਕਿਉਂਕਿ ਪ੍ਰੋਗਰਾਮ ਜਿਵੇਂ ਕਿ ਅਸੀਂ ਅਰਜ਼ ਕਰ ਰਹੇ ਹਾਂ ਕਿ ਲੇਟ ਹੋਇਆ, ਲੇਟ ਸ਼ੁਰੂ ਹੋਣ ਦੀ ਵਜ੍ਹਾ ਤੋਂ ਗੱਲਬਾਤ ਦੇ ਸਿਲਸਿਲੇ ਨੂੰ ਅਸੀਂ ਬਹੁਤ ਮੁਖਤਸਰ ਕਰਦੇ ਹੋਏ ਹਾਂ ਪ੍ਰੋਫੈਸਰ ਨਜ਼ਰ ਸਜਾਦ ਸਾਹਿਬ ਨੇ ਕਿਹਾ ਕਿ ਮੇਰੇ ਵੱਲੋਂ ਮੁਬਾਰਕਬਾਦ ਦੇ ਦਿਓ ਔਰ ਅਸੀਂ ਉਹਨਾਂ ਦੇ ਆਉਣ ਦਾ, ਉਹਨਾਂ ਦੀ ਮੁਹੱਬਤ ਦੇ ਸ਼ੁਕਰਗੁਜ਼ਾਰ ਹਾਂ ਕਿ ਉਹ ਆਏ, ਉਹਨਾਂ ਨੇ ਸਾਨੂੰ ਟਾਈਮ ਦਿੱਤਾ। ਪੰਜਾਬ ਹਾਊਸ ਨੂੰ ਉਹਨਾਂ ਨੇ ਇੱਜ਼ਤ ਬਖਸ਼ੀ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਦੀਗਰ ਗੁਜਰਾਤ ਤੋਂ ਜਿੰਨੇ ਵੀ ਸਾਡੇ ਦੋਸਤ ਆਏ ਨੇ, ਮਿੱਤਰ ਆਏ ਨੇ, ਅਸੀਂ ਸਭ ਦੇ ਮਨੋਂ ਰੂਹੋਂ ਉਹਨਾਂ ਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜੀ ਆਇਆਂ ਨੂੰ ਕਹਿੰਦੇ ਹਾਂ ਔਰ ਸ਼ੁਕਰਗੁਜ਼ਾਰ ਹਾਂ ਉਹਨਾਂ ਦੇ। ਬਹੁਤ ਸ਼ੁਕਰੀਆ। ਮੈਂ ਬਿਲਾ ਤਾਖੀਰ, ਸਾਡੇ ਬੜੇ ਪਿਆਰੇ ਮਿੱਤਰ ਨੇ, ਬਹੁਤ ਸੋਹਣੇ ਦੋਸਤ ਨੇ, बड़ी प्यारी शख्सियत ने जनाब चौधरी जफर इकबाल साहब, मैं बड़ी मोहब्बत नाल गुजारिश करना कि तुसी आओ और अपने विचार साझे करो। तुसी तालियां दे नाल इस्तकबाल करो। जनाब बड़ी तालियां तशरीफ लियाते ने चौधरी जफर इकबाल। अस्सलाम वालेकुम मुअज़्ज़ज़ हाज़रीन मजलिस, बहुत खुशी की बात है कि इतने बड़े फोरम पे पंजाबी च अपनी जुबान बोलो ना जी सर। पंजाबी ਨੂੰ याद आया कि ਆਇਨਸਟਾਈਨ ਜਦੋਂ ਫੌਤ ਹੋਣ ਲੱਗੇ ਤੇ ਇੱਕ ਨਰਸ ਦੀ ਡਿਊਟੀ ਲਾ ਦਿੱਤੀ ਕਿ ਬਈ ਇਹਨਾਂ ਦੇ ਫੌਤ ਹੁੰਦਿਆਂ ਆਖਰੀ ਲਫ਼ਜ਼ ਤੁਸੀਂ ਸੁਣਨੇ ਨੇ। ਅਮਰੀਕਾ ਜੋ ਮਕੀਮ ਸਨ, ਲੇਕਿਨ बुनियादी जुबान किबला जर्मन सी, मादरी जुबान जर्मन सी, लेकिन नर्स ते फौत होंदे ਜਿਹੜੀ ਉਹਨਾਂ ਗੱਲਬਾਤ ਕੀਤੀ ਉਹ ਜਰਮਨ ਚ ਕੀਤੀ, ਲਿਹਾਜ਼ਾ ਉਹ ਰਿਕਾਰਡ ਚਲਾ। ਇਸ ਲਈ ਮਾਦਰੀ ਜ਼ੁਬਾਨ ਜਿਹੜੀ ਹੈ ਉਹ ਕਿੰਨੀ ਜ਼ਰੂਰੀ ਹੈ ਔਰ ਕਿਸ ਮੁਕਾਮ ਤੇ ਉਹ ਬੰਦੇ ਦੇ ਅੰਦਰ ਤੋਂ ਉੱਠਦੀ ਹੈ, ਉਹ ਇਹ ਮਿਸਾਲ ਜਿਹੜੀ ਹੈ ਉਹ ਜਨਾਬ ਲਈ ਇੱਕ ਰੋਸ਼ਨ ਸਿਤਾਰਾ ਹੈ। ਸਰ ਇਹ ਨਾਵਲ ਦੇ ਹਵਾਲੇ ਨਾਲ ਕਿ ਸਾਡੇ ਪੰਜਾਬ 'ਚ ਖਾਸ ਤੌਰ 'ਤੇ ਗੁਜਰਾਤ ਔਰ ਮੰਡੀ ਬਹਾਲ ਦੇ ਬਹੁਤ ਸਾਰੇ ਲੋਕ ਫੋਰਨ ਕੰਟਰੀਜ਼ 'ਚ ਗਏ, ਲੇਕਿਨ ਜਦੋਂ ਵਾਪਸ ਆਏ ਤੇ ਉਦੋਂ ਰਿਸ਼ਤੇਦਾਰ ਕੋਈ ਨਹੀਂ ਸੀ। ਫਿਰ ਇਕਲਾਪੇ ਦੇ ਸਫ਼ਰ ਸ਼ੁਰੂ ਹੋਏ ਔਰ ਉਸ ਇਕਲਾਪੇ ਦੇ ਸਫ਼ਰ ਦੇ ਵਿੱਚ ਜਿਹੜੀਆਂ ਔਕੜਾਂ ਔਰ ਮੁਸ਼ਕਲਾਂ ਦੇਖੀਆਂ ਉਹਦਾ ਅਹਿਵਾਲ ਬੜੀ ਖੂਬਸੂਰਤੀ ਦਾ ਸਲੀਮ ਰਜ਼ਾ ਖਾਨ ਸਾਹਿਬ ਨੇ ਬਿਆਨ ਕੀਤਾ ਔਰ ਬਹੁਤ ਮੁਬਾਰਕਬਾਦ ਦੇ ਮੁਸਤਹਿਕ ਨੇ ਕਿ ਉਹਨਾਂ ਇਸ ਗਏ ਗੁਜ਼ਰੇ ਦੌਰ 'ਚ ਮਾਂ ਬੋਲੀ ਵਾਸਤੇ ਇੱਕ ਐਡਾ ਵੱਡਾ ਕੰਮ ਕੀਤਾ ਹੈ। ਬਹੁਤ ਸ਼ੁਕਰੀਆ। बहुत शुक्रिया, बड़ी मेहरबानी। साढ़े थोड़ी पेश जी सर, बड़ा सुलह अपने विचार साझे कर रहे सी और इस तो बाद हुण मैं जिस दोस्त ਨੂੰ ਬੁਲਾਉਣ ਜਾ ਰਿਹਾ ਉਹਨਾਂ ਦੀ ਸ਼ਖਸੀਅਤ ਦੇ ਵੀ ਬਹੁਤ ਸਾਰੇ ਪਹਿਲੂ ਨੇ, ਤਾਰਫ ਵੀ ਬਹੁਤ ਸਾਰੇ ਨੇ। ਕਿੱਥੋਂ ਕਿਹੜੇ ਤਾਰਫ ਤੋਂ ਬੰਦਾ ਗੱਲ ਸ਼ੁਰੂ ਕਰੇ। ਉਹਨਾਂ ਨੂੰ ਇਹ ਆਖੀਏ ਕਿ ਪੰਜਾਬੀ ਸ਼ਾਇਰ ਨੇ ਖਾਲੀ, ਉਹ ਤੇ ਹੈ ਹੀ ਹੈ ਨੇ, ਲੇਕਿਨ ਇਸ ਤੋਂ ਇਲਾਵਾ ਕਿ ਬ੍ਰੌਡਕਾਸਟਰ ਵੀ ਬੜੇ ਅੱਛੇ ਨੇ। ਰੇਡੀਓ ਦੀ ਦੁਨੀਆ ਦੇ ਵਿੱਚ ਬੜਾ ਸੋਹਣਾ ਨਾਮ, ਬੜਾ ਸੋਹਣਾ ਕੰਮ ਕੀਤਾ, ਇੱਕ ਮਿਸਾਲੀ ਕੰਮ ਕੀਤਾ ਕਿ ਅੱਜ ਵੀ ਭਾਵੇਂ ਉਹ ਘੱਟ ਬਣਾਉਂਦੇ ਨੇ ਰੇਡੀਓ ਤੇ, ਲੇਕਿਨ ਦੁਨੀਆ ਯਾਦ ਕਰਦੀ ਹੈ ਕਿ ਅਫਜ਼ਲ ਸਾਹਿਬ ਦਾ ਪੰਜਾਬੀ ਪ੍ਰੋਗਰਾਮ ਹੁੰਦਾ ਸੀ। ਫਿਰ ਉਸ ਤੋਂ ਬਾਅਦ ਅਫਜ਼ਲ ਸਾਹਿਬ ਦੀ ਸ਼ਾਇਰੀ, ਅੱਜ ਕੱਲ੍ਹ ਅਫਜ਼ਲ ਸਾਹਿਬ ਸਾਹਿਬ ਤੁਹਾਨੂੰ ਮੁਖਤਲਿਫ ਚੈਨਲਸ ਤੇ ਵੀ ਨਜ਼ਰ ਆ ਰਹੇ ਨੇ, ਐਜ਼ ਏ ਗੈਸਟ ਆਪਣੀ ਸ਼ਾਇਰੀ ਸੁਣਾਉਂਦੇ ਨੇ। ਉਸ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬੀ ਕਮਿਟਡ ਨੇ, ਪੰਜਾਬੀ ਕਾਜ਼ ਨਾਲ ਜੁੜੇ ਹੋਏ ਨੇ, ਪੰਜਾਬੀ ਸੇਵਕ ਨੇ। मैं बड़ी मोहब्बत नाल गुजारिश करांगा, मेरे को अल्फाज कोई नहीं है कि मैं तुहाडे कद दे बराबर बोला। तुसी तशरीफ ले आओ जनाब सरकारी अफजल साहब। बहुत मोहब्बत, बहुत मेरी खैर। इदां दे मौके ते पता नहीं की निकल जांदा मूंह है नहीं। मैं भी मैं लगदा मैं ਜ਼ਫਰ ਇਕਬਾਲ ਦੇ ਪੈਰਾਂ ਤੇ ਪੈਰ ਰੱਖਾਂਗਾ, ਲੰਬੀ ਗੱਲ ਨਹੀਂ ਕਰਨਾ। ਤਕਰੀਬ ਦੀ ਨੋਇਤ ਸਮਝ ਹੀ ਆਉਂਦੀ ਹੈ। ਪਰ ਇਹ ਵੀ ਕਿ ਮੈਨੂੰ ਤਾਂ ਡਾਕਟਰ ਬਾਸਤ ਤੇ ਡਾਕਟਰ ਅਜ਼ਹਰ ਚੌਧਰੀ ਦੋ ਡਾਕਟਰ ਨੇ ਜਿਨ੍ਹਾਂ ਨੇ ਇੱਕ ਲੇਖਕ ਨੂੰ ਜਨਮ ਦਿੱਤਾ ਹੈ। ਇੱਕ ਤਰ੍ਹਾਂ ਨਾਲ ਉਹਨਾਂ ਦੇ ਅੰਦਰ ਉਗਰਦੀਆਂ ਗੱਲਾਂ, ਐਜੂਕੇਸ਼ਨ ਨਾਲ ਜੁੜਤ ਮੇਰੇ ਬੜੇ ਗੂੜੇ ਯਾਰ ਨੇ, ਇੱਕ ਤਰ੍ਹਾਂ ਭਟਕੇ ਵੀ ਨੇ, ਪਿਆਰੇ ਵੀ ਨੇ, ਸਲੀਮ ਰਜ਼ਾ ਠਾਕੁਰ ਸਾਹਿਬ। ਤੇ ਇਹਨਾਂ ਦੇ ਨਾਲ ਬੜਾ ਉੱਥੇ ਵਕਤ ਗੁਜ਼ਰਿਆ, ਇੱਧਰ ਵੀ ਗੁਜ਼ਰਿਆ। ਬਲਕਿ ਇੱਕ ਵਾਰ ਮੈਂ ਇਹਨਾਂ ਵੱਲ ਪ੍ਰਾਹੁਣਾ ਵੀ ਬਣਿਆ, ਮੈਨੂੰ ਯਾਦ ਹੈ।
ਤੇ ਇਹਨਾਂ ਦੀ ਨਿੱਜੀ ਜਿਹੜੀ ਕਰੋਕੀ ਲਾਈਫ ਹੈ ਉਸ ਨੂੰ ਵੀ ਵੇਖਿਆ, ਵਸੋਂ 'ਚ ਕਿਵੇਂ ਵਸਦੇ ਨੇ ਉਹ ਵੀ ਵੇਖਿਆ ਨੇੜਿਓ। ਤੇ ਫਿਰ ਇਹ ਕਿੰਜ ਦੇ ਚੌਧਰੀ ਨੇ ਇਹ ਵੀ ਪਤਾ ਹੈ ਉੱਥੇ ਸਾਰਾ ਜਿਹੜਾ ਮੇਰਾ ਪਿੰਡ ਵੀ ਸਾਰਾ ਅੱਧੇ ਤੋਂ ਜ਼ਿਆਦਾ ਗੁਜਰਾਂ ਦਾ ਹੈ, ਤੇ ਗੁਜਰਾਤ ਤੇ ਗੁਜਰਾਂ ਵਾਲਾ ਤੇ ਹੈ ਹੀ ਸਾਰਾ ਗੁਜਰਾਂ ਨਾਲ ਪਰ ਗੁਜਰ ਹੋ ਕੇ ਵੀ ਇਹਨਾਂ ਨੇ ਚੌਧਰੀ ਨਹੀਂ ਖਵਾਇਆ ਤੇ ਆਪਣੇ ਨਾਂ ਦੇ ਨਾਲ ਇੰਜ ਦੀ ਕੋਈ ਪੁੱਛਲ ਨਹੀਂ ਲਈ। ਲੇਕਿਨ ਇਹ ਵੇਖੇ ਇਸ ਬੜੇ ਇਹਨਾਂ ਦੀ ਆਬਜ਼ਰਵੇਸ਼ਨ ਜਿਹੜੀ ਨਾ ਬੜੀ ਰਿਚ ਹੈ। ਮੈਨੂੰ ਅੱਜ ਤੇ ਮੈਂ WhatsApp ਨੂੰ ਮੁਬਾਰਕ ਦੇਣਾ ਕਿ ਇਹਨਾਂ ਨੇ ਬੜਾ ਵਧੀਆ 4 ਕਲਰ ਇਲਸਟ੍ਰੇਸ਼ਨਸ ਦੇ ਨਾਲ ਇਸ ਨੂੰ ਛਾਪਿਆ। ਮੈਂ ਆਖਰ ਦੇ WhatsApp ਦੀਆਂ ਕਿਤਾਬਾਂ ਦੀ ਲਿਸਟ ਵੀ ਦੇਖੀ, 70 ਤੋਂ ਵੱਧ ਕਿਤਾਬਾਂ ਇਹਨਾਂ ਨੇ ਆਪਣੇ ਵੱਲੋਂ ਜਿੰਨੇ ਵੀ ਲੇਖਕ ਨੇ ਫ੍ਰੀ ਆਫ ਕਾਸਟ ਸਾਰਿਆਂ ਨੂੰ ਛਾਪ ਕੇ ਤੇ ਵਰਤਾਇਆ। ਔਰ ਇਹ ਇਲਮ ਅਦਬ ਦੀ ਜਿਹੜੀ ਸੇਵਾ ਹੈ ਇਹਦੇ ਲਈ ਮੈਂ ਸਮਝਦਾ ਕਿ ਭੱਟ ਸਾਹਿਬ ਜਿਹੜੇ ਨੇ ਉਹ ਇਹ ਇਦਾਰਾ ਜਿਹੜਾ ਹੈ ਇਹ ਮੁਬਾਰਕਬਾਦ ਦਾ ਮੁਸਤਹਿਕ ਹੈ। ਇਹਨਾਂ ਵਾਸਤੇ ਬਹੁਤ ਜ਼ਿਆਦਾ ਤਾੜੀਆਂ ਮੈਂ ਸਮਝਦਾ ਇਹ ਬਹੁਤ ਔਰ ਇਹ ਇਹਨਾਂ ਵੱਲੋਂ ਆਫਰ ਵੀ ਹੈ ਸਭ ਨੂੰ, ਕੋਈ ਵੀ ਚੰਗਾ ਲਿਖ ਰਿਹਾ ਹੈ ਤੇ ਉਹ ਭੱਟ ਸਾਹਿਬ ਉਹਨਾਂ ਦੀ ਕਿਤਾਬ ਛਾਪਦੇ ਨੇ, ਇਹਦੀ ਬੜੀ ਖੁਸ਼ੀ ਹੁੰਦੀ ਹੈ। ਤੇ ਇਹ ਤੇ ਮੈਂ ਬਹੁਤ ਸੋਹਣੀ ਹੈ ਟਾਈਟਲ ਤੇ ਇੰਜ ਲੱਗਦਾ ਜਿਵੇਂ ਬੱਚੋਂ ਕੀ ਦਿਲਚਸਪ ਕਹਾਣੀਆਂ ਨਹੀਂ ਹੁੰਦਾ ਸਵਾਏ ਪਰ ਇਹ ਜਿਹੜਾ ਚੌਧਰੀ ਦਾ ਪਰਸੋਨਾ ਹੈ ਨਾ ਇਹ ਮੈਨੂੰ ਠੀਕ ਲੱਗਾ। ਪਰ ਆਲੇ ਦੁਆਲੇ ਇਹ ਲੱਗਦਾ ਕਿਧਰੇ ਟਾਈਟਲ AI ਨੇ ਕਿਧਰੇ ਸਾਡੀ ਸੇਵਾ ਕੀਤੀ ਹੈ ਇਹਦੇ ਵਿੱਚ। ਟਾਈਟਲ ਦੇ ਬਾਰੇ ਗੁਫ਼ਤਗੂ ਨਹੀਂ ਕਰਨੀ ਕਿਉਂਕਿ ਡਾਕਟਰ ਸਾਹਿਬ ਆਪਣਾ ਹੱਕ ਬਾਪੂ ਰੱਖਦੇ। ਡਾਕਟਰ ਸਾਹਿਬ ਟਾਈਟਲ ਬਾਰੇ ਗੱਲ ਕਰਾਂ ਨਹੀਂ ਕਰਨਾ। ਚਲੋ ਫਿਰ ਇਹ ਡਾਕਟਰ ਸਾਹਿਬ ਦਾ ਹੱਕ ਹੋ ਗਿਆ। ਤੇ ਮੈਂ ਮਾਨਤਾ ਇੱਕ ਨਾਵਲ ਭਾਵੇਂ ਇਹਨਾਂ ਚ ਪਵਾਇਆ ਪਰ ਮੈਂ ਛਾਪਿਆ ਪੜਿਆ ਇਹਨਾਂ ਦਾ ਪਹਿਲਾ ਜਿਹੜਾ ਨਾਵਲ ਸੀ, ਬਲਕਿ 2 ਕਿਤਾਬਾਂ ਜਿਹੜੀ ਇੱਕ ਆਲਮੇ ਬਜ਼ੁਰਗ ਸੇ ਬਰਾਹਦਾਰ ਉਹ ਇੱਕ ਕਲਾਮ ਮੁਕਾਲਮੇ ਦੀ ਉਹ ਬੜੀ ਵਧੀਆ ਕਿਤਾਬ ਤੇ ਨਾਲ ਮਾਨਤਾ ਤੋਂ ਹੁਣ ਇੱਥੇ ਤੱਕ ਦਾ ਜਿਹੜਾ ਸਫ਼ਰ ਹੈ ਉਹ ਇਹ ਬੜਾ ਇੰਜ ਲੱਗਦਾ ਕਿ ਲੇਖਕ ਦੀ ਹੋਰ ਪੜ੍ਹਤ ਹੋਰ ਆਬਜ਼ਰਵੇਸ਼ਨ ਹੋਰ ਐਨਰਿਚ ਹੋ ਕੇ ਇਸ ਕਿਤਾਬ ਰਾਹੀਂ ਇਸ ਨਾਵਲ ਰਾਹੀਂ ਸਾਡੇ ਸਾਹਮਣੇ ਆਏ ਨੇ ਰਜ਼ਾ ਠਾਕੁਰ ਸਾਹਿਬ। ਤੇ ਬਾਕੀ ਜਿਹੜਾ ਕਰੈਕਟਰ ਹੈ ਮੇਨ ਉਹ ਵਸੋਂ ਦੇ ਵਿੱਚ ਥਾਂ ਤਾਂ ਮੌਜੂਦ ਹੈ। ਹਰ ਕੋਈ ਆਪਣੀ ਜਿਵੇਂ ਕਲਾਸ ਲੋਅਰ ਕਲਾਸ ਦੇ ਲੋਕਾਂ ਨੂੰ ਹੁੰਦਾ ਹੈ ਕਿ ਵੀ ਜਿਸ ਤਰ੍ਹਾਂ ਦਾ ਇੱਥੇ ਸਾਡਾ ਵਸੇਬ ਹੈ ਆਪਣੀ ਜਿਹੜੀ ਝੂਠੀ ਫਾਂ ਦੇ ਵਿੱਚ ਕੋਈ ਹੈ ਨਹੀਂ, ਉਹਦੇ ਦਾਅਵੇ ਵੀ ਨੇ ਸਾਡੇ ਜਿਵੇਂ ਦੀ ਵਸੋਂ ਹੈ ਤੇ ਲੋਕ ਆਪਣੇ ਅਸਲ ਨੂੰ ਨਹੀਂ ਕਿਧਰੇ ਪਛਾਣ ਪਾਉਂਦੇ, ਉਹਨਾਂ ਦੀ ਜ਼ਾਤ ਕਿਧਰੇ ਬਾਹਰ ਦੇ ਦਿੱਤੇ ਹੋਏ ਇੱਕ ਮਾਈਂਡਸੈਟ ਦੇ ਵਿੱਚ ਘੁੰਮਦੀ ਰਹਿੰਦੀ। ਤੇ ਇੰਜ ਦੇ ਉਹ ਜਿਸ ਤਰ੍ਹਾਂ ਦਾ ਇੱਕ ਮਿਡਲ ਕਲਾਸ ਦਾ ਬੰਦਾ ਜਿਹੜਾ ਆਪਣੇ ਆਪ ਨੂੰ ਮਾੜਾ ਵੀ ਨਹੀਂ ਮੰਨ ਰਿਹਾ ਤੇ ਤਗੜੇ ਹੋਣ ਲਈ ਕੋਈ ਕੋਸ਼ਿਸ਼ ਵੀ ਨਹੀਂ ਕਰ ਰਿਹਾ ਤੇ ਉਹ ਵਿਚਾਰੇ ਕਿਧਰੇ ਲਟਕਿਆ ਹੈ। ਤੇ ਬੜੇ ਦਿਲਚਸਪ ਕਰੈਕਟਰਸ ਨੇ ਇਹਦੇ ਵਿੱਚ। ਫਿਰ ਉਹਦੀ ਧਿਆਣੀ ਰਿਸ਼ਤੇ ਕਿਵੇਂ ਉਹ ਜੁੜਦੇ ਨੇ ਨਾਲ ਔਰ ਰਿਸ਼ਤਿਆਂ ਦੀ ਕੀ ਕਦਰ ਔਰ ਮਾਨਤਾ ਹੈ ਔਰ ਉਹ ਕਿਸ ਤਰ੍ਹਾਂ ਸਾਂਭਦੇ ਨੇ ਜਿਹੜਾ ਫੈਮਿਲੀ ਦਾ ਇੰਸਟੀਟਿਊਸ਼ਨ ਹੈ। ਹਾਲਾਂਕਿ ਬੰਦੇ ਦਾ ਬਾਅਦ ਹੀ ਪਤਾ ਲੱਗਦਾ ਕਿ ਉਹਦੇ ਵਰਤਾਰੇ ਚੰਗੇ ਨਹੀਂ ਰਹੇ ਆਪਣੇ ਮਾਪਿਆਂ ਨਾਲ, ਬੱਚਿਆਂ ਦੇ ਨਾਲ। ਉਹ ਕੁੜੀ ਜਿਹੜੀ ਡਾਈਵੋਰਸ ਮਾਂ ਜਿਹਦੇ ਕੁੜੀ ਨਾਲ ਲਿਖ ਕੇ ਦੇ ਦਿੱਤੀ ਗਈ ਚਾਂਦੀ, ਉਹ ਕਿਵੇਂ ਉਸ ਨੂੰ ਸਾਂਭਦੀ ਉਸ ਕਿਰਦਾਰ ਨੂੰ। ਲੇਕਿਨ ਇਹ ਕਿ ਉਹ ਜਿੰਨੀਆਂ ਦਿਲਚਸਪੀਆਂ ਨੇ ਨਾ ਉਹ ਸਾਡੀ ਵਸੇਬ ਦੇ ਵਿੱਚ ਜਿਹੜਾ ਚੌਧਰੀ ਹਰ ਤਰ੍ਹਾਂ ਦਾ ਚੌਧਰੀ ਹੈ, ਜਿਵੇਂ ਇੱਟ ਪੁੱਟਿਆ ਚੌਧਰੀ ਨਿਕਲਦਾ ਉਹਦੇ ਉੱਤੇ ਵੀ ਆਪਣੀ ਉਹ ਜਿਹੜੀ ਕੱਚੀ ਪੁੰਨੀ ਫੋਕੀ ਜੀ ਚੁਦਰਾ ਦੀ ਅਸਰਾਤ ਮੌਜੂਦ ਨੇ। ਸੋ ਇਹ ਇੱਕ ਬੰਦਾ ਜਿਹੜਾ ਉਹ ਕਿਉਂਕਿ ਇਸ ਤਰ੍ਹਾਂ ਦੇ ਕਰੈਕਟਰ ਥਾਂ ਵਖਾੜੇ ਵਾਲੇ ਕਰੈਕਟਰ ਮਿਲਦੇ ਨੇ ਜਿਹੜੇ ਉਹ ਕੁਝ ਨਹੀਂ ਹੁੰਦੇ ਨੇ ਜੋ ਬਣੇ ਫਿਰਦੇ ਨੇ, ਲੇਕਿਨ ਹੌਲੀ ਵੇਲੇ ਦੇ ਨਾਲ ਚੀਜ਼ਾਂ ਸਮਾਜੀ ਹਕੀਕਤਾਂ ਰਿਐਲਿਟੀ ਜਿਹੜੀਆਂ ਨੇ ਉਹ ਉਹਦੇ ਅਸਲ ਨਾਲ ਉਹਨੂੰ ਜੋੜਦੀਆਂ ਨੇ। ਮੁੜ ਕੇ ਉਹ ਥੋੜਾ ਜਿਹਾ ਸਾਫ਼ ਸੁਥਰਾ ਹੋ ਕੇ ਨਿੱਤਰ ਕੇ ਦੁਬਾਰਾ ਜਿਸ ਵੇਲੇ ਦੁਬਈੋਂ ਵਾਪਸ ਆਉਂਦਾ ਹੈ ਆਪਣੀ ਧੀ ਕੋਲੋਂ ਤੇ ਉਹ ਆ ਕੇ ਉਹ ਵਰਤਾਰਾ ਜਿਹੜਾ ਦੂਜੇ ਨੂੰ ਹੈਰਾਨ ਕਰ ਦਿੰਦਾ ਹੈ। ਉਹ ਇੱਕ ਟ੍ਰਾਂਸੈਂਡੈਂਸ ਇੱਕ ਟ੍ਰਾਂਸਫਰਮੇਸ਼ਨ ਦਾ ਇੱਕ ਟਾਈਮ ਹੁੰਦਾ ਜਿਹੜਾ ਬੰਦੇ ਤੇ ਆ ਜਾਂਦਾ। ਉਹ ਸੁਨਰੇ ਜਾ ਕੇ ਰਹਿੰਦਾ ਯਾਰ ਮੈਂ ਕੀ ਕਮਲ ਕਰਦਾ ਰਿਹਾ, ਕੀ ਖਚਾ ਮਾਰਦਾ ਰਿਹਾ, ਕੀ ਕਚਪ ਭੁਗਤਾਉਂਦਾ ਰਿਹਾ। ਕਈ ਮਾਮਲੇ ਜ਼ਾਤੀ ਜ਼ਿੰਦਗੀ 'ਚ, ਨਿੱਜੀ ਰਿਸ਼ਤਿਆਂ ਦੇ ਵਿੱਚ, ਸਮਾਜੀ ਵਰਤਾਰੇ ਦੇ ਵਿੱਚ ਜਿਨ੍ਹਾਂ ਕਿਰਦਾਰਾਂ ਦੇ ਨਾਲ ਵਾਹ ਹੈ ਉਹਨਾਂ ਦੇ ਨਾਲ ਮੈਂ ਕਿਵੇਂ ਵਰਤਿਆ
ਤੇ ਆਪਣੀ ਈਗੋ ਦੇ ਨਾਲ ਕਿਵੇਂ ਖੇਡਦਾ ਬੰਦਾ। ਸੋ ਇਹ ਸਾਰੇ ਜਿਹੜੇ ਰਵੱਈਏ ਨੇ ਇਹ ਸਾਡੀ ਵਸੋਂ ਦੇ ਵਿੱਚ ਮੌਜੂਦ ਨੇ, ਪੈਰ ਪੈਰ ਤੇ ਇਹਦੇ ਕਰੈਕਟਰਸ ਨੇ। ਤੇ ਕਨਕਲੂਜਨ ਇਹੀ ਹੈ ਕਿ ਚਲੋ ਬੰਦਾ ਕਿਧਰੇ ਫਿਰ ਵੀ ਇਹ ਸਾਰੇ ਦੇ ਵਿੱਚ ਕੋਈ ਵੱਡਾ ਉੱਤਮ ਮੈਸੇਜ ਜਿਹੜਾ ਹੈ ਬੰਦਾ ਇੱਕ ਆਪਣੀ ਲਾਈਫ ਲਾਈਨ ਡਿਫਾਈਨ ਕਰਕੇ ਜਾਂ ਇੱਕ ਨਾਵਲਕਾਰ ਲੇਖਕ ਘੁਮਾ ਕੇ ਕੁਝ ਵੱਡੀ ਗੱਲ ਵੱਡੀ ਖੁਲਾਸਾ ਕਰਨਾ ਚਾਹੁੰਦਾ ਹੈ, ਉਹ ਇਸ ਕਰੈਕਟਰ ਦਾ ਨਹੀਂ, ਕਿਉਂਕਿ ਇਹ ਕਰੈਕਟਰ ਮਤੰਜਣਾ ਪੂਰਾ ਡਾਇਵਰਸਿਫਾਈ ਪੂਰਾ ਭਰਿਆ ਪਿਆ ਵੰਨ-ਸੁਵੰਨਤਾ ਦੇ ਨਾਲ। ਸੋ ਇਹਨਾਂ ਦੀ ਆਬਜ਼ਰਵੇਸ਼ਨ ਹੈ ਜੋ ਸਮਾਜ ਦੇ ਵਿੱਚ ਜੋ ਜੀ ਨੇ ਉਹਨਾਂ ਨੂੰ ਜਿਵੇਂ ਵੇਖਿਆ ਉਹ ਬੜਾ ਹੀ ਰਿਚ ਹੈ। ਮੈਂ ਸਮਝਦਾ ਕਿ ਮੁਬਾਰਕਬਾਦ ਇਸ ਗੱਲ ਦੀ ਹੈ ਕਿ ਉਹ ਜਿਵੇਂ ਉਹ ਬਾਉ ਦੀ ਇੱਕ ਲਾਈਨ ਹੈ ਨਾ, 1000 ਮੀਲ ਦਾ ਲੰਮਾ ਸਫ਼ਰ ਇੱਕ ਛੋਟੇ ਜਿਹੇ ਕਦਮ ਤੋਂ ਸ਼ੁਰੂ ਹੁੰਦਾ ਹੈ। ਤੇ ਉਹ ਪਹਿਲਾ ਕਦਮ ਮਾਨਤਾ ਰਾਹੀਂ ਇਹਨਾਂ ਨੇ ਪੁੱਟਿਆ। ਹੁਣ ਤੇ ਮਾਸ਼ਾਅੱਲਾ ਇਹ ਕਹਿ ਲਓ ਕਿ ਹੁਣ ਬੜੀ ਉਗੜ ਕੇ ਨਿੱਤਰ ਕੇ ਬੜੇ ਬਹੁਤ ਵਧੀਆ ਇੱਕ ਪਹਿਰਾਏ ਜਿਹੜੇ ਇਹਨਾਂ ਨੇ ਇਹਦੀ ਹੁਣਤੀ ਔਰ ਗੁਣਤੀ ਕਰੈਕਟਰਸ ਨੂੰ ਦੇਖਣਾ। ਬੋਲੀ ਬੜੀ ਰਿਚ ਹੈ, ਉਸ ਵਸੋਂ ਦੀ ਬੋਲੀ ਹੈ। ਉਸ ਗੁਜਰਾਤੀ ਜਿਹੜਾ ਉਹ ਪੂਰਾ ਚਨਾਹ ਦੀ ਮਨ ਦਾ ਉਤਲਾ ਜਿਹੜਾ ਇਲਾਕਾ ਹੈ ਉਹ ਉਸ ਦੇ ਵਿੱਚ ਜਿਸ ਤਰ੍ਹਾਂ ਲਫ਼ਜ਼ ਉਚਾਰੇ ਜਾਂਦੇ ਨੇ ਉਹ ਸੀ ਸਗਵੇਂ ਲਿਖੇ ਨੇ। ਸੋ ਮੈਂ ਸਮਝਦਾ ਕਿ ਇਹ ਪੰਜਾਬੀ ਬੋਲੀ ਨੂੰ ਪੰਜਾਬੀ ਵਸੋਂ ਦੇ ਕਿਰਦਾਰਾਂ ਨੂੰ ਪੂਰੀ ਅਮੀਰੀ ਦੇ ਵਿੱਚ ਵੇਖਣਾ ਹੋਵੇ ਤਾਂ ਚੌਧਰੀ ਮਤੰਜਨ ਨਾਂ ਦਾ ਨਾਵਲ ਜ਼ਰੂਰ ਪੜ੍ਹੇ। ਦੇਖੋ ਕਿ ਕਲਾ ਬੜੀ ਗੱਲ ਹੈ। बहुत शुक्रिया मेहरबानी अफसर साहब, खैर हुए खुश हो। और वो गल वाकई बड़ी है कि जाहिर है बड़ा वधिया कीता तुसां, तुहाडी बड़ी मेहरबानी। अच्छा जिवें मैं पहले दस्सिया सी साडे अज दे प्रोग्राम कि माशाअल्लाह इधर ते वड्डे लोग है ने ते जेह्ड़े सामने बैठे ने ये भी सारे वड्डे लोग ने माशाअल्लाह। और बड़े प्यारे प्यारे सारे सज्जन मित्र भाई नाज साहब भी बैठे ने, बस साडे ऐसे बहुत अच्छे शायर ने, बहुत खूबसूरत इंसान ने। मलिक इरशाद साहब कोटला दा किशन तो आए ने, बाकी जिन्हें मित्र ने डॉक्टर अब्दुल गफार साहब, वालिद सलीम साहब, जुल्फकार संधू साहब, जिन्हें सारे दोस्त ने, मैं जुनैद साहब भी, मतलब सब दोस्तों का बहुत शुक्रिया मेहरबानी कि तुसी सारे सारे नाल हो। ते बस जो वक्त भी नज़ाकत नूं समझदे आ असीं गलबात प्रोग्राम नूं बिल्कुल मुख्तसर करदे आया। मैं स्टेज ते आना और साडे बड़े प्यारे दोस्त ने जिहड़े पंजाबी एक्टिविस्ट ने, राइटर भी बड़े अच्छे ने और उस तो इलावा पंजाबी तहरीकां दे विच सजना ने हमेशा नाल खलोना ने। कोई औख है, कोई तकलीफ है, कोई खुशी का वेला तो फिर भी अपने मित्र अपने सजना के नाल खलोना ले। बड़े प्यारे मित्र चेयरमैन सोशल पंजाबी मूवमेंट जनाब मोहम्मद जाहिर पट्टी साहब, तो बड़ी मोहब्बत में गुजारिश करना तुसी आओ और अपने विचार साझे करो। अच्छा स्टेज ते जितने दोस्त बैठे ना कुछ कट कर दी अपने गुस्से कर दे सारे। बिस्मिल्लाहिर्रहमानिर्रहीम। अव्वल हम खुदा दा विरद कीजिए, इश्क की तासो जग दा मुल्क में। पहले आप ही रब ने इश्क कीता, मशूक है नबी रसूल मियां। इश्क पीर फकीर दा मर्तबा है, मर्द इश्क दा भला मंजूर मियां। बहुत शुक्रिया जी अपना सारे मेहमानों का, जवानों का, स्टेज ते बैठे महान पंजाबी दानिशवरां का। ते खसूसी तौर पर मैं शुक्रिया अदा करांगा पंजाब हाउस का, जेड़े आर करते रहंदे ने पंजाबी मुख्तलिफ कट करते रहंदे ने, अज दा भी कट सिलसिले च। और ना सिर्फ मैं अक्सर आना कि लाहौर दे विच पंजाब लाहौर दा मरकज़ है और पंजाबियों का मरकज़ पंजाब हाउस है। और ये सिर्फ इत्थे नहीं बल्कि 7 समंदर पार उत्थे भी इन्होंने पहुंचे, उत्थे पंजाबी का झंडा इन्होंने बुलंद किया। और पिछले दिन गए सन दूजी आलमी पंजाबी कॉन्फ्रेंस तो उत्थे 15-20 दिन लाए। मैं समझना कि ये सिर्फ पंजाबी की खिदमत नहीं बल्कि ये साढ़े पंजाबियों का मान है। और व्हाट्सएप का ये बड़ा करैक्टर है, 37-38 साल तो एक अखबार चलाना, इतने तो 2 साल नहीं चलते होंगे तो अखबार बंद हो जाते हैं। तो मैं समझना कि साडा मान ने
ਤੇ ਬਾਕੀ ਕੱਲ ਇਹਨਾਂ ਦਾ ਫੋਨ ਆਇਆ ਸੀ ਆਪਣਾ ਮੁਮਤਾਜ਼ ਮਲਕ ਸਾਹਿਬ ਦਾ, ਤੇ ਉਹਨਾਂ ਦੇ ਹਾਂਜੀ ਕੋਈ ਰੂਨ ਬਾਈ ਇਸ ਨੂੰ ਬਾਹਰ ਸਾਹਿਬ ਤੇ ਮੈਂ ਕਿਹਾ ਠੀਕ ਹੈ ਜੀ। ਅਸਲਮ ਬਾਹੂ ਸਾਹਿਬ ਮੈਨੂੰ ਨਹੀਂ ਪਤਾ ਇਹਨਾਂ ਦਾ, ਮੈਂ ਕਿਹਾ ਅਸਲਮ ਬਾਹੂ ਸਾਹਿਬ ਉਹਨਾਂ ਦੇ ਕੋਈ ਅਜ਼ੀਜ਼ ਨੇ ਇਕਬਾਲ ਬਾਹੂ ਸਾਹਿਬ ਦੇ, ਤੇ ਨਾ ਇਹਨਾਂ ਦਾ ਭੁੱਲ ਗਿਆ ਸਾਂ। ਤੇ ਇਹ ਅਮਨ ਨੇ ਜੀ ਉਹ ਬਾਬਾ ਗੁਰੂ, ਮੈਂ ਕਿਹਾ ਉਹ ਤੇ ਬੜੀ ਵੱਡੀ ਪਹਿਚਾਣ ਇਹਨਾਂ ਦੀ ਤੇ ਬੜਾ ਵੱਡਾ ਇਹਨਾਂ ਦਾ ਨਾਮ ਹੈ। ਤੇ ਲੇਕਿਨ ਇੱਕ ਚੀਜ਼ ਨਾਲ ਜ਼ਰੂਰ ਜ਼ਿਕਰ ਕਰਾਂਗਾ ਕਿ ਇੱਕ ਜੋੜੀ ਸੀ ਬਾਬਾ ਗੁਰੂ ਦੀ, ਉਹ ਸੈਪਰੇਸ਼ਨ ਹੋ ਗਈ। ਉਸ ਤੋਂ ਬਾਅਦ ਇਹਨਾਂ ਨੇ ਮੁਸਲਸਲ ਇੱਥੇ ਕਈ ਵਾਰ ਅਬਜ਼ਰਵ ਕੀਤਾ ਕਿ ਇਹਨਾਂ ਦੀ ਆਵਾਜ਼ ਪੁਖਤਗੀ ਆਈ। ਉਸ ਤੋਂ ਬਾਅਦ ਇਹਨਾਂ ਦੀ ਆਵਾਜ਼ ਦੀ ਸੋਚ ਵੀ ਹੈ ਜੀ ਪਹਿਲੇ ਨਾਲੋਂ ਜ਼ਿਆਦਾ ਜਿਹੜਾ ਬਾਅਦ ਦਾ ਸੈਪਰੇਸ਼ਨ ਜਿਹੜੀ ਹੈ, ਵੈਸੇ ਮੈਂ ਸਮਝਦਾ ਕਿ ਰਿਜੈਕਟ ਹੋ ਜਾਂਦੀ ਹੈ। ਤੇ ਉਹ ਅੱਜ ਕੱਲ੍ਹ ਕੈਨੇਡਾ ਬੈਠੇ ਨੇ ਹੈ ਜੀ, ਇਹਦਾ ਮਤਲਬ ਪੈਦਾ ਹੋਏ ਤੇ ਸੈਪਰੇਸ਼ਨ ਤੋਂ ਬਾਅਦ ਸੋਚਦਾ ਹੈ ਮੈਂ ਸ਼ਾਪ ਸੇ ਬੋਲ ਰਿਹਾ। ਇਹ ਹੈ ਕਿ ਮਤਲਬ ਹੈ ਕਿ ਇਹਦੇ 'ਚ ਇੱਕ ਹੋਰ ਇਹਨਾਂ ਦੇ ਨਿਖਾਰ ਆਇਆ। ਇਹ ਹੁਣ ਪਤਾ ਨਹੀਂ ਬਾਬੂ ਸਾਹਿਬ ਜਾਣਦੇ ਨੇ ਸੋਜ਼ ਇਹਨਾਂ ਦੇ ਕੀ ਸੈਪਰੇਸ਼ਨ ਦਾ ਸੀ ਤੇ ਕੀ ਸੀ ਬਾਹਰੋਂ। ਵਾਕਈ ਇਹਨਾਂ ਦੀ ਆਵਾਜ਼ ਪਹਿਲਾਂ ਨਾਲ ਯਾਦ, ਉਹ ਪਹਿਲਾਂ ਦੋਨੋਂ ਇਕੱਠੇ ਗਾਉਂਦੇ ਹਨ ਤੇ ਥੋੜੇ ਦੱਬੇ ਸਨ। ਉਹ ਚੀਜ਼ ਹਾਂ ਸੋ ਜੀ ਇਹ ਮਾਸ਼ਾਅੱਲਾ ਅੱਛੇ ਗਾਇਕ, ਅੱਛਾ ਸੂਫੀਆਨਾ ਕਲਾਮ ਪੜ੍ਹਨ ਵਾਲੇ ਤਾਂ ਹੈ ਨੇ, ਲੇਕਿਨ ਇੱਕ ਨਵਾਂ ਪਹਿਲੂ ਸਾਹਮਣੇ ਜਿਹੜਾ ਆਇਆ ਕਿ ਇਹ ਇੱਕ ਸੂਫੀ ਸ਼ਾਇਰ ਹੈ। ਔਰ ਇਹ ਪਤਾ ਨਹੀਂ ਹੁਣ ਹੀ ਨਾ ਸ਼ੁਰੂ ਕੀਤੀ ਸ਼ਾਇਰੀ, ਕਿਸ ਤੋਂ ਪਹਿਲਾਂ ਵੀ ਆਇਆ ਸੀ। ਮੈਂ ਜ਼ਿਆਦਾ ਮੇਰਾ ਇਹਨਾਂ ਨਾਲ ਨਹੀਂ ਰਿਹਾ ਤੇ ਮੈਂ ਹੱਕ ਦੀ ਬੋਲੀ ਬੋਲ ਇਹ ਪੜ੍ਹ ਤਾਂ ਨਹੀਂ ਸਕਿਆ ਤੇ ਇਸ ਵਾਸਤੇ ਉਸ ਤੇ ਤਬਸਰਾ ਨਹੀਂ, ਲੇਕਿਨ ਯਕੀਨਨ ਮੈਂ ਸਮਝਦਾ ਕਿ ਪੰਜਾਬੀ ਅਦਬ ਵਿੱਚ ਝੋਲੇ ਜੇ ਨਵੇਂ ਫੁੱਲ ਤੇ ਇਹ ਇੱਕ ਵੱਡਾ ਕੰਮ ਹੈ। ਇਹ ਸਾਰਾ ਇਸ਼ਕ ਤੋਂ ਬਗੈਰ ਨਹੀਂ ਹੋ ਸਕਦਾ, ਲਗਨ ਤੋਂ ਬਗੈਰ ਨਹੀਂ ਹੋ ਸਕਦਾ। ਤੇ ਦੂਸਰਾ ਬੈਠੇ ਨੇ ਗੁਜਰਾਤ ਤੋਂ ਨੇ ਸਦੀਮ ਰਜ਼ਾ ਠਾਕਰ ਸਾਹਿਬ, ਮਾਸ਼ਾਅੱਲਾ ਨਾਂ ਜਿਹੜਾ ਹੈ ਉਸੇ ਰਜ਼ਾ ਠਾਕਰ, ਤੇ ਥੋੜਾ ਜਿਹਾ ਨਾ ਪਤਾ ਚੱਲਦਾ ਹੈ ਕਿ ਠਾਕਰ ਨੇ। ਤੇ ਕਿਤਾਬ ਜਿਸ ਮੈਂ ਇਹਨਾਂ ਦੀ ਵੇਖੀ ਹੈ ਤੇ ਇਹਦੇ ਵਿੱਚ ਮੈਂ ਵੀ ਨਹੀਂ ਪੜ੍ਹ ਸਕਿਆ। ਚੌਧਰੀ ਮੁਤੰਜਨ ਵੈਸੇ ਗੁਜਰਾਤ ਦੇ ਬੜੇ ਮਸ਼ਹੂਰ ਨੇ ਤੇ ਮੁਤੰਜਨ ਸਾਡੇ ਪੰਜਾਬੀਆਂ ਦੀ ਜਿਹੜੀ ਹੈ ਨਾ ਇੱਕ ਬੜੀ ਅੱਛੀ ਡਿਸ਼ ਵੀ ਹੈ। ਉਹ ਸਾਰ ਗੱਲ ਇਹ ਕਿ ਮੇਰਾ ਖਿਆਲ ਜਿਵੇਂ ਉਹ ਡਿਸ਼ ਇਸ ਤਰ੍ਹਾਂ ਇਹ ਨਾਵਲ ਜਿਹੜਾ ਇਹਨਾਂ ਲਿਖਿਆ ਇਹ ਯਕੀਨਨ ਉਸ ਮੁਤੰਜਨ ਦੀ ਤਰ੍ਹਾਂ ਹੀ ਅਗਰ ਪੜ੍ਹੀਏ ਇਹ ਔਰ ਅੱਛਾ ਇਹਦੇ ਵਿੱਚ ਵੀ ਬੜਾ ਦਿਲਚਸਪ ਹੋਏਗਾ ਔਰ ਇੱਕ ਬੜੀ ਮਿਹਨਤ ਇਹਨਾਂ ਦੀ। ਮੈਂ ਇਹਨਾਂ ਨੂੰ ਮੁਬਾਰਕਬਾਦ ਪੇਸ਼ ਕਰਨਾ ਤੇ ਬਾਬੂ ਸਾਹਿਬ ਨੂੰ ਵੀ। ਤੇ ਇਹ ਬੜਾ ਵੱਡਾ ਕੰਮ ਨੇ ਜੀ। ਇਹ ਯਕੀਨਨ ਸਾਡੇ ਪੰਜਾਬ ਔਰ ਪੰਜਾਬੀਆਂ ਦੇ ਅਦੀਬ ਜਿਹੜਾ ਹੈ ਕੁਝ ਦਿਲ ਤੋਂ ਲਿਖਦਾ ਹੈ, ਇਹ ਅਹਿਸਾਸ ਲੋਕ ਔਰ ਇਹਨਾਂ ਦਾ ਕੰਮ ਜਿਹੜਾ ਸਲਾਹੁਣਯੋਗ ਹੈ ਤੇ ਅੱਲਾਹ ਕਰੇ ਇਸ ਨੇ ਲਿਖਦੇ ਰਹਿਣ। ਬਾਕੀ ਬੀਇੰਗ ਪੰਜਾਬੀ ਐਕਟਿਵਿਸਟ ਥੋੜ੍ਹੀ ਜਿਹੀ ਮੈਂ ਗੱਲ ਕਰਾਂਗਾ ਕਿ ਅੱਜ ਅਸੀਂ ਪੰਜਾਬ ਔਰ ਪੰਜਾਬੀ ਦੇ ਸਿਲਸਿਲੇ 'ਚ ਪੰਜਾਬ ਦੀ ਤਕਸੀਮ ਦੀ ਗੱਲ ਕਰ ਰਹੇ ਤੇ ਆਉਂਦੇ ਨੇ ਜੀ ਸੂਬੇ ਵੱਡੇ ਨੇ, ਐਡਮਿਨਿਸਟ੍ਰੇਟਿਵ ਯੂਨਿਟ ਹੋਣੇ ਚਾਹੀਦੇ ਨੇ। ਲੇਕਿਨ ਮੇਰਾ ਸਵਾਲ ਇਹ ਹੈ ਕਿ ਅਗਰ ਛੋਟੇ ਸੂਬੇ ਬਣਾਉਣ ਨਾਲ
ਅਗਰ ਹਾਲਾਤ ਬਿਹਤਰ ਹੋ ਜਾਣ ਤੇ ਫਿਰ ਦੱਸੋ ਪੰਜਾਬ ਅੱਧਾ ਪਾਕਿਸਤਾਨ, ਛੋਟੇ ਸੂਬੇ ਨੇ, ਸੂਬਾ KP, ਸਿੰਧ, ਬਲੋਚਿਸਤਾਨ ਹੈ, ਉਹਨਾਂ ਦੇ ਹਾਲਾਤ ਕਿਉਂ ਨਹੀਂ ਬਿਹਤਰ ਰਹੇ? ਅਸਲ ਚੀਜ਼ ਹੈ ਤਕਸੀਮ ਦੀ ਬਜਾਏ ਇਖਤਿਆਰਾਤ ਨੀਚੇ ਤੱਕ ਦਿਓ। ਜਿਹੜਾ ਮਰੀਮ ਦਾ ਲੈ ਕੇ ਕੋਈ ਬੰਦਾ ਦੇਣ ਨੂੰ ਤਿਆਰ ਹੈ, ਨਾ ਕੋਈ ਬਿਊਰੋਕਰੇਟ ਦੇਣ ਨੂੰ ਤਿਆਰ ਹੈ, ਉਹੀ ਸਿਸਟਮ ਚੱਲ ਰਿਹਾ। ਚੀਜ਼ ਦੇ ਇਖਤਿਆਰਾਤ ਥੱਲੇ ਦਿਆਂਗੇ। ਮੈਂ ਸਮਝਦਾ ਸਿਸਟਮ ਕੋਈ ਵੀ ਹੋਏ, ਇੱਥੇ ਰੂਲ ਆਫ ਲਾ ਸਭ ਤੋਂ ਵੱਡੀ ਚੀਜ਼ ਹੈ। ਜਿੰਨੀ ਦੇਰ ਤੱਕ ਰੂਲ ਆਫ ਲਾ ਨਹੀਂ ਹੋਏਗਾ ਤੇ ਇੱਥੇ ਅਨਰੈਸਟ ਰਹੇਗਾ। ਤੁਸੀਂ ਵੇਖੋ ਚਾਈਨਾ में डिक्टेटरशिप इसी ईरान ने डेमोक्रेसी नहीं ना थे ईरान मिडल ईस्ट उत्थे जाइए पता चलता है कि साढ़े बड़े बड़े कंट्रोटिस्ट बंदे के पुत्र बन जाते हैं। उसकी की वजह रूल ऑफ लॉ है और कोई कौम उन्नी देर तक तरक्की नहीं कर सकती जिन्नी देर तक उत्थे रूल ऑफ लॉ नहीं होगा। और रूल ऑफ लॉ जरा ना सब तो ये जरा गल्लां करनियां तकसीम बाकी वेखो गल है कि मैं समझदा कि बड़ी ज्यादती वाली गल है। पंजाब का ਤੇ ਇੱਕ ਬੈਕਗਰਾਉਂਡ ਵੇਖੋ ਤੁਸੀਂ, ਅੰਗਰੇਜ਼ ਆਇਆ ਸਭ ਤੋਂ ਪਹਿਲਾਂ ਉਹਨੇ ਕਸ਼ਮੀਰ ਨੂੰ ਜਿਹੜਾ ਨਾ, ਕਸ਼ਮੀਰ ਵੀ ਵਾਸ ਪਾਰਟ ਆਫ ਪੰਜਾਬ। ਇਹ ਜੰਮੂ ਵੇਖੋ ਇੱਥੇ ਬੋਲੀ ਪੰਜਾਬੀ ਬੋਲੀ ਜਾਂਦੀ, ਜੰਮੂ ਬੜਾ ਵਸੀਅ ਹੈ, ਵੈਲੀ 'ਚ ਕਸ਼ਮੀਰੀ ਹੈ। ਇਹ ਜਿਹੜੇ ਅੱਜ ਕੱਲ੍ਹ ਇੱਥੇ ਹੰਗਾਮੇ ਹੋ ਰਹੇ ਨੇ, ਮੀਆਂ ਮੁਹੰਮਦ ਬਖਸ਼ ਦਾ ਇਹ ਏਰੀਆ, ਔਰ ਬੜੇ ਅਫਸੋਸ ਵਾਲੀ ਗੱਲ ਜੋ ਹੋ ਰਿਹਾ ਬਾਹਰ ਅਨਰੈਸਟ ਜਿਹੜੀ ਵਜ੍ਹਾ ਪਿੱਛੇ ਲੋਕ ਆ ਰਹੇ ਜਾਂ ਨਹੀਂ। ਲੇਕਿਨ ਗੱਲ ਇਹ ਕਿ ਪੰਜਾਬ ਸਭ ਤੋਂ ਪਹਿਲੀ ਤਕਸੀਮ ਜਿਹੜੀ ਹੈ ਪੰਜਾਬ ਦੀ 1850 ਇਹਨੂੰ ਅਲੱਗਾ ਕੀਤਾ ਗਿਆ, ਇਹਨੂੰ ਵੇਚ ਦਿੱਤਾ ਗਿਆ। ਦੂਸਰੀ ਤਕਸੀਮ ਜਿਹੜੀ 1901 1901 ਦੇ ਵਿੱਚ ਫਿਰ ਪਿਸ਼ਾਵਰ ਨੂੰ ਅਲੱਗਾ ਕੀਤਾ ਗਿਆ। ਪਿਸ਼ਾਵਰ ਹਿੰਦਕੋ ਏਰੀਆ ਸੀ, ਇਹ ਹਿੰਦਕੋ ਪੰਜਾਬੀ ਸਨ। ਉਹ ਪਹਿਲੇ ਸੈਂਸਸ ਦੇ ਵਿੱਚ 1961 ਤੱਕ ਹਿੰਦਕੋ ਪੰਜਾਬੀ ਸੀ। ਮਾਈਗ੍ਰੇਸ਼ਨ ਵੇਖੋ ਜੀ 800,000 ਸਾਲ ਤੋਂ ਜਾਰੀ ਹੈ। ਮਾਈਗ੍ਰੇਸ਼ਨ ਪਹਾੜਾਂ ਤੋਂ ਲੋਕ ਥੱਲੇ ਹੁੰਦੇ ਨੇ, ਇਹ ਜਿੰਨੇ ਵੀ ਲੋਕ ਪਠਾਨ ਹੁਣ ਤਾਂ ਡੈਮੋਗ੍ਰਾਫੀ ਚੇਂਜ ਹੋ ਗਈ ਮੁਕੰਮਲ ਤੌਰ 'ਤੇ। ਖਾਸ ਤੌਰ 'ਤੇ ਜਦੋਂ ਅਫਗਾਨੀ ਆਏ ਨੇ 80 ਦੇ 30 ਲੱਖ ਨੇ, ਅੱਜ ਮੇਰਾ ਦਾਅਵਾ 1 ਕਰੋੜ 30 ਲੱਖ ਹੋ ਗਏ ਨੇ। ਔਰ ਜ਼ਿਆਦਾਤਰ ਨੇ ਸ਼ਨਾਖਤੀ ਕਾਰਡ ਜ਼ਿਆਦਾ ਨਜਾਇਜ਼ ਤਰੀਕੇ ਨਾਲ ਲੈ ਲੈਣ। ਸਾਡੇ ਸਿਆਸਤਦਾਨ ਵੀ ਸ਼ਾਮਲ ਨੇ ਵੋਟ ਲੈਣ ਵਾਸਤੇ। ਮੇਰੇ ਖੁਦ ਸ਼ਹਿਰ ਦੇ ਵਿੱਚ ਮੈਨੂੰ ਪਤਾ ਬਹੁਤ ਸਾਰੇ ਹਜ਼ਾਰਾਂ ਸਾਹਿਬ ਨੇ ਸ਼ਨਾਖਤੀ ਕਾਰਡ ਇਸ਼ੂ ਕੀਤੇ, ਅੱਜ ਉਹਨਾਂ ਨੂੰ ਕੋਈ ਨਹੀਂ ਪੁੱਛ ਮਾਰਾ। ਤੇ ਸੋ ਗੱਲ ਹੈ ਜੀ ਕਿ ਅਸਲ ਇਸ਼ੂ ਵਾਲ ਪੰਜਾਬ ਨੂੰ ਬਾਰ-ਬਾਰ 47 ਫਿਰ ਜੋ ਹੋਇਆ ਤਕਸੀਮ ਕੀਤੀ ਗਈ। 47 ਮੈਂ ਸਮਝਦਾ ਕਿ ਤਕਸੀਮ ਕੀ ਉਹ ਵੰਡ ਨਹੀਂ ਵੱਢਿਆ ਗਿਆ ਸੀ। 10-15 ਲੱਖ ਬੰਦਾ, ਮੈਂ ਬਹੁਤ ਸਾਰੇ ਸੈਂਕੜੇ ਲੋਕਾਂ ਨੂੰ ਮਿਲ ਚੁੱਕਿਆ ਜਿਹੜੇ ਉੱਥੋਂ ਆਏ ਮੈਂ ਪੰਜਾਬ ਦਾ। ਯਕੀਨ ਕਰੋ ਇੱਕ ਤੇ ਇੱਥੇ ਰਾਤ ਫਿਰ ਕਿਹਾ ਜਾਏ ਨਾ ਕਿ ਤੁਸੀਂ ਪਿੰਡ ਛੱਡ ਕੇ ਦੂਸਰੇ ਸ਼ਹਿਰ ਚਲੇ ਜਾਓ ਤਾਂ ਬੜਾ ਮੁਸ਼ਕਿਲ ਕੰਮ ਹੁੰਦਾ। ਕੋਈ ਬੰਦਾ ਸ਼ਾਇਦ ਹੀ ਹੋਇਆ ਜਾਂ ਸਹੀ ਸਲਾਮਤ ਆਇਆ, ਕਈਆਂ 10-10, 20-20, 30-30 ਬੰਦੇ ਮਾਰੇ ਗਏ। ਤੇ ਪੰਜਾਬ ਦੀ ਪੰਜਾਬ ਦੀ ਕੁਰਬਾਨੀਆਂ ਬੜੀਆਂ ਨੇ। ਜੰਗਾਂ ਹੋਣ, ਅੱਜ ਵੀ ਮੈਂ ਨਾ ਕਿ ਅਸੀਂ ਆਜ਼ਾਦ ਜੰਮੂ ਕਸ਼ਮੀਰ ਵਾਸਤੇ ਅਸੀਂ ਬੜੀ ਕੁਰਬਾਨੀਆਂ ਨੇ ਸਾਡੀਆਂ। 4-5 ਜੰਗਾਂ ਲੜ ਚੁੱਕੇ, ਅਰਬਾਂ ਖਰਬਾਂ ਰੁਪਏ ਲੱਗ ਚੁੱਕੇ ਨੇ। ਔਰ ਸਾਡੀ ਕੁਰਬਾਨੀਆਂ ਨੂੰ ਅਸੀਂ ਜਿੰਨੀ ਦੇਰ ਅਸੀਂ ਆਉਣ ਨਹੀਂ ਖੁਦ ਕਰਾਂਗੇ ਉਨੀ ਦੇਰ ਦੇਖੋ ਸਾਡਾ ਇੱਕ ਲੰਬਾ ਸਫ਼ਰ ਹੈ ਇੱਕ ਦਰਦ ਦਾ। ਇਹਨੂੰ ਪੰਜਾਬ ਮੈਂ ਸਮਝਣਾ ਕਿ ਪਾਕਿਸਤਾਨ ਜਿਹੜਾ ਪੰਜਾਬੀ ਕੰਟਰੀ ਹੈ ਉਹ ਇਸ ਲਿਹਾਜ਼ ਨਾਲ ਕਿ 60% ਪੰਜਾਬੀ ਨੇ, 65% ਪੰਜਾਬੀ ਲੋਕ ਬੋਲਦੇ ਨੇ, ਸਮਝਣ ਵਾਲੇ 90% ਨੇ ਇੱਥੇ। ਤੇ ਇਸ ਸਾਨੂੰ ਚਾਹੀਦਾ ਕਿ ਜਿਹੜਾ ਕੰਮ ਹੋ ਰਿਹਾ ਤੇ ਸਾਨੂੰ ਮਜ਼ੀਦ ਅੱਜ ਹੋਰ ਜ਼ਿਆਦਾ ਜ਼ਰੂਰਤ ਹੈ ਇਹਨੂੰ ਕੰਮ ਨੂੰ ਤੇਜ਼ ਕਰਨ ਦੀ। ਪੰਜਾਬੀ ਲਾਗੂ ਨਹੀਂ ਕਰ ਸਕੇ ਅਜੇ ਤੱਕ ਅਸੀਂ, ਅਗਰ ਜੇ ਪਹਿਲਾਂ ਬਹੁਤ ਬਿਹਤਰ ਹੋ ਗਿਆ। ਪਹਿਲਾਂ ਦੇ ਲੋਕ ਪੜ੍ਹੇ ਲਿਖੇ ਬੰਦੇ ਆਰ ਮਹਿਸੂਸ ਕਰਦੇ ਨੇ ਗੱਲ ਕਰਨ ਲੱਗੇ, ਹੁਣ ਚਲੋ ਬੜਾ ਫਰਕ ਪੈ ਗਿਆ। ਤੇ ਇਹ ਮਤਲਬ ਕਿ ਮੁਦੱਸਰ ਇਕਬਾਲ ਭੱਟ ਸਾਹਿਬ ਨੇ ਮਾਸ਼ਾਅੱਲਾ, ਰਿਆਜ਼ ਘੁੰਮਣ ਸਾਹਿਬ ਨੇ, ਇਹਨਾਂ ਦੇ ਮਾਸ਼ਾਅੱਲਾ ਨਾਰੇ ਪੂਰੇ ਸੋਸ਼ਲ ਮੀਡੀਆ 'ਚ ਆਏ ਨੇ ਤੇ ਇਹ ਕੰਮ ਕਰ ਰਹੇ ਨੇ। ਇਹ ਸਾਡਾ ਸਰਮਾਇਆ ਨੇ। ਮੈਂ ਤਾਂ ਰਿਆਜ਼ ਘੁੰਮਣ ਸਾਹਿਬ ਨੂੰ ਕਹਿੰਦਾ ਇਹ ਸਾਡੇ ਟੀਪੂ ਸੁਲਤਾਨ ਨੇ। ਸਾਰੇ ਵੇਖੋ ਕਿ ਜਿੰਨੇ ਬੈਠੇ ਨੇ ਦੋਸਤ, ਸ਼ੌਕਤ ਅਲੀ ਸਾਹਿਬ ਬਰਕਤਾਰ ਨੇ, ਇਮਰਾਨ ਸ਼ੌਕਤ ਅਲੀ, ਸਾਰੇ ਮਜਾਹਤ ਨੇ ਸਾਡੇ, ਸ਼ਾਇਰ ਨੇ, ਅਦੀਬ ਨੇ, ਸਾਰੇ ਆਪਣੇ ਆਪਣੇ ਕੰਮ ਕਰ ਰਹੇ ਨੇ। ਬਾਹਰ ਟਾਈਮ ਮੇਰਾ ਕਲਮ ਬੜੀਆਂ ਨੇ ਲੇਕਿਨ ਇਹ ਕਿ ਇਹਨੂੰ ਮੁਕਤਸਰ ਕਰਦੇ। ਮੈਂ ਇੱਕ ਵਾਰ ਫੇਰ ਜਿਸ ਨੂੰ ਬਾਬੂ ਸਾਹਿਬ ਸਲੀਮ ਰਜ਼ਾ ਠਾਕਰ ਸਾਹਿਬ ਤੁਹਾਨੂੰ ਇਸ ਕਾਬਜ਼ ਤੇ ਮੁਬਾਰਕਬਾਦ ਪੇਸ਼ ਕਰਨਾ। ਔਰ WhatsApp ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਇਹ ਇਤਮਾਮ ਕਰਦੇ ਰਹਿੰਦੇ ਹੋ। ਔਰ ਕਾਮਯਾਬ ਯਾਤਰਾ ਤੇ ਬਲੈਬ ਦੀ ਵਾਪਸੀ ਤੇ ਉਹ ਤੁਹਾਨੂੰ ਵੈਲਕਮ ਕਰਨੇ ਆ। ਬਹੁਤ ਸ਼ੁਕਰੀਆ ਜੀ। ਉਮਾ ਲੈਣਾ ਇਲਲ ਬਲਾ। बहुत शुक्रिया, बड़ी मेहरबानी जनाब मोहम्मद ज़ाहिद फाटी साहब। खैर और तुसी हमेशा ही बड़ा मान और बड़ी मुहब्बत देंदे हो। पंजाब उस दिन तकरीब हो गई या और कोई पंजाबी तकरीब हो गई
ਤੇ ਸਾਡੇ ਨਾਲ ਤੁਸੀਂ ਹੁਣ ਮੈਂ ਜਨਾਬ ਇੱਕ ਐਸੇ ਸਾਡੇ ਮਿੱਤਰ ਜਿਹੜੇ ਹਨ ਤੇ ਡਾਕਟਰ ਲੇਕਿਨ ਵੀ ਕਿ ਉਹ ਸਕਿਨ ਦੇ ਡਾਕਟਰ ਹੁੰਦੇ ਨਾਲ ਨਾਲ ਲੱਗਦੇ ਦਿਲਾਂ ਦੇ ਵੀ ਡਾਕਟਰ ਨੇ ਤੇ ਬਾਕੀ ਇਹ ਵੀ ਕਿ ਸ਼ਾਇਰੀ ਨੂੰ ਇਸ ਹਵਾਲੇ ਨਾਲ ਜ਼ਰੂਰ ਸਮਝਦੇ ਨੇ ਕਿ ਜਿਹੜਾ ਅੱਛਾ ਗਾਇਕ ਹੁੰਦਾ ਹੈ ਨਾ ਉਹ ਸ਼ਾਇਰੀ ਨੂੰ ਵੀ ਸਮਝਦਾ ਹੈ ਤੇ ਡਾਕਟਰ ਸਾਹਿਬ ਕਿਉਂਕਿ ਅੱਛੇ ਗਾਇਕ ਵੀ ਨੇ ਆਵਾਜ਼ ਵੀ ਅੱਲਾਹ ਤਾਲਾ ਨੇ ਸੋਹਣੀ ਦਿੱਤੀ ਜਿਵੇਂ ਸ਼ਕਲ ਸੋਹਣੀ ਹੈ ਪਰਸਨੈਲਿਟੀ ਸੋਹਣੀ ਜੀ ਆਵਾਜ਼ ਵੀ ਸੋਹਣੀ ਤੇ ਹਮੇਸ਼ਾ ਸੋਹਣੀ ਸੋਚ ਹੀ ਜਿਹੜੀ ਹੈ ਨਾ ਜੀ ਉਹ ਬੰਦੇ ਨੂੰ ਸੋਹਣਾ ਕਰਦੀ ਹੈ। ਸਭ ਤੋਂ ਵੱਡੀ ਗੱਲ ਇਹ ਵੇਖ ਕੇ ਪੰਜਾਬੀ ਕਮਿਟਡ ਨੇ ਪੰਜਾਬੀ ਸੇਵਕ ਨੇ ਪੰਜਾਬੀ ਮਿੱਤਰ ਨੇ ਸਾਡੇ ਸਾਨੂੰ ਬੜਾ ਮਾਣ ਹੈ। ਇਹ ਹੁਣੇ ਹੀ ਪੰਜਾਬੀ ਕਾਨਫਰੰਸ ਸੀ ਜਿਹੜੀ ਮੈਨਚੈਸਟਰ ਉਹਦੇ ਵਿੱਚ ਵੀ ਇਹ WhatsApp ਦੇ ਨਾਲ ਸਨ ਔਰ ਇਹਨਾਂ ਨੇ ਸਾਰੇ ਸੈਸ਼ਨ ਸਾਡੀ ਕਾਨਫਰੰਸ ਨੂੰ ਅਟੈਂਡ ਕੀਤਾ। ਮੇਰੀ ਮੁਰਾਦ ਜਨਾਬ ਡਾਕਟਰ ਅਜ਼ਰ ਚੌਧਰੀ ਸਾਹਿਬ ਤੋਂ ਹੈ। मैं चाहूँगा कि तुम भरपूर तालियां नाल इस्तकबाल करो जनाब डॉक्टर अजहर चौधरी साहब। ਰੱਬ ਸੋਹਣੇ ਦੇ ਸੱਚੇ ਤੇ ਸੁੱਚੇ ਨਾਂ ਦੇ ਨਾਲ ਸਟੇਜ ਤੇ ਬੈਠੀਆਂ ਬੜੀਆਂ ਪਿਆਰੀਆਂ ਮਨਮੋਹਣੀਆਂ ਸਾਡਾ ਸਿਰ ਦਾ ਤਾਜ ਹਸਤੀਆਂ ਜਨਾਬ इलियास कुमट साहब, राय मोहम्मद खान नासिर साहब, सलीम ठाकर साहब और पंजाबी प्यारे हो अज के दिन मैं सब तो पहला ते अपने मित्र भाई सलीम ठाकर होरां नूं मुबारकबाद देना कि अज उन्हां दी चौथी किताब जिहड़ी है ओहदी मानता हो रही है छपी है बड़े सोहने ढंग नाल बड़े सोहने रंगां विच ਤੇ ਇਹ ਮੁਬਾਰਕਬਾਦ ਦੇ ਹੱਕਦਾਰ ਨੇ ਔਰ ਇੱਥੇ ਬੈਠੇ ਹੀ ਪਤਾ ਲੱਗਾ ਕਿ ਸਾਡੇ ਵਿੱਚ ਹੱਕ ਦੀ ਬੋਲੀ ਬੋਲਣ ਤੇ ਗਾਵਣ ਵਾਲੇ ਅਸਲਮ ਬਾਉ ਸਾਹਿਬ ਦੀ ਤਸ਼ਰੀਫ ਫਰਮਾ ਨੇ ਉਹਨਾਂ ਨੂੰ ਮੁਬਾਰਕਬਾਦ ਜੀ ਉਹਨਾਂ ਦੀ ਕਿਤਾਬ ਦੇ ਬਾਰੇ ਵੀ ਗੱਲਾਂ ਹੋਈਆਂ ਤੇ ਸਲੀਮ ਠਾਕਰ ਸਾਹਿਬ ਜਿਹੜੇ ਨੇ ਇਹਨਾਂ ਤੇ ਸਾਨੂੰ ਇਸ ਲਈ ਵੀ ਮਾਣ ਹੈ ਕਿ ਇਹਨਾਂ ਦੇ ਵਿੱਚ ਸਾਡੀ ਜਾਨ ਵੀ ਹੈ ਵਾਹ ਤੇ ਉਹ ਜਿਸ ਵੇਲੇ ਇਹ ਲਿਖਦੇ ਨੇ ਨਾ ਜੀ ਤੇ ਉਹ ਸਾਨੂੰ ਇਹ ਹੁੰਦਾ ਕਿ ਚਲੋ ਅਸੀਂ ਕਿਸੇ ਜ਼ਮਾਨੇ ਜਿਹੜਾ ਇਹਨਾਂ ਤੇ ਐਵੇਂ ਜ਼ੋਰ ਦਿੱਤਾ ਸੀ ਨਾ ਉਹ ਜ਼ਾਇਆ ਨਹੀਂ ਗਿਆ ਤੇ ਸ਼ੁਰੂ ਤੋਂ ਹੀ ਬੜੀ ਸੋਹਣੀ ਗੱਲ ਕਰਦੇ ਸਨ ਬੜੀ ਪਰਿਆ ਵਿੱਚ ਪੰਚਾਇਤ ਵਿੱਚ ਹਰ ਪਾਸੇ ਤੇ ਮੈਂ ਕਿਹਾ ਯਾਰ ਜਿੱਦੀਆਂ ਤੂੰ ਸੋਹਣੀਆਂ ਗੱਲਾਂ ਕਰਨਾ ਕਦੇ ਇਹਨਾਂ ਗੱਲਾਂ ਨੂੰ ਕਦੇ ਲਿਖ ਲੈ ਯਾਰ ਤੂੰ ਬੜਾ ਰਾਈਟਰ ਨਹੀਂ ਇਸ ਤਰ੍ਹਾਂ ਕਿਸ ਤਰ੍ਹਾਂ ਮੈਂ ਕਿਹਾ ਤੂੰ ਲਿਖਦੇ ਮੈਂ ਕਿਹਾ ਯਾਰ ਤੂੰ ਲਿਖਣ ਵਾਲਾ ਆ ਤਾਂ ਸਹੀ ਨਹੀਂ ਯਾਰ ਮੈਂ ਤਾਂ ਕਦੇ ਪੰਜਾਬੀ ਲਿਖੀ ਨਹੀਂ ਮੈਂ ਕਿਹਾ ਬੋਲਣਾ ਹੈ ਨਾ ਜਿਸ ਤਰ੍ਹਾਂ ਬੋਲਣਾ ਉਂਝੇ ਦੀ ਲਿਖ ਲਿਆ ਕਰ ਬਾਕੀ ਅੱਗੋਂ ਮਾਮਲੇ ਸਾਰੇ ਠੀਕ ਹੁੰਦੇ ਜਾਣ ਔਰ ਜਦੋਂ ਇਹਦੀ ਪਹਿਲੀ ਕਿਤਾਬ ਜਿਹੜੀ ਉਹ ਛਾਪੇ ਚੜੀ ਉਹ ਸੋਚ ਨਿਤਾਰੇ ਦੇ ਨਾਂ ਨਾਲ ਅਸੀਂ ਸਾਰੇ ਮਿੱਤਰਾਂ ਬਹਿ ਕੇ ਇਹਨਾਂ ਦੀ ਕਿਤਾਬ ਦਾ ਨਾਂ ਰੱਖਿਆ ਕਿ ਇਹਦਾ ਨਾਂ ਕੀ ਰੱਖਿਆ ਜਾਏ ਉਹ ਚੂੰਕਿ ਉਹਦੇ ਚ ਗੱਲਾਂ ਨਿਤਰਵੀਆਂ ਸਨ ਤੇ ਨਿਤਾਰੇ ਕੀਤੇ ਗਏ ਸਨ 20 ਲੌਗ ਸਨ ਸਾਰੇ ਔਰ ਮੈਂ ਉਦੋਂ ਹੀ ਉਹਦੇ ਵਿੱਚ ਇੱਕ ਗੱਲ ਮੈਂ ਲਿਖੀ ਸੀ ਕਿ ਇਹ ਠਾਕਰ ਸਾਹਿਬ ਜਿਹੜੇ ਨਾ ਇਹਨਾਂ ਦਾ ਖਾਨਦਾਨ ਨੇ ਜਿਹੜਾ ਪੂਰੇ ਇਲਾਕੇ ਵਿੱਚ ਇਹ ਜ਼ੋਰਾਵਰਾਂ ਦਾ ਸ਼ਾਹ ਜ਼ੋਰਾਂ ਦਾ ਪਹਿਲਵਾਨਾਂ ਦਾ ਖਾਨਦਾਨ ਜਿਹਦੇ ਚ ਬੜੇ ਬੜੇ ਨਾਮਵਰ ਕੁਸ਼ਤੀ ਦੇ ਔਰ ਕਬੱਡੀ ਦੇ ਪਲੇਅਰ ਪੈਦਾ ਹੋਏ ਜਾਵੇਦ ਸਾਡੇ ਇਹਨਾਂ ਦੇ ਤਾਇਆਜ਼ਾਦ ਭਾਈ ਜਾਵੇਦ ਸ਼ੇਰਗੜੀਆ ਉਹਨਾਂ ਨੂੰ ਕਿਹਾ ਜਾਂਦਾ ਰਿਹਾ ਔਰ ਉਹ ਕੁਝ 7 ਫੁੱਟ ਕੱਦ ਸੀ ਉਹਨਾਂ ਦਾ ਔਰ ਉਹਨਾਂ ਨੂੰ ਜਾਵੇਦ ਹਾਥੀ ਵੀ ਕਿਹਾ ਜਾਂਦਾ ਸੀ ਸਾਡੀ ਪਾਕਿਸਤਾਨ ਕਬੱਡੀ ਟੀਮ ਦਾ ਬੜਾ ਫਖਰ ਦੇ ਮਾਣ ਰਹੇ ਠੀਕ ਹੈ ਜੀ ਔਰ ਇਸੇ ਤਰ੍ਹਾਂ ਇਹਨਾਂ ਦੇ ਖਾਨਦਾਨ ਦੇ ਹੋਰ ਬੰਦੇ ਫਿਰ ਇਹਨਾਂ ਦੇ ਖਾਨਦਾਨ ਨੇ ਇੱਕ ਹੋਰ ਤਬਦੀਲੀ ਆਈ ਨਾਲ ਹੀ ਉਹ ਆਉਂਦੀ ਰਹੀ ਕਿ ਇਹਨਾਂ ਦੇ ਖਾਨਦਾਨ 'ਚ ਬਹੁਤ ਜ਼ਿਆਦਾ ਜਿਹੜੇ ਨੇ ਫੌਜੀ ਅਫਸਰ ਕਰਨਲ ਬ੍ਰਿਗੇਡੀਅਰ ਉਹ ਸਾਰੇ ਉਧਰ ਆਏ ਉਹ ਭਲਵਾਨਾਂ ਦੇ ਨਾਲ ਉਹ ਵੀ ਇੱਕ ਮੈਂ ਸਮਝਦਾ ਉਹ ਵੀ ਇੱਕ ਭਲਵਾਨੀ ਦਾ ਦੂਜਾ ਰੂਪ ਹੈ ਜਿਹੜਾ ਫੌਜ ਦਾ ਰੂਪ ਹੈ ਅਸਲ ਭਲਵਾਨ ਤੇ ਉਹੀ ਨੇ ਤੇ ਇਹਨਾਂ ਨੇ ਜਿਹੜਾ ਜੀ ਰਸਤਾ ਚੁਣਿਆ ਨਾ ਲਿਖਣ ਵਾਲਾ ਉਹ ਮੈਂ ਸਮਝਦਾ ਕਿ ਅਸਲ ਫੈਜ਼ ਉਹ ਇਹਨਾਂ ਦੇ ਵਾਲਦ ਸਾਹਿਬ ਵੱਲੋਂ ਇਹਨਾਂ ਨੂੰ ਮਿਲਿਆ ਕਿ ਉਹ ਸਾਰੇ ਟੀਚਿੰਗ ਲਾਈਨ ਵਿੱਚ ਆਏ ਉਹ ਬੜੇ ਨਾਮਵਰ ਟੀਚਰ ਸਨ ਉਸਤਾਦ ਸਨ ਔਰ ਇਹਨਾਂ ਨੇ ਉਹ ਉਧਰੋਂ ਫੈਜ਼ ਲਿਆ ਔਰ ਗੱਲ ਕਰਦੇ ਸਨ ਭੁੱਲ ਲਿਖਣ ਐਵੇਂ ਅਸੀਂ ਚੁਕਾ ਕੇ ਉਹਨਾਂ ਲਿਖਣ ਵਾਲੇ ਪਾਸੇ ਲਾਇਆ ਜਿਸ ਵੇਲੇ ਦੀ ਕਿਤਾਬ ਆਈ ਸੋਚ ਨਿਤਾਰੇ ਉਹਦੇ ਵਿੱਚ ਉਹ ਸਾਰੇ ਵਲੌਗ ਸਨ ਲੇਕਿਨ ਉਹਦੇ ਚ ਇੰਨੇ ਕੁ ਰੰਗ ਸਨ ਉਹਦੇ ਚ ਬਾਜ਼ੂਕਾ ਛੋਟੀਆਂ ਕਹਾਣੀਆਂ ਵੀ ਸਨ ਨਿਤਾਰੇ ਵੀ ਸਨ ਔਰ ਕੁਝ ਲੋਕਾਂ ਦੀ ਬਾਇਓਗ੍ਰਾਫੀ ਸਨ ਮੈਂ ਆਖਿਆ ਜਨਾਬ ਠਾਕਰ ਸਾਹਿਬ ਤੁਸੀਂ ਹੁਣ ਜਿਹੜੀ ਇਸ ਕਿਤਾਬ ਤੋਂ ਪਿੱਛੋਂ ਤੈਨੂੰ ਬ੍ਰੇਕ ਨਹੀਂ ਲੱਗਣੀ
ਤੂੰ ਨਾਵਲ ਵੀ ਲਿਖੇਗਾ, ਤੂੰ ਕਹਾਣੀਆਂ ਵੀ ਲਿਖੇਗਾ। ਔਰ ਅੱਜ ਵੇਖੋ ਜਨਾਬ, ਪੰਜਾਬੀ ਦਾ ਇੱਕ ਨਾਮਵਰ ਰਾਈਟਰ ਸਾਡੇ ਵਿੱਚ ਇਹਨਾਂ ਸੋਚ ਵਿਚਾਰੇ ਤੋਂ ਬਾਅਦ ਜਿਹੜੇ ਇਹਨਾਂ ਦੇ ਫਿਰ ਨਾਵਲ ਮਾਨਤਾ ਆਇਆ, ਉਸ ਨਾਵਲ ਮਾਨਤਾ ਨੇ ਬੜੀ ਮਾਨਤਾ ਖੱਟੀ। ਅਫਜ਼ਲ ਸਾਹਿਬ ਸਾਹਿਬ ਨੇ ਉਹ ਛਾਪਿਆ ਔਰ ਫਿਰ ਇੱਕ ਇਹਨਾਂ ਨਾਲ ਫਿਰ ਇੱਕ ਉਰਦੂ ਇਹਨਾਂ ਮਤਲਬ ਬਾਜ਼ ਲੋਕਾਂ ਦੇ ਜਵਾਬ ਪਤਾ ਇਹਨਾਂ ਨੇ ਆਖਿਆ ਵੀ ਠਾਕਰ ਸਾਹਿਬ ਇਹਨੂੰ ਪੰਜਾਬੀ ਆਉਂਦੀ ਸੀ ਨਾ, ਇੱਕ ਉਰਦੂ ਵਿੱਚ ਕਿਤਾਬ ਲਿਖੀ ਔਰ ਕਾਇਦੇ ਆਜ਼ਮ ਦਾ ਬਰਜ਼ਖ ਹੀ ਜਾ ਕੇ ਇੰਟਰਵਿਊ ਕਰ ਮਾਰਿਆ, बरज़ख से बराह रास्त। और वो बरज़ख से बराह रास्त दे विच वो मसाइल पेश कीते ने पाकिस्तान दे और बंदा देख के दंग रह जाता है कि इस बंदे दा कितना डूंगा मुतालिया है और इहदा किहड़े-किहड़े पासे ध्यान है। यह जिहड़ा नावल है चौधरी मुतय्यन, इहदी मैं इहदे च अपना मेरा एक मजमून ही है, वो व्हाट्सएप में उन्होंने नावल मुक्कण ते लाया, चलो जिथे थां दित्ती ने लोग नावल पढ़न तो बाद शायद पढ़ ही लवन। कल मैं इन्हां नूं वेले सिर दित्ता सी, वो व्हाट्सएप दे असल च व्हाट्सएप दे उत्ते इन्ना रश इन्नी ट्रैफिक है ना कि वो जिहड़ी गड्डी लंघ जाए ना एक बारी वो 10 मिनटां बाद पता नहीं लगता क्योंकि 10,000 गड्डियां उत्थों लंघ चुकियां होंदियां और दसना पैंदा जनाब फलाने दिन तुहानूं एक भेजिया सी। ते व्हाट्सएप भी ਇਹਦੇ ਚ ਮੁਬਾਰਕਬਾਦ ਦੇ ਮੁਸਤਹਿਕ ਨੇ ਜਨਾਬ ਔਰ ਅਸੀਂ ਇਹਦੇ ਸ਼ੁਕਰਗੁਜ਼ਾਰ ਵੀ ਹਾਂ ਕਿ ਇਹ ਨਾਵਲ ਇਹਨਾਂ ਨੇ ਛਾਪਿਆ ਔਰ ਬੜੇ ਸੋਹਣੇ ਰੰਗਾਂ ਚ ਛਾਪਿਆ। ਠੀਕ ਹੈ ਜੀ। ਉਹ ਜਿਹੜਾ ਟਾਈਟਲ ਦੀ ਗੱਲ ਹੋ ਰਹੀ ਸੀ ਨਾ, ਜਿਤਨੇ ਤੇ ਅਫਜ਼ਲ ਸਾਹਿਬ ਨੇ ਦਾਇਰਾ ਮਾਰਿਆ ਸੀ ਮੈਂ ਉਤਨੇ ਬਾਰ ਬੜਾ ਸੋਹਣਾ ਹੈ, ਕਦੀ ਕੋਈ ਗੱਲ ਔਰ ਮਤਲਬ ਇਤਰਾਜ਼ ਵਾਲੀ गल करनी चाहिए नहीं और है भी नहीं, बहुत सोहना है, यानी कि सामने भी ते दूजे पासे भी सोहना है, कमाल है जी। व्हाट्सएप दी और जनाब सलीम ठाकर दी तस्वीरां होण ते बाकी विच गल किहड़ी लै जांदी है ते गल्लां बड़ियां सोहणियां। अच्छा नावल जिहड़ा ना जी मैं मजमून ते उहदे लिखिआ, मैं समझना कि नावल जिहड़ा ना वो रंगां दी खेड है। ये जिहड़ा ना चौधरी मुतय्यन, वैसे भी मुतय्यन जिहड़ा ਇਹ ਸਾਡੀ ਬੜੀ ਪਿਆਰੀ ਡਿਸ਼ ਹੈ। ਅੱਗੇ ਜਨਾਬ ਪਤੀ ਸਾਹਿਬ ਦਾ ਜ਼ਿਕਰ ਵੀ ਕਰ ਰਹੇ ਸਨ ਕਿ ਮੁਤਯ्यन ਜਿਹੜਾ ਹੈ ਉਹਨੂੰ ਦੇਖ ਕੇ ਤੇ ਵੈਸੇ ਹੀ ਹਰ ਬੰਦੇ ਦਾ ਦਿਲ ਕਰਦਾ ਮੁਤਯ्यन। ਔਰ ਇਹ ਸਮਝ ਸਿਰਫ ਮੁਤਯ्यन ਨਹੀਂ, ਮੁਤਯ्यन ਦਾ ਖੁਰਚਣ ਵੀ ਹੈ ਨਾਲ, ਜਿਹਨੂੰ ਹੋਰ ਜ਼ਿਆਦਾ ਜਿਹੜਾ ਉਹ ਪਸੰਦ ਕੀਤਾ ਜਾਂਦਾ। ਇਹਦੇ ਵਿੱਚ ਠਾਕਰ ਨੇ ਜਿਹੜਾ ਰੰਗ ਦਿਖਾਇਆ ਨਾ ਜੀ, ਸਭ ਤੋਂ ਸੋਹਣੇ ਮਤਲਬ ਮੁਖਤਲਿਫ ਰੰਗ ਦੇ ਭਰੇ ਹੋਏ ਨੇ। ਇਹਦੇ ਵਿੱਚ ਇਹਨਾਂ ਨੇ ਜਿਹੜੀ ਕਿਰਦਾਰ ਸਾਜ਼ੀ ਕੀਤੀ ਹੈ, ਕਿਰਦਾਰ ਨਿਗਾਰੀ ਕੀਤੀ ਹੈ, ਪਾਤਰ ਉਸਾਰੀ ਕੀਤੀ, ਉਹ ਬੜੇ ਕਮਾਲ ਦਰਜੇ ਦੀ। ਮਸਲ ਜਿਹੜਾ ਸਭ ਤੋਂ ਵੱਡਾ ਇਹਦਾ ਪਾਤਰ ਹੈ, ਕਿਰਦਾਰ ਹੈ, ਉਹ ਚੌਧਰੀ ਮੁਤਯ्यन ਹੈ, ਜਿਹੜਾ ਇੱਕ ਸਮਝੋ ਵਿਗੜਿਆ ਚੌਧਰੀ, ਤੇ ਵਿਗੜਿਆ ਵੀ ਕੋਨੂੰ ਬਾਹਰ ਨਹੀਂ ਵਿਗਾੜਿਆ, ਪੋਤੜਿਆਂ ਦਾ ਵਿਗੜਿਆ। ਇਹਦੀ ਜਦੋਂ ਉਹ ਪਾਕਿਸਤਾਨ ਤੋਂ ਗਿਆ ਉਦੋਂ ਦਾ ਵਿਗੜਿਆ ਕਿ ਜ਼ਾਹਿਰ ਉਹਨੇ ਕੌਮ ਦੀ 2 ਤਲਾਕਾਂ ਦਿੱਤੀਆਂ ਨੇ। ਪਹਿਲਾਂ ਇੱਕ ਬੀਵੀ ਨੂੰ ਤਲਾਕ ਦਿੱਤੀ ਹੈ, ਫਿਰ ਦੂਜੀ ਨੂੰ ਦਿੱਤੀ ਹੈ, ਫਿਰ ਨਾਲ ਉਹਨੇ ਆਪਣੀ ਜਿਹੜੀ ਛੋਟੀ ਜਿਹੀ ਬੇਟੀ ਸੀ ਜਿਹੜੀ ਉਹਨੇ ਆਖਿਆ ਵੀ ਆਦਾ ਕੀ ਕਰਨਾ, ਉਹਨੇ ਕਿਹਾ ਵੀ ਵਿੱਚੇ ਲਿਖ ਦੇ। ਯਾਨੀ ਉਹ ਐਡਾ ਕਠੋਰ ਹੈ, ਇੰਨਾ ਜ਼ਾਲਮ ਹੈ ਕਿ ਉਹ ਮਤਲਬ ਉਹਦੇ ਨਜ਼ਦੀਕ ਨਾ ਕਦਰਾਂ ਦੀ ਵੈਲਿਊ ਨਹੀਂ, ਬਹੁਤ ਵਿਗੜਿਆ। ਅੱਗੋਂ ਬਾਹਰ ਨੇ ਜਿਸ ਵੇਲੇ ਬਾਹਰ ਚਲਾ ਗਿਆ, ਅਫਰੀਕਾ ਚਲਾ ਗਿਆ, ਉੱਥੇ ਜਾ ਕੇ ਉਹ ਸੰਵਰਿਆ ਨਹੀਂ, ਹੋਰ ਵਿਗੜਿਆ। ਔਰ ਜਿਸ ਵੇਲੇ ਉੱਥੋਂ ਵਾਪਸ ਆਇਆ ਤੇ ਉਹ ਇੱਕ ਮੁਕੰਮਲ ਵਿਗਾੜ ਦਾ ਸ਼ਿਕਾਰ ਹੈ। ਉਹ ਮਾਹੌਲ ਬਦਲ ਚੁੱਕਿਆ, ਜ਼ਮਾਨਾ ਬਦਲ ਚੁੱਕਿਆ। ਉਹ ਜਿਸ ਜ਼ਮਾਨੇ 'ਚ ਗਿਆ ਸੀ ਉਦੋਂ ਤਾਂ ਸਿਰਫ ਹੁੰਦੇ ਸੀ ਕਿ ਪਿੰਡਾਂ 'ਚ ਚੌਧਰੀ ਨੇ ਤੇ ਮਹਿਰ ਨੇ। ਹੁਣ ਉਹ ਜਿਸ ਵੇਲੇ ਆਇਆ ਜ਼ਮਾਨਾ ਬਦਲ ਚੁੱਕਿਆ ਹੈ। ਹੁਣ ਜਨਾਬ ਉਹ ਨਵੇਂ ਜਿਸ ਵੇਲੇ ਇਲੈਕਸ਼ਨ ਵਗੈਰਾ ਹੁੰਦੇ ਨੇ, ਕੋਈ ਕੌਂਸਲਰ ਆ ਗਏ, ਕੋਈ ਨਾਜ਼ਮ ਆ ਗਏ, ਕੋਈ ਨਾਇਬ ਨਾਜ਼ਮ ਆ ਗਏ, ਉਹ ਨਵੇਂ ਉਹਦੇ ਨੇ ਉਹ ਜਿਹੜਾ ਕਿਸੇ ਨੂੰ ਮੰਨਦਾ ਹੀ ਨਹੀਂ। ਉਹ ਫਿਰ ਜਿਹੜਾ ਨਾ ਬੜਾ ਵੱਡਾ ਜਨਾਬ ਫੜਬਾਜ਼ ਹੈ, ਬੜਾ ਉਹ ਫੌਂਡੀ ਹੈ। ਉਹ ਹਰ ਵੇਲੇ ਕੋਈ ਉਹਦੇ ਨਾਲ ਨੇਕੀ ਵੀ ਕਰਦਾ ਨਾ ਤੇ ਉਹ ਕਹਿੰਦਾ ਲੈ ਇਹਨੇ ਕਿਹੜੀ ਨੇਕੀ ਮੇਰੇ ਨਾਲ ਐਡੀ ਕੀਤੀ, ਮੇਰਾ ਅੱਬਾ ਜਿਹੜਾ ਉਹ ਐਡਾ ਸਖੀ ਸੀ, ਉਹਦੇ ਇੰਨੀਆਂ ਕਣਕਾਂ, ਉਹਦੇ ਇੰਨੇ ਬੋਲ, ਉਹ ਇੰਨੇ ਲੋਕਾਂ ਨੂੰ ਗੱਲਾਂ ਦਿੰਦਾ ਸੀ। ਤੇ ਉਹ ਫਿਰ ਪੁਰਾਣੇ ਜ਼ਮਾਨੇ ਦੀ ਜਿਹੜੀ ਸ਼ਿਵਰ ਲਾਈਟ ਹੁੰਦੀ ਸੀ ਨਾ ਜੀ, ਉਹ ਉਹਦਾ ਤੱਕ ਕਹਿੰਦਾ ਮੇਰੇ ਪਿਓ ਕੋਲ ਤੇ 8 ਕਿੱਠੀ ਘੋੜੀ ਸੀ। ਠਾਕਰ ਸਾਹਿਬ ਨੇ ਇੱਕ ਨਵਾਂ ਪੈਮਾਨਾ ਘੋੜੀਆਂ ਦੀ ਤਾਰੀਫ ਕਰਨ ਦਾ ਜਿਹੜਾ ਮੁਤਯ्यन ਕੀਤਾ ਕਿ ਮੇਰੇ ਪਿਓ ਦੀ 8 ਕਿੱਠੀ ਘੋੜੀ ਸੀ।
ਉਹ ਅੱਛਾ ਫਿਰ ਇਹ ਤਾਂ ਮੁਤੰਜਨ ਹੈ ਨਾ ਜਿਹਦੇ 'ਚ ਬਹੁਤ ਸਾਰੇ ਰੰਗ ਨੇ। ਇਨੀ ਮੁਤੰਜਨ ਇਸ ਲਈ ਅਸੀਂ ਕਹਿੰਦੇ ਹਾਂ। ਔਰ ਇਹਦੇ 'ਚ ਮੁਤੰਜਨ 'ਚ 3 ਰੰਗ ਜਿਹੜੇ ਹੁੰਦੇ ਨੇ ਨਾ ਚਾਵਲ ਦੇ 3 ਰੰਗ ਬੜੇ ਨੁਮਾਇਆਂ ਆਉਂਦੇ ਨੇ, ਪੀਲਾ, ਇੱਕ ਸਾਵਾ ਤੇ ਇੱਕ ਰਤਾ ਸੁਰਖ। ਇਹ 3 ਰੰਗ ਨੁਮਾਇਆਂ ਹੁੰਦੇ ਨੇ ਤੇ ਉਹ ਮੁਤੰਜਨ ਵਿੱਚ ਵੀ ਇਸ ਤਰ੍ਹਾਂ ਦੇ ਬੇਸ਼ੁਮਾਰ ਰੰਗ ਨੇ। ਉਹ ਮਤਲਬ ਆਪਣਾ ਸਮਾਣੀਆਂ ਦਾ ਠਰਕੀ ਹੈ ਔਰ ਫਿਰ ਉਹ ਫਲਰਟ ਹੈ, ਉਹ ਮਤਲਬ ਇੰਡੀਆਂ ਗੱਲਾਂ ਕਰਦਾ ਉਹ ਸਾਰੀਆਂ ਜਿਹੜੀਆਂ ਨੇ ਜਿਹੜੀਆਂ ਮੁਆਸ਼ਰੇ ਵਿੱਚ ਚੰਗੀਆਂ ਨਹੀਂ ਸਮਝੀਆਂ ਜਾਂਦੀਆਂ, ਲੋਕਾਂ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰਦੇ। ਉਹਦੇ 'ਚ ਸਾਰੇ ਹੀ ਭੈੜ ਹੈ ਨੇ। ਇਹਨਾਂ ਉਹਦਾ ਕਿਰਦਾਰ ਬਣਾਉਣ ਲੱਗਿਆ ਬੜਾ ਕਮਾਲ ਕੰਮ ਵਿਖਾਇਆ। ਦੂਜਾ ਕਰੈਕਟਰ ਉਹਦੇ 'ਚ ਇੱਕ ਉਹਦਾ ਨਾਂ ਜਿਹੜਾ ਸੰਗੀ ਕਰੈਕਟਰ ਹੈ ਨਾ, ਜਿਹੜਾ ਸਪੋਰਟਿੰਗ ਉਹਦੇ ਵਿੱਚ, ਉਹਦਾ ਨਾਂ ਇਹਨਾਂ ਰੱਖਿਆ ਡਾਕਾ। ਡਾਕਾ ਉਹ ਡਾਕੇ ਮਾਰਨ ਤੋਂ ਨਹੀਂ ਹੈ। ਉਹਦੀ ਇੱਕ ਵੱਡੀ ਆਦਤ ਹੈ ਕਿ ਉਹ ਲੋਕਾਂ ਦੇ ਹੁੰਦੇ ਰਿਸ਼ਤੇ ਵੀ ਡੱਕ ਛੱਡਦਾ। ਯਾਨੀ ਉਹਦੇ ਵਿੱਚ ਖੂਬੀ ਹੈ ਜਾਂ ਉਹਦੀ ਕਹਿ ਲਓ ਕਿ ਉਹਨੂੰ ਇਲਤਰ ਪਈ ਹੈ ਕਿ ਕਿਸੇ ਦਾ ਉਹ ਹੈ ਵੈਸੇ ਮਹਿਰੂਮ ਕਰੈਕਟਰ ਹੈ, ਮਹਿਰੂਮੀਆਂ ਦਾ ਸ਼ਿਕਾਰ ਹੈ। ਉਹਦੇ ਕੋਈ ਉਹਦਾ ਆਲੀ ਮੁਆਲੀ ਨਹੀਂ, ਉਹਦੇ ਵੱਡੇ ਨਿੱਕੇ ਸਾਰੇ ਉਹਦੇ ਅਗਲੇ ਪਿਛਲੇ ਮਰ ਚੁੱਕੇ ਨੇ, ਕੋਈ ਉਹਨੂੰ ਸੰਭਾਲਣ ਵਾਲਾ ਨਹੀਂ। ਉਹ ਪਤਾ ਨਹੀਂ ਮੁਆਸ਼ਰੇ ਕੋਲ ਬਦਲਾ ਲੈਂਦਾ ਪਿਆ। ਉਹ ਕਿਸੇ ਦਾ ਰਿਸ਼ਤਾ ਸਿਰੇ ਚੜ ਗਿਆ ਨਾ ਜੀ, ਉਹ ਰੋਕ ਛੱਡਦਾ। ਇਸ ਲਈ ਉਹਨਾਂ ਉਹਦਾ ਨਾਂ ਡਾਕਾ ਰੱਖਿਆ। ਫਿਰ ਇਹਨਾਂ ਦਾ ਇੱਕ ਹੋਰ ਕਰੈਕਟਰ ਹੈ, ਉਹ ਹੈ ਲੰਬੂ। ਹੁਣ ਲੰਬੂ ਕਿਉਂ ਹੈ ਕਿ ਉਹਦਾ ਕੱਦ ਲੰਮਾ। ਫਿਰ ਇੱਕ ਇਹਨਾਂ ਦਾ ਕਰੈਕਟਰ ਹੈ ਮੁੱਛੜ। ਅੱਛਾ, ਉਹ ਸਿਰਫ ਮੁੱਛੜ ਕੀ ਹੈ ਕਿ ਉਹਦੀਆਂ ਮੁੱਛਾਂ ਨੇ ਔਰ ਉਹ ਜਿਹੜਾ ਫਿਰ ਉਹ ਜਿਹੜਾ ਨਾ ਜੀ ਉਹ ਉਹਨਾਂ ਦੇ ਨਾਲ ਨਿੱਕੀ ਸ਼ੱਕੀ ਵੀ ਕਰਦਾ, ਉਹਨਾਂ ਦਾ ਖਿਆਲ ਰੱਖਦਾ, ਉਹਨਾਂ ਨੂੰ ਖਵਾਉਂਦਾ ਪਿਆਉਂਦਾ। ਜਿਹੜਾ ਡਾਕਾ ਔਰ ਚੌਧਰੀ, ਕਿਉਂਕਿ ਡਾਕਾ ਔਰ ਚੌਧਰੀ ਜਿਹੜੇ ਨੇ ਬਿਲਕੁਲ ਬੇਪੁਰਾਣੇ ਹਰ ਬੈਠੇ ਨੇ, ਜਿਹੜੇ ਬਿਲਕੁਲ ਨਾ ਕੋ ਵਿਹਲੇ ਨਾ ਕੋ ਕੰਮ ਕਰਦੇ ਨੇ, ਬਲਕਿ ਉਹ ਨਹਿਲਾ ਤੇ ਦਹਿਲਾ। ਜੇ ਉਹ ਇੱਕ ਬੰਦੇ ਦੀ ਬਾਤਾਂ ਕਰਦਾ ਤੇ ਉਹ ਉਹਦੀ 3-4 ਨਾਲ ਜ਼ਰਬ ਦਿੰਦਾ ਡਾਕਾ। ਜੇ ਉਹ ਕਹਿੰਦਾ ਮੇਰੇ ਪਿਓ ਕੋਲ 8 ਗਿੱਠੀ ਘੋੜੀ ਸੀ, ਉਹ ਕਹਿੰਦਾ ਮੇਰੇ ਕੋਲ 10 ਗਿੱਠੀ ਘੋੜੀ ਸੀ ਮੇਰੇ ਪਿਓ ਕੋਲ, ਅਸੀਂ ਕੋ ਘੱਟ ਨਹੀਂ। ਇਹਦੇ ਵਿੱਚ ਫਿਰ ਇੱਕ ਹੋਰ ਕਰੈਕਟਰ ਇਹਨਾਂ ਜਿਹੜਾ ਦਿੱਤਾ ਨਾ ਅਸਰ, ਉਹ ਬੜਾ ਕਮਾਲ ਹੈ। ਉਹ ਜਿਹੜੀ ਉਹਨੇ ਮੁਤੰਜਨ ਨੇ ਜਿਹੜੀ ਬੀਵੀ ਨੂੰ ਤਲਾਕ ਦਿੱਤੀ ਸੀ, ਲਿਖਤ ਦੇ ਛੜੀ ਸੀ ਔਰ ਬੇਟੀ ਆਪਣੀ ਉਹਦੇ ਛੱਡ ਦਿੱਤੀ ਸੀ, ਲਿਖੀ ਜਿਹੜੀ ਵਿੱਚ ਲਿਖੀ ਗਈ ਸੀ। ਯਾਨੀ ਉਹਨੇ ਇੱਕ ਨਵੀਂ ਟਰਮ ਹੈ ਕਿ ਉਹ ਵਿੱਚ ਲਿਖੀ ਤੀ, ਜਿਹੜੀ ਤਲਾਕ ਦੇ ਨਾਲ ਹੀ ਉਹਨੂੰ ਫਰਕ ਕਰ ਦਿੱਤਾ। ਉਹ ਬੱਚੀ ਜਿਹੜੀ ਰੱਦਿਆ ਜਾਂਦਾ ਹੈ, ਉਹਨੂੰ ਨਾਨਕੇ ਜਿਹੜੇ ਨੇ ਉਹ ਵੀ ਉਹਦੇ ਪਿਓ ਦੀਆਂ ਗੱਲਾਂ ਕਰ ਕਰਕੇ ਉਹਨੂੰ ਹਮੇਸ਼ਾ ਡਿਪਰੈਸ ਕਰਦੇ ਨੇ। ਉਹ ਘਰ ਦੇ ਕੰਮ ਕਰਦੀ ਹੈ, ਉਹ ਲਿਪਾਈ ਕਰਦੀ ਹੈ, ਉਹ ਭਾਂਡੇ ਧੋਂਦੀ ਹੈ ਔਰ ਮਹਿਰੂਮੀਆਂ ਚ ਜਵਾਨ ਹੁੰਦੀ ਬੱਚੀ। ਲੇਕਿਨ ਉਹਨੂੰ ਇਹ ਪਤਾ ਕਿ ਮੇਰੇ ਪਿਓ ਨੇ ਮਨ ਵਿੱਚ ਲਿਖਿਆ ਸੀ। ਉਹ ਬੱਚੀ ਜਿਹੜੀ ਹੈ ਅਖੀਰ ਤੇ ਆ ਕੇ ਉਹ ਆਪਣੇ ਪਿਓ ਦਾ ਦਮ ਭਰਦੀ ਹੈ, ਉਹ ਆਪਣੇ ਪਿਓ ਨੂੰ ਰਾਜ਼ੀ ਕਰਦੀ ਹੈ, ਨਾਲ ਕਰਦੀ ਹੈ ਔਰ ਉੱਥੇ ਜਾ ਕੇ ਫਿਰ ਇਸ ਕਰੈਕਟਰ ਦੀ ਜਿਹੜਾ ਕਿ ਨਾ ਐਡਾ ਵਿਤਰਿਆ ਬੜਾ ਕਮਾਲ ਦਾ ਕਰਕੇ, ਯਾਨੀ ਜਿੰਨਾ ਵੀ ਕੋਈ ਬੰਦਾ ਜਿਹਦੇ ਭੈੜ ਹੋ ਸਕਦੇ ਨੇ ਜਮਾ ਕੀਤੇ ਨੇ, 2-4 ਖੂਬੀਆਂ ਤੋਂ ਇਲਾਵਾ ਜ਼ਿਆਦਾ ਭੈੜ ਨੇ। ਉੱਥੇ ਜਾ ਕੇ ਜਿਸ ਵੇਲੇ ਆਪਣੀ ਬੇਟੀ ਦੇ ਘਰ ਜਾ ਕੇ ਰਹਿੰਦਾ ਹੈ, ਉਹਦਾ ਪਿਆਰ ਵਾਲਾ ਰਵੱਈਆ ਤੱਕਦਾ ਹੈ, ਉਹਦੇ ਬੱਚਿਆਂ ਨੂੰ ਖਿਡਾਉਂਦਾ ਹੈ, ਉਹਦੇ ਬੱਚਿਆਂ ਨਾਲ ਪਿਆਰ ਕਰਦਾ ਹੈ ਤੇ ਫਿਰ ਉਹਦੀ ਕਾਇਆ ਕਲਪ ਹੁੰਦੀ, ਉਹ ਬਦਲ ਜਾਂਦਾ ਹੈ ਔਰ ਫਿਰ ਉਹ ਇੱਕ ਅੱਛਾ ਇਨਸਾਨ ਬਣ ਕੇ ਵਾਪਸ ਆਉਂਦਾ ਹੈ। ਔਰ ਉਹ ਜਿਸ ਵੇਲੇ ਆਉਂਦਾ ਹੈ, ਉਹ ਆ ਕੇ ਆਪਣੇ ਸਾਰੇ ਵਰਤਾਰੇ ਜੋ ਮੌਜੂਦ ਸਨ ਉਹ ਵੀ ਦੱਸੀਆਂ ਨੇ, ਅੱਛੀਆਂ ਰਸਮਾਂ ਦੱਸੀਆਂ ਨੇ, ਅੱਛੇ ਕਰੈਕਟਰ ਵੀ ਪੇਸ਼ ਕੀਤੇ ਨੇ ਕਿ ਉਹ ਲੋਕ ਜਿਹੜੇ ਅੱਜ ਦੇ ਦੌਰ 'ਚ ਆਪਣੇ ਆਂਢ ਗੁਆਂਢ ਦਾ ਖਿਆਲ ਰੱਖਦੇ ਨੇ, ਦੇ ਛੱਡਦੇ ਉਹਦਾ ਇੱਥੇ ਪੈਰ ਖਿਆਲ ਰੱਖਦੇ ਨੇ, ਇਸ ਤਰ੍ਹਾਂ ਦੇ ਕਰੈਕਟਰ ਵੀ ਦੱਸੇ। ਔਰ ਫਿਰ ਇਹਨਾਂ ਨੇ ਉਹ ਜਿਹੜਾ ਇੱਕ ਕਰੈਕਟਰ ਹੈ ਇਹਨਾਂ ਦਾ ਡਾਕਾ, ਉਹ ਇਹਨਾਂ ਉਹਨੂੰ ਬਤੌਰੀਆਂ ਮਾਰਨ ਦੀ ਆਦਤ, ਸੁੱਤਿਆਂ ਬੇਸ਼ੁਮਾਰ ਗੱਲਾਂ ਕਰਦੀ, ਇਹ ਕਿਉਂ ਹੋਈ, ਇਹ ਕਿਉਂ ਇੰਝ ਹੋਣਾ ਹੋ ਰਿਹਾ, ਇਸ ਤਰ੍ਹਾਂ ਕੀ ਹੁੰਦਾ ਹੈ। ਲਿਹਾਜ਼ਾ ਇਸ ਨਾਵਲ ਦੇ ਰਾਹੀਂ ਇਹਨਾਂ ਨੇ ਮੁਆਸ਼ਰੇ ਦੇ ਸਾਰੇ ਰੰਗ ਵਿਖਾਏ ਨੇ ਔਰ ਬਹੁਤ ਸਾਰੇ ਰੰਗਾਂ ਦੀ ਨਿਸ਼ਾਨਦੇਹੀ ਕੀਤੀ ਹੈ, ਕੁਝ ਭੈੜੇ ਵੀ ਨੇ, ਚੰਗੇ ਵੀ ਨੇ। ਇਸ ਲਈ ਮੈਂ ਸਮਝਦਾ ਇੱਕ ਬਹੁਤ ਮੁਬਾਰਕ ਯਾਦਗਾਰ ਨੇ। ਔਰ ਦੂਜਾ ਮੁਦੱਸਰ ਭੱਟ ਸਾਹਿਬ ਜਿਹੜੇ ਨੇ ਉਹਨਾਂ ਕਮਾਲ ਕਰ ਛੜਿਆ ਕਿ ਉਹਨਾਂ ਨੇ ਜਿਹੜਾ ਪੰਜਾਬੀ ਦਾ ਦੀਵਾ ਬਾਲੇ ਹੈ, ਇਹ ਜਿਹੜਾ ਰੋਸ਼ਨੀ ਦਾ ਮਿਨਾਰ ਬਣੇ ਨੇ ਔਰ ਪੰਜਾਬੀ ਕਿਤਾਬਾਂ ਛਾਪ ਕੇ ਔਰ ਪੰਜਾਬੀ ਦਾ ਨਾਮ ਦੁਨੀਆ 'ਚ ਬੁਲੰਦ ਕਰ ਰਹੇ। ਠੀਕ ਹੈ,
ਹੁਣ ਬਿਲਕੁਲ ਰੀਸੈਂਟਲੀ ਕੁਝ ਹੀ ਦਿਨ ਪਹਿਲਾਂ ਕਾਨਫਰੰਸ ਉੱਥੇ ਬੜੀ ਸੋਹਣੀ ਇਹਨਾਂ ਨੇ ਬੜਾ ਮੇਲਾ ਲਾਇਆ ਮੈਨਚੈਸਟਰ ਦੇ ਵਿੱਚ, ਔਰ ਉੱਥੇ ਪੰਜਾਬੀ ਦਾ ਝੰਡਾ ਇਹਨਾਂ ਉੱਚਾ ਕੀਤਾ ਔਰ ਪੰਜਾਬੀ ਦੇ ਸਾਰੇ ਰੰਗ ਲੋਕਾਂ ਨੂੰ ਦੱਸੇ। ਇਹ ਬਹੁਤ ਮੁਬਾਰਕਬਾਦ ਦੇ ਹੱਕਦਾਰ ਨੇ ਹਰ ਵੇਲੇ, ਔਰ ਅਸੀਂ ਇਹਨਾਂ ਦੇ ਨਾਲ ਬਹੁਤ ਸ਼ੁਕਰੀਆ ਜੀ। बहुत शुक्रिया, बड़ी मेहरबानी। और मेरा ख्याल है कि चाचा तंजन बारे इतनी तफसीली और इतनी भरवीं गलबात हुई है कि पता लग गया है कि नावल के करैक्टर और जो किवें चीज़ां जिहड़ियां ने वो ठाकुर साहब ने किस तरह परोईयां ने, उन्होंने डॉक्टर साहब ने बहुत खूबसूरत तरीके नाल पेश किया है। बहुत शुक्रिया, बड़ी मेहरबानी। मैनूं एक दोस्त कह रहे सन, कहंदे ने कि तुसीं इस तकरीब दे विच आरफाना कलाम वाले भी नाल लिखे ने, ते वो कित्थे ने? मैं कहा जी इत्थे ही मौजूद ने, ते असीं तुहानूं सुणाने आरफाना कलाम। बिल्कुल जनाब। और मैं दसदा जावां कि थोड़ी जी देर बाद ही बस असीं इंशाअल्लाह बाहर हाल च होवांगे ते रोटी होवेगी ते असीं होवांगे, लेकिन उस तो पहला साडे कोल मेरे दोस्त मौजूद ने, असीं बिल्कुल अखीर ते हां। इस तो पहला ते मैं गलबात नाल जावां। मैं गुजारिश करांगा जनाब असलम बाहू साहब नूं तुसीं आओ और पीर वारिस साहब दे दो होर सानूं सुणाओ, ताकि लोकां दी वाली ख्वाहिश जिहड़ी ये भी पूरी होवे कि सानूं को आरफाना कलाम दा मिले। और सब दी तालियां च मोहम्मद असलम बाहू। डॉक्टर साहब ने चाचा मुतंजन जी में सुनाया है ना, वो भी क्या बात है ना। राजे आवे मैनू तेरे मिलन दी सदरी वे तू दा लुटिया दीन ईमान मेरा हो ए गल चाहे सिद्ध पदरी वे खेड़े नाल नहीं फपदा जोड़ मेरा वे गोरे बदन उत्ते जीवे वे सारा रेशमी दाज मैं खेड़िया दा हो मंजूर मैनू तेरी खदरी क्या बात है, क्या बात। राजा राजा कर दीदी मैं ओ तेरा जा होई सतोनी मैनू ती डोरा जा तेरी ना आखो कोई आशिक आशिक हर कोई बने पर आशिक
दे मर के जहर प्याला कोई नहीं पींदा पर अशिक पींदे पर के सरिया नाल कुंदिया नाला खेड़िया दा साडे वास्ते वे खेड़िया दे हो साडे वास्ते ज़मीन सब पदरी दे क्या बात है, वाह वाह माशाल्लाह। लो जी तालियां जरा एक बार बजाओ, क्या बात। बहुत बहुत सोना पढ़िया माशाल्लाह। तुसीं खैर होवे, हसदे सलामत हो, अल्लाह ताला इसे तरह तरक्कियां दे। जिस शख्सियत ਨੂੰ ਬੁਲਾ ਜਾ ਰਿਹਾ ਉਹਨਾਂ ਨੂੰ ਬੁਲਾਣਾ ਹੀ ਮੇਰੇ ਵਾਸਤੇ ਇਜ਼ਾਜ਼ ਦੀ ਗੱਲ ਹੈ ਕਿ ਉਹ ਆਪਣੇ ਕੰਮ ਦੇ ਵਿੱਚ ਐਸੇ ਅੱਲਾਹ ਤਾਲਾ ਨੇ ਉਹਨਾਂ ਨੂੰ ਇੱਜ਼ਤ ਬਖਸ਼ੀ, ਮਕਾਮ ਬਖਸ਼ਿਆ। ਔਰ ਮੈਂ ਸਮਝਦਾ ਕਿ ਉਹ ਜੀ ਕਿ ਨੀਵੀਂ ਡਾਲੀ ਨੂੰ ਫਲ ਤੇ ਅਸੀਂ ਨਿੱਕੇ ਹੁੰਦੇ ਤੋਂ ਸੁਣਦੇ ਆ ਰਹੇ ਸਾਂ ਕਿ ਉਹਨਾਂ ਦੀ ਆਜਜ਼ੀ ਇਨਕਸਾਰੀ ਜਿਹੜੀ ਉਹ ਹਮੇਸ਼ਾ ਹੀ ਅੱਛੀ लगती है। और मेरा ख्याल है जी मैनू तो सारी दुनिया में चंगी लगती है और जिसकी वजह तो अल्लाह ताला ने फिर बड़े रंग लाए। बहरहाल जनाब बहुत ही खूबसूरत इंसान, बहुत अच्छे शायर। नसब की गल करांगे तो भी क्या कमाल है। ते लेकिन कि जी की गल करांगे तो निगा ते बीबा जी। और मैं इस तो पहला कि उन्होंने बुलावा मैं उन्होंने गज़ल दे कोई 2-3 शेर जिन्हें तुहाडी नज़र करना कि तू हर जाना ही मुड़ ना आखी, तू हर जाना ही मुड़ ना आखी, मैं मर जाना ही मुड़ ना आखी। और तू हासे नाल भावें आख्या, तू हासे नाल भावें आख्या, मैं कर जाना ही मुड़ ना आखी। और फिर लिखते हैं कि मेरे अंदर चाहत ना पावी, मेरे अंदर चाहत ना पावी, जे कर जाना ही मुड़ ना आखी। और इस तो बाद लिखते हैं कि इस जुल्म ते मां ने तेनू, इस जुल्म ते मां ने तेनू, मैं जर जाना ही मुड़ ना आखी। और मुख्तसर कर दिया है कि राते मैनू सौ ना देनी, राते मैनू सौ ना देनी, चन ठर जाना ही मुड़ ना आखी। तो जी ये गल तो बड़ी लंबी है पर मैं मुख्तसर कर दिया है कि सुईदा सद सुनन तो पहलों, सुईदा सद सुनन तो पहलों, नासर जाना ही मुड़ ना आखी। तने भरपूर तालियां राय मोहम्मद खान नासर तालियां का इस्तेमाल करेगा। जी अस्सलाम वालेकुम। ये चौखा तारा चेर हो गया। सलीम रजा ठाकर अगले दिन मैनू आख्या मेरे वास्ते बड़ी इजाजत की गल कि तुसां आना। मैं आ गया। अल्लाह पाक तुहाडे सारियां दे कबरां ते तुहाडे बच्चियां ते रहम करे जिन्ने भी इत्थे मौजूद हो। पंचन पाक दे सदके चरान भाग लावे, सोना मुस्तकबिल नसीब होवे। आमीन। जिथों ताईं मुदस्सर
ਇਕਬਾਲ ਤੇ ਅਲਿਆਸ ਗੁਮਨ, ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਵੱਡੇ ਬੰਦੇ ਵੱਡੇ ਕੰਮ। ਤੇ ਬਾਕੀ ਇਹ ਜਿਹੜੀਆਂ ਦੋਵੇਂ ਕਿਤਾਬਾਂ ਨੇ, ਅਨੀਸ ਬੈਠਾ ਹੈ, ਇਹਨੂੰ ਵੀ ਮੁਬਾਰਕ। ਆਪਣਾ ਹੱਕ ਦੀ ਬੋਲੀ ਬੋਲ ਤੇ ਉਸ ਨੂੰ ਚੌਧਰੀ ਮੁਤੰਜਨ ਦੀ ਮੁਬਾਰਕ। ਐਵੇਂ ਜਟਕੀਆਂ ਜੀਆਂ ਇੱਕ ਦੋ ਗੱਲਾਂ ਸਿਰਫ ਕਿ ਕਿਉਂਕਿ ਸੱਦਿਆ ਤਾਂ ਮੈਨੂੰ ਸਲੀਮ ਰਜ਼ਾ, ਲੇਕਿਨ ਮੈਂ ਪੜ੍ਹਨ ਆ ਗਿਆ ਤੇ ਮੈਂ ਇਹਦਾ ਸਾਰਾ ਇਹਦੀ ਕਿਤਾਬ ਦਾ ਵੀ ਪ੍ਰੋਗਰਾਮ ਸੁਣਿਆ। ਇੱਕ ਸ਼ਾਇਰ ਹੈ, ਇੱਕ ਅਦੀਬ ਹੈ, ਤੇ ਮੈਂ ਜੋ ਸਮਝਣਾ ਕਿ ਜਿਸ ਗੱਲ ਵਿੱਚੋਂ ਗੱਲ ਕੱਢੀ ਉਹ ਅਦੀਬ, ਜਿਸ ਗੱਲ ਵਿੱਚੋਂ ਸ਼ੇਰ ਕੱਢਿਆ ਉਹ ਸ਼ਾਇਰ। ਬਹੁਤ ਅੱਛੇ। ਤੇ ਇਹ ਦੋਵੇਂ ਜਿਹੜੇ ਨੇ, ਇੱਕ ਬੇਲੀ ਗੱਲ ਵਿੱਚੋਂ ਸ਼ੇਰ ਕੱਢਦਾ, ਇੱਕ ਗੱਲ ਵਿੱਚੋਂ ਗੱਲ ਕੱਢਦਾ। ਇਹਦੇ ਹਵਾਲੇ ਨਾਲ ਅਸਲਮ ਦੇ ਨਾਲ ਨਿੱਕਿਆਂ ਹੁੰਦਿਆਂ ਬਾਹੂ ਲਾ ਤੋਂ ਸੁਣਦੇ ਆਉਂਦੇ ਆ ਕਿ ਲੱਕੜ ਨਾਲ ਲੋਹਾ ਥੱਕ ਜਾਂਦਾ ਹੈ, ਤੇ ਇਹਨੂੰ ਅੱਲਾ ਪਾ ਕੇ ਨਹੀਂ ਆਈ ਇੰਨੀ ਸ਼ਾਨ ਮੈਂ ਸਮਝਣਾ ਕਿ ਇਸ ਵਾਸਤੇ ਅਤਾ ਕੀਤੀ ਹੋਈ ਹੈ ਕਿ ਜਿਹੜਾ ਇਹਦੇ ਨਾਂ ਦੇ ਨਾਲ ਬਾਹੂ। ਕਿਉਂਕਿ ਨਿਸਬਤ ਦੀ ਸਾਰੀ ਗੱਲ ਹੈ, ਜਿਸ ਨਿਸਬਤ ਸਾਂਭ ਲੈ ਉਸ ਆਪਣਾ ਆਪ ਵੀ ਸਾਂਭ ਲਿਆ ਤੇ ਦੁਨੀਆ ਵੀ ਸਾਂਭ ਲੈ। ਤੇ ਜਿੱਡੀ ਵੱਡੀ ਗੱਲ ਹੈ ਤੁਸੀਂ ਹਵਾਲਾ ਦੇਣ, ਓਡੀ ਵੱਡੀ ਉਹ ਗੱਲ ਹੋ ਜਾਂਦੀ ਹੈ, ਉਸ ਗੱਲ ਦਾ ਮੁਕਾਮ ਵੱਧ ਜਾਂਦਾ ਹੈ। ਤੇ ਇਹ ਇਹਦੀ ਜਿਹੜੀ ਕਿਤਾਬ ਹੈ ਇਹ ਤਾਂ ਮੁੜ ਹੈ ਹੀ ਹੱਕ ਦੀ ਬੋਲੀ। ਤੇ ਇਸ ਤੋਂ ਵੱਡਾ ਹੋਰ ਹਵਾਲਾ ਕਿਹੜਾ ਹੈ? ਅੱਲਾਹ ਪਾਕ ਇਸ ਕਿਤਾਬ ਨੂੰ ਰੰਗ ਬਾਗ ਲਾਵੇ, ਅੱਲਾਹ ਪਾਕ ਇਹਨੂੰ ਰੰਗ ਬਾਗ ਲਾਵੇ। ਤੇ ਆਪਣਾ ਸਲੀਮ ਰਜ਼ਾ ਦਾ ਨਾਵਲ ਅੱਗੇ ਵੀ ਇਹ ਤਾਂ ਕੋਈ ਮੰਨੀ ਪਰਵੰਨੀ ਗੱਲ ਹੈ, ਦੋ ਤਰਾ ਕਿਤਾਬਾਂ ਤੇ ਬੜੀਆਂ ਮੰਨੀਆਂ ਗਈਆਂ ਇਹਦੀਆਂ ਕਿਤਾਬਾਂ। ਇਹ ਜਿੱਥੋਂ ਤੱਕ ਇਹਦੀ ਇਸ ਕਿਤਾਬ ਦਾ, ਕਿਉਂਕਿ ਮੈਨੂੰ ਪੂਰਾ ਟਾਈਮ ਨਹੀਂ ਮਿਲਿਆ, ਨਾਲੇ ਉਂਝ ਵੀ ਕਾਲ ਹੈ, ਐਵੇਂ ਇੱਕੋ ਗੱਲ ਕਰਕੇ ਤੇ ਮੈਂ ਇਜਾਜ਼ਤ ਚਾਹਾਂਗਾ। ਅਸੀਂ ਤੁਹਾਡੀ ਗੱਲ ਸੁਣਨਾ ਚਾਹੁੰਦੇ ਇਹ ਅਫਜ਼ਲ ਇੱਕ ਮੇਰਾ ਇਹਦੇ ਧਿਆਨ ਕਰ, ਇਹ ਜਿਹੜਾ ਸ਼ੇਰ, ਜਿਹੜੀ ਨਸਰ ਐਵੇਂ ਲੱਗੇ ਜਾਂਦੇ ਵੀ ਤੁਸੀਂ ਸੁਣਦੇ ਹੋ ਨਾ, ਬੰਦਾ ਆਪਣੀ ਰੌਂ ਤੇ ਜਾ ਰਿਹਾ, ਲੱਗਦਿਆਂ ਆਉਂਦੇ ਉਹਨਾਂ ਕੰਨਾਂ ਤੇ ਪੈ ਜਾਵੇ ਤੇ ਉਹ ਉੱਥੇ ਅਗਾਂਹ ਜਾ ਕੇ ਉਹਨੂੰ ਇੱਥੇ ਵਾਰੀ ਗਵੇੜ ਆਵੇ ਜੀ ਯਾਰ ਗੱਲ ਚੰਗੀ ਤੇ ਉੱਥੋਂ ਹਟ ਆਵੇ ਤੇ ਆ ਕੇ ਉਹ ਮੁੜ ਆਖੇ ਇੱਕ ਵਾਰੀ ਸੁਣਾਈ। ਉਹ ਵੱਡਾ ਸ਼ੇਰ ਤੇ ਵੱਡੀ ਨਸਰ ਹੁੰਦੀ। ਤੇ ਇਹ ਤੁਸੀਂ ਉਹ ਇਹਨਾਂ ਜਿਹੜਾ ਚੌਧਰੀ ਮੁਤੰਜਨ ਇਹਨੂੰ ਪੜ੍ਹਿਆ ਇੱਕ ਵਾਰੀ ਐਵੇਂ ਮਹਿਸੂਸ ਹੁੰਦਾ, ਬੰਦਾ ਉੱਤੋਂ ਲੱਗ ਜਾਂਦਾ ਹੈ ਗਾਂ, ਲੇਕਿਨ ਅਗਾਂਹ ਜਾ ਕੇ ਥੋੜਾ ਜਿਹਾ ਅਹਿਸਾਸ ਹੁੰਦਾ ਕਿ ਯਾਰ ਗੱਲ ਇਹ ਕੋਈ ਨਾ ਬੇਰੀ ਕੋਈ ਹੋਰ ਹਿਸਾਬ ਦੀ ਮੁੜ ਪੜ੍ਹਿਆ ਹੋਰ ਸਵਾਦ ਆਉਂਦਾ। ਇਹਨੂੰ ਤੁਸੀਂ ਪੜ੍ਹੋ, ਇਹਨੂੰ ਵੀ ਅੱਲਾ ਰੰਗ ਬਾਗ ਲਾਵੇ। ਸਲੀਮ ਠਾਕਰ ਡਾਕਟਰ ਸਾਹਿਬ ਨੇ ਇਹਨਾਂ ਨਾਲ ਬੜੇ ਪੁਰਾਣੇ ਵਾਸਤੇ ਨੇ ਜਿਹੜੇ ਅੱਜ ਵੀ ਦਰੀਕ ਕੇ ਲਾਇਆ ਇੱਥੇ, ਅਗਾਂਹ ਵੀ ਲਿਆਉਂਦੇ ਨਹੀਂ ਰਹਿਣਾ ਸਾਰੇ ਉਹ ਇਹਨਾਂ। ਤੇ ਅੱਲਾ ਪਾਕ ਤੁਹਾਡੇ ਸਾਰਿਆਂ ਤੇ ਰਹਿਮ ਕਰੇ। ਤੁਹਾਡੀਆਂ ਸਮਾਤਾਂ ਦਾ ਸ਼ੁਕਰੀਆ। ਹਾਂਜੀ, ਬੋਲੀਆਂ ਨਹੀਂ ਇੱਕ ਨਵਾਂ ਕੰਮ ਹੈ। ਇਹ ਆਪਣਾ ਸ਼ੌਕਤ ਅਲੀ ਦੇ ਬੇਟੇ ਬੈਠੇ ਨੇ, ਇਹ ਬੈਠੇ ਨੇ, ਉਹ ਆਪਣਾ ਵਿਰਕ ਸਾਹਿਬ, ਇਹ ਅੱਗੇ ਨਹੀਂ ਸੁਣਾਇਆ ਕਿਧਰੇ, ਹੁਣ ਕੰਮ ਸ਼ੁਰੂ ਹੋਇਆ। ਉਹ ਇਹਨਾਂ ਮੀਆਂ ਮੁਹੰਮਦ ਬਖਸ਼ ਸਰਕਾਰ ਰਹਿਮਤੁल्लाह अलैह ਵਾਲੇ ਅੰਗ ਤੇ ਕੁਝ ਚੀਜ਼ਾਂ ਨੇ, ਸੈਫੁਲ ਮਲੂਕ ਉਹਨਾਂ ਦੀ ਕਿ
ਉਨੀਆਂ ਪੂਰੀ ਡੋਰਾਂ ਹੱਲੀਆਂ, ਉਨੀਆਂ ਪੂਰੀ ਡੋਰਾਂ ਹੱਲੀਆਂ ਜਿੰਨੀਆਂ ਉਸ ਹਲਾਈਆਂ। ਉਨੀਆਂ ਪੂਰੀ ਡੋਰਾਂ ਹੱਲੀਆਂ ਜਿੰਨੀਆਂ ਉਸ ਲਾਈਆਂ। ਵਾਹ ਵਾਹ ਵਾਹ। ਜਿੰਨੀਆਂ ਉਸ ਹਲਾਈਆਂ। ਜੀਵਨ ਹੱਥ ਮਰਨੇ ਦੇ ਨਸਰ ਭੱਟ ਪਈਆਂ ਵਡਿਆਈਆਂ। ਵਾਹ 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 ਵਾਹ, ਬਹੁਤ ਅੱਛੇ, ਬਹੁਤ ਅੱਛੇ। ਵਾਹ ਵਾਹ ਵਾਹ। ਤੇ ਭਾਵੇਂ ਨਾਮ ਹੀ ਦਿਸਣ ਹੁੰਦੇ ਰਹਿਮਤ ਦੇ ਪਰਛਾਵੇਂ। ਆਹਾ, ਬਹੁਤ ਅੱਛਾ। ਵਾਹ ਵਾਹ। ਭਾਵੇਂ ਨਾਮ ਹੀ ਦਿਸਣ ਹੁੰਦੇ ਰਹਿਮਤ ਦੇ ਪਰਛਾਵੇਂ। ਰਹਿਮਤ ਦੇ ਪਰਛਾਵੇਂ। ਹਰ ਔਕੜ ਦਾ ਮੁਸ਼ਕਲ, ਹਰ ਮੁਸ਼ਕਲ ਦਾ ਮੁੜਕਾ ਨਾਸਰ ਸੁੱਕੇ ਇਸੇ ਛਾਵੇਂ। ਤੇ ਦੋ ਚਾਰ ਹੋਰ ਸਿਰਫ ਕਿ ਆਪਣਾ WhatsApp ਗੌਰ ਕਰਿਆ ਜੇ ਕਿ ਮੇਰੀ ਤੇਰੀ ਮੇਰੀ ਤੇਰੀ ਤੇਰੀ ਮੇਰੀ ਕਰਦੇ ਕਰਦੇ ਮੋਏ। ਮੇਰੀ ਤੇਰੀ ਤੇਰੀ ਮੇਰੀ ਕਰਦੇ 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 ਮੋਏ। ਚੁੱਪ ਜਿਨੰਦੀ ਯਾਰ ਦੇ ਨਾਮੇ ਨਾਸਰ ਨਵੇਂ ਨਰੋਏ। ਵਾਹ 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 ਵਾਹ, ਬਹੁਤ ਅੱਛੇ, ਬਹੁਤ ਅੱਛੇ। ਵਾਹ ਵਾਹ। ਤੇ ਅੱਗ ਲੱਕੜ ਨੂੰ ਕੋਲਾ ਕਰਕੇ, ਅੱਗ ਲੱਕੜ ਨੂੰ ਕੋਲਾ ਕਰਕੇ, ਕੋਲਾ ਕਰਕੇ ਘਤਿਆ ਸਿੱਧੇ ਰਾਹ। ਜਰਾ ਵੇਖੀ ਅੱਗ ਲੱਕੜ ਨੂੰ ਕੋਲਾ ਕਰਕੇ, ਦਾਇਤ ਵੀ ਆ ਗਿਆ। ਅੱਗ ਲੱਕੜ ਨੂੰ ਕੋਲਾ ਕਰਕੇ ਘਤਿਆ ਸਿੱਧੇ ਰਾਹ। ਜਾ ਬਈ ਤੇਰੇ ਲੇਖ ਲਿਖੀ ਜਾ ਅਦਲੋਂ ਹੋਣ ਸੁਆ। ਬਹੁਤ ਅੱਛਾ। ਤੇ ਨੇੜ ਦਾ ਫੜਿਆ, ਇਧਰ ਕਾਬਲੇ ਗੌਰ ਹੈ ਜ਼ਿਆਦਾ। ਨੇੜ ਦਾ ਫੜਿਆ ਪੱਕਣ ਦੇਈਏ। ਨੇੜ ਦਾ ਫੜਿਆ ਪੱਕਣ ਦੇਈਏ, ਕਦੇ ਨਾ ਕਰੀਏ ਕਾਲਾਂ। ਨੇੜ ਦਾ ਫੜਿਆ ਪੱਕਣ ਦੇਈਏ, ਕਦੇ ਨਾ ਕਰੀਏ ਕਦੇ ਨਾ ਕਰੀਏ ਕਾਲਾਂ। ਬੂਰ ਇਹ ਟਾਣੀਆਂ ਉੱਤੇ ਨਾਸਰ, ਬੂਰ ਇਹ ਟਾਣੀਆਂ ਉੱਤੇ ਨਾਸਰ ਅੰਨੇ ਖੂਹ ਦੀਆਂ ਛਾਲਾਂ। ਵਾਹ ਵਾਹ ਵਾਹ, ਬਹੁਤ ਅੱਛੇ, ਬਹੁਤ ਅੱਛੇ। ਵਾਹ ਵਾਹ ਵਾਹ। ਜੀਓ। ਤੇ ਆਖਰੀ ਦੋ ਕੇ ਦੂਰ ਗਿਆਨ ਦਾ, ਦੂਰ ਗਿਆਨ ਦਾ ਨੇੜ ਵੀ ਉਜੜੇ। ਓਏ 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 ਓਏ, ਕੀ ਅੱਛੇ। ਦੂਰ ਗਿਆਨ ਦਾ ਨੇੜ ਵੀ ਉਜੜੇ, ਨੇੜ ਵੀ ਉਜੜੇ। ਉਜੜਨ ਬੇਲੇ ਕਾਈ ਜਿੱਤ ਵੱਲ ਯਾਰ ਦਾ ਵਾਸਾ ਨਾ ਸਰ ਸਾਰੇ ਨੇੜ ਉਡਾਈ। ਵਾਹ ਵਾਹ ਵਾਹ, ਬਹੁਤ ਅੱਛੇ, ਬਹੁਤ ਅੱਛੇ। ਵਾਹ ਵਾਹ ਵਾਹ। ਤੇ ਪਿਓ ਮੋਇਆ ਤੇ ਓਏ ਸਿਰ ਤੇ ਆ ਗਏ ਭਾਰੇ ਭਾਰ ਕੁਟੰਗੇ। ਪਿਓ ਮੋਇਆ ਤੇ ਸਿਰ ਤੇ ਆ ਗਏ ਭਾਰੇ ਭਾਰ ਕੁਟੰਗੇ। ਮਾਂ ਮਰੀ ਤੇ ਹੋ ਗਏ ਨਾਸਰ ਸਾਰੇ ਓਲੇ ਨੰਗੇ। बहुत शुक्रिया, बड़ी मेहरबानी जनाब। मजा आ गया। खुश रहो, सलामत रहो। हमेशा की तरह सोहना अंदाज, सोहना रंग लिखन का भी, बोलन का भी। और ये वो खुश नसीब सारे बुजुर्ग ने, मित्र ने कि जिन्हों के लहजे के विचों पता लगता है उन्होंने मिट्टी का। और ये इन्हों का ही खासा है। नसीब बलोच साहब को भी पढ़िए या सुनते सी तो उदों भी पता लगता है। उस बाद राय नासर साहब का भी खासा है कि इन्हों के पता लगता है कि मिट्टी का पता लगता है अपने लहजे के विचों। खैर बहुत शुक्रिया, मेहरबानी। जिस शख्सियत को बुलाने जा रहे हैं ये वो सारे मित्र ने कि जिन्होंने आख्या जा सकता है कि सजना के महफिल असां तेरे नहीं सजदी। ये साडे वो प्यारे मित्र ने, मैनूं याद है बाबा साल पहला एक प्रोग्राम पता नहीं किसे किथे सी ते मेनू आंदे ने उधर इधर हो जाओ साइड ते लाहौर वाले एक तो तुसीं सानूं लै बैठे हो। मैं कहा चलो लाहौर वाले जो है की करिए फिर। ते खैर ਜਦੋਂ भी कदी मुखातब करना और लाहौर वाले हो तुसीं इंज करदे हो, तुसीं इंज करदे हो। ते चलो ਅੱਜ ਫਿਰ ਅਸੀਂ ਦੱਸਾਂਗੇ ਕਿ ਲਾਹੌਰ ਵਾਲੇ ਇੰਜ ਵੀ ਕਰਦੇ ਨੇ, ਲਾਹੌਰ ਵਾਲੇ ਪਿਆਰ ਵੀ ਕਰਦੇ ਨੇ, ਮੁਹੱਬਤ ਵੀ ਕਰਦੇ ਨੇ। ਔਰ ਮੈਨੂੰ ਇੱਕ ਮੇਰਾ ਵੀ ਖਿਆਲ ਹੈ ਕਿ ਜੋ ਯਾਰ ਨੂੰ ਪਿਆਰ ਮੁਹੱਬਤ ਹੀ ਕੋਈ ਹੋਰ ਗੱਲ ਨਹੀਂ ਐਸੀ। ਲੇਕਿਨ ਅਲਹਮਦੁਲਿਲਾ ਇਹਨਾਂ ਦਾ ਕੰਮ ਬੜਾ ਅੱਛਾ ਹੈ, ਬੜਾ ਸੋਹਣਾ ਹੈ। ਤੇ ਫਿਰ ਅੱਗੋਂ ਭੱਟ ਸਾਹਿਬ ਨੇ ਹਮੇਸ਼ਾ ਹੀ ਮੁਹੱਬਤ ਕੀਤੀ, ਬਖਸ਼ੀ ਕਿ ਘੱਟ ਤੁਹਾਨੂੰ ਕੋਈ ਇਹਦਾ ਬੰਦਾ ਜਾਂ ਐਸਾ ਇਦਾਰਾ ਮਿਲੇਗਾ। ਬਹੁਤ ਸਾਰੇ ਲੋਕ ਨੇ ਕਿਤਾਬ
ਲਿਖਣਾ ਹੋਰ ਗੱਲ ਹੈ, ਫਿਰ ਉਸ ਤੋਂ ਬਾਅਦ ਛਾਪਣਾ ਉਸ ਤੋਂ ਵੱਡੀ ਗੱਲ ਹੈ। ਅਸਲ ਗੱਲ ਫਿਰ ਉਸ ਤੋਂ ਬਾਅਦ ਇਹ ਕਿਤਾਬ ਸਲਾਨਾ ਕਰਨਾ। ਇਹ ਅੱਲਾਹ ਤਾਲਾ ਭੱਟ ਸਾਹਿਬ ਨੂੰ ਸਿਹਤ ਸਲਾਮਤੀ ਦੇਵੇ, ਘੁੰਮਣ ਸਾਹਿਬ ਖੈਰ ਹੋ ਇੰਸ਼ਾਅੱਲਾ, ਇਸੇ ਤਰ੍ਹਾਂ ਇਸ ਸਿਲਸਿਲੇ ਚੱਲਦੇ ਰਹਿਣ ਕਿ ਅੱਲਾਹ ਤਾਲਾ ਇਹਨੂੰ ਸਲਾਮਤ ਰੱਖੇ। ਕਿਤਾਬ ਛਾਪਣਾ, ਫਿਰ ਉਸ ਤੋਂ ਬਾਅਦ ਕਿਤਾਬ ਦਾ ਮੁੱਖ ਖਾਲੀ ਵੀ ਕਰਵਾਉਣਾ ਤੇ ਫਿਰ ਸਜਣਾ ਦੀ ਟਹਿਲ ਸੇਵਾ ਵੀ ਕਰਨਾ, ਇਹ ਇਹਨਾਂ ਦੇ ਖਾਸਾ। ਬਹਰਾਲ ਜਨਾਬ, ਮੈਂ ਸਲੀਮ ਰਜ਼ਾ ਠਾਕਰ ਸਾਹਿਬ ਨੂੰ ਹੀ ਆਖਾਂਗਾ ਕਿ ਤਨ ਤੰਦੂਰ ਤੇ ਹੱਡੀਆਂ ਬਾਲਣ ਅਸਾਂ ਹਾਵਾਂ ਨਾਲ ਤਪਾਇਆ, ਕੱਪ ਕੱਪ ਬੁਕੀਆਂ ਕੀਤੇ ਪੇੜੇ ਤੇ ਇਸ਼ਕ ਪਲੇਥਨ ਲਾਇਆ, ਤਨ ਦੀ ਹਾਂਡੀ ਮਨ ਦਾ ਸਾਲਨ ਉਤਲੂਨ ਸਬਰ ਦਾ ਪਾਇਆ, ਗੁਲਾਮ ਫਰੀਦਾ ਮੈਂ ਤਸਾਰੀ ਤੇਰੀ, ਤੈਨੂੰ ਅਜੇ ਇਤਬਾਰ ਨਹੀਂ ਆਇਆ। ਬਹੁਤ ਸਾਰੀ ਤਾਲੀਆਂ ਸਲੀਮ ਰਜ਼ਾ ਠਾਕਰ। ਲੰਮੀ ਗੱਲ ਨਹੀਂ ਕਰਨੀ ਹੈ ਵੀ ਜਿਹੜੀ ਇਹਨਾਂ ਇਹਦੇ ਵਿੱਚ ਇੱਕ ਕਰੈਕਟਰ ਹੈ, ਉਹ ਲੜਕੀ ਜਿਹੜੀ ਚਾਹੁੰਦੀ ਤਲਾਕ ਦੀ 6 ਮਹੀਨੇ ਬਾਅਦ ਹੋਈ ਹੈ ਤੇ ਜਿਹਦੇ ਬਾਰੇ ਉਹ ਦਾਬਾ ਕਹਿੰਦਾ ਕਿ ਉਹਨੂੰ ਬੰਦੇ ਕਹਿੰਦੇ ਨੇ ਕਿ ਤੇਰਾ ਪਿਓ ਫਲਾਣਾ ਫਲਾਣਾ, ਤੇ ਉਹ ਉਹਦੇ ਬਾਤੇ ਕਲਪਦੀ ਹੈ ਤੇ ਪਿਓ ਨੂੰ ਕਹਿੰਦੇ ਨੇ ਤੇ ਉਹ ਕਹਿੰਦਾ ਉਹ ਮੈਨੂੰ ਨਹੀਂ ਪਤਾ, ਮੈਂ ਵਿੱਚ ਹੀ ਲਿਖ ਸਕਦੀ। ਉਹ ਜਿਹੜੀ ਕੁੜੀ ਹੈ ਨਾ, ਉਹ ਚਲਦੀ ਚਲਦੀ 4ਵੀਂ ਜਮਾਤ ਪੜ ਗਈ ਤੇ ਉਹਦੇ ਵਿੱਚੋਂ ਖਤ ਲਿਖਦੀ ਆਪਣੇ ਆਪੇ ਦੇ, ਖਤ ਲਿਖ ਕੇ ਤੇ ਫਿਰ ਉਹ ਜ਼ਾਹਿਰ ਜਿੱਥੇ ਉਹ ਰਹਿ ਰਹੀ ਉੱਥੇ ਉਹਦੇ ਪਿਓ ਦਾ ਕੋਈ ਨਾਂ ਸੁਣਨਾ ਨਹੀਂ ਚਾਹੁੰਦਾ ਹੈ। ਉਹਦੇ ਬਾਰੇ ਲਿਖਿਆ ਕਿ ਉੱਥੇ ਜਦੋਂ ਉਹਦੇ ਪਿਓ ਦਾ ਨਾਂ ਲਿਆ ਜਾਂਦਾ ਹੈ ਉਸ ਘਰ ਦੇ ਅੰਦਰ, ਤੇ ਉੱਥੇ ਫਿਰ ਕਾਫੀ ਦੇਰ ਬਦਮਜ਼ਗੀ ਕੰਧਾਂ ਤੇ ਭਾਂਡਿਆਂ ਨਾਲ ਟੱਕਰਾਂ ਮਾਰਦੀ ਰਹਿੰਦੀ। क्या मंजर की चीज, बहुत अच्छा। ਤੇ ਮਾਂ ਤੇ ਗੱਲਾਂ ਸਮਝ ਜਾਂਦੀ ਹੈ ਤੇ ਕੁੜੀ ਨੂੰ ਸਮਝ ਨਹੀਂ ਆਉਂਦੀ, ਫਿਰ ਮਾਂ ਰੋਂਦੀ ਹੈ ਤੇ ਉਹ ਕਹਿੰਦੀ ਹੈ ਅੱਲਾ ਮੈਂ ਅੱਗੂ ਤੀ ਆਈਆਂ ਗੱਲਾਂ ਨਹੀਂ ਕਰਨੀਆਂ, ਤੂੰ ਚੁੱਪ ਕਰ ਜਾ। ਲੇਕਿਨ ਦਿਹਾੜੇ ਚੌਥੇ ਉਹ ਗੱਲਾਂ ਉਹਦੀਆਂ ਫੇਰ ਫੁੱਟ ਪੈਂਦੀਆਂ ਨੇ। ਉਹ ਖਤ ਨੂੰ ਉਹਨੂੰ ਲਿਖ ਕੇ ਤੇ ਉਹ ਕਦੇ ਕਿਤਾਬ 'ਚ ਰੱਖਦੀ ਹੈ, ਕਦੇ ਮੁੱਠ 'ਚ ਲਪੇਟਦੀ, ਕਦੇ ਲੇਖ 'ਚ ਤੋੜ ਲੈਂਦੀ ਹੈ, ਕਿਉਂਕਿ ਉਹਨੂੰ ਪਤਾ ਜੇ ਕਿਸੇ ਨੂੰ ਨਜ਼ਰੀ ਪੈ ਗਿਆ ਇਸ ਘਰ ਵਿੱਚ ਤੇ ਉਹ ਮੈਨੂੰ ਗਾਲਾਂ ਵੀ ਕੱਢਣ ਦੀ ਤੇ ਮਾਰਨ ਦੀ, ਤੂੰ ਇੱਥੇ ਉਸ ਫਲਾਂਟਿੰਗ ਦਾ ਨਾਂ ਯਾਦ ਕਰਨੀ। ਉਹਨਾਂ ਜੀ ਆਪਣਾ ਫਿਰ ਉਹ ਇੱਕ ਦਿਨ ਬੱਦਲ ਰਸਤਾ ਤੇ ਆੜ ਗਲੀ ਲੰਘਦਾ, ਉੱਥੇ ਖੜੀ ਤੇ ਉਹ ਖਤ ਕਹਿੰਦੀ ਹੈ ਇੰਨੀ ਸੰਭਾਲਣ ਹੁੰਦਾ। ਹੁਣ ਕਹਿੰਦੇ ਨੇ ਪਾਣੀ ਮੇਲ ਕਰਾਉਂਦੇ ਰਹੇ ਨੇ ਕਿਸੇ ਜ਼ਮਾਨਿਆਂ 'ਚ, ਤੇ ਮੈਂ ਖਤ ਪਾਣੀ 'ਚ ਸੱਟਣੀ ਆ ਤੇ ਆਪੇ ਕਿਰੇ ਅੱਪੜ ਜਾਏਗਾ ਉਹਦੇ 'ਚ ਰੋੜ ਸਕਦੀ ਹੈ। ਮੁੜੇ ਹੁੰਦਾ ਕਿ ਉਹ ਜਿਹੜਾ ਨਾ ਪੜ੍ਹਦਿਆਂ ਕਿ ਉਹਨੂੰ ਕਿਤਾਬ ਵਿੱਚ ਅਫਰੀਕਾ ਦਾ ਨਕਸ਼ਾ ਸਾਹਮਣੇ ਆ ਜਾਂਦਾ, ਜਿੱਥੇ ਉਹਨੇ ਸੁਣਿਆ ਮੇਰਾ ਪਿਓ ਹੈ, ਤੇ ਉਹਨੂੰ ਉੱਥੇ ਆਪਣਾ ਪਿਓ ਉਹਦਾ ਸ਼ਹਿਰ ਨਜ਼ਰ ਆਉਣ ਲੱਗ ਪੈਂਦਾ। ਤੇ ਉਹ ਫਿਰ ਕਹਿੰਦੀ ਹੈ ਕਿ ਜਿਹੜਾ ਖਤ ਮੈਂ ਲਿਖ ਕੇ ਪੜ੍ਹਾ ਨਹੀਂ ਸਕੀਆ, ਕਿਉਂ ਨਾ ਮੈਂ ਉਹ ਆਪਣੇ ਪਿਓ ਨੂੰ ਪੜ੍ਹ ਕੇ ਸੁਣਾ ਦਵਾਂ। ਇਹ ਕਿਤਾਬ ਨਾਵਲ ਖੜਿਆ ਉਹਨੇ ਆਪਣਾ ਇੱਕ ਦੋਸਤ ਸਰਗੋਧੇ ਦਾ ਅਜਮਲ ਸਕੰਦਰੀ, ਤੇ ਉਹਨੇ ਇੱਕ 1.5 ਮਿੰਟ ਦਾ ਟੋਟਾ ਜਿਹੜਾ ਖਤ ਹੈ ਨਾ, ਉਹ 1.5 ਮਿੰਟ ਦਾ ਟੋਟਾ ਨੇ ਭਰ ਕੇ ਭੇਜਿਆ ਤੇ ਕਹਿੰਦਾ ਉੱਥੇ ਪੜ੍ਹ ਕੇ ਸੁਣਾ ਸਰੀਓ ਤੇ ਮੇਰੀ ਹਾਜ਼ਰੀ ਹੋ ਜਾਏਗੀ। ਕਿਤੇ ਕਿ ਮੁਮਤਾਜ਼ ਸਾਹਿਬ ਪਿਆਰਾ ਜੀ ਉਹ ਲੋਕਾਂ ਦੇ ਬੜਾ ਪੰਜਾਬੀ ਆ ਜਾਓ ਅੱਜ ਕੱਲ੍ਹ ਟਾਈਮ ਤੁਸੀਂ ਬਤਾਇਆ ਕਰ ਦੋ, ਮੈਂ ਕਦੇ ਟਾਈਮ ਨਹੀਂ ਹੈ ਲਾ ਦਿਆਂ। 1.5 ਮਿੰਟ ਦੀ ਹੈ ਜੀ, ਉਹ ਖਤ ਪੜ੍ਹ ਕੇ ਸੁਣਾਏਗਾ ਅਜਮਲ ਸਕੰਦਰੀ। ਵਾਹ ਜੀ। आवाज अजमल सिकंदरी। इंज एक दिहाड़े पढ़दे चांदी दे सामने अपनी किताब विचों दुनिया दा नक्शा सामने आ गया। उस दियां अखां अफ्रीका ते टिक गईयां। ख्यालां विच उस नूं अपना प्यो नजर नहीं आया। उस सोचिया जिहड़ा लिख के पढ़ा नहीं सकी सी, क्यों ना वो खत अपने प्यो नूं पढ़ के सुनावा। खत पढ़न लग पई। अस्सलाम वालेकुम। जिन मैनू पता नहीं कि तुसी मेरे अब्बा अबू या पापा हो, इंजी तुहानू भी पता नहीं होना कि मैं कौन हाँ। मैं तुहाडी ओह धी हां जिहड़ी अपनी मां दी तलाकों 6वें महीने जम्मी सी। मैनू तुसी विच ही लिख दिता सी। इस वास्ते मैनू ये भी नहीं पता मैनू अपने आप नू तुहाडी धी कहना भी चाहिए है कि नहीं। जे नाल लिखण मगरों धी प्यो दा रिश्ता मुक जांदा है ते फिर मैं हुण किस दी धी हां। जे मेरी मां दे लेख विआह मगरों बिगड़े
ਇੰਜ ਹੀ ਮੇਰੇ ਜੰਮਣ ਮਗਰੋਂ ਮੇਰੀ ਮਾਂ ਦੇ ਲੇਖ ਪਤਾ ਨਹੀਂ ਕਿਸ ਲਿਖੇ ਸਨ। ਮੈਨੂੰ ਇਹ ਪਤਾ ਹੈ ਮੇਰੇ ਤੇ ਤੁਸੀਂ ਲਿਖੇ ਸਨ। ਉਸਨੇ ਵੀ ਕਿਸੇ ਮਰਦ ਹੀ ਲਿਖੇ ਹੋਣੇ ਨੇ। ਮੈਂ ਪੜ੍ਹਿਆ ਹੈ ਮਰਦ ਲੇਖ ਲਿਖਦੇ ਨੇ, ਜਨਾਨੀਆਂ ਛੜੇ ਭੁਗਤਦੀਆਂ ਨੇ। ਮੇਰੀਆਂ ਸਹੇਲੀਆਂ ਦੇ ਬਾਪ ਉਹਨਾਂ ਨੂੰ ਸਕੂਲ ਲੈਣ ਤੇ ਛੱਡਣ ਆਉਂਦੇ ਨੇ। ਮੈਂ ਵੇਖਿਆ ਹੈ ਉਹਨਾਂ ਦੀਆਂ ਅੱਖਾਂ ਵਿੱਚ ਧੀਆਂ ਬਾਰੇ ਪਿਆਰ ਦਰਿਆ ਦੇ ਪਾਣੀ ਤਰ੍ਹਾਂ ਟੱਲਾ ਮਾਰਦਾ ਹੈ। ਉਹ ਪਿਆਰ ਵੇਖਣ ਮਗਰੋਂ ਮੈਂ ਸੋਚ ਵੀ ਨਹੀਂ ਸਕਦੀ ਕਿ ਕੋਈ ਬਾਪ ਆਪਣੀ ਧੀ ਦੇ ਇੰਜ ਦੇ ਲੇਖ ਲਿਖੇ ਜਿੰਜ ਦੇ ਬੇਦਰਦੀ ਨਾਲ ਤੁਸਾਂ ਮੇਰੇ ਲਿਖੇ। ਚਲੋ ਕੋਈ ਗੱਲ ਨਹੀਂ, ਤੁਹਾਨੂੰ ਕੋਈ ਮਜਬੂਰੀ ਹੋਣੀ ਹੈ, ਧੀ ਨਾਲੋਂ ਵੱਡੀ ਮਜਬੂਰੀ। ਧੀ ਮਾਫ ਕਰਨ ਦਾ ਨਾਂ ਹੈ, ਮੈਂ ਮਾਫ ਕੀਤਾ। ਮੈਂ ਆਪਣੀ ਹਯਾਤੀ ਨੂੰ ਇੰਜ ਗੁਜ਼ਾਰਨ ਦੀ ਦੁਆ ਹੋ ਗਈ ਹਾਂ। ਜੇ ਕਦੀ ਤੁਹਾਨੂੰ ਮੇਰੀ ਲੋੜ ਬਣੀ ਤੇ ਮੈਨੂੰ ਆਵਾਜ਼ ਮਾਰਦਿਆਂ ਬਿਲਕੁਲ ਨਾ ਚੱਕਿਓ। ਤੁਹਾਨੂੰ ਹੋਰ ਦੱਸਾਂ, ਮੇਰਾ ਇਹ ਰੋਣਾ ਕਿ ਤੇਰਾ ਘਰ ਕੋਈ ਨਹੀਂ, ਤੂੰ ਇੱਥੇ ਦੀ ਹੈ ਹੀ ਨਹੀਂ, ਤੇ ਵਿੱਚ ਵਿੱਚ ਹੀ ਮੈਂ ਜਵਾਨ ਹੋ ਗਈ ਹਾਂ। ਮੈਂ ਮਿੱਟੀਆਂ ਦੇ ਲੇਪ ਵੀ ਕੀਤੇ ਨੇ, ਰੰਗ ਢੰਗ ਪਹਿਲੇ ਵੀ ਚੰਗਾ ਹੈ, ਪਰ ਕੋਈ ਕੁੜੀ ਮੇਰੇ ਨਾਲ ਦਿਲ ਨਹੀਂ ਲਾਂਦੀ। ਇੰਜ ਲੱਗਦਾ ਹੈ ਮੇਰਾ ਪਿਓ ਨਾ ਹੋਣ ਨੂੰ ਉਹਨਾਂ ਮੇਰਾ ਕਸੂਰ ਬਣਾ ਲਿਆ ਹੈ। ਭਲਾ ਤੁਸੀਂ ਦੱਸੋ ਹਾਂ, ਇਸ ਵਿੱਚ ਮੇਰਾ ਕੀ ਕਸੂਰ ਹੈ? ਲੋਕ ਮੇਰਾ ਰਿਸ਼ਤਾ ਵੇਖਣ ਵੀ ਆਏ ਨੇ, ਮੈਨੂੰ ਪਸੰਦ ਕਰਦੇ ਨੇ, ਪਰ ਜਦੋਂ ਪਤਾ ਲੱਗਦਾ ਹੈ ਨਾਲ ਲਿਖੀ ਹੋਈ ਹੈ ਤੇ ਸਲਾਹ ਕਰਨ ਦਾ ਕਹਿ ਕੇ ਉੱਠ ਜਾਂਦੇ ਨੇ, ਮੁੜ ਰਾਬਤਾ ਨਹੀਂ ਕਰਦੇ। ਹੁਣ ਤੇ ਕਿਸੇ ਦੇ ਆਉਣ ਦਾ ਸੁਣ ਕੇ ਮੈਨੂੰ ਆਉਂਦੇ ਡੰਗਾਂ ਵਿੱਚ ਆਪਣੀ ਹੋਣ ਵਾਲੀ ਬੇਇੱਜ਼ਤੀ ਯਾਦ ਕਰਕੇ ਰੋਣ ਲੱਗ ਜਾਂਦਾ ਹੈ। ਸਲਾਮ, ਤੁਹਾਡੀ ਜਮਨੋਂ ਅਗਦੋਂ ਯਤੀਮ ਦੀ ਜਾਂਦੀ। ਓਏ ਹੋਏ ਹੋਏ ਹੋਏ, ਵਾਹ 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 क्या कह रहे? वाह वाह जबरदस्त, बात भी माशाल्लाह, वाकई बड़ा अच्छा लिखे। ਡਾਕਟਰ ਸਾਹਿਬ ਦਾ ਸ਼ੁਕਰੀਆ, ਇਹਨਾਂ ਨੂੰ ਵੀ ਇਸ ਕੰਮ ਲਾਇਆ। ਮੈਂ ਗੱਪਾਂ ਸ਼ੱਪਾਂ ਮਾਰਦਾ ਹੁੰਦਾ ਬਹਿ ਕੇ ਮਹਿਫਲਾਂ 'ਚ। ਫਿਰ ਮਿਹਰਬਾਨੀ ਮੁਦੱਸਰ ਸਾਹਿਬ ਦੀ, ਉਹਨਾਂ ਕਿਤਾਬ ਛਾਪੀ। ਫਿਰ ਮੇਰੇ ਬਜ਼ੁਰਗ ਸਟੇਜ ਤੇ ਬੈਠੇ ਨੇ, ਰਾਜ ਨਾਸਰ ਸਾਹਿਬ ਇੱਕ ਕਾਲ ਕੀਤੀ ਤੇ ਉਹਨਾਂ ਹਾਮੀ ਭਰ ਲਈ ਅਸੀਂ ਆਵਾਂਗੇ। ਜ਼ਾਹਿਦ ਸਾਹਿਬ ਨਾਲ ਰਹਿਨੁਮਾਈ ਕਰਦੇ ਰਹਿੰਦੇ। ਫਿਰ ਆਪਣੇ ਸਾਡੇ ਪੰਜਾਬੀ ਦੇ ਸੁਲਤਾਨ ਰਾਈ ਭਾਈ ਵੀ ਬੈਠੇ ਨੇ, ਇਹਨਾਂ ਦਾ ਬਹੁਤ ਮਿਹਰਬਾਨੀ। ਇਹਨਾਂ ਨੂੰ ਮੈਂ ਇੱਕ ਵਾਰੀ ਫੋਨ ਕੀਤਾ ਤੇ ਮੈਂ ਕਿਹਾ ਮੈਂ ਉੱਥੇ ਆਪਣਾ ਤੇ ਬਾਕੀ ਟਾਈਮ ਬੜਾ ਹੋ ਗਿਆ, ਇਸ ਵਾਸਤੇ ਗੱਲਬਾਤ ਐਵੇਂ ਢੇਰ। ਅਫਸਰ ਸਾਹਿਬਾਂ ਨੇ ਬੜੀ ਮਿਹਰਬਾਨੀ ਕੀਤੀ, ਟਾਈਮ ਕੱਢਿਆ। ਇੱਕ ਕਾਲ ਤੇ ਪਹਿਲੀ ਵਾਰੀ ਨਾਲ ਫੋਨ ਕੀਤਾ, ਚੁੱਕ ਵੀ ਲਿਆ ਤੇ ਨਾਲ ਹੀ ਆਖਿਆ ਹੋ ਜਾਣਾ ਹੈਰਾਨ ਹੋ ਜੇ ਕਦੇ ਫੋਨ ਚੱਲਦੇ ਨੇ। ਬਹੁਤ ਮਿਹਰਬਾਨੀ। बहुत शुक्रिया जी, बड़ी मेहरबानी। खैर होवे ते चाह लेंदे ने, फोन कुछ चंगा होवे ते चाह लेंदे ने। अच्छा जी, मैं सारे बड़े प्यारे वीर सोने मित्र जनाब इमरान शौकत अली साहब को गुजारिश करना कि आओ जरा तुसी एक बारी अपने आवाज दे जादू जुगाओ ते फिर उस तो बाद बिस्मिल्लाह बिस्मिल्लाह थोड़े साथ भी तालियां। इमरान शौकत अली। बिस्मिल्लाहिर्रहमानिर्रहीम। एक तो मेरे दोवें मोहतरम वीरां नूं लख लख मुबारक। मोहम्मद असलम बाबू साहब नूं भी ते सलीम रज़ा ठाकुर जी। यकीन करो मैं नावल नहीं सी पढ़िया, बल्कि मैं नावल दी एक बुरकी भी नहीं सी लाई। चौधरी मुतमजन नावल दी एक बुरकी नहीं सी लाई ते अल्लाह सलामत रखे डॉक्टर अज़र जावेद साहब नूं उन्होंने एक बुरकी सी ਉਹਦਾ ਸਾਰਾ ਸਵਾਦ ਦੱਸ ਦਿੱਤਾ। ਉਤੋਂ ਤੁਸੀਂ ਰਵਾਜ ਦੇ ਸਰਕਾਰ ਤੇ ਉਹ ਸਰਕਾਰੇ ਮੌਲਾ ਅਲੀ ਫਰਮਾਉਂਦੇ ਨੇ ਕਿ ਗੱਲ ਕਰੋ ਤਾਂ ਕਿ ਪਛਾਣੇ ਜਾਓ। ਗੱਲ ਕਰੋ ਤਾਂ ਕਿ ਪਛਾਣੇ ਜਾਓ ਕਿ ਹਰ ਬੰਦਾ ਆਪਣੀ ਜ਼ੁਬਾਨ ਦੇ ਥੱਲੇ ਪੋਸ਼ੀਦਾ ਹੈ। ਤੁਸੀਂ ਵੀ ਕਮਾਲ ਕਰ ਛੜੀ ਜੀ ਸਰਕਾਰ, ਤੁਸੀਂ ਵੀ ਕਮਾਲ ਹੀ ਕਰ ਦਿੱਤੀ। ਮੈਂ ਬੜਾ ਮਤਲਬ ਕਿਤਾਬ ਨਾਲ ਕੰਮ ਲੈਂਦੇ ਹੋਇਆ ਇੱਕ ਪਰ ਬੇਸ਼ੁਮਾਰ ਚੀਜ਼ਾਂ ਨੇ ਅੱਬਾ ਜੀ ਦੀਆਂ ਦੇਖੀਆਂ। ਉਹ ਮੈਂ ਮਾੜੀ ਮੋਟੀ ਮੈਂ
ਗੱਲ ਕਰਨ ਦੀ ਕੋਸ਼ਿਸ਼ ਕਰਨਾ ਕਿ ਮੈਂ ਨਹੀਂ ਮੰਗਵੀਂ ਇੱਜ਼ਤ ਲੈਣੀ, ਨਾ ਹੀ ਮੰਗਵਾ ਆਟਾ। ਮੈਂ ਨਹੀਂ ਮੰਗਵੀਂ ਇੱਜ਼ਤ ਲੈਣੀ, ਨਾ ਹੀ ਮੰਗਵਾ ਆਟਾ, ਤੇ ਦੇਸ ਤੇ ਨਗਮੇ ਗਾ ਗਾ ਹੋ ਕੇ ਚਿੱਟਾ ਹੋ ਗਿਆ ਸਾਡਾ। ਮੈਂ ਵਾਲਿਦ ਸਾਹਿਬ ਦੀ, ਸ਼ੌਕਤ ਅਲੀ ਸਾਹਿਬ ਦੀ ਜਿਹੜੀ ਹੁਣ ਸ਼ਾਇਰੀ ਅੱਗੋਂ ਪੇਸ਼ ਕਰ ਲਗਾ, ਚਾਕ ਉਹਦੇ ਬੋਲ ਜਿਹੜੇ ਨੇ। ਤੀਆਂ ਕੰਧਾਂ ਰੇਤ ਦੀਆਂ, ਉੱਤੇ ਲੱਖ ਤੂਫਾਨ ਸਜਾਵਣ, ਪੁੱਤਰ ਪਿਓ ਦੇ ਤਖਤ ਉੱਤੇ ਓਏ ਖਾਮੀਤ ਦਿਆਂ ਬਹਿ ਜਾਵਣ। ਉਹ ਛੱਡ ਜਾਣੇ ਨੇ ਇੱਕ ਦਿਨ ਯਾਰ ਮੇਲੇ ਦੁਨੀਆ ਦੇ, ਛੱਡ ਜਾਣੇ ਨੇ ਇੱਕ ਦਿਨ ਯਾਰ ਮੇਲੇ ਦੁਨੀਆ ਦੇ। ਨਹੀਂ ਆਉਣਾ ਦੂਜੀ ਵਾਰ, ਉਹ ਨਹੀਂ ਆਉਣਾ ਦੂਜੀ ਵਾਰ ਮੇਲੇ ਦੁਨੀਆ ਦੇ। ਇਸ ਜੱਗ ਦੇ ਝੂਠੇ ਪਿਆਰ ਮੇਲੇ ਦੁਨੀਆ ਦੇ। ਸੱਚਾ ਮੇਲਾ ਮਾਂ ਪਿਓ ਵਾਲਾ, ਬਚਪਨ ਲਾਡ ਲਡਾਏ। ਦੋਵੇਂ ਟੁਰ ਗਏ ਵਾਰੋ ਵਾਰੀ, ਖੂਨ ਵੀ ਰੰਗ ਵਟਾਏ। ਫਿਰ ਪਰਤ ਨਾਈ ਬਹਾਰ ਮੇਲੇ ਦੁਨੀਆ ਦੇ। ਇਹ ਔਲਾਦ ਫਿਤਨਾ ਲੋਕੋ, ਜਿਸ ਇਹ ਮੇਲੇ ਲਾਏ। ਇਹ ਛੁਡਾਏ ਜੰਮਣ ਵਾਲੇ ਅੰਗ ਸਾਕ ਤੇ ਜਾਏ। ਇਹ ਜ਼ੁਲਮ ਦਾ ਕਾਰੋਬਾਰ ਮੇਲੇ ਦੁਨੀਆ ਦੇ। ਛੱਡ ਜਾਣੇ ਨੇ ਇੱਕ ਦਿਨ ਯਾਰ ਮੇਲੇ ਦੁਨੀਆ ਦੇ। ਐਸਾ ਵੀ ਇੱਕ ਮੇਲਾ ਲੱਗਣਾ, ਬੰਦਿਆ ਤੂੰ ਨਹੀਂ ਹੋਣਾ। ਉਹ ਸ਼ੌਕਤ ਤੇਰੇ ਸਜਣਾ ਵੀ ਨਹੀਂ, ਤੇਰਾ ਦਰਦ ਵੰਡਾਉਣਾ। ਸੁੱਟ ਜਾਣੇ ਫੁੱਲਾਂ ਦੇ ਹਾਰ ਮੇਲੇ ਦੁਨੀਆ ਦੇ। ਛੱਡ ਜਾਣੇ ਨੇ ਇੱਕ ਦਿਨ ਯਾਰ ਮੇਲੇ ਦੁਨੀਆ ਦੇ। ਉਹ ਮੇਲੇ ਦੁਨੀਆ ਦੇ, ਉਹ ਮੇਲੇ ਦੁਨੀਆ ਦੇ। क्या बात है, बहुत खूब जनाब। खैर सलामत रहो, छड़ जाने एक दिन यार मेले दुनिया दे। बिल्कुल जनाब। और ਅਸੀਂ ਇਸ ਤੋਂ ਬਾਅਦ ਜਿਸ ਸ਼ਖਸੀਅਤ ਨੂੰ ਬੁਲਾਉਣ ਜਾ ਰਹੇ ਹਾਂ ਉਹ ਮੇਜ਼ਬਾਨ ਵੀ ਨੇ, ਸਦਰ ਵੀ ਨੇ, ਤੇ ਮੈਂ ਸਮਝਦਾ ਕਿ ਜਿੰਨੀਆਂ ਸਾਡੀਆਂ ਅੱਜ ਤੱਕ ਦੀਆਂ ਪੰਜਾਬੀ ਤਹਿਰੀਕ ਚੱਲ ਰਹੀਆਂ ਨੇ, ਪੰਜਾਬੀ ਤਹਿਰੀਕਾਂ ਦੇ ਮੋਢੀ ਔਰ ਚੇਅਰਮੈਨ ਪੰਜਾਬ ਲੋਕ ਰਾਜ ਪਾਰਟੀ, चेयरमैन पंजाबी ज़बान तहरीक, चेयरमैन अदबी विरसा पाकिस्तान, मेरी मुराद जनाब चौधरी इलियास कुमन साहब। बहुत सारी तालियां आज की इस दोनों तकरीबा के सदर। ਲਓ ਜੀ, ਇੱਕ ਰਸਮ ਮੈਂ ਪੂਰੀ ਕਰਨ ਲੱਗਾ। ਬਿਸਮਿਲ੍ਲਾ। ਮੈਂ ਜਿਹੜੀ ਵੀ ਸ਼ੈ ਉਹ ਬਣਵਾਣਾ ਨਾ ਤੇ ਇੱਕ ਬੱਟ ਸਾਹਿਬ ਵਾਸਤੇ ਵਾਹ 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 ਵਾਹ। ਮੇਰੇ ਪਿੰਡ ਦਾ ना बार साहब और मेरी जगह पे बैठ। लो जी, एक बार फिर जरा तालियां का इस्तेमाल करो चौधरी इलियास कुमन साहब। ਗੱਲ ਇਹ ਹੈ ਕਿ ਜਿਹੜਾ ਪੰਜਾਬੀਆਂ ਦਾ ਜਰਨੈਲ ਹੈ ਨਾ, ਉਹਦੇ ਕੋਲ ਵੀ ਉਹ ਹੋਣਾ ਚਾਹੀਦਾ ਡੰਡਾ, ਜਿਹੜਾ ਅਗਰ ਕਿ ਉਹਦੇ ਕੋਲ ਜ਼ਬਾਨ ਦਾ ਡੰਡਾ ਮੌਜੂਦ ਹੈ, ਉਹਦੇ ਕੋਲ ਕਲਮ ਦਾ ਡੰਡਾ ਮੌਜੂਦ ਹੈ, ਉਹਨੇ ਸੱਚੀ ਮੁੱਚੀ ਮਤਾਰੀ ਉਹਦੇ ਕੋਲ ਮੌਜੂਦ ਹੈ। ਉਹਨੇ ਤੇ ਕਹਿ ਲੋ ਕਿ 3 ਗੁਣਾ ਕੰਮ ਵੱਧ ਚੁੱਕਾ ਹੈ। ਵਾਹ ਵਾਹ ਵਾਹ। ਬਰ ਸਾਹਿਬ ਹਮੇਸ਼ਾ ਹੀ ਮੈਂ ਤੁਹਾਡੀ ਇਸ ਗੱਲ ਨੂੰ ਬੜਾ ਵਸਫ ਤੁਹਾਡਾ ਦੱਸਣਾ ਕਿ ਤੁਸੀਂ ਪੰਜਾਬੀਆਂ ਨੂੰ ਜੋੜਦੇ ਹੋ। ਤੁਸੀਂ ਪੰਜਾਬੀਆਂ ਦੀ ਇੱਕ ਕਹਿ ਲਓ ਕਿ ਸਾਨੂੰ ਮੌਕਾ ਦਿੰਦੇ ਹੋ ਕਿ ਅਸੀਂ ਇੱਕ ਦੂਜੇ ਨੂੰ ਵਡਿਆਈਏ, ਕਿਉਂਕਿ ਅਸਾਂ ਹੀ ਇੱਕ ਦੂਜੇ ਨੂੰ ਵਡਿਆਣਾ ਹੈ। ਸਾਨੂੰ ਕਿਸੇ ਹੋਰ ਨੇ ਨਹੀਂ ਵਡਿਆਣਾ। ਇਹ ਕਹਿ ਲਓ ਕਿ ਉਰਦੂ ਵਾਲਿਆਂ ਸਾਨੂੰ ਵਡਿਆਣਾ ਹੈ, ਅੰਗਰੇਜ਼ੀ ਵਾਲਿਆਂ ਸਾਨੂੰ ਵਡਿਆਣਾ ਹੈ। ਨਹੀਂ, ਅਸੀਂ ਇੱਕ ਦੂਜੇ ਦੀ ਹਿੰਮਤ ਤੇ ਬਾਹ ਅਸਾਂ ਇੱਕ ਦੂਜੇ ਨੇ ਬਣਨਾ ਹੈ। ਤੁਸੀਂ ਮੁਲਕ ਦੇ ਹਾਲਾਤ ਵੇਖਦੇ ਹੋ ਨਾ ਪਏ ਹੁੰਦਾ ਕੀ ਹੈ ਪਿਆ।
ਅੱਗੇ ਅਸੀਂ ਕਹਿੰਦੇ ਸਾਂ ਕਿ ਯਾਰ ਬਲੋਚਿਸਤਾਨ ਦੇ ਵਿੱਚ ਪੰਜਾਬੀਆਂ ਨਾਲ ਐ ਪਿਆ ਹੁੰਦਾ ਹੈ, ਉਹ ਜਨਾਬ KPK ਵਿੱਚ ਐ ਪਿਆ ਹੁੰਦਾ ਹੈ, ਸਿੰਧ ਵਿੱਚ ਐ ਪਿਆ ਹੁੰਦਾ ਹੈ। ਹੁਣ ਜਿਹੜੇ ਸਾਡੇ ਆਪਣੇ ਸਨ, ਯਾਨੀ ਮੈਂ ਕਸ਼ਮੀਰ ਦੀ ਗੱਲ ਪਿਆ ਕਰਨਾ ਕਿ ਅਵਾਮੀ ਐਕਸ਼ਨ ਕਮੇਟੀ ਨੇ ਕੀ ਕੀਤਾ, ਉਹ ਵੀ ਪੰਜਾਬ ਤੇ ਪੰਜਾਬੀਆਂ ਨੂੰ ਗਾਲਾਂ ਕੱਢਣ ਲੱਗ ਪਏ ਨੇ। ਔਰ ਉਹਨਾਂ ਦੇ ਪਿੱਛੇ ਜਿਹੜੀਆਂ ਤਾਕਤਾਂ ਨੇ, ਅਸਲ ਉਹ ਗੱਲ ਹੈ, ਉਹ ਉਥੇ ਤਿਮਰ ਦੇ ਡੰਡੇ ਵਹਾਉਂਦੇ ਰਹੇ ਨੇ ਕਿ ਕੋਈ ਪੰਜਾਬੀ ਪੜ ਕੇ ਤੇ ਵੇਖੋ। ਅਸਲ ਕਸ਼ਮੀਰੀ ਤੇ ਇਹ ਨੇ ਜਿਹੜੇ ਬੈਠੇ ਨੇ, ਔਰ ਜਿਹੜੇ ਪੰਜਾਬ ਦਾ ਵੀ ਨਾਂ ਲੈਂਦੇ ਨੇ ਔਰ ਪਾਕਿਸਤਾਨ ਦਾ ਵੀ ਨਾਂ ਲੈਂਦੇ ਨੇ ਔਰ ਮੁਖਾਲਫਤ ਨੇ। ਔਰ ਤੁਸੀਂ ਸਾਹਿਬ ਦੀਆਂ ਤਹਿਰੀਰਾਂ ਵਿੱਚ ਵੀ ਵੇਖਿਆ ਹੋਣਾ ਕਿ ਇਹਨਾਂ ਆਪਣੇ ਮੁਲਕ ਵਾਸਤੇ, ਪੰਜਾਬ ਵਾਸਤੇ, ਪੰਜਾਬੀ ਵਾਸਤੇ ਔਰ ਸਾਡੇ ਜਿਹੜੇ ਰਾਖੇ ਨੇ ਉਹਨਾਂ ਵਾਸਤੇ ਵੀ ਖੁੱਲ ਕੇ ਬੋਲੇ ਨੇ, ਔਰ ਜਿਨ੍ਹਾਂ ਤੇ ਤਨਕੀਦ ਕਰਨੀ ਹੈ ਉਹਨਾਂ ਤੇ ਵੀ ਖਿੱਚ ਕੇ ਬੋਲਦੇ ਨੇ। ਇਹ ਚਾਹੀਦਾ ਸਾਡੇ ਸਾਰਿਆਂ ਨੂੰ ਜ਼ਿੰਦਾ ਹੋਣ ਦਾ ਸਬੂਤ ਦੇਣਾ, ਆਪਣੇ ਹੱਕਾਂ ਨੂੰ ਮਨਵਾਉਣਾ, ਇਹ ਅਸਲ ਗੱਲ ਹੈ। ਮੈਂ ਉਹਨਾਂ ਜਿਹਦੀ ਤਕਰੀਬ ਜਿਸ ਹਵਾਲੇ ਨਾਲ ਸਾਡੇ ਮਾਸ਼ਾਅੱਲਾ ਬਹੁਤ ਹੀ ਪਿਆਰੇ ਅਸਲਮ ਬਾਹੂ ਸਾਹਿਬ ਇਹ ਹੱਕ ਦੀ ਬੋਲੀ ਬੋਲ ਮਾਸ਼ਾਅੱਲਾ, ਗਾਇਆ ਵੀ ਬਹੁਤ ਸੋਹਣਾ ਔਰ ਲਿਖਿਆ ਵੀ ਇੰਤਹਾਈ ਖੂਬਸੂਰਤ। ਅੱਲਾ ਨੇ ਨਾ ਕੁਝ ਬੰਦਿਆਂ ਨੂੰ ਚੁਣ ਲੈਂਦਾ ਕਿ ਉਹਦੇ ਵਿੱਚੋਂ ਹੁਣ ਹੋਦੀ ਪੇ ਸ਼ੇਰ ਫੁੱਟਦੇ ਨੇ। ਇਹ ਹੀਰ ਗਾਉਂਦੇ ਰਹੇ, ਇਹ ਮੀਆਂ ਮੁਹੰਮਦ ਬਖਸ਼ ਗਾਉਂਦੇ ਰਹੇ, ਸੁਲਤਾਨ ਬਾਹੂ ਗਾਉਂਦੇ ਰਹੇ। ਹਾਲਾਂ ਜਿਵੇਂ ਇਹਨਾਂ ਦਾ ਖਾਨਦਾਨ ਹੈ ਮਾਸ਼ਾਅੱਲਾ ਕੇ ਨਸਲਾਂ ਤੋਂ ਜਿਹੜੇ ਨੇ ਗਾਣ ਵਾਲੇ ਸ਼ੋਭੇ ਵਿੱਚ ਮੌਜੂਦ ਨੇ, ਲੇਕਿਨ ਇਹ ਇੱਕ ਕੁਦਰਤੀ ਵੀ ਹੋਦਰੋਂ ਪੌਦੇ ਵੀ ਉੱਗ ਪੈਂਦੇ ਨੇ। ਇੱਕ ਹੋਦਰੋਂ ਪੌਦਾ ਤੁਹਾਡੇ ਕੋਲ ਬੈਠਾ ਹੈ। ਵਾਹ 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 ਵਾਹ, ਕੀ ਬਾਤ ਹੈ, ਕੀ ਬਾਤ ਹੈ, ਵਾਹ ਵਾਹ। ਇਹ ਕਰਮ ਹੈ, ਮੈਂ ਕਹਿੰਦਾ ਕਿ ਇਹ ਸਾਡੇ ਲਈ ਬੜੀ ਨਿਮਤ ਹੈ। ਇਹ ਵੀ ਖਾਨਦਾਨ ਜਿਹੜੇ ਨੇ ਸ਼ੌਕਤ ਅਲੀ ਖਾਨ ਸਾਹਿਬ ਦਾ ਹੋਵੇ, ਕੋਈ ਇਹਨਾਂ ਦਾ ਬੱਚਾ ਇਮਰਾਨ, ਇਹਨਾਂ ਦੇ ਸਾਰੇ ਭਾਈ ਔਰ ਦੂਜੇ ਵੀ ਸਾਡੇ ਬਹੁਤ ਸਾਰੇ ਇਸੇ ਤਰ੍ਹਾਂ ਹੀ ਸਾਬਰ ਵਿਰਕ ਵੀ ਇਸੇ ਤਰ੍ਹਾਂ ਦੀ ਇੱਕ ਮਿਸਾਲ ਹੈ। ਉਹ ਵੀ ਘਰ ਵਿੱਚੋਂ ਇੱਕ ਜੱਟਾਂ ਦੇ ਘਰ ਇੱਕ ਮੁੰਡਾ ਗਾਣਾ ਸ਼ੁਰੂ ਹੋ ਗਿਆ, ਇਹ ਰਾਜਪੂਤਾਂ ਦਾ ਰਾਣਾ ਮੁੰਡਾ ਗਾਣਾ ਸ਼ੁਰੂ ਹੋ ਗਿਆ। ਅਸਲ ਗੱਲ ਕੀ ਹੁੰਦੀ ਹੈ? ਅਸਲ ਗੱਲ ਹੁੰਦੀ ਹੈ ਕਿ ਜਿਸ ਧਰਤੀ ਨੇ, ਜਿਸ ਧਰਤੀ ਦੇ ਜੰਮੇ ਜਾਏ ਹੋ, ਕੀ ਉਹਦਾ ਤੁਸੀਂ ਹੱਕ ਆਪੇ ਕਰਦੇ ਹੋ ਜਾਂ ਖਾਦਾ ਪੀਤਾ ਜੰਮੇ ਬਾਲ ਤੇ ਲਓ ਜੀ ਅਗਲੇ ਰਾਹ? ਨਹੀਂ, ਜਿੰਨਾ ਚਿਰ ਜਿਉਣਾ, ਜਿੰਨੇ ਸਾਲ ਨੇ ਤੁਹਾਡੇ, ਪੰਜਾਬ ਤੇ ਪੰਜਾਬੀ ਦੇ ਨਾਮ ਤੇ ਲਾਣੇ ਪੈਣਗੇ ਤੁਹਾਨੂੰ। ਇਹ ਹੱਕ ਐਵੇਂ ਨਹੀਂ ਮਿਲਦੇ ਹੁੰਦੇ। ਹੱਕਾਂ ਲਈ ਜਾਨਾਂ, ਆਪਣੇ ਮਾਲ ਲਾਣੇ ਪੈਂਦੇ ਨੇ, ਦੇਣੇ ਪੈਂਦੇ ਨੇ। ਇਹ ਬੱਟ ਨੇ ਚੱਲਿਆ ਸੀ ਉਥੋਂ ਅਹਿਮਦਾਨਗਰ ਤੋਂ, ਤੇ ਕੋਈ ਇਸ ਤਰ੍ਹਾਂ ਦੇ ਸਿਲਸਿਲੇ ਸਨ। ਇਹ ਹਿੰਮਤ, ਹੌਸਲਾ, ਇਹ ਜਿਹੜੀ 6 ਮੰਜ਼ਲਾ ਬਿਲਡਿੰਗ ਬਣੀ ਹੈ ਤੇ ਕਿੰਨੇ ਕਾਤਲਾਨਾ ਬਾਟੂ ਤੇ ਹਮਲੇ ਹੋਏ ਨੇ ਇਹ ਉਹ ਜਾਣਦੇ। ਬੱਚਿਆਂ ਲਈ ਤਾਂ ਬਣ ਗਿਆ ਸਿਲਸਿਲਾ, ਔਰ ਅਸੀਂ ਇਹਨਾਂ ਦੇ ਬੜੇ ਹੀ ਬਿਲਾਲ ਹੋਵੇ ਜਾਂ ਸਾਰੀ ਫੈਮਿਲੀ ਉੱਤੇ ਦਾ ਇੱਕ ਫੈਮਿਲੀ ਨੇ ਧਈਆ ਕੀਤਾ ਕਿ ਕੰਮ ਨੂੰ ਚਲਾਣਾ ਅੱਗੇ। ਅਸੀਂ ਇਹਨਾਂ ਲਈ ਬੜੇ ਹੀ ਦੁਆਗੂ ਹਾਂ, ਲੇਕਿਨ ਜਿਨਨੇ ਇਹ ਬੁਨਿਆਦ ਰੱਖੀ ਹੈ ਉਹਨੂੰ ਅਸੀਂ ਸਤ ਸਲਾਮ ਸਾਰੇ ਪੰਜਾਬੀ ਕਰਦੇ। ਇਸ ਲਈ ਵੀ ਜਿਹੜਾ ਅਸਲ ਬਾਹੂ ਸਾਡੇ ਸਾਰਿਆਂ ਦੇ ਪਿਆਰ ਮੁਹੱਬਤ ਔਰ ਅਨੀਸ ਨੇ ਜਿੰਨੀ ਖੂਬਸੂਰਤ ਕਿਤਾਬ ਛਾਪੀ ਉਹਨੂੰ ਇਸਲਾਮ ਨੇ ਨਹੀਂ ਸੁਣੀ। ਤੋ ਹਿੰਮਤ ਨਹੀਂ ਹਾਨੀ ਕਿ ਕਦੀ ਕੋਈ ਗਲਤੀ ਨਿਕਲ ਆਈ ਨਹੀਂ। ਉਹ ਵੀ ਉਹਨੇ ਸ਼ੇਰਵਾਨੀ ਸਾਹਿਬ ਵੀ ਉਹ ਪਿਆਰ ਵਿੱਚ ਸਾਰੀਆਂ ਗੱਲਾਂ ਕੀਤੀਆਂ ਨੇ। ਉਹ ਕਤੰਦਰ ਨਹੀਂ ਹੁੰਦੀਆਂ, ਉਹ ਹੁੰਦਾ ਕਿ ਅੱਲਾਹ ਕਰੇ ਕਿ ਕਿਤਾਬ ਨਿਕਲੇ, ਇੱਕ ਹੋਰ ਐਡੀਸ਼ਨ ਆਵੇ, ਉਹ ਉਦੋਂ ਵੀ ਜ਼ਿਆਦਾ ਖੂਬਸੂਰਤ, ਗੁਰਮੁਖੀ ਵੀ ਅੱਲਾ, ਸ਼ਾਹਮੁਖੀ ਵੀ ਅੱਲਾ, ਔਰ ਉਹਦਾ ਸਾਰੀ ਸ਼ਬਦ ਡੱਖ ਵੀ ਉਹਦੀ ਅੱਗੇ ਤੋਂ ਵੀ ਸੋਹਣੀ ਹੋਵੇ। ਅੱਗੇ ਵੀ ਤੁਸੀਂ ਬੜੀ ਮਿਹਨਤ ਕੀਤੀ ਔਰ ਅੱਗੋਂ ਵੀ ਕਰਾਂਗੇ। ਔਰ ਇਹੋ ਜਿਹੀਆਂ ਕਿਤਾਬਾਂ ਦੀ ਲੋੜ ਹੈ ਜਿੱਥੇ ਪੰਜਾਬੀ ਜ਼ਬਾਨ ਦੀ ਵੀ ਗੱਲ ਕੀਤੀ ਜਾਏ, ਜਿਸ ਵਿੱਚ ਦੇਸ਼ ਪਿਆਰ ਹਰ ਦੂਜੀ ਨਜ਼ਮ ਦਾ ਮੌਜੂ ਇਹਦਾ, ਯਾਨੀ ਇਸ ਵਤਨ ਵਾਸਤੇ ਵੀ ਇਹਨਾਂ ਦੇ ਯਾਨੀ ਅਲਫਾਜ਼ ਬੇਸ਼ੁਮਾਰ ਨੇ ਇਸ ਜਿਹੜੀ ਇਹ ਸ਼ਾਇਰੀ ਦੇ ਵਿੱਚ ਤੁਸੀਂ ਵੇਖੋਗੇ ਉਹਦੀ ਲੋੜ ਵੀ ਬੜੀ ਹੈ ਇਸ ਵੇਲੇ। ਯਾਨੀ ਆਪਣੇ ਪੰਜਾਬ ਦੀ ਗੱਲ ਕਰੋ, ਪੰਜਾਬੀ ਜ਼ਬਾਨ ਦੀ ਗੱਲ ਕਰੋ, ਇਸ ਵਤਨ ਦੀ ਵੀ ਗੱਲ ਕਰੋ ਜਿਹਨੇ ਸਾਨੂੰ ਯਾਨੀ ਇੱਥੇ ਰਹਿਣ ਦੀ ਇੱਕ ਛੱਤ ਜਿਹੜੀ ਦਿੱਤੀ ਹੈ। ਬਾਕੀ ਠਾਕਰ ਸਾਹਿਬ ਵੱਲ ਅਸੀਂ ਆਉਨੇ ਆ
ਕਿ ਜਿੰਨਾ ਆਪਣੇ ਸੋਚ ਨਤਾਰਿਆਂ ਤੋਂ ਸ਼ੁਰੂ ਹੋਏ ਸਨ ਤੇ ਆਪ ਹੀ ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ ਕਿ ਮੈਂ ਲਿਖਿਆ ਕੀ ਹੈ। ਯਾਨੀ ਦੇਖੋ ਇੱਕ ਬੰਦੇ ਨੇ ਆਪਣੇ ਖਿਆਲ, ਮੈਂ ਪੁੱਛਿਆ ਵੀ ਉਦੋਂ ਜਦੋਂ ਪਹਿਲੀ ਕਿਤਾਬ ਆਈ ਨਾ, ਮੈਂ ਕਿਹਾ ਇਹ ਠਾਕਰ ਸਾਹਿਬ ਇਹ ਕਹਾਣੀ ਇਹ ਹੱਕ ਹੈ ਕੀ ਹੈ? ਆਂਦੇ ਨੇ ਮੈਨੂੰ ਨਹੀਂ ਪਤਾ ਕੀ ਹੈ, ਮੈਂ ਲਿਖ ਦਿੱਤਾ। ਲੇਕਿਨ ਦੇਖੋ ਇੰਜ ਦਾ ਹੁੰਦਾ ਨਾ ਕਿ ਇੱਕ ਤੇ ਜਿਵੇਂ ਪਲਿਆ ਜੀ ਹਮ ਫਲਾਣੇ ਖਾਨਦਾਨ ਤੋਂ ਲਿਖਣ ਵਾਲੇ ਸਾਂ ਤੇ ਸਾਡੇ ਅੱਬਾ ਆਇਆ ਸੀ ਤੇ ਮਾਮਾ ਆਇਆ ਸੀ ਤੇ ਤਾਇਆ, ਨਹੀਂ, ਇਹ ਵੀ ਲਿਖਣ ਵਾਲੇ ਵੀ ਇਸ ਧਰਤੀ ਮਿੱਟੀ ਵਿੱਚ ਜੰਮਣੇ ਨੇ, ਉਹਨਾਂ ਪੰਜਾਬੀ ਦਾ ਹੱਕ ਅਦਾ ਕਰਨਾ ਹੈ। ਹੁਣ ਇਹਨਾਂ ਨੂੰ ਪਛਾਣ ਹੋ ਗਈ ਕਿ ਉਹਨਾਂ ਜੋ ਵੀ 20 ਲਾਖ ਲਿਖੇ ਸਨ ਤੇ ਉਹ ਨਸਰੀ ਸ਼ਕਲ ਇਖਤਿਆਰ ਕਰ ਗਏ, ਫਿਰ ਕਹਾਣੀਆਂ ਲਿਖੀਆਂ, ਫਿਰ ਹੋਰ ਬਹੁਤ ਕੁਝ ਲਿਖਿਆ ਤੇ ਅੱਜ ਉਹਨੇ ਹੱਥ ਪਾ ਲਿਆ ਜਿਹੜਾ ਸਭ ਤੋਂ ਔਖਾ ਕੰਮ ਹੈ ਫਿਕਸ਼ਨ ਦਾ, ਯਾਨੀ ਨਾਵਲ। ਯਾਨੀ ਸਭ ਤੋਂ ਮੁਸ਼ਕਲ ਤਹਿਰੀਰ, ਅਗਰ ਉਹ ਬੈਠਾ ਨਾਵਲਕਾਰ ਸਾਡੇ ਕੋਲ ਬੈਠਾ ਹੈ, ਕਿ ਸਭ ਤੋਂ ਮੁਸ਼ਕਲ ਤਹਿਰੀਰ ਹੁੰਦੀ ਹੈ ਕਿ ਤੁਸੀਂ ਇੱਕ ਖਲਾਰ, ਯਾਨੀ ਕਹਾਣੀ ਹੁੰਦੀ ਹੈ ਇੱਕ ਲਮਹੇ ਦੇ ਵਿੱਚ, ਜਿਹੜਾ ਤੁਸੀਂ ਕੋਈ ਵੇਖਿਆ ਨਾ ਕਿ ਜੰਗਲ ਵਿੱਚ ਜਾਂਦੇ ਹੋ ਪਏ, ਇੱਕ ਬਿਜਲੀ ਦਾ ਲਿਸ਼ਕਾਰਾ ਵੱਜਿਆ ਤੇ ਜਿਹੜਾ ਕੁਝ ਨਜ਼ਰ ਆਇਆ ਨਾ ਉਹ ਕਹਾਣੀ ਹੁੰਦੀ ਹੈ। ਤੇ ਨਾਵਲ ਹੁੰਦਾ ਕਿ ਜਿਹੜਾ ਜ਼ਿੰਦਗੀ ਦੇ ਸਾਰੇ ਪਹਿਲੂ ਉਹਦੇ ਘੇਰ ਦੇ ਵਿੱਚ ਆ ਜਾਣ। ਬਹੁਤ ਸਾਰੀਆਂ ਗੱਲਾਂ ਹੋ ਗਈਆਂ ਉਹਨਾਂ ਨੂੰ ਮੈਂ ਦਰਾਏ ਬਗੈਰ ਇੱਕ ਇਸ ਦਾ ਕਿਰਦਾਰ ਦੀ ਮੈਂ ਯਾਨੀ ਕਿ ਹੈਰਾਨ ਕਰਨ ਵਾਲਾ ਜਿਹੜਾ ਕਿਰਦਾਰ ਇਹਦੀ ਮਾਂ ਜਿਹੜੀ ਹੈ ਚੁਦਰਾਣੀ, ਯਾਨੀ ਇੰਤਹਾਈ ਇੱਕ ਕਹਿ ਲੋ ਕਿ ਇਸ ਤਰ੍ਹਾਂ ਦਾ ਕਿਰਦਾਰ ਕਦੇ ਨਹੀਂ ਪਹਿਲੇ ਲਿਖਿਆ ਗਿਆ ਪੰਜਾਬੀ ਅਦਬ ਵਿੱਚ ਕਿ ਉਹ ਖੁਦ ਪਈ ਬੱਚੇ ਦਾ ਘਰ ਉਜਾੜਦੀ ਹੈ। 4-6 ਮਹੀਨੇ ਕੋਲ ਨੂੰ ਉਹਨੂੰ ਵੀ ਭਜਾ ਦਿੱਤਾ, ਅਗਲੀ ਆਈ ਉਹਨੂੰ ਵੀ ਭਜਾ ਦਿੱਤਾ। ਯਾਨੀ ਤੁਸੀਂ ਤਸੱਵਰ ਕਰੋ ਜਿਹੜੇ ਬਜ਼ੁਰਗ ਆਂਦੇ ਹੁੰਦੇ ਸਨ ਨਾ ਕਿ ਬੰਦਾ ਤਾਂ ਚਲੋ ਬੀਬੀ ਤੇ ਜ਼ੁਲਮ ਕਰਦਾ, ਪਰ ਜਦੋਂ ਬੀਬੀ ਆਪ ਦੂਜੀਆਂ ਬੀਬੀਆਂ ਉੱਤੇ ਜ਼ੁਲਮ ਕਰਨ ਵੱਲ ਆ ਜਾਏ ਤਾਂ ਉਹਦੀ ਤਾਂ ਫਿਰ ਹੀਰ ਹੀ ਹੋ ਜਾਂਦੀ ਹੈ। ਉਹ ਇਹਨੇ ਕਿਰਦਾਰ ਲਿਖਿਆ ਉਸ ਮਾਂ ਦਾ, ਉਸ ਬੱਚੀ ਦੀ ਦਾਦੀ ਦਾ, ਜਿਹਨੂੰ ਫਿਰ ਵੀ ਤੱਤ ਨਹੀਂ ਪਿਆ ਆਉਂਦਾ ਕਿ ਸਾਡਾ ਹੀ ਹੁਣ ਰੁਲਦਾ ਪਿਆ, ਮਰਦ ਤੇ ਜ਼ੁਲਮ ਕਰਦੇ ਹੀ। ਤੇਰੇ ਕੋਲ ਠਾਕਰ ਸਾਹਿਬ और बेशुमार ਕਹਾਣੀਆਂ ਨੇ। गुजरात है ही ऐसा, मंडी बहाउद्दीन ते है ही ऐसी धरती है कि कहानियां हर घर विच हर जगह खिलरियां पईयां ने। तुसी मजीद इनू बेहतर करना है अगले अपनी तहरीर में। डॉक्टर साहब जे मोहसन तुहाडे कोल मौजूद ने, हुण बड़ साहब जिहा भी एक होर बांबेली तुहानू लभ गया कि जेड़ा अगे लभ रहा हुंदा पंजाबी, आओ मैं तुहानू छाप के पूरी दुनिया च मुतारफ कर दियां। फिर नासर साहब जे बंदे जो वडियान वाले, अफसल साहब जे, फिर जाहद, फिर साडे जिन्ने बैठे हो असल बाहू है, मुमताज बैठा, इमरान और भी जेडे साडे वीर बोले बैठे ने, पंछी शानदार साडा पंजाबी दा राइटर। असां फिर मैं गल करावांगा भट्ट साहब जेड़ा खामोशी नाल काम पे करदे ने कि कोई बंदा आ जाए पंजाबी दे विच नावल लिया, शायरी लिया, कहानी लिया, आ मैं तेनू छाप के पूरी दुनिया च मुतारफ करा दियां कि पंजाबी अदब होंदा की है। ते इसलिए मेहरबानो एक गल असां बड़ी क्लीयर रखनी है, क्योंकि असीं कौम परस्त ना, साडे ते भी शायद कई बारी शक हुंदा कि असीं जिवें कोई बलोच है, कोई सिंधी कौम परस्त है या होर कई कौम परस्त ने, ਉਹਨਾਂ ਦੀ ਕੌਮ ਪ੍ਰਸਤੀ ਹੁੰਦੀ ਹੈ ਦੂਜੀ ਕੌਮ ਨੂੰ ਗਾਲ ਕੱਢਣਾ, ਖਾਸ ਤੌਰ ਤੇ ਪੰਜਾਬੀ। ਸਾਡਾ ਫਰਕ ਹੈ ਪੰਜਾਬੀਆਂ ਦਾ ਕੌਮ ਪ੍ਰਸਤ ਹੁੰਦੇ ਹੋਏ ਵੀ ਅਸੀਂ ਕਹਿੰਦੇ ਆ ਕੋਈ ਕੌਮੀਅਤ ਸਾਡੀ ਦੁਸ਼ਮਣ ਨਹੀਂ। ਸਾਡਾ ਦੁਸ਼ਮਣ ਕੌਣ ਹੈ? ਜਿਹੜਾ ਦਹਿਸ਼ਤਗਰਦ ਕਿਸੇ ਵੀ ਕੌਮ ਦਾ ਹੋਵੇ। ਇਸ ਲਈ ਭਰਪੂਰ ਤਾੜੀ ਹੋਣੀ ਚਾਹੀਦੀ ਹੈ। ਕਿਸੇ इंसान, किसी कौम, किसी बोली दे असी कतन दुश्मन नहीं। आंदे ने फिर कर की रहे हो, पंजाबी का नाम की लेंदे हो, नहेड़ा करना बड़ा जरूरी है जनाब। असी जिथे कह रहे हैं किसी जबान नाल भी नफरत नहीं करते, नाल ही नहेड़ा भी तुहानू दस देने आ। जबाना सारियां ठीक ने, उन्हां दा असल विच इस्तेहसाली रवैया जिहड़ा बंदियां वल्लों आ जांदा है वो नुकसान बेशक बेशक। ਹੁਣ ਫਰਕ ਕਰੋ ਕਿ ਤੁਸੀਂ ਉਰਦੂ ਦਾ ਨਾਂ ਲਓ, ਅੰਗਰੇਜ਼ੀ ਦਾ ਨਾਂ ਲਵੋ,
ਉਸ ਵੇਲੇ ਤੱਕ ਜਿਹੜਾ ਬੰਦੇ ਦੀ ਮਾਦਰੀ ਜ਼ੁਬਾਨ ਹੈ ਉਰਦੂ, ਸਾਨੂੰ ਕੀ ਉਹਦੇ ਨਾਲ ਇਤਰਾਜ਼? ਰੱਜ ਕੇ ਬੋਲ ਬਈ ਆਪਣੇ ਬੱਚਿਆਂ ਨਾਲ, ਜਿਨ੍ਹਾਂ ਕਿ 2-4 ਲੱਖ ਹੈ ਨੇ ਜਿਨ੍ਹਾਂ ਦੀ ਮਾਦਰੀ ਜ਼ੁਬਾਨ ਹੈ ਉਰਦੂ, ਬੋਲੋ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਜਦੋਂ ਜਨਾਬ ਤੁਸੀਂ ਕਹੋਗੇ ਨਾ ਕਿ ਪੰਜਾਬੀਅਤ ਤੁਸੀਂ ਵੀ ਛੱਡ ਦਿਓ ਆਪਣੀ ਬੋਲੀ ਬੋਲਣੀ ਤੇ ਸਾਡੀ ਜ਼ੁਬਾਨ 'ਚ ਜਿਹੜਾ ਆਪਣੇ ਬੱਚਿਆਂ ਨੂੰ ਸਹੋਜਰਾਵਲੀ ਤੌਰ ਤੇ ਹੋ ਰਿਹਾ, ਉਦੋਂ ਫਿਰ ਇਸ ਤੇ ਸਾਲੀ ਰਵਈਆ ਆ ਜਾਂਦਾ। ਤੇ ਕੀ ਕਰਨਾ? ਅਸਾਂ ਪੰਜਾਬੀ ਜ਼ੁਬਾਨ ਨੂੰ ਬਿਲਕੁਲ ਨਹੀਂ ਛੱਡਣਾ। ਪੰਜਾਬੀ ਜ਼ੁਬਾਨ ਨੂੰ ਸਕੂਲਾਂ ਵਿੱਚ, ਕਾਲਜਾਂ ਵਿੱਚ ਹਰ ਜਗ੍ਹਾ ਪੜ੍ਹਾਉਣਾ ਹੈ। ਪੰਜਾਬੀ ਜ਼ੁਬਾਨ ਨੂੰ ਸਰਕਾਰੀ ਜ਼ੁਬਾਨ, ਅਦਾਲਤੀ ਜ਼ੁਬਾਨ और हर जगह भी इंशाल्लाह जुबान बनानी है, इल्मी बनानी है, साइंसी जुबान बनानी है। उधर किसी ने कहा यार तुसी अज दे AI दे दौर विच यानी आर्टिफिशियल इंटैलीजेंस दे दौर विच गल पे पंजाबी दी करदे हो। मैं कहा अज तो जो 35-40 साल पहला असी बनाया सी ना पंजाब साइंस बोर्ड बनाया सी, यानी पंजाबी साइंस बोर्ड बनाया सी। असी कदे गल नहीं सी कीती कि असी तुसी जनाब दोबारा जड़े वो ट्रैक्टर छड़ के ते हुण ढगे गाना शुरू कर दे। नहीं, असी कहने जदीद तरीन टेक्नोलॉजी हुण अगर आर्टिफिशियल AI आ चुकी है तो पंजाबी दे विच भी होनी चाहिए इंशाअल्लाह। बेशक साडा सफर जमीन तो लैके स्पेस तक कहकशावां तक पंजाबी पढ़दे होए होना चाहिए इंशाअल्लाह इंशाअल्लाह। और भट्ट साहब यही तो करते ने पे क्या जिन्नियां 70 किताबें ना छापियां मुख्तलिफ मौजूआत उत्ते गल जिन्नी लम्मी कर लो बधाई जा सकती है, लेकिन एक सिर्फ नारा मार के असीं उठ पावांगे हुण वो वे के नारे दा की जवाब पंजाबी। हां पूरा पंजाब दी बोली पंजाबी, पूरा पंजाब दी बोली पंजाबी, स्कूलां विच पढ़ाओ पंजाबी, मसला ते रहनी पंजाबी, हक है साडा पंजाबी, स्कूलां विच पढ़ाओ पंजाबी, लाजमी पढ़ाओ पंजाबी, प्राइमरी तो पढ़ाओ पंजाबी। बहुत बहुत शुक्रिया। बहुत एक मिनट जी बैठो, तशरीफ रखो जरा प्लीज, 2 मिनट से बैठो। बहुत शुक्रिया, मेहरबानी। ਅਸੀਂ ਬਿਲकुल आगे अपने इख्तिताम ਤੇ मैं इस तो पहला कि दुआया कलमात ਅਸੀਂ ਕਿ ਬਖਸ਼ਾ ਜੀ ਦਾ ਦੀ ਇਖਤਤਾਮੀਆਂ ਕਲਮਾਤ ਅਸੀਂ ਮੈਂ ਚਾਹਾਂਗਾ ਮੁਦੱਸਰ ਇਕਬਾਲ ਭੱਟ ਸਾਹਿਬ ਨੂੰ ਕਿ ਤੁਸੀਂ ਆਓ ਮੇਰਾ ਪ੍ਰਾਹੁਣਿਆਂ ਦਾ ਸ਼ੁਕਰੀਆ ਵੀ ਅਦਾ ਹੋ ਜਾਵੇ। ਤੁਹਾਡੇ ਸਾਹਿਬ ਦੀ ਤਾਲੀਆਂ ਮੁਦੱਸਰ ਇਕਬਾਲ ਭੱਟ ਸਾਹਿਬ। ਮੁਤਾਰੀ ਵੀ ਨਾਲ ਹੋਣੀ ਚਾਹੀਦੀ ਸੀ। ਆ ਫੜਾਓ ਜੀ, ਮੈਂ ਮੁਤਾਰੀ ਫੜ ਕੇ ਕਰੋ, ਕੀ ਕਰਦੇ ਹੋ? ਪਤਾ ਲੱਗੇ ਪੰਜਾਬੀਆਂ ਦਾ ਜਰਨੈਲ ਸੱਜਣਾ ਦੇ ਪੰਜਾਬ। ਮੈਂ ਲੰਮੀ ਚੌੜੀ ਗੁਫ਼ਤਗੂ ਨਹੀਂ ਕਰਨੀ। ਮੇਰੇ ਲੀਡਰ ਬਹੁਤ ਮੁਫੱਸਲ ਅੰਦਾਜ਼ ਵਿੱਚ ਪੰਜਾਬੀ ਦਾ ਮੁਕੱਦਮਾ ਲਿਖ ਚੁੱਕੇ ਨੇ। ਜਿਸ ਤੱਕ ਅੱਜ ਦੀ ਤਕਰੀਬ ਦਾ ਤਾਲੁਕ ਸੀ, ਸਾਡੇ ਦੋ ਬਹੁਤ ਹੀ ਮੁਹਸਨ ਔਰ ਪਿਆਰੇ ਦੋਸਤ ਨੇ ਜਿਨ੍ਹਾਂ ਨਵੀਂ ਤਖਲੀਕਾਤ ਸਨ ਜਿਨ੍ਹਾਂ ਮੁੱਖ ਮੁਹਾਲੀ ਹੋਇਆ। और यकीनन ਇਹਦੇ ਵਾਸਤੇ जिन्ने लोग सारे तशरीफ लाए बहुत ही मानयोग और खूबसूरत शख्सियत आईਆਂ। बिलखुसूस राय साहब की मौजूदगी साढ़े वास्ते बायस बरकत भी है और मैं समझना कि बायस फखर भी। अफसर साहब का होना तो ना होना एक बराबर ही डॉक्टर अब्दुल महमूद साहब तशरीफ लाए, बहुत फखर ते मान की गल है। और जिन्हें भी दोस्त हाल मौजूद ने, मैं समझना कि एडी गर्मी च तशरीफ लिया के साडा मान भी बढ़ाया और इस तकरीब को खूबसूरत बनाता है। किताबों के हवाले नाल बहुत सोहनी गल होगी। हक दी बोली बोल, मैं समझना कि एक ऐसी किताब है जिहदी शायरी ते तुसीं पंजाबी दी हसीयत नाल फखर कर सकते हो। और सलीम ठाकर का नावल चोरी मुतय्यन के बारे जिहड़ा खाका डॉक्टर महमूद साहब ने तुहानूं पेश किया है, वो सुन के सब इदराक हो गया कि वो कहानी एक जानदार और अच्छी कहानी। तो मैनू तो इस गल ते फखर कि असीं पंजाबी दीयां सतूरां दीयां किताबां छापण दा आद करने हैं। और मैं हमेशा यह दावा करना वा कि कोई भी ऐसा दोस्त जिहड़ा पंजाबी लिखदा है, वो नसर है, नज़म है, फिक्शन है, कोई भी है, पंजाब उस हाज़र है, उन्होंने बड़े सोहने ते अच्छे ढंग नाल छापण दा आद करेगा और बगैर किसी तेला सेला आना पैसा लैन और बुनियादी काज ही सिर्फ पंजाबी, क्योंकि समझते हैं कि पंजाबी की बेहतरी होएगी तो साडी बेहतरी होएगी।
ਪੰਜਾਬੀ ਦੀ ਤਾਲੀਮ ਬਣੇਗਾ, ਪੰਜਾਬੀ ਸਕੂਲਾਂ ਦਾ ਨਿਜ਼ਾਮ ਬਣੇਗਾ, ਜਾਂ ਪੰਜਾਬੀ ਨੂੰ ਅਸੀਂ ਇੱਕ ਅੱਛੀ ਜਿਹਤ ਤੇ ਲੈ ਕੇ ਜਾਵਾਂਗੇ ਤੇ ਯਕੀਨ ਸਾਡੇ ਵਾਸਤੇ ਬਹੁਤ ਕਾਬਿਲ ਫਖਰ ਔਰ ਕਾਬਿਲ ਸਤਾਇਸ਼ ਹੋਏਗੀ। ਮੈਂ ਇੱਕ ਵਾਰੀ ਫਿਰ ਆਪਣਾ ਸਰਪੰਚ ਦੇ ਵਿੱਚ ਸਾਰੇ ਦੋਸਤਾਂ ਦਾ ਔਰ ਹਾਲ ਮੌਜੂਦ ਸਾਰੇ ਦੋਸਤਾਂ ਦਾ ਸ਼ੁਕਰ ਹੈ ਕਿ ਉਹਨਾਂ ਤਸ਼ਰੀਫ ਲਿਆਈ ਤੇ ਸਾਡਾ ਮਾਣ ਵਧਾਇਆ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਇਹ ਡੰਡਾ ਜਿਹੜਾ ਮੈਨੂੰ ਅਨਾਇਤ ਕੀਤਾ ਹੈ ਜਨਾਬ ਯਾਸ ਕੁਮਾਰ ਸਾਹਿਬ ਨੇ, ਇਹ ਤੋਂ ਬਹੁਤ ਸਾਰੇ ਲੋਕ ਅੱਗੇ ਹੀ ਤੱਕ ਨੇ ਮੇਰੀ ਜ਼ੁਬਾਨ ਦੇ ਡੰਡੇ ਤੋਂ, ਤੇ ਅਗਰ ਇਹ ਡੰਡਾ ਕਿਸੇ ਨੂੰ ਵੱਜ ਗਿਆ ਤੇ ਉਹਦਾ ਪਰਚਾ ਮੇਰੇ ਤੇ ਨਹੀਂ ਹੋਣਾ ਯਾਸ ਕੁਮਾਰ ਸਾਹਿਬ। ਅੱਗੇ ਤੁਸੀਂ ਲੋਕਾਂ ਨੇ ਜੋ ਗਾਲਾਂ ਹੁਣ ਡੰਡਾ ਮਾਰ ਲਿਓ ਦਈਓ ਨਾ ਕਿਸੇ ਨੂੰ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। बहुत शुक्रिया। एक मिनट जी तशरीफ रखो जी, सब तरह बैठो, बड़ी मेहरबानी, तशरीफ रखो। मैं बड़ी मोहब्बत नाल बड़े इकराम नाल वैसे किबला शाही दा साडे वास्ते होना वैसे बरकत है और इन्हां दी बड़ी मेहरबानी, बड़ी मोहब्बत है इन्हां दी। सब तो पहला आने वाले बंदे और सब तो आखिर ते असीं उन्हां नूं बुला रहे हैं। पूरी तकरीब उन्होंने सुनी और सब दे हमेशा इन्हां दा फैज़ असीं साडे नाल, इन्हां दी मोहब्बतां दुआवां दे नाल ही सारा सिलसिला चलदा आ रहा है। सब तो पहला जो हक दी बोली बोल किताब हुई ना, तो सब तो पहली जी किताब सी मतलब जी बुक विखाई है वो शाह साहब दे कारी एक महफिल हो रही सी, उहदे विच इन्हां नूं वो पेश कीती और उत्ते उस दुरूशीफ दे नाल जिहड़ी हक दी बोली बोल दे बुक विखाई उत्ते भी हुई। तो मैं बड़ी मोहब्बत नाल और बड़े मान नाल किबला शाह जी सैयद मोहम्मद मुज़हर हुसैन हाशमी अल हसनी वल हुसैनी उन्हां नूं गुजारिश करना कि तुसीं आओ और अपने दुआया कलमात नाल साडियां समातां नूं जिहड़ा ना जी नवाजो। और मैं हमेशा ही इस गल ते मान है कि असीं इन्हां दे नाल आ, इन्हां दी मुहब्बत इन्हां दा फैज़ साडे नाल है। तालियां बजा लो, कोई हर्ज नहीं है, कोई हर्ज नहीं है। मोहब्बत करने वाले में प्यार करने वाले में हर चीज़ माशाअल्लाह समझते हैं, इल्मी फिक्री रूहानी दुनियावी हर इल्म और हर चीज़ को समझते हैं माशाअल्लाह। किबला जनाब सैयद मोहम्मद मुज़हर हुसैन हाशमी। बिस्मिल्लाहिर्रहमानिर्रहीम। ये दुआ करवाने तो पहले मैं तुम्हें मेहमानों नूं मुबारकबाद पेश करना ठाकर साहब नूं भी ते मेरे बेटे मेरे बेटी असलम बाबू साहब और मेरे सामने एक किताब इस हवाले नाल अहम ने कि हुज़ूर सल्लल्लाहु अलैहि वसल्लम ने फरमाया कि जो सब तो बड़ा काम है, जी सब तो बड़ी नेकी है और लोगों के अंदर खुशियां बनना है। और ये तुसी एक काम कर रहे हो, लोगों के दिलों में खुशियां के फुल बखेर रहे हो, तो इसकी जज़ा इंशाअल्लाह अल्लाह ताला तुहानू अता करेगा। खास तौर पर असलम बाबू साहब की जी किताब है हक दी बोली बोल, ये लफ्ज़ बज़ाहिर तीन लफ्ज़ हक दी बोली बोल। जदों इन्होंने मैंने किताब पेश की थी ना, तो मैं 1450 साल पीछे चला कि 1450 साल पहले थोड़े ते मेरे आका ने ये लफ्ज़ बोलिया सी कि हक दी बोली बोल। जदों हज़रत अबू तालिब ने फरमाया ना कि कुफार कहंदे है एक कलमा हक छड्ड दिओ, उन्होंने कि एक हाथ दे विच सूरज रख दिओ एक ते चंद रख दिओ, तो मैं फिर भी कहना हक दी बोली। बहुत अच्छे शाह जी, अल्लाह 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 सुभान अल्लाह। हजरत अली करमुल्लाह वजह, हजरत अब्दुल्ला बिन अब्बास जेडे आप दे चचाजाद भाई ने, वो आंदे ने वेखते हैं कि हजरत अली करमुल्लाह वजहुल करीम अपनी जुत्ती जी है वो ठीक कर रहे। ते आपने पूछा कि अब्दुल्ला इस जुत्ती की कीमत की होगी? उन्होंने कहा कि अमीरुल मोमिनीन उनकी इस जुत्ती की कोई कीमत कोई नहीं, जी इसकी हालत है उन इसकी कोई कीमत नहीं। आपने फरमाया जे मेरे सामने हक दी बोली बोल वाला होवे ते इस इमारत दे उत्ते इस जुत्ती नूं तरती ये है हक दी बोली बोल, ये है हक दी बोली बोल। और फिर वो 6 महीने दे बच्चे ने गर्दन दे विच तीर खा के दस दिता सी हक दी बोली बोल।
ਇਹ ਤੁਹਾਡਾ ਜਿਹੜਾ ਲਫ਼ਜ਼ ਹੈ ਨਾ 3 ਅਲਫਾਜ਼ ਇਹ ਸਿਰ ਤੋਂ ਲੈ ਕੇ ਪੈਰ ਤੱਕ ਇਨਸਾਨ ਨੂੰ ਸੋਚਣ ਤੇ ਮਜਬੂਰ ਕਰ ਦਿੰਦੇ ਹੈ और इतना खूबसूरत लफ्ज़ अल्लाह ताला अजर अज़ीम अता फरमाए अल्लाहुम्मा सल्लि अला मुहम्मद व अला आलि मुहम्मद कमा सल्लैता अला इब्राहीम व अला आलि इब्राहीम इन्नका हमीदुम मजीद अल्लाहुम्मा बारिक अला मुहम्मद व अला आलि मुहम्मद कमा बारकता अला इब्राहीम व अला आलि इब्राहीम इन्नका हमीदुम मजीद। ए रब करीम इस महफिल ਨੂੰ जितने भी दोस्तों ने सजाया है मुंतसर इकबाल भट्ट साहब ने इलियास कुमन साहब ने ठाकर साहब ने असलम बाहू साहब और बाकी जितने भी दोस्त साहब सारे ने मिल के इस महफिल को सजाया है। यार रब करीम इस दे विच खलूस नीयत है और इस दे विच जेड़ा है तेरे प्यारे हबीब सल्लल्लाहु अलैहि वसल्लम की मुहब्बत भी है, अहले बैत की मुहब्बत भी है, सहाबा इकराम की भी मुहब्बत है। ये रब करीम अपनी पाक बारगाह दे विच कबूल फरमा और इन्हां नेक दोस्तां की मौजूदगी दे विच जिन्हां ने तेरे प्यारे हबीब का कलाम भी पढ़िया है। या रब करीम सारियां दी दिली हाजात ਨੂੰ पूरा फरमा दे। जिस दिल दे विच जो भी नेक और शरई उस दिल दे विच हाजत है, ख्वाहिश है, तू दिलां दी अंदर छुपीआं समीओ बसीर होण दे वजह नाल या रब करीम तू सारियां दी दिलां दे विच छुपी ख्वाहिशात ਨੂੰ जानने या रब करीम सारियां दी नेक दिली ख्वाहिशात ਨੂੰ पूरा फरमा दे। सारे घरां दे विच प्यार मुहब्बत और सुकून अता फरमा दे। सारियां ਨੂੰ हर तरह दे रंजो अलाम दुख दर्द परेशानियां मुसीबतां ਤੋਂ महफूज फरमा। अगर किसी ਨੂੰ ਕਿਸੇ किस्म ਦੀ भी रूहानी बातनी जिस्मानी बीमारी है रब करीम सब ਨੂੰ शिफाए कामला आजिला अता फरमा। अल्लाहुम्मा फरिजना बिदुखूलिल कब्री वख्तिम लना बिल खैर व ज़फ़र वग़फिर लना वलिवालिदैन वलिजमील मोमिनीन वल मोमिनात वल मुस्लिमीन वल मुस्लिमात वस्सालिहीन वस्सालिहात बिरहमतिका या अरहमर राहिमीन वसल्लल्लाहु तआला अला खैर खल्किही मुहम्मदिन व अला आलिही व अस्हाबिही व अज़वाजिही व ज़ुर्रिय्यातिही व इबादिल्लाहिस सालिहीन अजमईन बिरहमतिका या अरहमर फोटो ना itu disini rako kita kan aju disini Hafsa ki Shazid बिस्मिल्लाह बिस्मिल्लाह सर सर ओके आओ ना सेंटर मैं ठाकर साहब ਦੇ ਨਾਲ ਆਉਣਾ ਹਾਂਜੀ ਓਏ आजो सीधी रहो तुसी ਤੁਸੀਂ ਦੁਪਹਿਰ ਵਾਲੇ ਹੋ ਭਾਈ आजो अभी बिनु ही उत्ते बंदे में तारा आते हैं ਇੱਥੇ ਆਓ ਸੈਂਟਰ ਵਿੱਚ बिस्मिल्लाह ਮਤਿਆਰਾਂ ਚੱਲਦੀਆਂ ਮੈਂ ਤਾਂ ਇਹ ਪੜੋ ਨਾ ਪੜਦਾ ਤੁਸੀਂ ਪੈਰ ਤੇ ਪੜੋ ਹਾਂ ਬੜਾ ਜ਼ਰੂਰੀ ਬੜਾ ਹਾਂ ਇਹ ਹੱਥੇ ਚੱਲ ਕੋਈ ਮਸਲਾ ਹੋ ਇਹ ਨਹੀਂ ਬਾਣਾ ਬੰਦ ਦੇ ਕੋਈ ਗੱਲ ਆਦਤ ਹੋ ਜੇ ਇਹਦੀ ਆਪ ਚ ਪਾਣੀ ਪੈਂਦੀ ਨਾ ਹਾਂ ਇਹਨਾਂ ਭੁੱਲ ਜਾਣਾ ਕਿਰੇ ਇਹਦਾ ਕੰਮ ਮਾੜਾ ਕੀਤਾ ਜੇ ਕਰਨਾ यार ठीक है समझ आ रही कि दोस्त बना रहे सारे ਇਹ ਉਹਨਾਂ ਬੜੇ ਪਿੱਛੇ ਹੋ ਜਾ ਮੁਕੰਮਲ ਹੋਣੀ ਚਾਹੀਦੀ ਹੈ वीडियो बनाओ चलो आ जाए इधर आ जाए क्या
अच्छा